ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤੇ ਅੱਜ ਜਿਹੜਾ ਸਿੱਧੂ ਮੂਸੇਵਾਲੇ ਦਾ ਗੀਤ ਆਇਆ ਸੀ ਸ਼ਾਮੀ 6 ਵਜੇ ਪੰਜਾਬ ਦੇ ਹਿਸਾਬ ਨਾਲ ਉਹਨਾਂ ਨੇ ਉਹਦਾ ਪ੍ਰੀਮੀਅਰ ਕੀਤਾ। ਉਸ ਗਾਣੇ ਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਤੇ ਮਿਲਣਾ ਵੀ ਚਾਹੀਦਾ ਹੈ, ਕਿਉਂਕਿ ਜਿਹੜਾ ਇਹ ਗਾਣਾ ਪਹਿਲਾਂ 4 ਜੂਨ ਨੂੰ ਰਿਲੀਜ਼ ਹੋਣਾ ਸੀ, ਪਰ ਅਨਫੋਰਚੂਨੇਟਲੀ ਉਹ 4 ਜੂਨ ਨੂੰ ਰਿਲੀਜ਼ ਨਹੀਂ ਹੋ ਸਕਿਆ, ਕਿਉਂਕਿ ਉਹ ਜਿਹੜਾ ਗੀਤ ਸੀ ਬਾਈ ਦੀ ਡੈਥ ਤੋਂ ਬਾਅਦ 'ਚ ਉਹਨਾਂ ਨੇ ਭੋਗ ਤੋਂ ਪਹਿਲਾਂ ਫਿਰ ਰਿਲੀਜ਼ ਕਰਨਾ ਠੀਕ ਨਹੀਂ ਸਮਝਿਆ। ਗਾਣਾ ਜਿਹੜਾ ਉਹ ਪਹਿਲਾਂ ਲੀਕ ਵੀ ਹੋਇਆ ਸੀ, ਥੋੜ੍ਹੀਆਂ ਬਹੁਤੀਆਂ ਉਹਦੇ ਬਾਰੇ ਵੀ ਗੱਲਾਂ ਕਰਨੀਆਂ ਨੇ, ਪਰ ਮੇਨ ਆਪਾਂ ਗੱਲ ਕਰਨੀ ਆ ਵੀ ਪੰਜਾਬੀ ਗਾਇਕੀ ਜਿਹੜੀ ਹੈ ਜਾਂ ਪੰਜਾਬ ਦਾ ਨੌਜਵਾਨ ਹੈ, ਪੰਜਾਬ ਦਾ ਜਿਹੜਾ ਯੂਥ ਹੈ, ਉਹਦੀ ਦਿਸ਼ਾ ਕਿਹੜੇ ਪਾਸੇ ਨੂੰ ਹੈ ਤੇ ਉਹ ਕੀ ਚਾਹੁੰਦਾ ਹੈ, ਉਹਦੇ ਜਿਹੜੀ ਅਨਰੈਸਟ ਹੈ। ਕਿਉਂਕਿ ਜਿਹੜਾ ਸਿੱਧੂ ਮੂਸੇਵਾਲਾ ਹੈ, ਉਹਦੀ ਕਲਮ ਨੇ ਜੋ ਕੁਛ ਲਿਖਿਆ ਉਹ ਇੱਕ ਪੰਜਾਬ ਦੇ ਨੌਜਵਾਨ ਦੀ ਤਰਜਮਾਨੀ ਕਰਦੀ ਇੱਕ ਸੋਚ ਬਾਰੇ ਲਿਖਿਆ ਹੈ, ਜੋ ਜਜ਼ਬਾਤ ਪੰਜਾਬ ਦੇ ਨੌਜਵਾਨ ਦੇ ਅੰਦਰ ਨੇ, ਜੋ ਸਪਰੈਸ ਕੀਤੇ ਗਏ ਆ ਬੜੇ ਲੰਮੇ ਸਮੇਂ ਤੋਂ, 20-25-30 ਸਾਲ ਤੋਂ, ਜਿਹੜਾ ਸੰਘਰਸ਼ ਜਾਂ ਜਿਹੜੀ ਹਿਸਟਰੀ ਸਾਡੇ ਤੋਂ ਖੋਈ ਗਈ ਹੈ, ਜਿਹੜਾ ਸੰਘਰਸ਼ ਦੇ ਬਾਰੇ ਸਾਨੂੰ ਜਾਣਨ ਤੋਂ ਰੋਕਿਆ ਗਿਆ, ਉਹਦੇ ਬਾਰੇ ਜਿਹੜੀ ਪੰਜਾਬ ਦੇ ਨੌਜਵਾਨ ਦੀ ਸਮਝ ਬਣੀ ਹੈ, ਉਹਨੂੰ ਵੀ ਇਹ ਗਾਣਾ ਰਿਪਰੈਜ਼ੈਂਟ ਕਰਦਾ ਹੈ, ਉਹਦੀ ਪੇਸ਼ਕਾਰੀ ਵੀ ਕਰਦਾ ਹੈ। ਸੋ ਇਹਨੂੰ ਸਮਝਣ ਵਾਸਤੇ ਸਾਨੂੰ ਥੋੜ੍ਹਾ ਜਿਹਾ ਇਹਦੀ ਬੈਕਗਰਾਊਂਡ ਹਿਸਟਰੀ 'ਚ ਵੀ ਜਾਣਾ ਪੈਣਾ ਹੈ ਵੀ ਕਿਉਂ ਪ੍ਰੋਬਲਮ ਸ਼ੁਰੂ ਹੋਈ, ਕਿੱਥੇ ਹੋਈ ਤੇ ਐਕਚੁਅਲ ਦੇ ਵਿੱਚ ਇਹਦਾ ਸੋਲਿਊਸ਼ਨ ਕਿੱਥੇ ਪਿਆ। ਇਹ ਵੈਸੇ ਗਾਣੇ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਕਾਫੀ ਕਲੈਰਿਟੀ ਦੇ ਨਾਲ ਇਹ ਗੱਲਾਂ ਕੀਤੀਆਂ ਨੇ ਵੀ ਗੱਲ ਕਿੱਥੇ ਅੜੀ ਹੈ ਤੇ ਸਾਡਾ ਵੈਰ ਵਿਰੋਧ ਕਿਹਦੇ ਨਾਲ ਹੈ। ਫੋਰ ਐਗਜ਼ਾਮਪਲ ਵੀ ਇਹ ਕਹਿਣਾ ਵੀ ਟੋਪੀ ਵਾਲੇ ਪੱਗਾਂ ਨਾਲ ਖਿੰਦੇ ਫਿਰਦੇ ਆ, ਇਹ ਗੱਲ ਜਿਵੇਂ ਤੁਸੀਂ 60 'ਚ ਪੰਜਾਬ ਦੇ ਵਿੱਚ ਜੇ ਕੋਈ ਤੁਹਾਡਾ ਜਾਣਕਾਰ ਰਿਹਾ ਹੋਵੇ, ਤੁਹਾਨੂੰ ਪਤਾ ਹੋਣਾ ਵੀ ਪੱਗਾਂ ਤੇ ਟੋਪੀਆਂ ਦਾ ਰੌਲਾ ਕੀ ਪਿਆ ਸੀ। ਉਦੋਂ ਨਾਅਰੇ ਚੱਲ ਪਏ ਸੀ ਇੱਕ ਮੌਕੇ ਦੇ ਉੱਤੇ ਵੀ ਉਹ ਕਹਿੰਦੇ ਸੀ ਵੀ ਪੱਗਾਂ ਵਾਲਿਆਂ ਨੂੰ ਜਿਹੜਾ ਵਾ ਪਾਕਿਸਤਾਨ ਭੇਜ ਦੇਣਾ, ਤੇ ਇੱਧਰੋਂ ਨਾਅਰਾ ਚੱਲਦਾ ਸੀ ਜਿਹੜੇ ਟੋਪੀ ਵਾਲੇ ਆ ਉਹਨਾਂ ਨੂੰ ਯਮਨਾ ਪਾਰ ਭੇਜਣਾ। ਸੋ ਇਹ ਕੌਮਾਂ ਦੀ ਜਿਹੜੀ ਆਪਸੀ ਲੜਾਈ ਹੁੰਦੀ ਹੈ, ਇਹਨਾਂ ਦੇ ਵਿੱਚ ਇਹੋ ਜਿਹਾ ਇਹ ਸਭ ਕੁਝ ਹੁੰਦਾ ਹੈ। ਪਰ ਇਹ ਪੱਗ ਤੇ ਟੋਪੀ ਦਾ ਜਿਹੜਾ ਡਿਫਰੈਂਸ ਹੈ, ਇੱਕ ਕਲਚਰਲ ਡਿਫਰੈਂਸ ਵੀ ਹੈ, ਰਿਲੀਜੀਅਸ ਡਿਫਰੈਂਸ ਵੀ ਆ, ਤੇ ਇੱਕ ਜਿਹੜੀ ਸਾਡੀ ਨੈਰੇਟਿਵ ਦੀ ਵਾਰਫੇਅਰ ਹੈ ਉਹਦੇ 'ਚ ਜ਼ਰੂਰੀ ਹੈ ਇਹਨੂੰ ਅੰਡਰਸਟੈਂਡ ਕਰਨਾ ਵੀ ਇਹ ਡਿਫਰੈਂਸ ਮੇਨਟੇਨ ਵੀ ਰਹਿਣਾ ਚਾਹੀਦਾ ਹੈ, ਕਿਉਂਕਿ ਇਸ ਡਿਫਰੈਂਸ ਨੂੰ ਘਟਾਉਣ ਦੇ ਵਿੱਚ ਸਾਰਿਆਂ ਨੂੰ ਜ਼ਿਆਦਾ ਨੁਕਸਾਨ ਪੱਗਾਂ ਵਾਲਿਆਂ ਦਾ ਹੁੰਦਾ ਹੈ। ਜਿਹੜੇ ਟੋਪੀਆਂ ਵਾਲੇ ਨੇ ਉਹਨਾਂ ਕੋਲ ਆਲਰੇਡੀ ਸੱਤਾ ਹੈਗੀ ਹੈ, ਉਹ ਹਿੰਦੁਸਤਾਨ ਦੇ ਮਾਲਕ ਨੇ, ਉਹ ਜਿਵੇਂ ਕਿਸੇ ਨਾਲ ਟਰੀਟ ਕਰਨਾ ਚਾਹੁੰਦੇ ਨੇ ਉਹ ਕਰ ਰਹੇ ਨੇ। ਸੋ ਇਸ ਕਰਕੇ ਜਿਹੜੀ ਲਕੀਰ ਹੈ ਸਾਡੇ ਤੋਂ ਉਹਨਾਂ ਦੇ ਵਿਚਕਾਰ ਹੈਗੀ ਆ, ਉਹਨੂੰ ਮਿਟਾਉਣ ਦਾ ਨੁਕਸਾਨ ਕੇਵਲ ਗੁਲਾਮ ਧਿਰ ਦਾ ਹੈ। ਜਿਹੜੀ ਧਿਰ ਕੋਲ ਆਲਰੇਡੀ ਰਾਜ ਸੱਤਾ ਹੈ ਉਹ ਲਕੀਰ ਮਿਟਾਉਂਦੀ ਵੀ ਫਿਰੇ, ਉਹਦਾ ਕੋਈ ਫਾਇਦਾ ਨਹੀਂ ਹੈਗਾ ਤੇ ਨਾ ਹੀ ਉਹਦੇ ਨਾਲ ਉਹਨਾਂ ਨੂੰ ਕੋਈ ਫਰਕ ਪੈਂਦਾ, ਉਹਦੇ ਨਾਲ ਸਾਡਾ ਨੁਕਸਾਨ ਹੈ। ਸੋ ਕੁਝ ਗੱਲਾਂ ਆਪਾਂ ਇਸ ਵਿਸ਼ੇ ਤੇ ਵੀ ਕਰਨੀਆਂ, ਬਾਕੀ ਜਿਹੜੇ ਕੋਈ ਥੱਲਿਓਂ ਸਵਾਲ ਜਵਾਬ ਹੋਣਗੇ ਆਪਾਂ ਵੀ ਕਰ ਲਾਂਗੇ। ਪਹਿਲਾਂ ਤੇ ਆਪਾਂ ਨੂੰ ਜਿਹੜਾ ਸਿੱਧੂ ਮੂਸੇਵਾਲੇ ਦੇ ਜੀਵਨ ਦਾ ਸਫ਼ਰ ਹੈ ਉਹਦੇ ਵੱਲ ਵੀ ਥੋੜ੍ਹਾ ਜਿਹਾ ਧਿਆਨ ਮਾਰਨਾ ਚਾਹੀਦਾ ਵੀ ਇੱਕ ਨੌਜਵਾਨ ਜਿਹੜਾ ਭਟਕਣਾ 'ਚ ਹੈ, ਜਿਵੇਂ ਪੰਜਾਬ ਦਾ ਹਰ ਨੌਜਵਾਨ ਅੱਜ ਦੇ ਸਮੇਂ 'ਚ ਹੈਗਾ, ਇਹ ਜਿਹੜੀ ਭਟਕਣਾ ਹੈ ਇਹ ਵੀ ਜੇ ਅਸੀਂ ਅੰਡਰਸਟੈਂਡ ਕਰੀਏ ਤੇ ਇੱਕ ਪੋਸਟ ਜੈਨੋਸਾਈਡ ਜਿਹੜਾ ਇੱਕ ਐਰਾ ਹੈ ਪੰਜਾਬ ਦੇ ਵਿੱਚ 84 ਤੋਂ 1995 ਤੋਂ ਬਾਅਦ 'ਚ ਜਿਹੜਾ ਇੱਕ ਪੀਰੀਅਡ ਆਇਆ ਹੈ, ਉਹ ਐਸਾ ਪੀਰੀਅਡ ਹੈ ਪੰਜਾਬ ਦੇ ਵਿੱਚ ਵੀ ਜਿੱਥੇ ਪੰਜਾਬ ਦੇ ਨੌਜਵਾਨ ਨੇ ਹਰ ਗਲੀ ਦੀ ਖਾਕ ਛਾਣੀ ਹੈ, ਹਰ ਚੀਜ਼ ਨੂੰ ਟੋਹ ਕੇ ਵੇਖਿਆ, ਨਸ਼ੇ ਤੋਂ ਲੈ ਕੇ ਲੱਚਰਤਾ ਤੋਂ ਲੈ ਕੇ ਹਰ ਚੀਜ਼ ਦੇ ਪਾਸੇ ਮਤਲਬ ਉਹ ਗਿਆ ਹੈ, ਮਤਲਬ ਉਹਨੂੰ ਭੇਜਿਆ ਗਿਆ ਹੈ ਪਰ ਉਹ ਗਿਆ ਜ਼ਰੂਰ ਹੈ। ਉਹਨੇ ਹਰ ਚੀਜ਼ ਨੂੰ ਜਿਹੜਾ ਵਾ ਐਕਸਪਲੋਰ ਕੀਤਾ। ਅਲਟੀਮੇਟਲੀ ਮੁੜ ਕੇ ਫਿਰ ਉਹ ਉਸੇ ਰਾਹ ਤੇ ਤੁਰਿਆ ਜਿੱਥੋਂ ਕਹਾਣੀ ਸ਼ੁਰੂ ਹੁੰਦੀ ਹੈ। ਸੋ ਸਾਨੂੰ ਤੇ ਹਕੂਮਤਾਂ ਨੂੰ ਵੀ ਇਹ ਚੀਜ਼ ਅੰਡਰਸਟੈਂਡ ਕਰ ਲੈਣੀ ਚਾਹੀਦੀ ਹੈ ਵੀ ਪੰਜਾਬ ਦੀ ਜਿਹੜੀ ਨੌਜਵਾਨੀ ਹੈ, ਬੇਸ਼ੱਕ ਪਿਛਲੇ 25-30 ਸਾਲ ਦੇ ਵਿੱਚ ਬਿਲੀਅਨਸ ਆਫ ਡਾਲਰ ਇਸ ਗੱਲ ਤੇ ਖਰਚੇ ਗਏ ਇੰਡੀਅਨ ਗੌਰਮੈਂਟ ਵੱਲੋਂ ਵੀ ਜਿਹੜਾ ਜੋ ਕੁਛ ਵਾਪਰਿਆ ਉਹਨੂੰ ਦਬਾਇਆ ਜਾਵੇ। ਨੌਜਵਾਨ ਜਿਹੜੇ ਆ ਉਹ ਇਹਨਾਂ ਗੱਲਾਂ ਨਾਲ ਰਿਲੇਟ ਨਾ ਕਰਨ, ਉਹਦੇ ਲਈ ਡਰੱਗ ਵਰਤੇ ਗਏ, ਉਹਦੇ ਲਈ ਕਲਚਰਲ ਜੈਨੋਸਾਈਡ ਲਈ ਜਿਹੜੇ ਟੂਲ ਵਰਤੇ ਗਏ। ਹੁਣ ਮੈਂ ਟੂਲ ਦੀ ਜਿਹੜੀ ਗੱਲ ਹੈ, ਜਿਹੜਾ ਗਾਇਕੀ ਦਾ ਟੂਲ ਸੀ ਵੀ ਪੰਜਾਬ 'ਚ ਜਿਹੜਾ 1984 ਤੋਂ ਲੈ ਕੇ ਤੇ 1995 ਤੱਕ ਦਾ ਜਿਹੜਾ ਦੌਰ ਹੈ ਨਾ, ਉਹ ਬਹੁਤ ਜ਼ਿਆਦਾ ਵਾਇਲੈਂਟ ਦੌਰ ਆ ਪੰਜਾਬ ਦੇ ਉੱਤੇ। ਜਿਹੜੀ ਵਾਇਲੈਂਸ ਹੋਈ ਹੈ ਸਟੇਟ ਵੱਲੋਂ, ਇੰਡੀਅਨ ਸਟੇਟ ਵੱਲੋਂ ਬਹੁਤ ਜ਼ਿਆਦਾ ਸਵੇਅਰ ਵਾਇਲੈਂਸ ਸੀ। ਹੁਣ ਦੁਨੀਆ 'ਚ ਹਰ ਥਾਂ ਤੇ ਵਾਪਰਦਾ ਵੀ ਜਦੋਂ ਕਿਸੇ ਕੌਮ ਦੇ ਉੱਤੇ ਬਹੁਤ ਜ਼ਿਆਦਾ ਵਾਇਲੈਂਸ ਹੋ ਜਾਏ, ਉਹਦਾ ਧਿਆਨ ਇੱਧਰ ਉੱਧਰ ਲਾਉਣ ਵਾਸਤੇ ਨਾ ਉੱਥੇ ਬੜੇ ਐਕਸਪੈਰੀਮੈਂਟ ਕੀਤੇ ਜਾਂਦੇ ਆ। ਪੰਜਾਬ ਦੀ ਧਰਤੀ ਤੇ ਐਕਸਪੈਰੀਮੈਂਟ ਕੀਤਾ ਗਿਆ ਜਿਹੜਾ ਕਲਚਰ ਜੈਨੋਸਾਈਡ ਦੇ ਰੂਪ, ਜਿਹੜੇ ਅਖਾੜੇ ਲਵਾਉਣੇ ਸਿੰਗਰਾਂ ਦੇ, ਕਲਾਕਾਰਾਂ ਦੇ, ਉਹਨਾਂ ਨੂੰ ਸਟੇਟ ਸਪੋਂਸਰਡ ਸਿੰਗਰ ਪੈਦਾ ਕੀਤੇ ਗਏ।
ਫਿਰ ਉਹਨਾਂ ਨੇ ਇੱਕ ਨਵੀਂ ਕਰੀਮ ਤਿਆਰ ਕੀਤੀ ਸਿੰਗਰਾਂ ਨੇ, ਜਿਹੜੀ ਅੱਗੇ ਆਉਂਦੀ ਆਉਂਦੀ ਪਹਿਲਾਂ ਲੱਚਰਤਾ ਤੋਂ ਸ਼ੁਰੂ ਹੋਈ, ਸ਼ਰਾਬ ਤੋਂ, ਲੱਚਰਤਾ ਤੋਂ। ਪਰ ਪ੍ਰੋਬਲਮ ਜਿਹੜਾ ਟੂਲ ਡਿਵੈਲਪ ਕੀਤਾ ਸੀ ਇਹ ਇੰਡੀਅਨ ਸਟੇਟ ਨੇ, ਟੂਲ ਦੀ ਇੱਕ ਪ੍ਰੋਬਲਮ ਹੁੰਦੀ ਹੈ। ਟੂਲ ਜਿਹੜਾ ਹੈ ਕੋਈ ਵੀ ਨਾ, ਟੂਲ ਜਿਹਦੇ ਹੱਥ 'ਚ ਆ ਜੇ ਉਹਦਾ ਹੋ ਜਾਂਦਾ। ਟੂਲ ਜਿਹਨੇ ਬਣਾਇਆ, ਜਿਹਨੇ ਡਿਵੈਲਪ ਕੀਤਾ, ਇਹ ਗਰੰਟੀ ਨਹੀਂ ਹੈਗੀ ਵੀ ਉਹ ਟੂਲ ਸਦਾ ਉਹਦੇ ਹੱਕ 'ਚ ਭੁਗਤੂਗਾ। ਬਿਕੋਜ਼ ਟੂਲ ਤੁਸੀਂ ਡਿਵੈਲਪ ਕਰ, ਜਿਵੇਂ ਹੁਣ ਤੁਸੀਂ ਵੇਖੋ AK-47 ਡਿਵੈਲਪ ਕੀਤੀ ਰਸ਼ੀਆ ਨੇ, ਬਟ ਉਹ ਰਸ਼ੀਆ ਦੇ ਖਿਲਾਫ ਵੀ ਵਰਤੀ ਜਾ ਸਕਦੀ ਹੈ, ਵਰਤੀ ਵੀ ਗਈ ਹੈ ਅਫਗਾਨਾਂ ਵੱਲੋਂ। ਉਦੋਂ ਜਦੋਂ ਇਹ ਅਫਗਾਨਿਸਤਾਨ ਇਨਵੇਡ ਕੀਤਾ ਸੀ ਰਸ਼ੀਆ ਨੇ, ਉਦੋਂ ਵਰਤੀ ਵੀ ਗਈ ਹੈ। ਸੋ ਇਹਦਾ ਮਤਲਬ ਇਹ ਆ ਵੀ ਟੂਲ ਕੋਈ ਵੀ ਡਿਵੈਲਪ ਕਰਦਾ ਹੈ, ਉਹ ਕਿਸੇ ਦੀ ਹੱਥ ਵੀ ਆ ਸਕਦਾ। ਜਿਹੜਾ ਕਲਚਰਲ ਜੈਨੋਸਾਈਡ ਦਾ ਟੂਲ ਪੰਜਾਬ 'ਚ ਡਿਵੈਲਪ ਕੀਤਾ ਸੀ ਇਹਨਾਂ ਨੇ, ਸਿੰਗਰ ਪੈਦਾ ਕੀਤੇ, ਉਹ ਸਿੰਗਰਾਂ ਨੇ ਕੋਲ ਇੱਕ ਦੇਖੋ ਉਹਦੇ 'ਚ ਦੋ ਚੀਜ਼ਾਂ ਬੰਦੇ ਨੂੰ ਇੰਸਪਾਇਰ ਕਰਦੀਆਂ ਜਾਂ ਇਨਫਲੂਐਂਸ ਕਰਦੀਆਂ, ਇੱਕ ਤੇ ਫੇਮ, ਦੂਜਾ ਪੈਸਾ। ਦੋਵੇਂ ਹੀ ਚੀਜ਼ਾਂ ਜਿਹੜੀਆਂ ਨੇ ਉਹ ਬੰਦੇ ਵਾਸਤੇ, ਕਿਸੇ ਵੀ ਬੰਦੇ ਵਾਸਤੇ ਬੜੀਆਂ ਤ੍ਰਿਸ਼ਨਾ ਵਾਲੀਆਂ ਹੋ ਸਕਦੀਆਂ ਨੇ। ਹਰ ਬੰਦਾ ਇਹਦੇ ਵੱਲ ਖਿੱਚਿਆ ਜਾਣਾ ਚਾਹੁੰਦਾ ਹੈ, ਕਿਉਂਕਿ ਜਿਹੜਾ ਫੇਮ ਪੰਜਾਬੀ ਕਲਾਕਾਰਾਂ ਨੂੰ ਮਿਲਦਾ ਹੈ, ਜਿਹੜਾ ਪੈਸਾ ਉਹਨਾਂ ਨੂੰ ਮਿਲਦਾ, ਉਹ ਹਰ ਬੰਦੇ ਦਾ ਇੱਕ ਕਿਸਮ ਦਾ ਡਰੀਮ ਜਿਹਾ ਹੁੰਦਾ। ਸੋ ਇਹ ਜਦੋਂ ਇਸ ਟੂਲ ਦੇ ਪਿੱਛੇ ਦੋਵੇਂ ਚੀਜ਼ਾਂ ਸੀ ਤੇ ਇਹਨੇ ਕੰਮ ਕੀਤਾ, ਤੇ ਪੰਜਾਬ 'ਚ ਇੰਨੇ ਕੁ ਸਿੰਗਰ ਪੈਦਾ ਹੋ ਗਏ ਜਿਨ੍ਹਾਂ ਨੇ ਪਤਾ ਨਹੀਂ ਕਿਹੜੇ ਕਿਹੜੇ ਵਿਸ਼ਿਆਂ ਤੇ ਗਾਣੇ ਗਾ ਦਿੱਤੇ। ਵਿੱਚੋਂ ਕੋਈ ਟਾਵੀਂ ਆਵਾਜ਼ ਆਉਂਦੀ ਸੀ ਜਿਹੜੀ ਪੰਥਕ ਵਿਸ਼ੇ ਵੱਲ ਤੁਰਦੀ। ਫਿਰ ਜਦੋਂ ਐਕਸਪਲੋਇਟ ਹੋ ਗਿਆ ਨਾ ਸਭ ਕੁਛ, ਕਿਉਂਕਿ ਬੰਦੇ ਨੂੰ ਤੁਸੀਂ ਜਿਹੜੀਆਂ ਕੌਮਾਂ ਨਾਲ ਧੱਕਾ ਹੋਇਆ ਹੋਵੇ, ਜਿਹੜੀਆਂ ਕੌਮਾਂ ਗੁਲਾਮ ਹੋਣ, ਉਹਨਾਂ ਨੂੰ ਤੁਸੀਂ ਜ਼ਿਆਦਾ ਲੰਮਾ ਸਮਾਂ ਡਿਸਟਰੈਕਟ ਨਹੀਂ ਰੱਖ ਸਕਦੇ। ਖਾਸ ਕਰ ਉਸੇ ਧਰਤੀ ਦੇ ਉੱਤੇ ਜਿੱਥੇ ਇੰਨਾ ਖੂਨ ਡੁੱਲਾ ਹੋਵੇ ਤੇ ਜਿਹਦੀ ਕੋਈ ਰੀਕਨਸਲੇਸ਼ਨ ਨਾ ਹੋਈ ਹੋਵੇ ਵੀ ਇਹ ਕਿਉਂ ਹੋਇਆ, ਇਹ ਕਿੱਦਾਂ ਵਾਪਰਿਆ, ਜਾਂ ਕਿਹਨੇ ਕੀਤਾ, ਜਾਂ ਕਿਸੇ ਦੋਸ਼ੀ ਨੂੰ ਸਜ਼ਾ ਨਾ ਮਿਲੀ ਹੋਵੇ। ਉੱਥੇ ਜਿਹੜੇ ਕਲਚਰ ਜੈਨੋਸਾਈਡ ਵਰਗੇ ਟੂਲ ਡਿਵੈਲਪ ਕੀਤੇ ਜਾਂਦੇ ਆ, ਉਹ ਵੀ ਉਲਟੇ ਭੁਗਤਦੇ। ਉਹ ਵੀ ਜਿਨ੍ਹਾਂ ਨੇ ਡਿਵੈਲਪ ਕੀਤੇ ਉਹਦੇ ਉਲਟੀ ਭੁਗਤਣ ਲੱਗ ਪੈਂਦੇ। ਜਿਹੜਾ ਹੁਣ ਕਲਾਕਾਰ ਪੈਦਾ ਕੀਤੇ ਸੀ, ਪਹਿਲਾਂ ਤਾਂ ਗੁਰਦਾਸ ਮਾਨ ਵਰਗੇ ਸਰਕਾਰੀ ਸਿੰਗਰ ਆਏ, ਉਸ ਤੋਂ ਬਾਅਦ 'ਚ ਹੋਰ ਕਲਾਕਾਰ ਆਏ, ਉਹ ਤੋਂ ਬਾਅਦ ਟਾਵੀਂ ਆਵਾਜ਼ ਜਿਹੜੀ ਕੁੜੀਆਂ ਵਾਲੇ ਗਾਣੇ ਛੱਡ ਕੇ ਫਿਰ ਨੌਜਵਾਨ ਜਿਹੜੇ ਸੀ ਤਿਉਹਾਰਾਂ ਵਾਲੇ ਗੀਤ ਗਾਉਣ ਲੱਗ ਪਏ, ਨੋਰਮਲ ਆਪਸੀ ਨਿੱਜੀ ਲੜਾਈਆਂ ਝਗੜੇ ਵਾਲੇ। ਪਰ ਇਹ ਜਿਹੜਾ ਇਹਦਾ ਐਂਡ ਕਿੱਧਰ ਨੂੰ ਜਾਣਾ ਹੈ, ਇਹ ਹਕੂਮਤ ਸ਼ਾਇਦ ਉਦੋਂ ਜੱਜ ਕਰ ਗਈ। ਪਰ ਸਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਵੀ ਜਿੰਨੇ ਵੀ ਪੰਜਾਬ ਦੇ ਨੌਜਵਾਨ ਸਿੰਗਰ ਨੇ, ਉਹਨਾਂ ਦਾ ਆਖਰੀ ਪੜਾਅ ਇਹੋ ਹੀ ਹੈ ਵੀ ਉਹ ਪੰਥ ਵਾਲੇ ਪਾਸੇ ਨੂੰ ਤੁਰਨਗੇ। ਕਿਉਂਕਿ ਜਿਸ 'ਚ ਵੀ ਬਗਾਵਤ ਦਾ ਇੱਕ ਵੀ ਕਣਕ ਹੈ ਤੇ ਉਹਦੇ ਕੋਲ ਕਲਮ ਹੈ ਜਾਂ ਆਵਾਜ਼ ਹੈ, ਉਹ ਬੱਝਾ ਰੁੱਝਾ ਤੇ ਜੋ ਮਰਜ਼ੀ ਗਾਈ ਜਾਵੇ, ਪਰ ਉਹਦੇ ਦਿਲ ਦੀ ਆਵਾਜ਼ ਹੈ। ਮੈਂ ਕੌਮ ਦੀ ਗੱਲ ਕਰਾਂ, ਕੋਈ ਡਰ ਕੇ ਚੁੱਪ ਹੈ, ਕੋਈ ਕਿਸੇ ਤਰੀਕੇ ਨਾਲ ਚੁੱਪ ਹੈ। ਤੇ ਜਿਹੜਾ ਵੀ ਬੰਦਾ ਬੋਲੂਗਾ, ਸਰਕਾਰ ਉਹਨੂੰ ਤੰਗ ਵੀ ਕਰੂਗੀ, ਖਤਮ ਵੀ ਕਰੂਗੀ, ਕਤਲ ਵੀ ਕਰ ਦੇਊਗੀ। ਪਰ ਇਹ ਜਿਹੜਾ ਕਲਚਰਲ, ਕਿਉਂਕਿ ਜਿਹੜਾ ਇਹ ਕਲਚਰਲ ਜੈਨੋਸਾਈਡ ਜਿਹੜਾ ਸੀ, ਇਹਨੂੰ ਡਿਵੈਲਪ ਤਾਂ ਕੀਤਾ ਗਿਆ ਵੀ ਮਾਸਸ ਦੇ ਉੱਤੇ ਇਹਦੀ ਬਹੁਤ ਅਪੀਲ ਹੈ। ਬਹੁਤ ਲੋਕ ਇੱਕ ਸਿੰਗਰ ਦੇ ਪਿੱਛੇ ਲੱਗ ਜਾਂਦੇ ਨੇ। ਹੁਣ ਜਿਹੜਾ ਇੱਕ ਸਿੰਗਰ ਹੈ ਉਹ ਬਹੁਤ ਲੋਕਾਂ ਨੂੰ ਵਿਗਾੜ ਸਕਦਾ। ਜਿਵੇਂ ਗੁਰਦਾਸ ਮਾਨ ਨੇ ਗੀਤ ਗਾਤਾ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ, ਉਹਦੇ ਨਾਲ ਬਹੁਤ ਲੋਕਾਂ ਨੂੰ ਜਸਟੀਫਿਕੇਸ਼ਨ ਮਿਲ ਗਈ ਸ਼ਰਾਬ ਪੀਣ ਦੀ। ਗੁਰਦਾਸ ਮਾਨ ਇਹ ਗੀਤ ਗਾਉਂਦਾ ਹੈ, ਜਿਹੜੇ ਮੁਲਕ ਦਾ ਖਾਈ ਉਹਦਾ ਬੁਰਾ ਨਹੀਂ ਮੰਗੀਦਾ। ਉਹਦੇ ਨਾਲ ਚੰਗੇ ਭਲੇ ਮੈਂ ਖਾੜਕੂਆਂ ਨੂੰ ਜਾਣਦਾ, ਜਿਹੜੇ ਖਾੜਕੂ ਸੀ, ਤੇ ਉਹਨਾਂ ਨੇ ਵੀ ਕਹਿਣਾ ਸ਼ੁਰੂ ਕਰਤਾ ਵੀ ਇੰਡੀਆ ਇੰਡੀਆ ਇੰਡੀਆ। ਇਹ ਗੱਲ ਚੱਲ ਪਈ ਆਮ ਵੀ ਬਾਹਰ ਬੈਠਾ ਨੇ ਇੰਡੀਆ ਇੰਡੀਆ ਕਰੀ ਜਾਣਾ, ਗੱਲ ਪੰਜਾਬ ਦੀ ਹੋਣੀ ਹੋਣੀ। ਸੋ ਜਿਹੜਾ ਇੱਕ ਸਿੰਗਰ ਹੈ ਜਿਹਦੇ ਕੋਲ ਅਪੀਲ ਹੈ, ਮਾਸਸ ਨੂੰ ਉਹ ਅਪੀਲ ਕਰ ਸਕਦਾ, ਉਹਦੇ ਹੱਥ 'ਚ ਇੱਕ ਟੂਲ ਹੈਗਾ ਸਟੇਟ ਦਾ। ਹੁਣ ਉਹ ਜਿਹੜਾ ਸਿੰਗਰ ਹੈ ਉਹਦੇ ਕੋਲ ਅਪੀਲ ਰਹਿੰਦੀ ਹੈ ਹਮੇਸ਼ਾ ਹੀ, ਪਰ ਜੇ ਫਰਜ਼ ਕਰੋ ਪੁੱਠਾ ਚੱਲ ਪਵੇ ਤੇ ਉਹ ਉਨੇ ਹੀ ਲੋਕਾਂ ਨੂੰ ਉਨੇ ਛੇਤੀ ਸਟੇਟ ਦੇ ਉਲਟ ਵੀ ਖੜਾ ਕਰ ਸਕਦਾ। ਸੋ ਜਿਹੜਾ ਇਹ ਇੱਕ ਵੈਪਨ ਹੈ ਸਟੇਟ ਵੱਲੋਂ ਡਿਵੈਲਪ ਕੀਤਾ ਹੋਇਆ, ਇਹਦੀ ਜਿਹੜੀ ਖੂਬੀ ਹੈ ਉਹੀ ਇਹਦੀ ਕਮਜ਼ੋਰੀ ਹੈ। ਮਤਲਬ ਇਹ ਜਦੋਂ ਜਿਹਦੇ ਹੱਥ ਆ ਗਿਆ ਉਹਦਾ ਹੀ ਚੱਲ ਪਊ। ਸਿੱਧੂ ਮੂਸੇਵਾਲਾ ਦਾ ਏਡਾ ਪਾਪੂਲਰ ਹੋ ਜਾਣਾ, ਉਹਦਾ ਕਮਰਸ਼ੀਅਲ ਸਿੰਗਰ ਸੀ, ਉਹਦਾ ਏਡਾ ਪਾਪੂਲਰ ਹੋ ਜਾਣਾ, ਇੱਕ ਪੰਜਾਬ ਦੀ ਜਿਹੜਾ ਦੱਬਿਆ ਸੈਂਟੀਮੈਂਟ ਹੈ, ਇੱਕ ਉਹਦੀ ਟਾਈਮਿੰਗ ਹੈ ਜਿਹੜੀ ਇਹ ਪੰਜਾਬ ਦੇ ਵਿੱਚ ਜਿਹੜੀ ਐਮਰਜ ਕਰਨ ਦੀ, ਇੱਕ ਉਹਦਾ ਜਿਹੜਾ ਪੰਜਾਬ 'ਚ ਦੱਬਿਆ ਸੈਂਟੀਮੈਂਟ ਹੈ, ਪੰਜਾਬ ਦੀ ਜਿਹੜੀ ਇੱਕ ਬਗਾਵਤ ਹੈ, ਉਹ ਕਿਤੇ ਨਾ ਕਿਤੇ ਉਹਨੂੰ ਛੋਂਦਾ ਸੀ ਮਾੜਾ ਮੋਟਾ। ਹਾਲਾਂਕਿ ਪਹਿਲਾਂ ਉਹਦੇ ਕੰਟਰੋਵਰਸ਼ੀਅਲ ਗੀਤ ਵੀ ਰਹੇ, ਉਹਦਾ ਵਿਰੋਧ ਵੀ ਹੋਣਾ ਵੀ ਚਾਹੀਦਾ ਸੀ। ਜਦੋਂ ਹੋਇਆ ਉਦੋਂ ਹੋਣਾ ਵੀ ਚਾਹੀਦਾ ਸੀ, ਪੰਥਕ ਬੰਦਿਆਂ ਵੱਲੋਂ ਉਹਦਾ ਵਿਰੋਧ ਕੀਤਾ ਵੀ ਗਿਆ ਕਈ ਮੌਕਿਆਂ ਦੇ ਉੱਤੇ। ਪਰ ਫਿਰ ਵੀ ਕੋਈ ਏਡਾ ਵੱਡਾ ਮਸਲਾ ਨਹੀਂ ਸੀ ਬਣਿਆ ਜਿਹੜਾ ਮਤਲਬ ਉਹ ਤੋਂ ਬਾਅਦ 'ਚੋਂ ਪਾਰਟੀਆਂ 'ਚ ਵੀ ਗਿਆ। ਮਤਲਬ ਜਿਵੇਂ ਪੂਰੀ ਭਟਕਣਾ 'ਚ ਬੰਦਾ ਲੰਘਦਾ ਤੇ ਫਿਰ ਅਖੀਰ ਨੂੰ ਆ ਕੇ ਉਹਨੇ ਫੈਸਲਾ ਕੀਤਾ ਵੀ ਨਹੀਂ, ਜਿਹੜਾ ਜੀਵਨ ਦਾ ਜਿਹੜਾ ਇੱਕ ਸਾਰ ਹੈ, ਕਿਉਂਕਿ ਕੁਛ ਬੰਦਿਆਂ ਦਾ ਜਿਹੜਾ ਇੱਕ ਸੁਭਾਅ ਹੁੰਦਾ, ਇਹ ਆਪਾਂ ਨੂੰ ਇਹ ਵੀ ਸਮਝਣਾ ਪੈਣਾ ਵੀ ਜਿਹੜਾ ਬੰਦਿਆਂ ਦਾ ਸੁਭਾਅ ਹੈ ਨਾ, ਉਹਨਾਂ ਨੂੰ ਭੜਕਾਉਂਦਾ ਤਾਂ ਹੈਗਾ ਪਰ ਉਹ ਸਿਰੇ ਨਹੀਂ ਲਾ ਸਕਦਾ। ਸਿੱਧੂ ਮੂਸੇਵਾਲਾ ਕੈਨੇਡਾ ਤੋਂ ਮੁੜਿਆ, ਬਹੁਤੇ ਲੋਕਾਂ ਦਾ ਡਰੀਮ ਹੁੰਦਾ ਵੀ ਅਸੀਂ ਕੈਨੇਡਾ ਜਾਈਏ, ਉੱਥੋਂ ਮੁੜ ਆਇਆ, ਪਿੰਡ ਬਹਿ ਗਿਆ, ਜਾ ਕੇ ਪਿੰਡ ਉਹਨੇ ਪੈਲੀ ਬਹੁਤ ਖਰੀਦ ਲਈ, ਆਲੇ ਦੁਆਲੇ ਨੂੰ ਖੇਤੀਬਾੜੀ ਕਰਨ ਦਾ ਸ਼ੌਂਕ ਸੀ,
ਉਹ ਵੀ ਕਰ ਲਿਆ, ਪੈਸਾ ਵੀ ਕਮਾ ਲਿਆ, ਸਭ ਕੁਝ ਹੋ ਗਿਆ, ਘਰ ਪਾ ਲਿਆ, ਕੋਠੀ ਪਾ ਲਈ, ਪਰ ਜਿਹੜੀ ਮਨ 'ਚ ਬੇਚੈਨੀ ਆ ਉਹ ਖਤਮ ਨਹੀਂ ਹੁੰਦੀ। ਬੇਚੈਨੀ ਜਿਹੜੀ ਹੈ ਨਾ, ਉਹ ਏਦਾਂ ਦੀ ਚੀਜ਼ ਹੈ, ਜਿਹੜੀ ਗੁਲਾਮ ਕੌਮਾਂ ਦੇ ਮਨਾਂ 'ਚ ਬੇਚੈਨੀ ਹੁੰਦੀ ਹੈ ਨਾ, ਉਹ ਕਿਸੇ ਵੀ ਦੁਨਿਆਵੀ ਪਦਾਰਥ ਦੇ ਨਾਲ ਖਤਮ ਨਹੀਂ ਹੋ ਸਕਦੀ। ਉਹ ਤੁਸੀਂ ਮਤਲਬ ਤੁਸੀਂ ਦੁਨੀਆ ਭਰ ਦੇ ਜਿਹੜੇ ਖਜ਼ਾਨੇ ਨੇ ਉਹ ਤੁਹਾਡੇ ਅੱਗੇ ਆ ਕੇ ਖੜੇ ਹੋ ਜਾਣ, ਤੁਹਾਡੇ ਅੱਗੇ ਪੇਸ਼ ਕੀਤੇ ਜਾਣ, ਤੁਸੀਂ ਤਾਂ ਵੀ ਮਹਿਸੂਸ ਕਰੋਗੇ ਵੀ ਨਹੀਂ, ਇਹ ਇਨਫ ਨਹੀਂ ਹੈਗਾ। ਕੁਛ ਸਮਾਂ ਉਹ ਤੁਹਾਨੂੰ ਲਵਾ ਸਕਦੇ ਆ, ਪਰ ਉਸ ਤੋਂ ਬਾਅਦ ਫਿਰ ਤੁਹਾਨੂੰ ਉਹਨਾਂ ਤੋਂ ਬੋਰੀਅਤ ਤੇ ਉਹਨਾਂ ਤੋਂ ਘਿਰਣਾ ਵੀ ਹੋਣ ਲੱਗ ਪਊਗੀ। ਫਿਰ ਤੁਸੀਂ ਉਸੇ ਰਾਹ ਨੂੰ ਤੁਰੋਗੇ। ਜਿਹੜੀਆਂ ਕੌਮਾਂ ਤੇ ਜ਼ੁਲਮ ਹੁੰਦਾ ਵਾ, ਉਹਨਾਂ ਦੇ ਲਈ ਉੱਠਣ ਦਾ ਇੱਕੋ ਤਰੀਕਾ ਹੈ, ਉਹ ਤਰੀਕਾ ਵੀ ਜਸਟਿਸ, ਇਨਸਾਫ ਕੀਤਾ ਜਾਵੇ, ਬਦਲਾ ਲਿਆ ਜਾਵੇ। ਕਈ ਆਪਣੇ ਸਿੱਖ ਬੜੇ ਬਦਲੇ ਸ਼ਬਦ ਤੋਂ ਭਜਦੇ ਵੀ ਸਿੱਖ ਬਦਲਾ ਨਹੀਂ ਲੈਂਦੇ। ਸਿੱਖ ਬਦਲਾ ਲੈਂਦੇ ਆ, ਸਿੱਖਾਂ ਨੇ ਬਦਲੇ ਲਏ, ਇਤਿਹਾਸ ਦੇ ਵਿੱਚ ਬਦਲੇ ਲੈਂਦੇ ਰਹੇ ਸਿੱਖ। ਹੋਰ ਕੀਤਾ ਕੀ ਸਿੱਖਾਂ ਨੇ? ਮਤਲਬ ਜਿਹੜੀ ਕੌਮ ਬਦਲਾ ਨਹੀਂ ਲੈ ਸਕਦੀ, ਉਸ ਕੌਮ ਦਾ ਸਰਵਾਈਵ ਕਰਨਾ ਇੰਟਰਨਲੀ ਬੜਾ ਔਖਾ ਹੋ ਜਾਂਦਾ ਹੈ। ਉਸ ਕੌਮ ਦੇ ਵਿੱਚ ਆਲਮੋਸਟ ਮੈਸਕੁਲਿਨਿਟੀ ਖਤਮ ਹੋ ਜਾਂਦੀ ਹੈ। ਜਿਹੜੀ ਉਸ ਕੌਮ ਦੇ ਵਿੱਚ ਅਣਖ, ਗੈਰਤ, ਸਾਰਾ ਕੁਝ ਖਤਮ ਹੋ ਜਾਂਦਾ, ਜਿਹੜੀ ਕੌਮ ਬਦਲਾ ਲੈਂਦੀ ਨਹੀਂ ਜਾਂ ਲੈਣਾ ਸੋਚਦੀ ਨਹੀਂ, ਹਨਾ। ਸੋ ਇਹ ਜਿਹੜਾ ਸਿੱਧੂ ਮੂਸੇਵਾਲੇ ਦੇ ਇਹ ਕਈ ਗੀਤ ਹੈ, ਜਾਂ ਕੁਛ ਹੋਰ ਗੀਤ ਸ਼ਾਇਦ ਭਵਿੱਖ ਜੇ ਗੁਰੂ ਸਾਹਿਬ ਦੀ ਕਿਰਪਾ ਰਹੀ ਤੇ ਜਿਹੜੇ ਆਉਣਗੇ, ਉਹ ਉਹਦੇ ਜਿਹੜੇ ਜੀਵਨ ਦੇ ਪੜਾਅ ਨੂੰ ਇੱਕ ਡਿਫਾਈਨ ਕਰਦੇ ਆ ਵੀ ਇੱਕ ਪੰਜਾਬ ਦੇ ਨੌਜਵਾਨ ਨੂੰ ਵੀ ਕਿਵੇਂ ਉਹ ਪਹਿਲਾਂ ਆਪ ਤੋਂ ਬਾਗੀ ਹੁੰਦਾ ਹੈ, ਫਿਰ ਮਤਲਬ ਆਪਣੇ ਆਪ ਤੋਂ, ਫਿਰ ਕਿਸੇ ਮੌਕੇ ਤੇ ਆ ਕੇ ਥੋੜਾ ਬਹੁਤਾ ਧਰਮ ਤੋਂ ਵੀ ਬਗਾਵਤ ਦਿਖਾਉਂਦਾ ਹੈ, ਕਿਉਂਕਿ ਉਹਨੂੰ ਲੱਗਦਾ ਵੀ ਇਹ ਸਾਰਾ ਕੁਝ ਐਕਸਪਲੋਇਟ ਹੋ ਰਿਹਾ। ਉਹਨੇ ਕੁਛ ਗੀਤਾਂ 'ਚ ਇਹ ਵੀ ਗੱਲ ਦਾ ਜ਼ਿਕਰ ਕੀਤਾ। ਉਹਨੂੰ ਐ ਲੱਗਦਾ ਵੀ ਜਿਹੜੇ ਸਟਰਕਚਰ ਤੇ ਕਾਬਜ਼ ਲੋਕ ਨੇ ਮੌਜੂਦਾ ਸਮੇਂ ਦੇ ਵਿੱਚ, ਉਹ ਸਾਡੇ ਵੀ ਆਪਣੇ ਬੰਦੇ ਮਾੜੇ ਨੇ। ਅਲਟੀਮੇਟਲੀ ਜਿਹੜਾ ਉਹਦਾ ਕਨਕਲੂਜਨ ਹੈ ਗੀਤ ਜਿਹੜਾ SYL, ਉਹਦੇ 'ਚੋਂ ਸਿੱਧੀ ਗੱਲ ਹੈ ਵੀ ਉਹਨੇ ਇੱਕ ਤਰੀਕਾ ਦੱਸਿਆ। ਤਰੀਕਾ ਇਹ ਹੈ ਵੀ ਤੁਹਾਡੇ ਅੱਗੇ ਪ੍ਰੋਬਲਮ ਹੈ ਵੀ ਤੁਹਾਡਾ ਪਾਣੀ ਲੁੱਟਿਆ ਜਾ ਰਿਹਾ, ਤੇ ਪਾਣੀ ਲੁੱਟਣ ਜਾਣੇ ਤੋਂ ਰੋਕਣ ਦਾ ਇੱਕੋ ਤਰੀਕਾ ਜਿਹੜਾ ਭਾਈ ਜਟਾਣੇ ਨੇ ਵਰਤਿਆ ਸੀ। ਹੁਣ ਇਸ ਚੀਜ਼ ਨੂੰ ਗਲੋਰੀਫਾਈ ਕਰਨਾ ਤੇ ਇਸ ਚੀਜ਼ ਨੂੰ ਬੇਬਾਕੀ ਨਾਲ ਬੋਲ ਦੇਣਾ ਆਪਣੇ ਗੀਤਾਂ ਦੇ ਵਿੱਚ, ਖਾਸ ਕਰ ਉਹ ਇਸ ਸਿੰਗਰ ਵੱਲੋਂ ਜਿਹੜਾ ਕਮਰਸ਼ੀਅਲੀ ਏਡਾ ਸਕਸੈਸਫੁਲ ਹੋਵੇ। ਮਤਲਬ ਅੱਜ ਤੇ ਸਿੱਧੂ ਮੂਸੇਵਾਲਾ ਹੈ ਨਹੀਂ, ਜੇ ਹੁੰਦਾ ਤੇ ਇਹ ਗੀਤ ਨੇ ਉਹਦੀ ਲਾਈਫ ਨੂੰ ਅਪ ਡਾਊਨ ਕਰ ਦੇਣਾ ਸੀ, ਇੱਕਦਮ ਅਪਸਾਈਡ ਡਾਊਨ ਸੁੱਟ ਦੇਣਾ ਸੀ। ਕਿਉਂਕਿ ਸਟੇਟ ਨੇ ਕਦੇ ਵੀ ਇਹ ਗੀਤ ਜਿਹੜਾ ਸੀ ਨਾ, ਤੇ ਉਸ ਤੋਂ ਬਾਅਦ ਉਹਦੀ ਕਮਰਸ਼ੀਅਲ ਸਕਸੈਸ ਕੋਈ ਇੱਕ ਗਰੰਟਿਡ ਰਹਿਣੀ ਸੀ, ਨਾ ਉਸ ਤੋਂ ਬਾਅਦ ਜਿਹੜਾ ਉਹਦੇ ਕੋਲ ਸੰਸਾਧਨ ਨੇ ਜਿਹੜੇ ਪਏ ਉਹ ਗਰੰਟਿਡ ਰਹਿਣੇ। ਪਰ ਉਹਨੇ ਇਹ ਰਿਸਕ ਲਿਆ। ਇਹਦਾ ਮਤਲਬ ਹੈ ਵੀ ਉਹ ਏਡਾ ਕੋਈ ਨਿਰਾ ਜਜ਼ਬਾਤੀ ਬੰਦਾ ਨਹੀਂ ਸੀ ਵੀ ਜਿਹੜਾ ਇਹੋ ਜਿਹਾ ਫੈਸਲਾ ਏਡੇ ਵੱਡੇ ਪੱਧਰ ਦਾ ਏਦਾਂ ਦਾ ਗੀਤ ਗਾਉਣ ਦਾ ਫੈਸਲਾ ਲੈ ਲਵੇ ਤੇ ਲੈ ਕੇ ਤੇ ਗਾ ਦੇਵੇ, ਬਸ ਰਿਕਾਰਡ ਕਰਕੇ ਤੇ ਡਨ ਕਰਦੇ। ਏਦਾਂ ਨਹੀਂ ਹੁੰਦਾ। ਉਹ ਜਿਹੜੀ ਭੜਕਣਾ ਚੋਂ ਲੰਘਿਆ ਹੈ ਸਾਰੀ ਚੋਂ, ਉੱਥੇ ਆਣ ਕੇ ਮਨੁੱਖ ਕੋਲ ਰਾਹ ਹੀ ਇਹੋ ਬਚਦਾ ਹੈ। ਲਕੀਰ ਖਿੱਚਣੀ ਪੈਂਦੀ ਹੈ, ਲਕੀਰ ਖਿੱਚ ਕੇ ਲੜਨਾ ਪੈਂਦਾ, ਜਿਹਦੀ ਗੱਲ ਦੀਪ ਸਿੱਧੂ ਕਰਦਾ। ਸਿੱਧੂ ਮੂਸੇਵਾਲੇ ਨੇ ਪਿਛਲੇ 3-4 ਮਹੀਨਿਆਂ 'ਚ ਦੀਪ ਸਿੱਧੂ ਨੂੰ ਬਹੁਤ ਸੁਣਿਆ। ਜਿਹੜੇ ਉਹਦੇ ਨੇੜੇ ਬੰਦੇ ਦੱਸਦੇ ਨੇ, ਪਿਛਲੇ 3-4 ਮਹੀਨਿਆਂ ਦੇ ਵਿੱਚ ਉਹਨੇ ਦੀਪ ਸਿੱਧੂ ਨੂੰ ਸੁਣਿਆ। ਸੁਣ ਕੇ ਉਹਨੇ ਬਾਈ ਦੀਪ ਸਿੱਧੂ ਨੂੰ ਤੇ ਇਹ ਅਹਿਸਾਸ ਵੀ ਕੀਤਾ ਵੀ ਜਿਹੜਾ ਵੀ ਪੰਜਾਬ ਦੀ ਪ੍ਰੋਬਲਮ ਕੀ ਆ, ਤੇ ਪੰਜਾਬ ਅਸੀਂ ਅੱਜ ਐਜ਼ ਅ ਸਿੱਖ ਨੌਜਵਾਨ ਅਸੀਂ ਕਿੱਥੇ ਖੜੇ ਹਾਂ, ਸਾਡੀ ਕੀ ਜ਼ਿੰਮੇਵਾਰੀ ਹੈ। ਸੋ ਉਸ ਤੋਂ ਬਾਅਦ ਜਿਹੜੇ ਜਿਹੜਾ ਗੈਂਗਵਾਰ ਦਾ ਤੇ ਉਹ ਸਟੇਟ ਬਹਾਨਾ ਬਣਾ ਰਹੀ ਹੈ ਵੀ ਗੈਂਗਵਾਰ ਹੈ ਜੀ, ਰੌਲੇ ਦੇ ਸਾਰੇ ਕਲਾਕਾਰਾਂ ਦੇ ਚੱਲਦੇ ਰਹਿੰਦੇ ਮਾੜੇ ਮੋਟੇ ਕਿਸੇ ਨਾ ਕਿਸੇ ਨਾਲ। ਕੋਈ ਬੰਦਾ ਕਿਸੇ ਕੋਲ ਪੈਸੇ ਮੰਗਦਾ, ਕੋਈ ਕਿਸੇ ਦੇ ਅਖਾੜਾ ਲਾਉਣ ਗਿਆ, ਕੋਈ ਕਿਸੇ ਨਹੀਂ ਗਿਆ। ਇਹਨਾਂ ਗੱਲਾਂ ਦੇ ਕਤਲ ਨਹੀਂ ਹੁੰਦੇ ਕਦੇ ਵੀ। ਜਿਹੜਾ ਇਹਦਾ ਕਤਲ ਹੈ ਸਿੱਧੂ ਮੂਸੇਵਾਲੇ ਦਾ, ਉਹਦੀ ਵਜ੍ਹਾ ਇੱਕੋ ਇੱਕ ਹੈ ਵੀ ਜਿਹੜੀ ਅਪੀਲ ਮਾਸਸ ਦੀ ਇਹਦੇ ਕੋਲ ਹੈ, ਉਹ ਪੰਜਾਬ ਦੇ ਮੌਜੂਦਾ ਕਿਸੇ ਹੋਰ ਸਿੰਗਰ ਕੋਲ ਨਹੀਂ ਸੀ ਹੈਗੀ। ਇਹ ਸੱਚਾਈ ਹੈ ਵੀ ਜਿੰਨਾ ਇਨਫਲੂਐਂਸ ਉਹ ਪੰਜਾਬ ਦੇ ਨੌਜਵਾਨ ਤੇ ਪਾ ਸਕਦਾ ਸੀ, ਖਾਸ ਕਰ ਜਿਹੜੇ 14-15 ਸਾਲ ਤੋਂ ਲੈ ਕੇ ਤੇ 20-25 ਸਾਲ ਤੱਕ, ਜਿਨ੍ਹਾਂ ਕੋਲ ਇੰਨਾ ਪੋਟੈਂਸ਼ੀਅਲ ਆ ਕੰਮ ਕਰਨ ਦਾ। ਕੰਮ ਤੋਂ ਭਾਵ ਹੈ ਵੀ ਸੰਘਰਸ਼ ਕਰਨ ਦਾ, ਹਨਾ। ਹੁਣ ਜਿਹੜੀ ਉਹ ਏਜ ਦੇ ਵਿੱਚ ਜਿੰਨਾ ਅਪੀਲ ਜਿਹੜੀ ਸਿੱਧੂ ਮੂਸੇਵਾਲੇ ਦੀ ਸੀ, ਉਹ ਕਿਸੇ ਹੋਰ ਸਿੰਗਰ ਦੀ ਨਹੀਂ ਹੈਗੀ। ਤੇ ਜੇ ਉਹ ਇਸ ਪਾਸੇ ਨੂੰ ਤੁਰ ਪਿਆ, ਜਿਹੜਾ ਕਿ ਉਹ ਤੁਰ ਹੀ ਪਿਆ ਆਪਣੇ ਸਾਹਮਣੇ ਹੈ, ਤੇ ਇਹ ਗੱਲ ਕੰਟਰੋਲ ਤੋਂ ਬਾਹਰ ਹੋ ਜੂਗੀ। ਮਤਲਬ ਤੁਸੀਂ ਕਿਵੇਂ ਕੰਟਰੋਲ ਕਰੋਗੇ? ਅੱਜ ਹੁਣ ਇਹ ਸਿੰਪਲ ਜਿਹਾ ਫਾਰਮੂਲਾ ਹੈ ਵੀ ਜਿਹੜਾ ਉਹਦਾ ਹੋਲਡ ਹੋ ਗਿਆ ਲੋਕਾਂ ਦੇ ਉੱਤੇ, ਹੁਣ ਉਹਦੇ ਚੋਂ 100% ਲੋਕ ਜਿਹੜੇ ਉਹਨੂੰ ਆਪਣਾ ਮੰਨਦੇ ਆ ਵੀ ਆਈਡਲ ਹੈ ਸਾਡਾ ਬੰਦਾ ਗਾਉਣ ਵਾਲਾ। ਹੁਣ ਜਿਹੜਾ ਉਹਨਾਂ ਦਾ ਆਈਡਲ ਆ, ਜੇ ਉਹ ਦਿਨ ਨੂੰ ਰਾਤ ਕਹਿ ਦੇਵੇ ਨਾ, ਤੇ 90 ਬੰਦੇ ਉਹ ਵੀ ਹੋਣਗੇ ਜਿਹੜੇ ਦਿਨ ਰਾਤ ਕਹਿਣਾ ਸ਼ੁਰੂ ਕਰ ਦੇਣਗੇ। ਮਤਲਬ ਉਹਦੇ ਸੱਚ ਬੋਲ ਰਿਹਾ ਹਾਲ ਦੀ ਘੜੀ, ਜੇ ਝੂਠ ਬੋਲਣਾ ਵੀ ਸ਼ੁਰੂ ਕਰ ਦਿੰਦੇ ਤਾਂ ਵੀ ਲੋਕ ਮੰਨਣਾ ਸ਼ੁਰੂ ਕਰ ਦਿੰਦੇ। ਏਦਾਂ ਹੀ ਜਿਹੜਾ ਝੂਠ ਗੁਰਦਾਸ ਮਾਨ ਉਹਨਾਂ ਨੇ ਬੋਲਿਆ, ਉਹ ਵੀ ਤਾਂ ਹੀ ਉਹ ਪਾਪੂਲਰ ਹੋਇਆ ਨਾ, ਕਿਉਂਕਿ ਜਿਹੜੀ ਇਹ ਭਗਤੀ ਦੀ ਭਾਵਨਾ ਪੈਦਾ ਹੋ ਜਾਂਦੀ ਆ ਕਿਸੇ ਕਲਾਕਾਰ ਦੇ ਪ੍ਰਤੀ,
ਉਹ ਨੈਚੁਰਲ ਵੀ ਆ, ਉਹਦੇ 'ਚ ਕੋਈ ਗੁਨਾਹ ਵਾਲੀ ਗੱਲ ਨਹੀਂ, ਉਹ ਨੈਚੁਰਲ ਵੀ ਆ। ਪਰ ਉਹਦੇ 'ਚ ਮਾਸਸ ਦੀ ਪ੍ਰੋਬਲਮ ਇਹ ਹੁੰਦੀ ਆ ਵੀ ਉਹਨਾਂ ਵਾਸਤੇ ਅੰਡਰਸਟੈਂਡਿੰਗ ਲੌਜਿਕ ਤੇ ਬੇਸ ਨਹੀਂ ਹੁੰਦੀ ਕਦੇ ਵੀ। ਉਹਨਾਂ ਵਾਸਤੇ ਜਿਹੜੀ ਅੰਡਰਸਟੈਂਡਿੰਗ ਹੈ ਉਹ ਨਾ ਤੇ ਲੌਜਿਕ ਤੇ ਬੇਸਡ ਹੁੰਦੀ ਹੈ, ਨਾ ਹੀ ਮਤਲਬ ਸੱਚ ਝੂਠ ਦੇ ਪੈਮਾਨੇ ਦੇ ਉੱਤੇ ਹੁੰਦੀ ਹੈ। ਉਹ ਸਿਰਫ ਇਸ ਗੱਲ ਤੇ ਬੇਸਡ ਹੁੰਦੀ ਹੈ ਵੀ ਜਿਹੜਾ ਬੰਦਾ ਉਹਨੂੰ ਦੱਸ ਰਿਹਾ ਉਹਦਾ ਉਹਨਾਂ ਦੇ ਉੱਤੇ ਕਿੰਨਾ ਇਨਫਲੂਐਂਸ ਹੈ। ਮਤਲਬ ਹਿਟਲਰ ਨੇ ਇੱਕ ਐਸੀ ਪੂਰੀ ਦੀ ਪੂਰੀ ਕੰਟਰੀ ਤਿਆਰ ਕਰਤੀ ਜਿਹੜੀ ਯਹੂਦੀਆਂ ਦਾ ਜੈਨੋਸਾਈਡ ਕਰਨਾ ਚਾਹੁੰਦੀ। ਇਹਦਾ ਅਰਥ ਇਹ ਆ ਵੀ ਉਹ ਸਾਰੇ ਬੰਦੇ ਵੈਸੇ ਤਾਂ ਜੈਨੋਸਾਈਡਲ ਨਹੀਂ ਹੋਣਗੇ, ਉਹਨਾਂ 'ਚ ਪਲਸਸ ਹੋਣਗੀਆਂ, ਉਹਨਾਂ ਨੂੰ ਜਗਾਉਣ ਵਾਲਾ ਬੰਦਾ ਵੀ ਕੋਈ ਹੈਗਾ। ਬੀਜੇਪੀ ਨੇ, ਕਰੰਟ ਬੀਜੇਪੀ ਨੇ ਜਾਂ ਇੰਦਰਾ ਨੇ ਉਸ ਮੌਕੇ ਦੇ ਉੱਤੇ ਹਿੰਦੁਸਤਾਨ ਦੇ ਬਹੁ ਗਿਣਤੀ ਹਿੰਦੂਆਂ ਨੂੰ ਸਿੱਖਾਂ ਦਾ ਕਾਤਲ ਬਣਾ ਦਿੱਤਾ। ਕਿੱਦਾਂ ਬਣੇ ਉਹ? ਇਹ ਤਾਂ ਨਹੀਂ ਵੀ ਪਦਾਇਸ਼ੀ ਜਿਹੜੇ ਪੈਦਾ ਹੋਏ ਸੀ ਉਹ ਕਾਤਲ ਹੀ ਪੈਦਾ ਹੋਏ ਸੀ। ਜਿਹੜੇ ਲੋਕ ਕਿਸੇ ਨੂੰ ਆਪਣਾ ਆਈਡਲ ਮੰਨ ਲੈਂਦੇ ਹਨ, ਜਦੋਂ ਉਸ ਆਈਡਲ ਦੇ ਵਿੱਚ ਇਹ ਪਾਵਰ ਹੁੰਦੀ ਹੈ, ਸਮਰੱਥਾ ਹੁੰਦੀ ਹੈ ਵੀ ਉਹ ਆਪਣੇ ਫੋਲੋਅਰਸ ਨੂੰ ਕਿਸੇ ਵੀ ਪਾਸੇ ਨੂੰ ਤੋਰ ਦੇਵੇ, ਚੰਗਾ ਮਾੜਾ। ਤੇ ਇਹ ਤੇ ਡੈਫੀਨੇਸ਼ਨ ਜਿਹੜੀਆਂ ਨੇ ਇਹ ਤੇ ਫਲੋਟ ਕਰਦੀ ਹੈ, ਬਾਈਨਰੀਜ਼ ਹੈ। ਇਹਦੇ 'ਚ ਕੋਈ ਮੈਨੂੰ ਲੱਗਦਾ ਨਹੀਂ ਵੀ ਦੁਨੀਆ ਦੇ ਉੱਤੇ ਚੰਗਾ ਕੀ ਹੈ ਮਾੜਾ ਕੀ ਹੈ। ਇਹਦੀਆਂ ਬਾਈਨਰੀਜ਼ ਵੀ ਅਜੇ ਡਿਫਾਈਨਡ ਨਹੀਂ ਹੈਗੀਆਂ। ਉਹ ਪਾਵਰਫੁਲ ਤਰ੍ਹਾਂ ਆਪਣੇ ਤਰੀਕੇ ਨਾਲ ਡਿਫਾਈਨ ਕਰੀ ਜਾਂਦੀ। ਸੋ ਹੁਣ ਜਿਹੜਾ ਇਸ ਗਾਣੇ ਦਾ ਇਨਫਲੂਐਂਸ ਕੀ ਪੈਣਾ ਚਾਹੀਦਾ ਤੇ ਕੀ ਇੱਥੋਂ ਸਾਨੂੰ ਮੈਸੇਜ ਕੀ ਲੈਣਾ ਚਾਹੀਦਾ, ਪੰਜਾਬ ਦੇ ਦੂਜੇ ਕਲਾਕਾਰਾਂ ਨੂੰ ਕੀ ਮੈਸੇਜ ਲੈਣਾ ਚਾਹੀਦਾ, ਇਹ ਸਾਰਾ ਕੁਝ ਹੈ। ਜਿਹੜਾ ਪੰਜਾਬ ਦਾ ਪਾਣੀ ਹੈ, ਪਾਣੀ ਇੱਕ ਪੰਜਾਬ ਦਾ ਸੰਘਰਸ਼ ਦਾ ਜਿਹੜਾ ਬਹੁਤ ਵੱਡਾ ਅਹਿਮ ਕੜੀ ਹੈ। ਪੰਜਾਬ ਦਾ ਜਿਹੜਾ ਪਾਣੀ ਹੈ, ਸੰਘਰਸ਼ ਦੀ ਸ਼ੁਰੂਆਤ ਇਹਦੇ ਕਰਕੇ ਵੀ ਹੁੰਦੀ ਹੈ ਤੇ ਇਹ ਬਹੁਤ ਵੱਡਾ ਰੋਲ ਅਦਾ ਕਰਦਾ ਹੈ ਪੰਜਾਬ ਦਾ ਜਿਹੜਾ ਸੰਘਰਸ਼ ਹੈ। ਪੰਜਾਬ 'ਚ ਜੋ ਵੀ ਕੁਛ ਵਾਪਰਿਆ, ਹੁਣ ਜਦੋਂ ਪੰਜਾਬ ਦੀ ਵੰਡ ਹੁੰਦੀ ਹੈ 66 ਦੇ ਵਿੱਚ, ਫਿਰ 71 ਦੇ ਵਿੱਚ ਹਿਮਾਚਲ ਪ੍ਰਦੇਸ਼ ਕੱਢ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜਾ 3.55 ਬਿਲੀਅਨ ਕਿਊਬਿਕ ਫਿਟ ਪਾਣੀ ਹੈ ਜਿਹੜਾ ਪੰਜਾਬ ਦੇ ਕੋਲ, ਉਹ ਸਾਰਾ ਪਾਣੀ ਹੈ ਜਿਹੜਾ ਪੰਜਾਬ ਦੇ ਕੋਲ, ਉਹਦੇ ਵਿੱਚੋਂ 75% ਪਾਣੀ ਜਿਹੜਾ ਆਲਰੇਡੀ ਹਰਿਆਣੇ ਤੇ ਰਾਜਸਥਾਨ ਤੇ ਦਿੱਲੀ ਨੂੰ ਜਾ ਰਿਹਾ ਹੈ। ਤੇ ਰਹਿੰਦਾ ਖੁੰਦਾ ਪਾਣੀ ਵੀ ਐਸਵਾਈਲ ਕਨਾਲ ਕੱਢੀ ਗਈ, ਉੱਥੇ ਮੋਰਚੇ ਵੀ ਲੱਗੇ, ਬੜੇ ਬਹੁਤ ਕੁਛ ਹੋਇਆ ਜਿਹੜਾ ਪਾਣੀ ਨੂੰ ਬਚਾਉਣ ਖਾਤਰ। ਪਰ ਜਦੋਂ ਕਿਤੇ ਨਹੀਂ ਗੱਲ ਬਾਹ ਪੇਸ਼ ਚੱਲੀ ਤੇ ਫਿਰ ਭਾਈ ਜਟਾਣੀ ਹੋਣਾ ਨੇ ਆਪਣਾ ਤਰੀਕਾ ਅਪਣਾਇਆ ਜਿਹੜਾ ਸਕਸੈਸਫੁਲ ਹੋਇਆ। ਜਿਹੜੀ ਇੱਕੋ ਇੱਕ ਕਨਾਲ ਜਿਹੜੀ ਬਣੀ ਬਣਾਈ, ਜਿਹੜੀ 200-250 ਕਿਲੋਮੀਟਰ ਕਨਾਲ ਹੈ, ਉਹਦਾ ਕੰਮ ਰੁਕਿਆ। ਕਿਉਂ ਰੁਕਿਆ? ਕਿਉਂਕਿ ਏਦਾਂ ਹੀ ਹੁੰਦਾ ਹੈ। ਤੁਸੀਂ ਕਿਸੇ ਦੇ ਇਲਾਕੇ 'ਚ ਜਾ ਕੇ, ਹੁਣ ਇੰਡੀਆ ਚਾਹਵੇ ਪੰਜਾਬ ਨੂੰ ਜੇ ਤੁਸੀਂ ਸੋਵਰਨ ਸਟੇਟ ਮੰਨ ਲਓ, ਕੰਟਰੀ ਮੰਨ ਲਓ, ਫਿਰ ਤੁਹਾਨੂੰ ਹਰ ਚੀਜ਼ ਜਸਟੀਫਾਈ ਲੱਗਣ ਲੱਗ ਪਊਗੀ। ਫਿਰ ਤੁਹਾਨੂੰ ਨਹੀਂ ਲੱਗੂਗਾ ਭਾਈ ਜਟਾਣੇ ਨੇ ਕਾਨੂੰਨ ਤੋੜਿਆ। ਪੰਜਾਬ ਨੂੰ ਤੁਸੀਂ ਇੱਕ ਕੰਟਰੀ ਮੰਨੋ, ਵੱਖਰੀ ਹੈ। ਹਿੰਦੁਸਤਾਨ ਦੇ ਇੰਜੀਨੀਅਰ ਤੇ ਹਿੰਦੁਸਤਾਨ ਦੀ ਫੌਜ ਪੰਜਾਬ 'ਚ ਆਣ ਕੇ ਕੰਸਟਰਕਸ਼ਨ ਕਰਨਾ ਚਾਹ ਰਹੇ ਨੇ ਬਿਨਾਂ ਪੰਜਾਬ ਦੇ ਹਕੂਮਤ ਦੀ ਮਰਜ਼ੀ ਤੋਂ। ਉੱਥੇ ਫੌਜ ਰਿਐਕਸ਼ਨਰੀ ਕਾਰਵਾਈ ਕਰੂਗੀ ਤੇ ਇੰਜੀਨੀਅਰ ਵੀ ਮਾਰੇ ਜਾ ਸਕਦੇ, ਕੁਛ ਵੀ ਹੋ ਸਕਦਾ। ਹੁਣ ਫਿਰ ਹਿੰਦੁਸਤਾਨ ਵਾਲੇ ਜਾ ਕੇ ਚੀਨ ਦੇ ਵਿੱਚ ਕੋਈ ਕਨਾਲ ਬਣਾ ਕੇ ਦਿਖਾ ਦੇਣ, ਜਾਂ ਹਿੰਦੁਸਤਾਨ ਵਾਲੇ ਪਾਕਿਸਤਾਨ 'ਚ ਜਾ ਕੇ ਕੋਈ ਕਨਾਲ ਬਣਾ ਕੇ ਦਿਖਾ ਦੇਣ, ਨਹੀਂ ਬਣਾ ਸਕਦੇ। ਸੋ ਸਾਡੀ ਕਨਫਿਊਜ਼ਨ ਕਿੱਥੇ ਖੜੀ ਹੁੰਦੀ ਹੈ? ਅਸੀਂ ਪੰਜਾਬ ਨੂੰ ਇੱਕ ਹਿੰਦੁਸਤਾਨ ਦਾ ਪਾਰਟ ਮੰਨ ਕੇ ਸਾਰੀਆਂ ਚੀਜ਼ਾਂ ਦਾ ਐਨਾਲਿਸਿਸ ਕਰਦੇ ਹਾਂ। ਉਹਦੇ 'ਚ ਸਾਨੂੰ ਕਿਸੇ ਵੇਲੇ ਐਂ ਲੱਗਣ ਲੱਗ ਪੈਂਦਾ ਵੀ ਭਾਈ ਜਟਾਣੀ ਨੇ ਬੰਦੇ ਮਾਰ ਦਿੱਤੇ। ਤੁਸੀਂ ਸੋਚੋ ਵੀ 2 ਇੰਜੀਨੀਅਰ ਚੀਨ 'ਚ ਗਏ ਆ ਹਿੰਦੁਸਤਾਨ ਦੇ, ਉੱਥੇ ਸਰਵੇ ਕਰਨ, ਤੇ ਚੀਨ ਵਾਲੀ ਫੌਜ ਨੇ ਗੋਲੀ ਮਾਰ ਕੇ ਮਾਰ ਦਿੱਤੇ। ਕਿੱਡਾ ਕੁ ਵੱਡਾ ਰੌਲਾ ਬਣੂਗਾ? ਚੀਨ ਵਾਲਾ ਕਹਿਣਾ ਵੀ ਸਾਡੀ ਟੈਰੀਟਰੀ 'ਚ ਆਏ ਸੀ, ਅਸੀਂ ਚੱਕਦੇ ਬੰਦੇ। ਇਹੋ ਹੀ ਪੰਜਾਬ ਦੇ ਜਿਹੜੀ ਫੌਜ ਸੀ, ਬੱਬਰ ਖਾਲਸਾ ਪੰਜਾਬ ਦੀ ਇੱਕ ਫੌਜ ਹੈ। ਜਦੋਂ ਕਿਤੇ ਖਾਲਿਸਤਾਨ ਬਣਦਾ ਹੈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਤੇ ਜਿਵੇਂ ਕਿ ਆਪਣੀ KGB ਹੈ, MI ਹੈ, ਇਹ ਪਹਿਲਾਂ ਦੀਆਂ ਫੋਰਸਸ ਸੀ। ਸੋਵੀਅਤ ਯੂਨੀਅਨ ਬਣਨ ਤੋਂ ਪਹਿਲਾਂ ਵੀ ਕਈ ਫੋਰਸਸ ਬਣੀਆਂ ਜਿਹੜੀਆਂ ਬਾਅਦ 'ਚ ਓਫੀਸ਼ੀਅਲ ਫੋਰਸਸ ਬਣ ਗਈਆਂ। ਜਿਵੇਂ ਹੁਣ ਤਾਲੀਬਾਨ ਹੈ, ਤਾਲੀਬਾਨ ਉੱਥੋਂ ਦੀ ਹਾਕਮ ਧਿਰ ਬਣ ਗਈ ਹੈ ਤੇ ਤਾਲੀਬਾਨ ਇੰਟੈਲੀਜੈਂਸ ਏਜੰਸੀ ਵੀ ਬਣ ਸਕਦੀ ਹੈ। ਪਹਿਲਾਂ ਇੱਕ ਸਿਰਫ ਮਿਲੀਟੈਂਟ ਗਰੁੱਪ ਸੀ। ਸੋ ਪੰਜਾਬ ਦੀਆਂ ਜਿਹੜੀਆਂ ਫੋਰਸਸ ਹੈ, ਜਿਹੜੀਆਂ ਆਰਮਡ ਫੋਰਸ ਹੈ ਪੰਜਾਬ ਦੀਆਂ, ਉਹਨਾਂ ਨੇ ਹਿੰਦੁਸਤਾਨ ਦੇ ਜਿਹੜੇ ਇੰਜੀਨੀਅਰ ਸੀ, ਉਹ ਜਿਹੜੇ ਪੰਜਾਬ ਦੇ ਵਿੱਚ ਆ ਕੇ ਸਰਵੇ ਕਰਕੇ ਨਹਿਰ ਦੀ ਕੰਮ ਕਰਵਾ ਰਹੇ ਸੀ, ਉਹ ਚੱਕ ਦਿੱਤੇ। ਜਿਹੜਾ ਸਾਡੇ ਲਈ ਬਹੁਤ ਜਸਟੀਫਾਈਡ ਕੰਮ ਹੈ, ਜਸਟੀਫਾਈਡ ਕੀ ਨੈਸੈਸਿਟੀ ਸੀ ਸਾਡੀ ਦੀ। ਕੋਈ ਬੰਦਾ ਇਨਵੇਡ ਕਰੇ ਸਾਡੀ ਟੈਰੀਟਰੀ 'ਚ ਆ ਕੇ ਤੇ ਉਹ ਵੀ ਸਾਡੇ ਰਿਸੋਰਸਿਸ ਨੂੰ ਲੁੱਟਣ ਦੀ ਮਨਸ਼ਾ ਦੇ ਨਾਲ। ਕੋਈ ਉਹ ਇਹ ਨਹੀਂ ਵੀ ਅਸੀਂ ਕੋਈ ਟੂਰਿਸਟ ਆਇਆ ਸੀ ਉਹਨੂੰ ਚੱਕ ਦਿੱਤਾ, ਜਾਂ ਕੋਈ ਯਾਤਰਾ ਕਰਨ ਆਇਆ ਸੀ ਉਹਨੂੰ ਚੱਕ ਦਿੱਤਾ। ਅਸੀਂ ਉਸ ਬੰਦੇ ਨੂੰ ਖਤਮ ਕੀਤਾ ਜਿਹੜੇ ਬੰਦੇ ਨੇ ਪੰਜਾਬ ਦੀ ਟੈਰੀਟਰੀ 'ਚ ਆਣ ਕੇ ਸਾਰਾ ਕੁਛ ਕੀਤਾ। ਤੇ ਇਹੋ ਹੀ ਗੱਲ ਸਿੱਧੂ ਮੂਸੇਵਾਲੇ ਨੇ ਆਪਣੇ ਗੀਤ 'ਚ ਜਸਟੀਫਾਈ ਕੀਤੀ ਹੈ ਵੀ ਇਹ ਦੁਬਾਰਾ ਵੀ ਕੰਮ ਹੋ ਸਕਦਾ ਹੈ। ਪਾਣੀ ਤੁਸੀਂ ਅਜੇ ਵੀ ਸਾਡਾ ਲੁੱਟ ਰਹੇ ਜੋ, ਪਾਣੀ ਤੁਸੀਂ ਲੁੱਟਣਾ ਬੰਦ ਨਹੀਂ ਕੀਤਾ। ਐਸਵਾਈਐਲ ਕਨਾਲ ਤੇ ਜਿਹੜੀ ਬਣੀ ਉਹ ਤਾਂ ਐਕਸਟਰਾ ਹੋਰ ਪਾਣੀ ਲੁੱਟਣ ਦੀ ਤਿਆਰੀ ਸੀ, 18% ਜਿਹੜਾ।
ਪਰ ਉਹ ਤੋਂ ਪਹਿਲਾਂ ਵੀ ਜਿਹੜੀਆਂ ਆਪਣੀਆਂ ਭਰ ਕੇ ਨਹਿਰਾਂ ਜਾ ਰਹੀਆਂ ਰਾਜਸਥਾਨ ਨੂੰ ਫੀਡਰ ਨਹਿਰਾਂ ਜਿਹੜੀਆਂ ਹਰਿਆਣੇ ਨੂੰ, ਉਹਨਾਂ ਨੂੰ ਵੀ ਰੋਕਣਾ ਆਇਆ ਸੀ। ਮਤਲਬ ਪੰਜਾਬ ਦੇ ਪਹਿਲਾਂ ਤੁਸੀਂ ਪੰਜਾਬ ਦੇ ਇਲਾਕੇ ਖੋਏ ਨੇ, ਪੰਜਾਬ ਦੇ ਇਲਾਕੇ ਤੁਸੀਂ ਖੋਲੇ। ਹੁਣ ਪੰਜਾਬ ਦੇ ਜਦੋਂ ਇਲਾਕੇ ਖੋਲੇ ਫਿਰ ਰਿਸੋਰਸਿਸ ਤੇ ਪੰਜਾਬ ਦੇ ਤੇ ਕਾਹਦਾ ਕਬਜ਼ਾ ਹੋ ਗਿਆ ਇਹਨਾਂ ਦਾ। ਹਿੰਦੁਸਤਾਨ ਦੀ ਕੈਪੀਟਲ ਹੈ ਦਿੱਲੀ, ਕੈਪੀਟਲ ਦੇ ਨਾਲ ਦੋ ਵੱਡੇ ਸ਼ਹਿਰ ਡਿਵੈਲਪ ਹੁੰਦੇ ਆ, ਕਿਉਂਕਿ ਕੈਪੀਟਲ ਸਿਟੀ ਜਿਹੜੀ ਹੁੰਦੀ ਹੈ ਉਹਦੇ ਨਾਲ ਇੰਡਸਟਰੀਲਾਈਜੇਸ਼ਨ ਉਹਦੀ ਹੁੰਦੀ ਹੈ, ਉੱਥੇ ਕਾਰਪੋਰੇਟ ਜਗਤ ਦਾ ਵੀ ਬੋਲ ਬੱਲਾ ਹੁੰਦਾ। ਜਿਹੜਾ ਹਰਿਆਣੇ ਦਾ ਸ਼ਹਿਰ ਹੈ, ਮੈਨੂੰ ਨਾਂ ਨਹੀਂ ਚੇਤਾ ਆਉਂਦਾ ਉਹਦਾ, ਯੂਪੀ ਦਾ ਨੋਇਡਾ, ਜਿੱਦਾਂ ਹਰਿਆਣੇ ਦਾ ਵੀ ਇੱਕ ਸ਼ਹਿਰ ਹੈਗਾ ਉੱਥੇ ਲਾਗੇ। ਜਿਹੜੇ ਦੋ ਮੇਨ ਸ਼ਹਿਰ ਆ ਦਿੱਲੀ ਦੇ ਨਾਲ, ਉੱਥੇ ਸਾਰਾ ਹੀ ਦੁਨੀਆ ਦਾ ਗੁੜਗਾਉਂ ਗੁੜਗਾਉਂ ਸੀ ਉੱਥੇ। ਹੁਣ ਸਾਰਾ ਕੁਝ ਜਿਹੜੇ ਕਾਰਪੋਰੇਸ਼ਨ ਜਿਹੜੀ ਸਾਰੀ ਉੱਥੇ ਬੈਠੀ ਹੈ। ਹੁਣ ਉਹਦਾ ਬੈਨੀਫਿਟ ਹਰਿਆਣੇ ਨੂੰ ਮਿਲ ਰਿਹਾ, ਪੰਜਾਬ ਨੂੰ ਨਹੀਂ ਮਿਲ ਰਿਹਾ। ਸੋ ਹਰਿਆਣਾ ਪੰਜਾਬ ਨਾਲੋਂ ਟੁੱਟਿਆ। ਉਹਨੇ ਜਿਹੜੇ ਬੈਨੀਫਿਟ ਕੈਪੀਟਲ ਤੋਂ ਮਿਲਣੇ ਸੀ ਪੰਜਾਬ ਨੂੰ ਕਨੈਕਟਡ ਸੀ, ਕਿਉਂਕਿ ਹਰਿਆਣੇ ਨੂੰ ਜੇ ਤੁਸੀਂ ਭੁੱਲ ਜਾਓ ਇੱਕ ਮਿੰਟ ਲਈ ਸੈਪਰੇਟ ਸਟੇਟ ਆ, ਫਿਰ ਪੰਜਾਬ ਹੀ ਕਨੈਕਟਡ ਹੋਣਾ ਸੀ, ਗੁੜਗਾਉਂ ਪੰਜਾਬ ਦਾ ਪਾਰਟ ਹੋਣਾ ਸੀ। ਸਾਰੀ ਜਿਹੜੀ ਉਹਦੀ ਗੁੜਗਾਉਂ ਦਾ ਬੈਨੀਫਿਟ ਸੀ ਉਹ ਪੰਜਾਬ ਨੂੰ ਮਿਲਣਾ ਸੀ। ਹਿਮਾਚਲ ਦਾ ਟੂਰਿਜ਼ਮ ਜਿਹੜਾ ਸੀ ਉਹ ਪੰਜਾਬ ਦਾ ਹਿੱਸਾ ਹੋਣਾ ਸੀ। ਉਹ ਸਾਰਾ ਕੁਝ ਲੁੱਟ ਲਿਆ ਇਹਨਾਂ ਨੇ। ਰਿਸੋਰਸਿਸ ਜਿਹੜੇ ਪੰਜਾਬ ਨੂੰ ਨਹੀਂ ਦਿੱਤੇ, ਆਪਣੇ ਨਹੀਂ ਸ਼ੇਅਰ ਕੀਤੇ। ਪੰਜਾਬ ਦੇ ਰਿਸੋਰਸਿਸ ਜਿਹੜੇ ਵੈਸੇ ਵੀ ਨਹੀਂ ਬਣਦੇ, ਚਲੋ ਫਰਜ਼ ਕਰੋ ਵੀ ਜੇ ਕਹਿਣ ਵੀ ਰਿਸੋਰਸਿਸ ਵੰਡੋ, ਹੁਣ ਰਿਪੇਰੀਅਨ ਲਾ ਤੇ ਮੰਨਣਾ ਪਊਗਾ ਨਾ। ਇੰਡੀਆ ਹੁਣ ਹਰ ਥਾਂ ਦੇ ਉੱਤੇ ਚੀਨ ਤੋਂ ਪਾਣੀ ਲੈਣਾ ਹੈ, ਕਿਸੇ ਨੂੰ ਦੇਣਾ ਹੈ, ਤੇ ਸਾਰਾ ਕੁਝ ਫੋਲੋ ਕਰਨ ਵਾਸਤੇ ਜਿਹੜਾ ਵਾ ਇਹ ਰਿਪੇਰੀਅਨ ਲਾ ਹੀ ਫੋਲੋ ਹੁੰਦਾ। ਸੋ ਇਹਨਾਂ ਨੇ ਉਹ ਵੀ ਤੋੜ ਦਿੱਤਾ। ਹੁਣ ਸਵਾਲ ਇੱਥੇ ਪੈਦਾ ਹੁੰਦਾ ਹੈ ਵੀ ਪੰਜਾਬ ਦੇ ਨਾਲ ਜਿਹੜੀ ਰਿਸੋਰਸਿਸ ਦੀ ਲੁੱਟ ਹੋਈ ਹੈ ਇਹ ਐਥੀਕਲ ਸੀ? ਨਹੀਂ, ਹਿੰਦੁਸਤਾਨ ਦੇ ਕੋਲ ਅਧਿਕਾਰ ਸੀ ਇਹ ਕਰਨ ਦਾ? ਅਧਿਕਾਰ ਨਹੀਂ ਸੀ ਹੈਗਾ। ਉਹਨਾਂ ਨੇ ਫੋਰਸਫੁਲੀ ਇਹ ਕੰਮ ਕੀਤਾ। ਪੰਜਾਬ ਦੇ ਵਿੱਚ ਉਦੋਂ ਮੌਕੇ ਦੇ ਰੈਜ਼ਿਸਟੈਂਸ ਦੇ ਵਿੱਚ ਲੱਖਾਂ ਲੋਕ ਜੇਲ੍ਹਾਂ 'ਚ ਗਏ ਆ। ਮਤਲਬ ਕਪੂਰੀ ਮੋਰਚਾ ਦੇਖ ਲਓ, ਤੁਸੀਂ ਦੂਜੇ ਮੋਰਚੇ ਦੇਖ ਲਓ, ਹਜ਼ਾਰਾਂ ਲੋਕ ਜੇਲ੍ਹਾਂ 'ਚ ਗਏ ਆ, ਜੇਲ੍ਹ ਭਰੋ ਅੰਦੋਲਨ ਚੱਲਿਆ। ਇਹਦਾ ਮਤਲਬ ਪਬਲਿਕ ਨੇ, ਪੰਜਾਬ ਦੀ ਜਿਹੜੀ ਪਾਪੂਲੇਸ਼ਨ ਨੇ, ਇਹ ਸਾਰੇ ਕੁਝ ਨੂੰ ਮੰਨਿਆ ਨਹੀਂ। ਇਹ ਉਹਨਾਂ ਦੀ ਕਿਸੇ ਕੰਸੈਂਟ ਨਾਲ ਨਹੀਂ ਹੋਇਆ, ਇਹ ਫੋਰਸਫੁਲੀ ਉਹਨਾਂ ਤੇ ਇੰਪੋਜ਼ ਕੀਤਾ ਗਿਆ ਸਾਰਾ ਕੁਝ। ਹੁਣ ਉਹ ਇੰਪੋਜੀਸ਼ਨ ਜਿਹੜੀ ਫੋਰਸਫੁਲੀ ਕੀਤੀ ਗਈ ਹੈ, ਉਹਨੂੰ ਹਿੰਦੁਸਤਾਨ ਤੇ ਜਸਟੀਫਾਈ ਕਰੂਗਾ ਵੀ ਸਾਂਝੇ ਰਿਸੋਰਸਿਸ ਹੈ ਜੀ, ਫਲਾਣੇ ਆ ਜੀ, ਢੀਂਗੜੇ ਸਾਂਝੇ ਵੀ ਹੋਣ। ਹੁਣ ਇਹ ਕੋਈ ਸੋਸ਼ਲਿਜ਼ਮ ਤੇ ਅਸੀਂ ਜੀ ਨਹੀਂ ਰਹੇ। ਪੰਜਾਬ ਇੱਕ ਯੂਨੀਅਨ ਆਫ ਸਟੇਟਸ ਹੈ ਨਾ, ਜਦੋਂ ਇੰਡੀਆ ਇੱਕ ਆਪਣੇ ਆਪ ਨੂੰ ਯੂਨੀਅਨ ਆਫ ਸਟੇਟਸ ਕਹਿੰਦਾ ਹੈ, ਇੰਡੀਆ ਸਟੇਟ ਦਾ ਫਿਰ ਲਿੰਗੁਇਸਟਿਕ ਬੇਸਿਸ ਤੇ ਸਟੇਟ ਬਣਾਉਣ ਦਾ ਕੋਈ ਤੁੱਕ ਹੀ ਨਹੀਂ ਬਣਦੀ ਜੇ ਤੁਸੀਂ ਯੂਨੀਅਨ ਨਹੀਂ ਮੰਨਦੇ। ਜੇ ਤੁਸੀਂ ਇਹ ਮੰਨਦੇ ਨਹੀਂ ਵੀ ਪੰਜਾਬ ਦੇ ਕੋਈ ਡਿਫਰੈਂਟ ਹੈ, ਦੂਜਾ ਕੋਈ ਡਿਫਰੈਂਟ ਹੈ, ਫਿਰ ਲਿੰਗੁਇਸਟਿਕ ਬੇਸਿਸ ਤੇ ਸਟੇਟਾਂ ਬਣਾਉਣ ਦਾ ਤੁੱਕ ਹੀ ਨਹੀਂ ਹੈਗੀ। ਫਿਰ ਤੁਸੀਂ ਇਹਨਾਂ ਨੂੰ ਬਣਾਓ ਨਾ। ਬਿਲਕੁਲ ਜੇ ਮੰਨਦੇ ਜੋ, ਫਿਰ ਇਹਦਾ ਅਰਥ ਇਹ ਆ ਵੀ ਪੰਜਾਬ ਜਿਹੜਾ ਹੈ ਉਹਦੇ ਕੋਲ ਸੇ ਹੋਣੀ ਚਾਹੀਦੀ ਹੈ ਵੀ ਉਹਨੇ ਆਪਣੇ ਰਿਸੋਰਸ ਨਾਲ ਕੀ ਕਰਨਾ, ਜਿਹੜੀ ਉਹਦੇ ਕੋਲ ਨਹੀਂ ਹੈਗੀ। ਸੋ ਅਸੀਂ ਅੱਜ ਜਿਹੜੀ ਗੱਲ ਇਹ ਅੰਡਰਸਟੈਂਡ ਕਰਨ ਦੀ ਲੋੜ ਹੈ ਸਾਨੂੰ, ਜਿਹੜੀ ਅੱਜ, ਕਿਉਂਕਿ ਹੁਣ SYL ਇਹ ਗਾਣੇ ਦੇ ਨਾਲ ਦੁਨੀਆ ਭਰ ਦੇ ਵਿੱਚ ਇਹ ਗੱਲ ਜਾਣੀ ਹੈ ਵੀ ਇਹ ਜਿਹੜਾ ਸਿੱਧੂ ਮੂਸੇਵਾਲੇ ਦਾ ਗੀਤ ਹੈ ਇਹਦਾ ਅਰਥ ਕੀ ਹੈ, ਇਹਦੇ ਮੀਨਿੰਗਸ ਕੀ ਹੈ। ਸੋ ਮੇਰੀ ਇੱਕ ਇਹ ਵੀ ਬੇਨਤੀ ਹੈ ਵੀ ਤੁਸੀਂ SYL ਦੇ ਉੱਤੇ ਜਿੰਨਾ ਵੀ ਡਾਟਾ, ਪਰ ਇੱਕ ਗੱਲ ਜ਼ਰੂਰ ਰੱਖੋ, ਉਹਨੇ ਵਿੱਚ ਇਹ ਵੀ ਗੀਤ ਕਿ ਜਿੰਨਾ ਚਿਰ ਸੋਵਰਨਟੀ ਦਾ ਰਾਹ ਨਹੀਂ ਦਿੰਦੇ। ਹੁਣ ਇਹ ਤੁੱਕ ਦਾ ਅਰਥ ਕੀ ਹੈ? ਇਹ ਤੁੱਕ ਦਾ ਕੋਈ ਵੇਗ ਅਰਥ ਨਹੀਂ ਹੈਗਾ, ਕੋਈ ਦੂਜਾ ਤੀਜਾ। ਖਾਲਿਸਤਾਨ ਦੀ ਗੱਲ ਹੈ, ਸੋਵਰਨਟੀ ਹੋਰ ਕੀ ਹੈ? ਜੇ ਤੁਸੀਂ ਮੰਨਦੇ ਜੋ ਪੰਜਾਬ ਗੁਲਾਮ ਹੈ ਤੇ ਪੰਜਾਬ ਗੁਲਾਮ ਹੈ, ਤੇ ਫਿਰ ਖਾਲਿਸਤਾਨ ਤੋਂ ਤੁਹਾਨੂੰ ਕੀ ਐਲਰਜੀ ਹੈ? ਤੇ ਜੇ ਤੁਸੀਂ ਮੰਨਦੇ ਨਹੀਂ ਗੁਲਾਮ ਹੈ, ਤੇ ਫਿਰ ਤੁਸੀਂ ਉਹਦੇ ਗੀਤ ਨਾਲ ਵੈਸੇ ਹੀ ਡਿਸਐਗਰੀ ਕਰੋਗੇ ਵੀ ਸੋਵਰਨਟੀ ਦਾ ਰਾਹ ਤੇ ਤਾਂ ਹੀ ਮੰਗਦਾ ਬੰਦਾ ਵੀ ਜੇ ਕੋਈ ਗੁਲਾਮੀ ਹੋਵੇ ਕਿਸੇ ਦੇ ਗੱਲ। ਜਿਹੜੀ ਇਹਦਾ ਪਹਿਲਾਂ ਕਈ ਬੰਦੇ ਸੁਜੈਸਟ ਕਰਦੇ ਵੀ ਜਿਹੜਾ ਅਨੰਦਪੁਰ ਦਾ ਰੈਜ਼ੋਲਿਊਸ਼ਨ ਹੈ ਉਹ ਸੋਲਿਊਸ਼ਨ ਹੈ ਇਹਦਾ, ਉਹ ਵੀ ਸੋਲਿਊਸ਼ਨ ਨਹੀਂ ਹੋਣ ਰਿਹਾ। ਕਿਉਂਕਿ ਅਨੰਦਪੁਰ ਦਾ ਰੈਜ਼ੋਲਿਊਸ਼ਨ ਜਿਹੜਾ ਹੈ ਉਹ ਜੇ ਉਦੋਂ ਮੰਨਿਆ ਜਾਂਦਾ, ਦੋ ਚੀਜ਼ਾਂ ਉਹਦੇ ਤੇ ਹੁਣ ਜਿਹੜੀਆਂ ਵਾ ਇੱਕ ਰੈਲੇਵੈਂਟ ਨਹੀਂ ਰਹੀਆਂ। ਇੱਕ ਤੇ ਕਾਫੀ ਉਹਦੀਆਂ ਜਿਹੜੀਆਂ ਮੰਗਾਂ ਨੇ ਉਹ ਰੈਲੇਵੈਂਟ ਨਹੀਂ ਰਹੀਆਂ, ਜਿਵੇਂ ਰੇਡੀਓ ਬਰੋਡਕਾਸਟਿੰਗ ਦੂਜਾ ਤੀਜਾ। ਉਹ ਅੱਜ ਕੱਲ੍ਹ ਕੋਈ ਬਹੁਤਾ ਵੱਡਾ ਇਸ਼ੂ ਨਹੀਂ। ਅੱਜ ਕੱਲ੍ਹ ਫੋਨਸ ਤੋਂ ਜਾਂ ਟੈਕਨੋਲੋਜੀ ਇੰਨੀ ਡਿਵੈਲਪ ਹੋ ਗਈ ਆ ਵੀ ਉੱਥੋਂ ਸਿੱਧਾ ਲਾਈਵ ਪ੍ਰਸਾਰਨ ਕਰਨਾ ਕੋਈ ਏਡੀ ਵੱਡੀ ਗੱਲ ਨਹੀਂ ਹੋਈ ਸਿੱਖਾਂ ਵਾਸਤੇ। ਹੋਰ ਵੀ ਮਸਲੇ ਨੇ। ਦੂਜੀ ਗੱਲ ਹੈ ਵੀ ਜਦੋਂ ਅਸੀਂ ਅਨੰਦਪੁਰ ਸਾਹਿਬ ਦਾ ਰੈਜ਼ੋਲਿਊਸ਼ਨ ਸੁਜੈਸਟ ਕੀਤਾ ਸੀ, ਗਵਰਨਮੈਂਟ ਨੂੰ ਪ੍ਰੈਜ਼ੈਂਟ ਕੀਤਾ ਸੀ ਆਪਣੇ ਵੱਲੋਂ, ਉਦੋਂ ਪੰਜਾਬ ਦੀ ਇਨਵਾਇਰਮੈਂਟਲ ਸਟੇਟ ਕੀ ਸੀ ਤੇ ਅੱਜ ਕੀ ਹੈ? ਹੁਣ ਉਹਦੇ ਡੈਮੇਜਸ ਵੀ ਪੈਣਗੇ। ਮਤਲਬ ਤੁਸੀਂ ਕੋਟ ਕੀਤਾ ਇੰਡੀਅਨ ਗਵਰਨਮੈਂਟ ਨੂੰ ਵੀ ਆਹ ਸਾਡਾ ਕੋਟੇਸ਼ਨ ਹੈ, ਅਸੀਂ ਆਹ ਚੀਜ਼ ਚਾਹੁੰਦੇ ਹਾਂ, ਤੁਸੀਂ ਇੱਥੇ ਨੈਗੋਸ਼ੀਏਟ ਕਰੋ। ਉਹਨਾਂ ਨੇ ਉੱਥੇ ਨੈਗੋਸ਼ੀਏਟ ਕਰਨ ਦੀ ਬਜਾਏ ਤੁਹਾਡੇ ਤੇ ਟੈਂਕ ਤੋਪਾਂ ਚਾੜ੍ਹਤੇ, ਤੁਹਾਡਾ ਜੈਨੋਸਾਈਡ ਕੀਤਾ, ਧੀਆਂ ਭੈਣਾਂ ਦੀ ਬੇਪਤੀ ਕੀਤੀ। ਮਤਲਬ ਜਿੰਨੀ ਚੀਜ਼ ਦੀ ਕੀਮਤ ਨਹੀਂ ਲਾਈ ਜਾ ਸਕਦੀ। ਹੁਣ ਕਿਸੇ ਦੀ ਧੀ ਭੈਣ ਦੀ ਬੇਪਤੀ ਦੀ ਕੋਈ ਕੀਮਤ ਲਾ ਸਕਦਾ?
ਕੋਈ ਕਿਸੇ ਦਾ ਕੋਈ ਰੇਪ ਕਰ ਦੇਵੇ ਤੇ ਕੋਰਟ 'ਚ ਜਾ ਕੇ ਕੋਈ ਬੰਦਾ ਕਵੇ ਮੈਂ ਇਹਨੂੰ ਇੰਨੇ ਪੈਸੇ ਦੇ ਦਿੰਦਾ, ਇਹ ਜਸਟਿਸ ਕਿਹਾ ਜਾਊਗਾ? ਨਹੀਂ ਹੋ ਸਕਦਾ। ਸੋ ਉਸ ਤੋਂ ਬਾਅਦ ਜੋ ਕੁਛ ਹੋਇਆ ਅਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਸੁਜੈਸਟ ਕਰਨ ਤੋਂ ਬਾਅਦ ਜੋ ਕੁਛ ਹੋਇਆ ਸਿੱਖਾਂ ਦੇ ਨਾਲ, ਤੇ ਸਭ ਤੋਂ ਵੱਡੀ ਕੀਮਤ ਜਿਹੜੀ ਦਰਬਾਰ ਸਾਹਿਬ ਤੇ ਹਮਲਾ, ਜਿਹੜੀ ਉਹ ਅਸੀਂ ਤੇ ਉਹਦੀ ਕੋਈ ਮਤਲਬ ਦੁਨਿਆਵੀ ਟਰਮਾਂ 'ਚ ਕੋਈ ਕੀਮਤ ਨਹੀਂ ਲਾ ਸਕਦੇ। ਉਹਦੀ ਇੱਕੋ ਕੀਮਤ ਹੈ ਵੀ ਜਿਹੜਾ ਸਿੱਖ ਆਪਣੀ ਸੋਵਰਨ ਸਟੇਟ ਖੜੀ ਕਰਨਗੇ ਤੇ ਖੜੀ ਕਰਕੇ ਦੁਨੀਆ ਤੇ ਮਿਸਾਲ ਕਾਇਮ ਕਰਨਗੇ ਵੀ ਇਸ ਜਗ੍ਹਾ ਨੂੰ ਸਭ ਤੋਂ ਸਿਕਿਉਰ ਕਰਨਗੇ ਦੁਨੀਆ ਦੇ ਵਿੱਚ, ਹੋਰ ਕੋਈ ਹੋਵੇ ਨਾ ਹੋਵੇ, ਹਨਾ। ਸੋ ਇਹ ਜਿਹੜਾ ਸਾਰਾ ਕੁਝ ਹੈ, ਜਿਹੜਾ ਅਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਅਸੀਂ ਸੁਜੈਸਟ ਕੀਤਾ ਸੀ ਮੌਕੇ ਦੇ ਉੱਤੇ, ਉਹ ਇਰਰੈਲੇਵੈਂਟ ਤਾਂ ਹੋ ਗਿਆ ਵੀ ਉਹਦੇ ਤੋਂ ਵੱਡਾ ਤੇ ਹਿੰਦੁਸਤਾਨ ਨੇ ਸਾਡੇ ਤੇ ਜ਼ੁਲਮ ਕਰ ਦਿੱਤਾ ਰਿਟਰਨ ਦੇ ਵਿੱਚ। ਸਾਡੀ ਇੱਕ ਬਹੁਤ ਜਸਟੀਫਾਈਡ ਜਿਹੜੀ ਮੰਗ ਸੀ, ਸੁਜੈਸ਼ਨ ਸੀ, ਉਹਨੂੰ ਐਕਨੋਲਜ ਵੀ ਨਹੀਂ ਕੀਤਾ ਤੇ ਉਹਦੇ ਉਲਟ ਜਾ ਕੇ ਸਾਡਾ ਜੈਨੋਸਾਈਡ ਕਰਤਾ। ਹੁਣ ਜੈਨੋਸਾਈਡ ਦੀ ਕੋਈ ਬੰਦਾ ਜੇ ਕੀਮਤ ਉਤਾਰ ਸਕਦਾ ਹੈ, ਕੋਈ ਸੱਜਣ, ਕੋਈ ਵਿਦਵਾਨ, ਕੋਈ ਦੱਸੇ ਮੈਨੂੰ ਵੀ ਜੈਨੋਸਾਈਡ ਦੀ ਕੀ ਕੀਮਤ ਹੋਣੀ ਚਾਹੀਦੀ ਹੈ, ਜਿਹੜੀ ਸੋਵਰਨਟੀ ਤੋਂ ਬਿਨਾਂ। ਇੱਕੋ ਇੱਕ ਚੀਜ਼ ਹੈ ਸੋਵਰਨਟੀ। ਜਿਵੇਂ ਯਹੂਦੀਆਂ ਦਾ ਜੈਨੋਸਾਈਡ ਹੋਇਆ ਨਾ, ਇਜ਼ਰਾਈਲ ਖੜਾ ਕਰ ਲਿਆ, ਦੁਨੀਆ ਦੇ ਜਿੰਨੀਆਂ ਕੌਮਾਂ ਦਾ ਜੈਨੋਸਾਈਡ ਹੋਇਆ ਉਹਨਾਂ ਨੇ ਇੱਕੋ ਚੀਜ਼ ਦੀ ਲੜਾਈ ਕੀਤੀ, ਆਜ਼ਾਦੀ ਦੀ। ਸਿੱਖਾਂ ਦਾ ਇੱਕ ਪਹਿਲਾ ਜੈਨੋਸਾਈਡ ਨਹੀਂ ਗਾ। ਜਦੋਂ ਅਬਦਾਲੀ ਨੇ ਸਿੱਖਾਂ ਦਾ ਘੱਲੂਘਾਰਾ ਕੀਤਾ, ਸਿੱਖ ਅਬਦਾਲੀ ਦੇ ਕੋਲ ਕੋਈ ਰੀਕਨਸਾਈਲੇਸ਼ਨ ਵਾਸਤੇ ਨਹੀਂ ਗਏ, ਉਹਨਾਂ ਨੇ ਸਿੱਧਾ ਸੋਵਰਨਟੀ ਦੀ ਲੜਾਈ ਲੜੀ, ਆਪਣਾ ਰਾਜ ਭਾਗ ਕਾਇਮ ਕੀਤਾ, ਅਬਦਾਲੀ ਨੂੰ ਫਿਰ ਅਫਗਾਨਿਸਤਾਨ ਛੱਡ ਕੇ ਆਏ, ਉੱਥੇ ਜਾ ਕੇ ਫਿਰ ਰਾਜ ਕੀਤਾ, ਅਫਗਾਨਿਸਤਾਨ ਤੱਕ ਜਾ ਕੇ ਰਾਜ ਕੀਤਾ ਸਿੱਖਾਂ ਨੇ। ਸੋ ਇਹਦਾ ਅਰਥ ਇਹ ਹੈ ਵੀ ਅੱਜ ਕੀ ਕੀਤਾ ਜਾ ਸਕਦਾ ਹੈ। ਅੱਜ ਅਸੀਂ ਪਾਣੀ ਦੇ ਮੰਗਦੇ ਹਾਂ, ਮਿਲ ਜਾਏ ਵਧੀਆ ਗੱਲ ਹੈ, ਉਹਦੇ ਮੰਗਾਂ ਹਮੇਸ਼ਾ ਚੱਲਦੀਆਂ ਰਹਿੰਦੀਆਂ, ਮਤਲਬ ਇਹ ਕੋਈ ਮੈਨੂੰ ਲੱਗਦਾ ਨਹੀਂ ਵੀ ਬੜਾ ਕੰਪਲੀਕੇਟਡ ਮਸਲਾ ਹੈ। ਪਰ ਲੜਾਈ ਸਾਡੀ ਸੋਵਰਨਟੀ ਦੀ ਹੈ। ਲੜਾਈ ਸਾਡੀ ਇਹ ਹੈ ਵੀ ਸਾਡੀ ਹੋਣੀ ਦਾ ਕੰਟਰੋਲ ਜਿਹੜਾ ਹੈ, ਸਾਡੀ ਹੋਣੀ ਦਾ ਕੰਟਰੋਲ ਸਾਡੇ ਹੱਥ 'ਚ ਹੋਣਾ ਚਾਹੀਦਾ, ਨਾ ਕਿ ਕਿਸੇ ਲਾਲੇ ਦੇ, ਕਿਸੇ ਟੋਪੀ ਵਾਲੇ ਦੇ ਹੱਥ 'ਚ ਹੋਵੇ। ਕੋਈ ਟੋਪੀ ਵਾਲਾ ਤੈਅ ਨਾ ਕਰੇ ਵੀ ਸਾਡਾ ਕਿੰਨਾ ਪਾਣੀ ਕਿਹਨੂੰ ਮਿਲਣਾ। ਸਾਡੀ ਮਰਜ਼ੀ ਹੋਊਗੀ ਦੇ ਦਾਂਗੇ, ਨਹੀਂ ਹੋਊਗੀ ਨਾ ਦੇਵਾਂਗੇ। ਪਰ ਇਹ ਏਦਾਂ ਹੀ ਨਾ, ਸੋਵਰਨ ਸਟੇਟਾਂ ਦੀ ਏਦਾਂ ਹੀ ਚੱਲਦੀਆਂ ਨੇ। ਸੋਵਰਨ ਸਟੇਟਾਂ ਨੂੰ ਕੋਈ ਦੱਸਦਾ ਥੋੜ੍ਹੀ ਵੀ ਤੁਸੀਂ ਆਹ ਕਰੋ। ਹੁਣ ਅਮਰੀਕਾ ਨੂੰ ਕੋਈ ਕਵੇ ਜਾ ਕੇ ਵੀ ਇੰਨਾ ਪਾਣੀ ਸਾਨੂੰ ਦੋ, ਦੇਣਗੇ ਅਗਲੇ? ਤੇ ਚੀਨ ਨੂੰ ਹਿੰਦੁਸਤਾਨ ਕਵੇ ਵੀ ਇੰਨਾ ਨਹੀਂ, ਇੰਨਾ ਚਾਹੀਦਾ ਸਾਨੂੰ, ਉਹ ਕਹਿਣਗੇ ਜਿਹੜਾ ਮਿਲਦਾ ਉਹ ਵੀ ਬੰਦ, ਚੁੱਪ ਕਰਕੇ ਬਹਿ ਜਾਓ। ਸੋ ਇਹਦਾ ਮਤਲਬ ਇਹ ਹੈ ਵੀ ਸਿੱਖਾਂ ਦਾ ਮਸਲਾ ਹੱਲ ਤਾਂ ਹੁੰਦਾ ਹੈ ਜੇ ਸਾਨੂੰ ਸੋਵਰਨਟੀ ਦਾ ਰਾਹ ਮਿਲਦਾ। ਪਾਣੀ ਅਸੀਂ ਤਾਂ ਦੇਵਾਂਗੇ, ਉਹ ਵੀ ਉਹਦੀ ਕੀਮਤ ਜੇ ਸਾਨੂੰ ਲੱਗੂਗਾ। ਹੁਣ ਪਹਿਲੀ ਗੱਲ ਤੇ ਪਿਛਲੇ 50 ਸਾਲ ਤੋਂ ਜਿਹੜਾ ਪੰਜਾਬ ਦਾ ਇਨਵਾਇਰਮੈਂਟ ਦਾ ਨੁਕਸਾਨ ਹੋ ਗਿਆ, ਕੁਛ ਤੇ ਰਿਵਰਸੇਬਲ ਨਹੀਂ ਹੈਗਾ, ਇਰਰਿਵਰਸੇਬਲ ਹੀ ਹੈ। ਮਤਲਬ ਇਹਨੂੰ ਕੀਤਾ ਨਹੀਂ ਜਾ ਸਕਦਾ। ਸੈਂਕੜੇ ਸਾਲ ਲੱਗਣਗੇ ਪੰਜਾਬ ਨੂੰ ਦੁਬਾਰਾ ਉਸ ਸਟੇਟ 'ਚ ਲੈ ਕੇ ਆਉਣ ਵਾਸਤੇ ਜਿਸ 'ਚੋਂ ਪਹਿਲਾਂ ਸੀ ਅੱਜ ਤੋਂ 100 ਸਾਲ। ਜਿੰਨਾ ਨੁਕਸਾਨ ਕੈਮੀਕਲਸ ਨੇ ਤੇ ਗਰਾਊਂਡ ਵਾਟਰ ਕੱਢਣ ਦਾ ਕਰਕੇ ਪੰਜਾਬ ਦਾ ਹੋ ਗਿਆ, ਤੇ ਉਹਦਾ ਦੋਸ਼ੀ ਕੌਣ? ਇੰਡੀਅਨ ਸਟੇਟ ਹੈ। ਸੋ ਇੰਡੀਅਨ ਸਟੇਟ ਨੂੰ ਉਲਟਾ ਅਸੀਂ ਪਾਣੀ ਤੇ ਕੀ ਦੇਣਾ ਹੈ? ਇੰਡੀਅਨ ਸਟੇਟ ਨੂੰ ਟ੍ਰਿਲੀਅਨਸ ਆਫ ਡਾਲਰ ਸਾਨੂੰ ਦੇਣੇ ਪੈਣੇ ਆ ਵੀ ਜਿਹੜੇ ਅਸੀਂ ਇਨਵਾਇਰਮੈਂਟ ਦੇ ਉੱਤੇ ਖਰਚਾ ਕਰੀਏ, ਇੱਥੇ ਤੈਨੂੰ ਪੰਜਾਬ ਨੂੰ ਪੰਜਾਬ ਬਣਾਈਏ ਦੁਬਾਰਾ। ਆਜ਼ਾਦੀ ਦੇ ਨਾਲ ਹਿੰਦੁਸਤਾਨ ਸਾਰਾ ਵਿਕ ਵੀ ਜਾਵੇ ਤੇ ਤਾਂ ਵੀ ਜਿਹੜਾ ਪੰਜਾਬ ਦਾ ਨੁਕਸਾਨ ਕੀਤਾ ਹੈ ਨਾ ਹਿੰਦੁਸਤਾਨ ਨੇ, ਉਹਦੀ ਭਰਪਾਈ ਨਹੀਂ ਹੁੰਦੀ। ਸੋ ਜੇ ਕੋਈ ਬੰਦਾ ਇਹ ਗੱਲ ਕਹਿੰਦਾ ਨਾ ਵੀ ਤੁਸੀਂ ਦੇਖੋ ਜੀ ਆਹ ਮੰਗੋ, ਉਹ ਨਾ ਮੰਗੋ, ਵੀ ਇਹ ਗਾਣੇ 'ਚ ਚਲੋ ਜਿਹੜੀ ਕਾਫੀ ਮੇਰੇ ਖਿਆਲ ਦੇ ਨਾਲ ਡਿਟੇਲ 'ਚ ਗੱਲਬਾਤ ਹੋ ਗਈ ਆ ਗਾਣੇ ਦੀ ਵੀ। ਗਾਣੇ ਦੇ ਵਿੱਚ ਕੀ ਆ, ਉਹਦੇ 'ਚ ਕੁਛ ਬੰਦੇ ਜਿਹੜੇ ਨਿਸ਼ਾਨ ਸਾਹਿਬ ਚੜ੍ਹੇ ਦੇ ਉੱਤੇ ਜਿਨ੍ਹਾਂ ਨੇ ਪਿੱਠ ਸਿਆਪਾ ਪਾਇਆ ਸੀ, ਉਹ ਆਪਾਂ ਨੂੰ ਸਾਰੇ ਪੀਰੀਅਡ ਦਾ ਪਤਾ ਹੈ, ਉਹਨਾਂ ਦੀ ਵੀ ਗੱਲ ਹੋਈ ਹੈ। ਉਹਨਾਂ ਨੂੰ ਵੀ ਇੱਕੋ ਹੀ ਸਲਾਹ ਵਾ ਹੁਣ ਵੀ ਤੁਸੀਂ ਵੇਖ ਲਿਆ ਆਊਟਪੁੱਟ ਕੀ ਹੁੰਦੀ ਹੈ। ਤੁਸੀਂ ਸਟੇਟ ਪ੍ਰੋ ਗੀਤ ਗਾ ਕੇ ਵੀ ਵੇਖ ਲਿਆ, ਤੁਸੀਂ ਇਹ ਵੀ ਗਾ ਕੇ ਵੇਖ ਲਿਆ ਵੀ ਸਾਡਾ ਪੰਜਾਬ ਮਾਨਾ, ਸਾਡਾ ਕਸ਼ਮੀਰ ਤੇ 1 ਇੰਚ ਛੱਡਣਾ ਨਹੀਂ ਖਿੱਚਦੀ ਲਕੀਰ। ਮਤਲਬ ਬੱਬੂ ਮਾਨ ਇੱਕ ਪੰਜਾਬ ਦਾ ਕਲਾਕਾਰ ਹੈ, ਪੰਜਾਬੀਆਂ ਨੇ ਉਹਨੂੰ ਮਾਣ ਬਖਸ਼ਿਆ। ਉਹਨੇ ਕਿਸੇ ਵੇਲੇ ਬਾਗੀ ਬੂਗੀ ਗੀਤ ਵੀ ਗਾਏ ਨੇ। ਉਹ ਉੱਠ ਕੇ ਕਹਿੰਦਾ ਵੀ ਸਾਡਾ ਪੰਜਾਬ ਹੈ ਤੇ ਸਾਡਾ ਕਸ਼ਮੀਰ ਹੈ ਤੇ 1 ਇੰਚ ਛੱਡਣਾ ਲਕੀਰ ਖਿੱਚ ਦਿੱਤੀ। ਮਤਲਬ ਉਹ ਪੰਜਾਬੀ ਹੋ ਕੇ ਸਿੱਖਾਂ ਦੇ ਘਰ ਜੰਮ ਕੇ ਸਿੱਖਾਂ ਦੇ ਲਈ ਗੁਲਾਮੀ ਨੂੰ ਟਿੱਚੇ ਕਰਕੇ ਕਹਿੰਦਾ ਵੀ ਨਹੀਂ ਛੱਡਣਾ ਪੰਜਾਬ, ਤੇ ਨਾਲ ਕਸ਼ਮੀਰੀਆਂ ਦੇ ਵੀ ਕਿਸਮਤ ਡਿਫਾਈਨ ਕਰਨਾ ਚਾਹ ਰਿਹਾ। ਮਤਲਬ ਨੈਸ਼ਨਲਿਜ਼ਮ ਦਾ ਐਸਾ ਭੂਤ ਵੀ ਪੰਜਾਬ 'ਚ ਜੰਮ ਕੇ ਤੇ ਪੰਜਾਬ ਦੀ ਤੇ ਕਹਿੰਦਾ ਵੀ ਮੈਂ ਹੁਣ ਹੀ ਦੱਸੂਗਾ ਵੀ ਨਹੀਂ ਅਸੀਂ ਹਿੰਦੁਸਤਾਨ ਦੇ ਨਾਲ ਹੀ ਰਹਿਣਾ। ਕਸ਼ਮੀਰੀਆਂ ਨੂੰ ਵੀ ਕਹਿੰਦਾ ਵੀ ਤੁਸੀਂ ਵੀ ਆਪਣਾ ਸੁਪਨਾ ਭੁੱਲ ਜਾਓ। ਸੋ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਵੀ ਤੁਸੀਂ ਸਟੇਟ ਪ੍ਰੋ ਚੱਲ ਕੇ ਤੇ ਸਰਕਾਰੀ ਗਾਇਕ ਤੇ ਬਣ ਸਕਦੇ ਜੋ ਤੁਹਾਨੂੰ ਸਦਾ ਪਦਮ ਸ਼੍ਰੀ ਦੂਜੇ ਤੀਜੇ ਅਵਾਰਡ ਵੀ ਦੇ ਦੇਣ, ਪਰ ਤੁਸੀਂ ਵੇਖੋ ਵੀ ਤੁਸੀਂ ਮੌਤ ਕਿਹੜੀ ਮਰਨਾ ਚਾਹੁੰਦੇ ਜੋ। ਇਹ ਬੰਦੇ ਦੇ ਹੱਥ 'ਚ ਹੁੰਦਾ ਸਾਰਾ ਕੁਝ। ਬੇਸ਼ੱਕ ਬਹੁਤ ਚੀਜ਼ਾਂ ਬੰਦੇ ਦੇ ਹੱਥ 'ਚ ਨਹੀਂ ਹੁੰਦੀਆਂ। ਮਹਾਰਾਜ ਨੇ ਜਿਹਨੂੰ ਬਖਸ਼ਣੀ ਹੋਵੇ ਉਹਨੂੰ ਹੀ ਤਰੱਕੀ, ਸ਼ੋਹਰਤ ਸਭ ਕੁਝ ਬਖਸ਼ਣਾ। ਪਰ ਜਿਹੜਾ ਨਿਸ਼ਾਨ ਸਾਹਿਬ ਲਈ ਘਟਨਾ ਵਾਪਰੀ ਸੀ,
ਉਹਦੇ ਚੋਂ ਇੱਕੋ ਚੀਜ਼ ਅਬਜ਼ਰਵ ਕੀਤੀ ਜਾ ਸਕਦੀ ਹੈ ਵੀ ਜਿਹੜੀ ਅੰਦਰ ਪਈ ਗੁਲਾਮੀ ਹੈ ਕਿਸੇ ਦੇ ਅੰਦਰ। ਮੈਂ ਇੱਕ ਚੀਜ਼ ਨਾ, ਸਿੱਧੂ ਮੂਸੇਵਾਲੇ ਦਾ ਮੈਂ ਵੀ ਬਹੁਤ ਪ੍ਰਤੱਖ ਵਿਰੋਧੀ ਰਿਹਾ ਤੇ ਵਿਰੋਧ ਕੀਤਾ ਵੀ ਉਹਦਾ ਬਹੁਤ ਸਖਤ ਸ਼ਬਦਾਂ ਦੇ ਵਿੱਚ, ਜਦੋਂ ਮਾਈ ਭਾਗੋ ਵਾਲਾ ਗੀਤ ਗਾਇਆ ਸੀ ਜਿਹੜਾ ਗਲਤ ਸੀ, ਜਿਹੜਾ ਨਹੀਂ ਸੀ ਗਾਉਣਾ ਚਾਹੀਦਾ। ਚਲੋ ਉਹਨੇ ਅਕਾਲ ਤਖਤ ਸਾਹਿਬ ਜਾ ਕੇ ਮਾਫੀ ਮੰਗ ਲਈ ਸੀ, ਵਧੀਆ ਗੱਲ ਹੋਈ ਤੇ ਉਹ ਕੰਟਰੋਵਰਸੀ ਉਹ ਤੋਂ ਖਤਮ ਹੋ ਗਈ। ਜਿਹੜਾ ਉਹਦਾ ਜ਼ਿਆਦਾ ਮੋੜਾ ਮੈਨੂੰ ਲੱਗਦਾ ਪਿਆ ਹੈ ਉਹ ਪਿਆ ਪੰਜਾਬ ਗੀਤ ਜਦੋਂ ਉਹਨੇ ਗਾਇਆ ਹੈ ਕਿਸਾਨੀ ਮੋਰਚੇ ਦੇ ਵਿੱਚ, ਜਿਹੜਾ ਮੈਨੂੰ ਬਹੁਤ ਨਿੱਜੀ ਤੌਰ ਤੇ ਪਸੰਦ ਸੀ। ਵੈਸੇ ਮੈਂ ਸੁਣਦਾ ਨਹੀਂ ਹੁੰਦਾ ਗੀਤ। ਉਹ ਇਸ ਕਰਕੇ ਸੀ ਵੀ ਉਹਨੇ ਕਿਹਾ ਸੀ ਵੀ ਕੇਸਰੀ ਤੋਂ ਹਰਿਆਂ ਤੋਂ ਰੰਗ ਕੇਸਰੀ ਹੋ ਜਾਣ ਝੰਡਿਆਂ ਦੇ, ਸ਼ਾਇਦ ਏਦਾਂ ਦੇ ਕੋਈ ਤੁਕ ਸੀ, ਲੈਣ ਸੀ ਉਹਦੇ ਚ। ਹੁਣ ਉਹਦਾ ਅਰਥ ਇਹ ਹੈ ਵੀ ਜਿਹੜੇ ਹਰੇ ਝੰਡੇ ਆ ਇਹ ਤੇਰੇ ਅੱਗੇ ਭੀਖ ਮੰਗਣ ਵਾਲੇ ਲੋਕ ਆ। ਜਿਹੜੇ ਭਾਵ ਜਿਹੜੇ ਆ ਕਿਸਾਨੀ ਆਗੂ ਸੀ, ਕਿਸਾਨ ਯੂਨੀਅਨ ਸੀ, ਉਹ ਇਹ ਡਿਫਾਈਨ ਕਰ ਰਿਹਾ ਚੀਜ਼ ਨੂੰ ਵੀ ਇਹ ਤੇਰੇ ਅੱਗੇ ਭੀਖ ਮੰਗਣ ਵਾਲੇ ਲੋਕ ਆ। ਤੇ ਜੇ ਕੇਸਰੀ ਬਣ ਗਏ, ਇਹ ਵਾਰ ਨੀ ਗਾ ਤੈਨੂੰ ਵੀ ਕਿਤੇ ਕੇਸਰੀ ਨਾ ਬਣ ਜਾਣ ਰੰਗੇ, ਹਰਿਆਂ ਤੋਂ ਕੇਸਰੀ ਨਾ ਚੱਕ ਲੈਣ ਲੋਕ। ਸੋ ਇਹਦਾ ਅਰਥ ਕੀ ਹੈ ਵੀ ਪੰਜਾਬ ਦੇ ਕੋਲ ਹਮੇਸ਼ਾ ਹੀ ਇੱਕ ਰਾਹ ਹੈਗਾ, ਜਿਹੜਾ ਗੁਰੂ ਸਾਹਿਬ ਨੇ ਕਿਹਾ ਨਾ ਵੀ ਜਦੋਂ ਸਾਰੇ ਵਸੀਲੇ ਖਤਮ ਹੋ ਜਾਣ ਫਿਰ ਸ਼ਮਸ਼ੀਰ ਨੂੰ ਹੱਥ ਪਾਉਣਾ ਜਾਇਜ਼ ਨਹੀਂ, ਸਗੋਂ ਜ਼ਰੂਰੀ ਹੈ, ਧਰਮ ਹੈ। ਇਹ ਇੱਕ ਤੇ ਹੁੰਦਾ ਨਾ ਵੀ ਜਾਇਜ਼ਤਾ ਨਜਾਇਜ਼ਤਾ ਉਦੋਂ ਵੇਖੀ ਜਾਂਦੀ ਹੈ ਜਦੋਂ ਆਪਾਂ ਇਹਦੇ ਲਈ ਗਿਲਟੀ ਹੋਈਏ ਜਾਂ ਨਾ ਹੋਈਏ ਦਾ ਸਵਾਲ ਹੋਵੇ। ਜਦੋਂ ਕਹਿੰਦੇ ਆ ਵੀ ਪਾਪ ਦੀ ਇੰਤਹਾ ਹੋ ਜਾਵੇ ਤੇ ਜ਼ੁਲਮ ਇੰਨਾ ਵੱਧ ਜੇ, ਤੇ ਉਦੋਂ ਜੇ ਕੋਈ ਬੰਦਾ ਹਥਿਆਰ ਨੂੰ ਹੱਥ ਨਹੀਂ ਪਾਉਂਦਾ, ਉਹ ਕਾਇਰ ਹੈ ਤੇ ਉਹ ਨਾ ਮਰਦ ਹੈ ਤੇ ਉਹ ਬੰਦਾ ਧਰਮੀ ਵੀ ਨਹੀਂ ਹੋ ਸਕਦਾ। ਇਹਦੀ ਪ੍ਰਾਈਮ ਐਗਜ਼ਾਮਪਲ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਸ਼ਿਕਾਰ ਕਰਦੇ ਆ ਹਿਰਨੀ ਦੇ ਬੱਚੇ ਮਾਰੇ ਗਏ ਨਾ, ਤੇ ਉਹਨਾਂ ਦੇ ਦਿਲ ਨੂੰ ਇਹ ਗੱਲ ਏਦਾਂ ਟੁੰਬੀ ਵੀ ਉਹਨਾਂ ਨੇ ਨਾ ਹਥਿਆਰ ਵੀ ਛੱਡ ਦਿੱਤੇ ਤੇ ਬਰਾਗੀ ਬਣ ਗਏ, ਬਰਾਗੀ ਹੋ ਕੇ ਤੇ ਇੱਥੋਂ ਤੱਕ ਵੀ ਪੱਤਾ ਵੀ ਟੁੱਟ ਜਾਣਾ ਜੇ ਉਹਨਾਂ ਦੇ ਹੱਥੋਂ, ਕੋਈ ਪੈਰ ਥੱਲੇ ਆਣ ਕੇ ਕੀੜਾ ਮਕੌੜਾ ਮਰ ਜਾਣਾ ਤੁਰੇ ਫਿਰਦੇ ਆ, ਤੇ 7-7 ਦਿਨ 10-10 ਦਿਨ ਅੰਨ ਦਾ ਦਾਣਾ ਨਹੀਂ, ਪਾਣੀ ਨਹੀਂ ਪੀਣਾ। ਮਤਲਬ ਬਰਾਗ ਇੰਨਾ ਕਰਨਾ ਇਸ ਚੀਜ਼ ਦਾ, ਇੰਨੀ ਅਹਿੰਸਾ ਜਿਹੜੀ ਆਪਣੇ ਅੰਦਰ ਵਸਾ ਲਈ ਵੀ ਉਹ ਕਹਿੰਦੇ ਸੀ ਵੀ ਕੁਛ ਵੀ ਪੱਤਾ ਵੀ ਤੋੜਨਾ ਏਡੀ ਵੱਡੀ ਹਿੰਸਾ ਹੈ ਵੀ ਇਹ ਮੈਂ ਨਹੀਂ ਕਰ ਸਕਦਾ। ਤੇ ਮਹਾਰਾਜ ਨੂੰ ਤਾਂ ਪਤਾ ਸੀ, ਉਦਾਂ ਭਗਤੀ ਤਪ ਬਹੁਤ ਕਰਦਾ ਸੀ ਬਾਬਾ ਬੰਦਾ ਸਿੰਘ ਬਹਾਦਰ। ਮਹਾਰਾਜ ਜਦੋਂ ਉਹਦੇ ਕੋਲ ਗਏ ਤੇ ਉੱਥੇ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਨਹਿਰ ਕੰਢੇ ਤਪ ਕਰਦੇ ਸੀ ਮੌਕੇ ਦੇ ਉੱਤੇ, ਤੇ ਮਹਾਰਾਜ ਨੇ ਜਾ ਕੇ ਤੇ ਬੱਕਰੇ ਝਟਕਾ ਦਿੱਤੇ ਉਹਦੇ ਡੇਰੇ 'ਚ। ਹੁਣ ਜਿਹਦੇ ਡੇਰੇ 'ਚ ਪੱਤਾ ਤੋੜਨਾ ਵੀ ਜਿਹੜਾ ਵਾ ਉਹਦੇ ਵਾਸਤੇ ਵੀ ਉਹ 10-10 ਦਿਨ ਅਰਦਾਸ ਰਹਿੰਦੇ ਆ, ਪਾਪ ਉਹਨਾਂ ਨੂੰ ਲੱਗਦਾ ਪਾਪ ਏਡਾ ਵੱਡਾ ਹੈ। ਉਹਦੇ ਡੇਰੇ 'ਚ ਬੱਕਰੇ ਝਟਕਾਏ ਜਾਣ, ਉਹ ਭੱਜਾ ਆਇਆ ਜਦੋਂ ਉਹਨੂੰ ਖਬਰ ਮਿਲੀ। ਉਹ ਆਣ ਕੇ ਕਹਿੰਦਾ ਵੀ ਤੁਸੀਂ ਮੇਰਾ ਡੇਰਾ ਭ੍ਰਿਸ਼ਟ ਕਰਤਾ, ਅਧਰਮੀ ਹੋ ਤੁਸੀਂ। ਗੁਰੂ ਸਾਹਿਬ ਨੂੰ ਕਹਿੰਦਾ ਤੁਸੀਂ ਮੇਰਾ ਧਰਮ ਭ੍ਰਿਸ਼ਟ ਕਰ ਦਿੱਤਾ। ਗੁਰੂ ਸਾਹਿਬ ਕਹਿੰਦੇ ਵੀ ਜਦੋਂ ਪੂਰੀ ਦੁਨੀਆ ਦੇ ਉੱਤੇ ਖੂਨ ਦੀਆਂ ਨਦੀਆਂ ਵਗ ਰਹੀਆਂ ਹੋਣ ਤੇ ਤੂੰ ਇੱਥੇ ਡੇਰੇ 'ਚ ਬੈਠਾ ਹੋਵੇਂ ਤੇ ਤੈਨੂੰ ਲੱਗੇ ਵੀ ਤੇਰਾ ਡੇਰਾ 'ਚ ਖੂਨ ਨਜ਼ਰ ਨਹੀਂ ਆ ਰਿਹਾ ਤੇ ਤੇਰਾ ਧਰਮ ਬਚਿਆ। ਗੁਰੂ ਸਾਹਿਬ ਨੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਹਾ ਵੀ ਤੇਰਾ ਧਰਮ ਅੱਜ ਇਹ ਕਹਿੰਦਾ ਵੀ ਤੈਨੂੰ ਤਲਵਾਰ ਚੁੱਕਣੀ ਚਾਹੀਦੀ, ਕਿਰਪਾਨ ਚੁੱਕਣੀ ਚਾਹੀਦੀ, ਇਹੋ ਹੀ ਤੇਰਾ ਧਰਮ ਹੈ। ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਪੱਤੇ ਤੋੜਨ ਨੂੰ ਵੀ ਗੁਨਾਹ ਮੰਨਦਾ ਸੀ, ਉਹ ਫਿਰ ਜਦੋਂ ਉੱਥੋਂ ਤੁਰਿਆ ਹੈ ਨੰਦੇੜ ਸਾਹਿਬ ਤੋਂ, ਉੱਥੋਂ ਤੁਰਦਾ ਕਿਵੇਂ ਉਹ ਹਕੂਮਤਾਂ ਨੂੰ ਤਬਾਹ ਕਰਦਾ ਆ। ਮਤਲਬ ਉਹਦਾ ਜਿਹੜਾ ਉਹ ਰੂਪ ਵੇਖਿਆ ਹੈ ਸੰਸਾਰ ਤੇ। ਤੇ ਫਿਰ ਜਦੋਂ ਸ਼ਾਂਤੀ ਦਾ ਵੀ ਇਹ ਮਸਲਾ ਨਾ, ਸ਼ਾਂਤੀ ਕੀ ਉਹ ਆਪਣੇ ਆਪ ਨੂੰ ਲੱਗਦਾ ਮੇਰੀ ਪਹਿਲਾਂ ਸ਼ਾਂਤੀ ਗੁਰੂ ਸਾਹਿਬ ਨੇ ਭੰਗ ਕੀਤੀ ਬੱਕਰੇ ਝਟਕਾ ਕੇ, ਪਰ ਫਿਰ ਉਹਨੂੰ ਵਾਕਿਆ ਅਹਿਸਾਸ ਹੋਇਆ ਵੀ ਸ਼ਾਂਤੀ ਜਿਹੜੀ ਹੈ ਉਹ ਇੱਥੇ ਸ਼ਸਤਰਾਂ ਤੋਂ ਬਿਨਾਂ ਸ਼ਾਂਤੀ ਕਿਵੇਂ ਆ ਸਕਦੀ ਹੈ। ਇਹ ਵੀ ਅੰਡਰਸਟੈਂਡ ਕਰਨ ਵਾਲਾ ਵਿਸ਼ਾ ਹੈ ਵੀ ਅਸੀਂ ਜਦੋਂ ਚੀਜ਼ਾਂ ਨੂੰ ਸਮਝਦੇ ਹਾਂ ਨਾ, ਸਾਡੀ ਇੱਕ ਲਿਮਿਟੇਸ਼ਨ ਹੈ। ਅਸੀਂ ਜਾਂ ਤੇ ਇਹ ਸਾਡੀ ਗਲਤੀ ਨਹੀਂ, ਇਹ 'ਚ ਕਿਸੇ ਦੀ ਵੀ ਗਲਤੀ ਨਹੀਂ ਹੁੰਦੀ, ਕਿਉਂਕਿ ਆਪਾਂ ਜੋ ਵੀ ਕੁਛ ਹੈ ਅੱਜ ਆਪਾਂ ਆਲੇ ਦੁਆਲੇ ਜੋ ਸਾਡੀ ਨੌਲੇਜ ਹੈ, ਐਕਸਟਰਨਲ ਨੌਲੇਜ ਦੇ ਉੱਤੇ ਜ਼ਿਆਦਾ ਕੁਛ ਚੀਜ਼ਾਂ ਬੇਸ ਕਰ ਲੈਂਦੇ ਹਾਂ। ਆਪਾਂ ਜੋ ਓਬਜ਼ਰਵ ਕਰਦੇ ਹਾਂ ਹਨਾ, ਇਨਹੇਲ ਕਰਦੇ ਹਾਂ ਜਿਹੜੀ ਨੌਲੇਜ ਆਪਾਂ ਉਹਦੇ ਤੇ ਸਾਰਾ ਕੁਝ ਬੇਸਡ ਕਰਦੇ ਹਾਂ। ਜਿਵੇਂ ਹੁਣ ਮੈਂ ਅੱਗੇ ਐਗਜ਼ਾਮਪਲ ਦਿੱਤੀ ਸੀ ਵੀ ਭਾਈ ਜਟਾਣੇ ਨੇ ਨੂੰ ਤੁਸੀਂ ਗੁਨੇਗਾਰ ਮੰਨ ਸਕਦੇ ਜੋ, ਜੇ ਤੁਸੀਂ ਸੋਚੋ ਵੀ ਭਾਈ ਜਟਾਣੇ ਨੇ ਹਿੰਦੁਸਤਾਨ ਦੀ ਧਰਤੀ ਤੇ ਕੁਛ ਕੀਤਾ ਫਿਰ ਤੇ ਉਹ ਗਿਲਟੀ ਹੋ ਸਕਦਾ ਹੈ। ਜੇ ਭਾਈ ਜਟਾਣੇ ਨੇ ਪੰਜਾਬ ਦੀ ਧਰਤੀ ਦੇ ਉੱਤੇ ਇਨਵੇਡਰਸ ਜਿਹੜੇ ਆਏ ਸੀ, ਜਿਨ੍ਹਾਂ ਨੇ ਇਸ ਇੰਟੈਂਸ਼ਨ ਆਏ ਵੀ ਪੰਜਾਬ ਦਾ ਪਾਣੀ ਲੁੱਟਣਾ, ਉਹਨਾਂ ਨੂੰ ਮਾਰਿਆ, ਫਿਰ ਤੇ ਭਾਈ ਜਟਾਣਾ ਸਾਡਾ ਹੀਰੋ ਹੈ। ਉਹ ਹਰ ਪੰਜਾਬੀ ਦਾ ਹੀਰੋ ਹੋਣਾ ਚਾਹੀਦਾ। ਪਰ ਸਾਡੇ ਸੋਚਣ ਦਾ ਪਰਸਪੈਕਟਿਵ ਜਿਹੜਾ ਹੈ ਉਹ ਇਹ ਹੈ ਵੀ ਅਸੀਂ ਜਿਹੜੀ ਹਿੰਦੁਸਤਾਨ ਨੇ ਇੱਕ ਬਾਉਂਡਰੀ ਡਿਫਾਈਨ ਕਰ ਦਿੱਤੀ ਹੈ ਵੀ ਪੰਜਾਬ ਹਿੰਦੁਸਤਾਨ ਦਾ ਹਿੱਸਾ ਹੈ, ਅਸੀਂ ਉਹਨੂੰ ਰੱਖ ਕੇ ਤੇ ਫਿਰ ਐਨਾਲਿਸਿਸ ਕਰਦੇ ਹਾਂ, ਫਿਰ ਸੋਚਦੇ ਹਾਂ। ਪ੍ਰੋਬਲਮ ਉੱਥੇ ਖੜੀ ਹੁੰਦੀ ਹੈ। ਵਾਇਲੈਂਟ ਹੋਣਾ, ਨੋਨ ਵਾਇਲੈਂਟ। ਹੁਣ ਕਿੰਨੇ ਕੁ ਬੰਦੇ ਤੁਹਾਡੇ ਮਨ 'ਚ ਇਹ ਸੋਚਦੇ ਆ ਜਦੋਂ ਤੁਹਾਡੇ ਮਨ 'ਚ ਸਵਾਲ ਆਉਂਦਾ ਹੈ ਵੀ ਜਿਹੜਾ ਫੌਜ ਦੀ ਗੱਡੀ ਲੰਘਦੀ ਹੈ
ਹਾਲਾਂਕਿ ਆਪਾਂ ਗੁਲਾਮ ਕੌਮ ਆ ਹਿੰਦੁਸਤਾਨ ਦੇ ਵਿੱਚ, ਸਾਡੇ ਮਨ 'ਚ ਤੇ ਆ ਜਾਣਾ ਚਾਹੀਦਾ। ਸਾਡੇ 'ਚ ਵੀ ਨਹੀਂ, ਕਿਉਂ ਨਹੀਂ ਆਉਂਦਾ? ਫੌਜ ਦੀ ਗੱਡੀ ਨਾਲ ਵੀ ਤੁਸੀਂ ਸੋਚਿਆ ਵੀ ਯਾਰ ਇਹ ਆਪਣੇ ਬੱਚੇ ਲਗਾ ਲਓ ਵੀ ਇਹਨਾਂ ਕੋਲ ਹਥਿਆਰ ਆ ਬੰਦਿਆਂ ਕੋਲ, ਵੀ ਇਹ ਸਾਡੇ ਬੱਚਿਆਂ ਨੂੰ ਗਲਤ ਪਾਸੇ ਤੋਰ ਦੇਣਗੇ। ਇਹ ਜ਼ਾਲਮ ਲੋਕ ਨੇ, ਸੋਚਿਆ? ਕਦੀ ਨਹੀਂ ਸੋਚਣਾ ਤੁਸੀਂ। ਆਮ ਨਿੱਕੇ ਦੇ ਸਲੂਟ ਮਾਰਦੇ ਹੁੰਦੇ ਫੌਜੀਆਂ ਨੂੰ, ਬੱਚਿਆਂ ਨੂੰ ਮਾਂ ਪਿਓ ਸਿਖਾਉਂਦੇ ਸਲੂਟ ਮਾਰੋ ਇਹਨੂੰ। 26 ਜਨਵਰੀ ਦੀ ਪਰੇਡ ਹੁੰਦੀ ਹੈ, ਉੱਥੇ ਵੱਡੇ ਨਿਊਕਲੀਅਰ ਹਥਿਆਰ ਹੈ ਜਿਹੜੇ 1 ਸਕਿੰਟ ਦੇ ਵਿੱਚ ਕਰੋੜਾਂ ਬੰਦੇ ਮਾਰ ਸਕਦੇ। ਉਹਦੀ ਪ੍ਰਦਰਸ਼ਨੀ ਵਿਖਾਉਣ ਅਸੀਂ ਬੱਚਿਆਂ ਨੂੰ ਚਾਹੀਦਾ ਹੈ। ਕੋਈ ਨਵਾਂ ਜਹਾਜ਼ ਖਰੀਦਦਾ ਹਿੰਦੁਸਤਾਨ, ਟੀਵੀ ਤੇ ਚੱਲ ਰਿਹਾ ਹੁੰਦਾ ਵੀ ਹਿੰਦੁਸਤਾਨ ਨੇ ਰਫਾਲ ਜਹਾਜ਼ ਖਰੀਦ ਲਿਆ ਤੇ ਜਿਹੜਾ ਇੰਨੇ ਬੰਬ ਸੁੱਟ ਸਕਦਾ 1 ਮਿੰਟ ਦੇ ਵਿੱਚ। ਅਸੀਂ ਬੜੇ ਪ੍ਰਾਊਡਲੀ ਆਪ ਦੇਖਨੇ, ਬੱਚਿਆਂ ਨੂੰ ਵਿਖਾਉਣੇ ਆ। ਕਿਉਂ? ਕਿਉਂਕਿ ਹਿੰਦੁਸਤਾਨ ਨੇ ਡਿਫਾਈਨ ਕੀਤਾ ਹੈ ਵੀ ਵਾਇਲੈਂਸ ਅਸੀਂ ਕਰੀਏ ਤਾਂ ਠੀਕ ਹੈ, ਤੁਸੀਂ ਨਹੀਂ ਕਰ ਸਕਦੇ। ਅਸੀਂ ਉਸ ਪੈਰਾਮੀਟਰ 'ਚ ਅਸੀਂ ਚੱਲਣਾ ਚਾਹੁੰਦੇ ਹਾਂ, ਕਿਉਂਕਿ ਸਾਡੀ ਕੰਡੀਸ਼ਨਿੰਗ ਪੈਦਾ ਹੋਣ ਤੋਂ ਲੈ ਕੇ ਮਰਨ ਤੱਕ ਸਾਡੀ ਕੰਡੀਸ਼ਨਿੰਗ ਹੋ ਰਹੀ ਹੈ। ਸਾਨੂੰ ਸਿਖਾਇਆ ਜਾ ਰਿਹਾ ਕਿਵੇਂ ਬੋਲਣਾ, ਕਿਵੇਂ ਉੱਠਣਾ, ਕਿਵੇਂ ਬਹਿਣਾ, ਕਿਵੇਂ ਖਾਣਾ, ਕਿਵੇਂ ਪੀਣਾ, ਇਹ ਸਾਰਾ ਕੁਝ ਸਾਨੂੰ ਦੱਸਿਆ ਜਾਂਦਾ। ਹੁਣ ਤੁਸੀਂ ਸੋਚੋ ਵੀ ਸਾਡੇ ਅੰਦਰ ਕੋਈ ਬੰਦਾ ਜਿਹੜਾ ਆਜ਼ਾਦ ਬਿਰਤੀ ਦਾ ਆ ਜਾਵੇ, ਮਤਲਬ ਕੋਈ ਐਸਾ ਮਨੁੱਖ ਆ ਜਾਵੇ ਸਾਡੇ ਅੰਦਰ ਜਿਹਨੂੰ ਇਹ ਗੁਲਾਮੀ, ਜਿਹਨੂੰ ਇਹ ਬਾਉਂਡਰੀਜ਼ ਬਾਰੇ ਨਾ ਪਤਾ ਹੋਵੇ, ਜਾਂ ਜਿਹੜਾ ਬੰਦਾ ਇਹਨਾਂ ਦੀ ਪਰਵਾਹ ਨਾ ਕਰਦਾ, ਉਹਦੀ ਨਜ਼ਰ ਦੇ ਵਿੱਚ ਭਾਈ ਜਟਾਣੀ ਦੇ ਹੱਥ 'ਚ ਜਿਹੜਾ ਹਥਿਆਰ ਹੈ ਤੇ ਇੱਕ ਫੌਜੀ ਦੇ ਹੱਥ 'ਚ, ਤੇਰਾ ਉਹ 'ਚ ਫਰਕ ਕੀ? ਉਹ ਸੋ ਕਹੂਗਾ ਭਾਈ ਜਟਾਣੀ ਦੇ ਹੱਥ 'ਚ ਹਥਿਆਰ ਦੀ ਵੀ ਇਹ ਗਰੰਟੀ ਹੈ ਵੀ ਕਿਸੇ ਇਨੋਸੈਂਟ ਨੂੰ ਨਹੀਂ ਮਾਰੂਗਾ ਫੌਜੀ। ਤੁਸੀਂ ਦੱਸੋ ਵੀ ਕਿਸੇ ਵੀ ਮਿਲੀਟੈਂਟ ਗਰੁੱਪ ਨੇ ਜਾਂ ਸੋ ਕਾਲਡ ਟੈਰਰਿਸਟ ਗਰੁੱਪ ਨੇ ਅੱਜ ਤੱਕ ਹਿੰਦੁਸਤਾਨ 'ਚ ਉਹਨੇ ਬੰਦੇ ਮਾਰੇ ਜਿੰਨੇ ਫੌਜ ਨੇ ਮਾਰੇ? ਫੌਜ ਨੇ ਹਜ਼ਾਰਾਂ ਬੰਦੇ ਮਾਰ ਦਿੱਤੇ, ਹਜ਼ਾਰਾਂ ਇਨੋਸੈਂਟ ਸਿਵਿਲੀਅਨਸ ਮਾਰ ਦਿੱਤੇ। ਅੱਜ ਵੀ ਆਪਾਂ ਇਹ ਕਿਉਂ ਨਹੀਂ ਕਹਿੰਦੇ ਵੀ ਫੌਜ ਆਈ ਤਾਂ ਆਪਣੇ ਬੱਚੇ ਲਗਾ ਲੈਂਦੇ? ਆਪਾਂ ਨਹੀਂ ਲਗਾਉਂਦੇ, ਕਿਉਂਕਿ ਜਿਹੜੀ ਸਲੇਵਰੀ ਹੈ ਸਾਡੇ ਮਨਾਂ ਦੇ ਵਿੱਚ, ਜਿਹੜੀ ਗੁਲਾਮੀ ਹੈ, ਉਹ ਕਿਤੇ ਨਾ ਕਿਤੇ ਇਸ ਚੀਜ਼ ਨੂੰ ਜਸਟੀਫਾਈ ਕਰ ਚੁੱਕੀ ਹੈ ਵੀ ਜਿਹੜਾ ਰਾਈਟ ਟੂ ਵਾਇਲੈਂਸ ਹੈ ਉਹ ਸਟੇਟ ਕੋਲ ਹੈਗਾ ਤੇ ਸਾਡੇ ਕੋਲ ਰਾਈਟ ਟੂ ਰੈਜ਼ਿਸਟ ਵੀ ਨਹੀਂ ਹੈਗਾ। ਹੁਣ ਕੋਈ ਬੰਦਾ ਪੁੱਛੇ ਵੀ ਭਾਈ ਜਟਾਣੀ ਨੇ ਇਹ ਸਭ ਕੁਝ ਕੀਤਾ, ਉਹਦੇ ਘਰ ਨੂੰ ਥੋੜੀ ਨਹਿਰ ਜਾਂਦੀ ਸੀ ਜਾਂ ਉਹਦੇ ਖੇਤਾਂ ਨੂੰ ਪਾਣੀ ਜਾਂਦਾ ਸੀ? ਉਹਦਾ ਤੇ ਪਰਿਵਾਰ ਸਾਰੇ ਦਾ ਸਾਰਾ ਅੱਗ ਲਾ ਕੇ ਸਾੜ ਦਿੱਤਾ। ਸਾਰੇ ਜੀ ਪਰਿਵਾਰ ਦੇ, ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ, ਭੈਣਾਂ ਭਰਾ, ਜਿਹੜੇ ਦਾਦੀ ਮਾਂ, ਬੱਚੀ ਛੋਟੀ ਜੀ, ਸਾਰੇ ਨੂੰ ਅੱਗ ਲਾ ਕੇ ਫੂਕ ਦਿੱਤਾ ਸਮੇਤ ਸੈਣੀ ਨੇ ਤੇ ਪੂਲੇ ਨੇ। ਚਲੋ ਪੂਲੇ ਦਾ ਤੇ ਉਹੀ ਅੰਤ ਹੋਇਆ ਬਾਅਦ 'ਚ। ਪਰ ਸਵਾਲ ਇਹ ਹੈ ਕਿ ਭਾਈ ਜਟਾਣੀ ਨੂੰ ਕੌਮ ਨੇ ਕਦੋਂ ਤਨਖਾਹ ਦਿੱਤੀ? ਫੌਜੀ ਤੁਹਾਡੇ ਟੈਕਸ 'ਚੋਂ ਤਨਖਾਹ ਲੈ ਕੇ ਸਾਰਾ ਕੁਝ ਕਰ ਰਹੇ ਆ। ਭਾਈ ਜਟਾਣਾ ਘਰ ਫੂਕ ਕੇ ਤਮਾਸ਼ਾ ਵੇਖਿਆ ਉਹਨੇ, ਤੇ ਸਾਨੂੰ ਅਜੇ ਵੀ ਇਹ ਮਤਲਬ ਸਵਾਲ ਸਾਡੇ ਮਨ 'ਚ ਆ ਜਾਂਦਾ ਵੀ ਇਹ ਸਹੀ ਹੈ ਕਿ ਨਹੀਂ ਸਹੀ, ਇਹ ਰਾਹ ਸਹੀ ਹੈਗਾ ਕਿ ਨਹੀਂ ਹੈਗਾ। ਮਤਲਬ ਵਾਇਲੈਂਸ, ਨੋਨ ਵਾਇਲੈਂਸ ਜਿਹੜੀ ਹੈ, ਇਹਦੀ ਡੈਫੀਨੇਸ਼ਨ ਅਸੀਂ ਕੋ ਦੱਸੀਏ ਵੀ ਮਤਲਬ ਸਾਡੇ ਲਈ ਤਾਂ ਸਗੋਂ ਕਾਨੂੰਨ ਦੇ ਮਾਇਨੇ ਹੀ ਹੋਣੇ ਚਾਹੀਦੇ ਵੀ ਅਸੀਂ ਸਰਵਾਈਵਲ ਦੀ ਲੜਾਈ ਲੜ ਰਹੇ ਹਾਂ। ਸਰਵਾਈਵਲ ਦੀ ਲੜਾਈ ਦੇ ਵਿੱਚ ਕਿਹੜਾ ਕਾਨੂੰਨ ਹੁੰਦਾ? ਜਿਹੜਾ ਕੋਈ ਬੰਦਾ ਸਰਵਾਈਵਲ ਦੀ ਲੜਾਈ ਲੜਦਾ ਹੋਵੇ, ਜਿਹੜਾ ਬੰਦਾ ਕੋਈ ਸਰਵਾਈਵ ਕਰਨ ਦੀ ਜੰਗ 'ਚ ਹੋਵੇ, ਉਹਨੂੰ ਤੁਸੀਂ ਇਹ ਕਹਿਣ ਦੀ ਜ਼ਰੂਰਤ ਨਹੀਂ ਕਰ ਸਕਦੇ ਵੀ ਤੈਨੂੰ ਆਹ ਕਾਨੂੰਨ ਮੰਨਣੇ ਚਾਹੀਦੇ। ਉਹ ਕਿਉਂ ਕਹੂਗਾ ਵੀ ਤੇਰਾ ਦਿਮਾਗ 'ਚ ਨੁਕਸ ਹੈ, ਵੀ ਮੈਂ ਲਿਟਰਲੀ ਸਾਹ ਲਈ ਲੜ ਰਿਹਾ ਜਾਂ ਸਰਵਾਈਵ ਕਰਨ ਲਈ ਲੜ ਰਿਹਾ, ਤੂੰ ਮੇਰੇ ਅੱਗੇ ਕਾਨੂੰਨ ਦੀਆਂ ਕਿਤਾਬਾਂ ਰੱਖ ਰਿਹਾ। ਸੋ ਇਹ ਚੀਜ਼ਾਂ ਅਸੀਂ ਅੰਡਰਸਟੈਂਡ ਕਰੀਏ ਤਾਂ ਬੈਟਰ ਹੈ। ਸਿੱਧੂ ਮੂਸੇਵਾਲੇ ਨੇ ਅੰਡਰਸਟੈਂਡ ਕੀਤੀਆਂ, ਉਹਦੀ ਕਿੰਨੀ ਕਲੈਰਿਟੀ ਸੀ ਉਹ ਇਹ ਗੀਤ 'ਚੋਂ ਸਾਨੂੰ ਨਜ਼ਰ ਆਈ। ਬੰਦੇ ਦੀਆਂ 100 ਮਜਬੂਰੀਆਂ ਹੁੰਦੀਆਂ ਜੀਵਨ ਦੇ ਵਿੱਚ, ਖਾਸ ਕਰ ਜਿਹੜਾ ਕਮਰਸ਼ਲੀ ਇੰਨਾ ਸਕਸੈਸਫੁਲ ਹੋਵੇ ਬੰਦਾ। ਮੇਰਾ ਵੀ ਕਈ ਨਜ਼ਰੀਏ ਬਦਲੇ ਨੇ ਚੀਜ਼ਾਂ ਦੇ ਵੇਖਣ ਦੇ, ਹਨਾ। ਬਹੁਤ ਚੀਜ਼ਾਂ ਨੂੰ ਅਸੀਂ ਹੁਣ ਹੋਰ ਤਰੀਕੇ ਨਾਲ, ਹੋਰ ਅੰਡਰਸਟੈਂਡਿੰਗ ਨਾਲ ਦੇਖੀਦਾ। ਸਾਨੂੰ ਉਹਨਾਂ ਕਲਾਕਾਰਾਂ ਨੂੰ ਇਨਕਰੇਜ ਕਰਨਾ ਚਾਹੀਦਾ ਜਿਵੇਂ ਸਿੱਧੂ ਮੂਸੇਵਾਲਾ, ਕਿਉਂਕਿ ਪ੍ਰੋਬਲਮ ਇਹ ਹੈ ਵੀ ਜਿਹੜੇ ਕਲਾਕਾਰ, ਤੁਸੀਂ ਵੇਖੋ 2 ਤਰੀਕੇ ਦਾ ਕੰਮ ਚੱਲਦਾ ਪੰਜਾਬ 'ਚ। ਇੱਕ ਜਿਹੜੇ ਸਿੰਗਰ ਆ ਉਹ ਬੜੇ ਬਲੰਟਲੀ ਸਟਾਰਟਿੰਗ 'ਚ ਹੀ ਆਪਣਾ ਸ਼ੁਰੂ ਕਰ ਦਿੰਦੇ ਆ ਪੰਥ ਦੀ ਗੱਲ ਕਰਨੀ, ਉਹ ਕਮਰਸ਼ਲੀ ਸਕਸੈਸਫੁਲ ਹੁੰਦੇ ਹੀ ਨਹੀਂ। ਜਦੋਂ ਕਮਰਸ਼ਲੀ ਸਕਸੈਸਫੁਲ ਹੁੰਦੇ ਹੀ ਨਹੀਂ ਗੇ ਤੇ ਉਹਨਾਂ ਦੀ ਆਡੀਅੰਸ ਜਿਹੜੀ ਆ ਉਹ ਬੜੀ ਲਿਮਿਟਡ ਹੁੰਦੀ ਹੈ। ਉਹਨਾਂ ਦੀ ਆਡੀਅੰਸ ਉਹ ਹੈ ਜਿਹੜੀ ਆਡੀਅੰਸ ਆਲਰੇਡੀ ਜਿਹੜੀ ਕੀ ਨਾ ਲਈਦਾ ਵਾ ਉਸ ਪੱਖ ਨੂੰ ਅਵੇਅਰ। ਜਿਵੇਂ ਰਾਜ ਕਾਕੜਾ ਸੀ, ਰਾਜ ਕਾਕੜੇ ਨੇ ਗਾਣੇ ਗਾਏ ਵਧੀਆ, ਬਹੁਤ ਵਧੀਆ ਗਾਣੇ ਗਾਏ, ਫਿਲਮਾਂ ਵੀ ਕੀਤੀਆਂ, ਸਭ ਕੁਝ। ਫਿਲਮਾਂ ਨਾਲ ਚਲੋ ਮੈਂ ਐਗਰੀ ਨਹੀਂ ਕਰਦਾ, ਪਰ ਉਹ ਵਾਈਡ ਆਡੀਅੰਸ ਨੂੰ ਟਾਰਗੇਟ ਨਹੀਂ ਕਰ ਪਾਇਆ ਕਿਉਂਕਿ ਉਹਨੇ ਕਮਰਸ਼ੀਅਲ ਸਕਸੈਸ ਨਹੀਂ ਵੇਖੀ, ਉਹਨੇ ਸਿੱਧਾ ਜਾ ਕੇ ਉਸ ਪਾਸੇ ਤੁਰ ਪਿਆ। ਹੁਣ ਇਹ ਇੰਟੈਂਸ਼ਨਲੀ ਕਰਨਾ ਬਹੁਤ ਔਖਾ ਹੈ ਵੀ ਇੱਕ ਸਿੰਗਰ ਪਹਿਲਾਂ ਪਲਾਨ ਕਰੇ
ਅਗਲੇ 20 ਸਾਲ ਦੀ ਜਰਨੀ, 10 ਸਾਲ ਦੀ, 5 ਸਾਲ ਦੀ, ਉਹ ਪਹਿਲਾਂ ਕਮਰਸ਼ਲੀ ਸਕਸੈਸਫੁਲ ਹੋਵੇ, ਉਹ ਤੋਂ ਬਾਅਦ 'ਚੋਂ ਪੰਥਕ ਗਾਣੇ ਗਾਉਣੇ ਸ਼ੁਰੂ ਕਰ ਦੇ। ਇਹ ਬਹੁਤ ਹਾਰਡਲੀ ਕੋਈ ਬੰਦਾ ਪਲਾਨ ਕਰ ਸਕਦਾ ਹੈ। ਜਾਂ ਤੇ ਸਕਸੈਸ ਉਹਨੂੰ ਖਤਮ ਕਰ ਦੂਗੀ, ਜਾਂ ਫਿਰ ਫੇਮ ਉਹਨੂੰ ਮਤਲਬ ਇੱਕ ਐਡਿਕਸ਼ਨ ਦੀ ਤਰ੍ਹਾਂ ਲੱਗ ਜੂਗਾ, ਡਿਪੈਂਡੈਂਸੀ ਬਣ ਜੂਗੀ ਉਹਦੀ, ਪੈਸਾ, ਰਿਸੋਰਸਿਸ, ਉਹਦੀ ਕੋਈ ਨਾ ਕੋਈ ਡਿਪੈਂਡੈਂਸੀ ਬਣ ਜੂਗੀ ਜਿਹੜੀ ਉਹਨੂੰ ਬਾਅਦ 'ਚ ਉਸ ਪਾਸੇ ਤੋਂ ਮੋੜ ਕੇ ਨਹੀਂ ਲਿਆ ਸਕਦੀ। ਸੋ ਇਹਦਾ ਅਰਥ ਹੈ ਵੀ ਇਹ ਕੋਇਨਸੀਡੈਂਸ ਵਾਪਰਦੇ ਆ ਕਦੇ ਕਦੇ। ਸਿੱਧੂ ਮੂਸੇਵਾਲੇ ਵਰਗੇ, ਮੈਂ ਜਦੋਂ ਉਹ ਸ਼ੁਰੂ ਹੋਇਆ ਸੀ, ਉਹਨੇ ਇਹ ਨਹੀਂ ਸੋਚਿਆ ਹੋਣਾ ਵੀ ਮੈਂ SYL ਵਰਗਾ ਗੀਤ ਗਾਊਂਗਾ। ਉਹਨੇ ਸ਼ਾਇਦ ਇਹੋ ਸੋਚਿਆ ਹੋਵੇ ਵੀ ਮੈਂ ਪੰਜਾਬ ਦਾ ਸਭ ਤੋਂ ਵੱਡਾ ਸਿੰਗਰ ਬਣੂਗਾ। ਉਹਨੇ ਸੋਚਿਆ ਮੈਂ ਬਿਲਬੋਰਡ ਤੇ ਆਊਂਗਾ, ਜਾਂ ਉਹ ਹੋ ਸਕਦਾ ਉਹਨੇ ਬਾਅਦ ਸੋਚਿਆ ਹੋਵੇ ਜਾ ਕੇ। ਪਰ ਅਲਟੀਮੇਟਲੀ ਕੁਛ ਬੰਦਿਆਂ ਦਾ ਸੁਭਾਅ ਏਦਾਂ ਦਾ ਹੁੰਦਾ ਹੈ ਵੀ ਉਹਨਾਂ ਨੂੰ ਸਕਸੈਸ ਜਿਹੜੀ ਆ ਉਹ ਕਰਪਟ ਨਹੀਂ ਕਰਦੀ। ਉਹਨਾਂ ਵਾਸਤੇ ਜੀਵਨ ਦੇ ਮਾਇਨੇ ਉਹਨਾਂ ਨੂੰ ਲੱਗਦਾ ਬਦਲ ਜਾਣਗੇ। ਮੈਨੂੰ ਜਿੱਥੇ ਤੱਕ ਲੱਗਦਾ ਵੀ ਸਿੱਧੂ ਮੂਸੇਵਾਲੇ ਦਾ ਕਾਂਗਰਸ 'ਚ ਜਾਣਾ ਜਿਹੜਾ ਹੈ, ਉਹ ਕਾਂਗਰਸ ਜਾਂ ਕਿਸੇ ਵੀ ਪਾਰਟੀ ਜਾਂ ਪੋਲੀਟਿਕਸ 'ਚ ਆਉਣਾ ਹੀ ਜਿਹੜਾ ਉਹ ਭਟਕਣਾ ਦਾ ਹਿੱਸਾ ਹੈ ਇੱਕ ਬਹੁਤ ਵੱਡੀ ਦਾ। ਜਿਹੜਾ ਉੱਥੇ ਜਾ ਕੇ ਵੀ ਉਹਦੇ ਅੱਗੇ ਦੋ ਸਵਾਲ ਹੈ ਵੀ ਇੱਕ ਪਾਸੇ ਉਹ ਕਾਂਗਰਸ ਦੇ ਵਿੱਚ ਹੈ, ਦੂਜੇ ਪਾਸੇ ਉਸ ਤੇ ਪ੍ਰੈਸ਼ਰ ਹੈ ਵੀ ਤੂੰ ਸੰਤਾਂ ਦੀ ਫੋਟੋ ਲਾ ਰਿਹਾ ਟਰਾਲੀ ਦੇ ਉੱਤੇ, ਜਾਂ ਟਰੈਕਟਰ ਤੇ ਲੱਗੀ ਹੈ ਤੇਰੇ ਬਾਂਹ ਤੇ ਟੈਟੂ ਬਣਿਆ, ਜਾਂ ਫਲਾਂਟਿੰਗ ਜੇ ਉਹ ਸਾਰਾ ਕੁਛ ਹੈ ਨਾ। ਉਹ ਜਿੱਦਾਂ ਕੁਛ ਗੱਲਾਂ ਆਪਸ 'ਚ ਮੈਚ ਨਹੀਂ ਕਰਦੀਆਂ। ਕੁਛ ਹੋਰ ਵੀ ਪੋਲੀਟੀਸ਼ੀਅਨਸ ਹੈਗੇ ਜਿਹੜੇ ਇਸ ਦੁਬਿਧਾ 'ਚ ਜੀ ਰਹੇ, ਜਿਨ੍ਹਾਂ ਵਾਸਤੇ ਆਪਣੀ ਆਇਡੈਂਟੀਟੀ ਦਾ ਇਹ ਕ੍ਰਾਈਸਿਸ ਆਇਆ ਪਿਆ ਵੀ ਉਹ ਜਿਹੜੀ ਪਾਰਟੀ 'ਚ ਹੈਗੇ ਆ ਉਹਦੇ ਖਿਲਾਫ ਉਹਨਾਂ ਦੀ ਐਗਜ਼ਿਸਟੈਂਸ ਖੜੀ ਹੁੰਦੀ ਹੈ। ਖਹਿਰਾ ਕਿਸੇ ਵੇਲੇ ਬਹੁਤ ਪ੍ਰਾਈਮ ਐਗਜ਼ਾਮਪਲ ਹੈ ਇਸ ਗੱਲ ਦੀ। ਕਾਂਗਰਸ 'ਚ ਆ ਪਰ ਉਹਦੇ ਸਾਰੇ ਕੰਮ ਹੀ ਪੁੱਠੇ ਆ ਕਾਂਗਰਸ ਨਾਲੋਂ। ਪੁੱਠੇ ਤੋਂ ਭਾਵ ਹੈ ਵੀ ਪੰਜਾਬ ਪੱਖੀ ਹੈ, ਸੋਵਰਨਟੀ ਦੇ ਮਸਲੇ ਤੇ ਵੀ ਕਲੈਰਿਟੀ ਹੈਗੀ ਹੈ ਥੋੜ੍ਹੀ ਬਹੁਤ ਉਹਨੂੰ। ਏਦਾਂ ਹੀ ਇਹਦਾ ਸਿੱਧੂ ਮੂਸੇਵਾਲੇ ਦਾ ਪੋਲੀਟਿਕਸ 'ਚ ਜਾਣਾ, ਜੋ ਵੀ ਇਹ ਸਾਰਾ ਸਿਨੈਰੀਓ ਵਾਪਰਿਆ, ਇਹ ਭਟਕਣਾ ਦਾ ਹਿੱਸਾ ਹੈ। ਉਹਨੂੰ ਉੱਥੇ ਵੀ ਸੈਟਿਸਫੈਕਸ਼ਨ ਨਹੀਂ ਮਿਲੀ। ਜਿੱਤ ਹਾਰ ਦੇ ਮੈਨੂੰ ਲੱਗਦਾ ਨਹੀਂ ਬਹੁਤ ਵੱਡੇ ਮਾਇਨੇ, ਦੋਹਰੇ ਜਿੱਤ ਵੀ ਸਕਦਾ ਸੀ ਉਹ। ਇੱਥੋਂ ਤੱਕ ਵੀ ਇਹ ਨਿਊਜ਼ ਵੀ ਮਿਲੀ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸੀਟ ਖਾਲੀ ਹੋਈ ਹੈ ਜਿੱਥੇ ਸਿੱਧੂ ਹਾਰਿਆ ਸੀ, ਉਹਨਾਂ ਨੇ ਇਹਨੂੰ ਹੀ ਆਫਰ ਕੀਤਾ, ਆਮ ਆਦਮੀ ਪਾਰਟੀ ਨੇ, ਵੀ ਤੂੰ ਇਹ ਸੀਟ ਲੜ ਲੈ। ਇਹਦੇ ਜਵਾਬ 'ਚ ਉਹਨੇ ਉਹਨਾਂ ਦਾ ਫੋਨ ਕੱਟ ਕੇ ਇਹ ਗੱਲ ਕਹੀ ਸੀ, ਜਿਹੜੇ ਕੁਛ ਨੇੜਲੇ ਬੰਦਿਆਂ ਨੂੰ ਦੱਸੀ ਸੀ ਵੀ ਜੇ ਲਾਲਾ ਟੋਪੀ ਵਾਲਾ ਮਤਲਬ ਕੇਜਰੀਵਾਲ ਇਹਨੂੰ ਲਾ ਸਕਦਾ ਤੇ ਆਪਾਂ ਨੂੰ ਵੀ ਲਾ ਹੀ ਸਕਦਾ। ਇਹ ਖੇਡ ਨਹੀਂ ਖੇਡਣੀ ਜਿਹ 'ਚ ਕੋਈ ਕਿਸੇ ਦੇ ਹੱਥ 'ਚ ਪਾਵਰ ਹੋਵੇ ਸਾਨੂੰ ਬਣਾਉਣ ਦੀ ਤੇ ਲਾਉਣ ਦੀ। ਸੋ ਅਰਥ ਇਹ ਹੈ ਵੀ ਬੰਦੇ ਨੂੰ ਭਾਵੇਂ ਧੱਕੇ ਖਾ ਕੇ, ਪੱਥਰ ਚੱਟ ਕੇ ਮੁੜ, ਮੈਂ ਕਹਿੰਦਾ ਸਭ ਤੋਂ ਵੱਡੀ ਤੇ ਪ੍ਰਾਪਤੀ ਇਹ ਹੈ ਬੰਦੇ ਦੇ ਜੀਵਨ ਦੇ ਵਿੱਚ, ਮੋੜ ਆਉਣਾ। ਮੋੜਾ ਪੈ ਜਾਣ ਤੋਂ ਵੱਡੀ ਕੋਈ ਪ੍ਰਾਪਤੀ ਨਹੀਂ ਹੈਗੀ ਜੀਵਨ 'ਚ। ਅਸੀਂ ਬੰਦੇ ਵੇਖੇ ਆ ਜਿਹੜੇ ਇੱਕ ਵਾਰੀ ਨਹੀਂ, ਦੋ ਵਾਰੀ, 10 ਵਾਰੀ ਪੱਥਰ ਚੱਟ ਕੇ ਉੱਥੇ ਘੁੰਮੀ ਜਾਂਦੇ, ਮੁੜਨਾ ਨਹੀਂ ਚਾਹੁੰਦੇ ਜਾਂ ਮੁੜ ਸਕਦੇ ਨਹੀਂ ਗੇ। ਮੁੜ ਪੈਣਾ ਕਿਸੇ ਗੱਲ ਦੇ ਉੱਤੋਂ ਇਹ ਖਤਾ ਖਾ ਕੇ ਪਿੱਛੇ ਹੋ ਜਾਣਾ ਤੇ ਇੱਕ ਗੱਲ ਐਕਨੋਲਜ ਕਰ ਲੈਣਾ ਵੀ ਇਹ ਗੱਲ ਜਿਹੜੀ ਹੈ ਠੀਕ ਨਹੀਂ ਹੈਗੀ। ਇਹ ਬਹੁਤ ਵੱਡੇ ਮਰਦਾਂ ਦਾ ਕੰਮ ਹੈ। ਇਹ ਕੋਈ ਮੇਰੇ ਖਿਆਲ ਨਾਲ ਕੋਈ ਆਮ ਬੰਦਾ ਜਿਹੜਾ ਵਾ ਉਹ ਤੇ ਐਡਮਿਟ ਕਰਨ ਤੋਂ ਹੀ ਬਹੁਤ ਭੱਜਦਾ। ਤੇ ਇਕੱਲਾ ਮੁੜਨਾ ਨਹੀਂ, ਮੁੜ ਕੇ ਸਗੋਂ ਉਹ ਕੰਮ ਕਰਨਾ ਜਿਹੜਾ ਨੈਸੈਸਿਟੀ ਹੈ, ਜਿਸ ਤੋਂ ਬਿਨਾਂ ਅਸੀਂ ਆਪਣੀ ਕੌਮ ਦਾ ਦਰਦ ਗਾਉਣਾ। ਆਪਾਂ ਨੂੰ ਜੇ ਕਈ ਵਾਰ ਟੂਪਾਕ ਦੀ ਐਗਜ਼ਾਮਪਲ ਆਉਂਦੀ ਹੈ ਜਾਂ ਹੋਰ ਕਲਾਕਾਰਾਂ ਦੀ ਐਗਜ਼ਾਮਪਲ ਆਉਂਦੀ ਹੈ, ਉਹ ਜਦੋਂ ਟੂਪਾਕ ਨੇ ਇਕੱਲੇ ਇਹ ਨਹੀਂ ਆਪਣੀ ਕੌਮ ਦੇ ਗੀਤ ਗਾਏ ਆ, ਉਹਨੇ ਕਮਰਸ਼ੀਅਲੀ ਬਹੁਤ ਸਕਸੈਸਫੁਲ ਗੀਤ ਗਾਏ ਆ, ਰੈਪਰ ਰਿਹਾ ਹੈ ਤੇ ਉਹ ਇੱਕ ਉਹਨੇ ਕਲਚਰ ਡਿਵੈਲਪ ਕੀਤਾ ਹੈ। ਇਹ 'ਚ ਬਹੁਤ ਵੱਡਾ ਕੰਟਰੀਬਿਊਸ਼ਨ ਕੀਤਾ, ਭਾਵੇਂ ਉਹਦੇ ਨਾਲ ਸਾਡੀ ਸਹਿਮਤੀ ਕੁਛ ਵੀ ਹੋ ਸਕਦਾ ਹੈ। ਹੁਣ ਅੱਜ ਤੁਸੀਂ ਸੋਚੋ ਵੀ ਸਿੱਧੂ ਮੂਸੇਵਾਲਾ ਜਦੋਂ ਖਾਲਿਸਤਾਨ ਦੀ ਗੱਲ ਕੀਤੀ ਉਹਨੇ ਲੇਟੈਸਟ ਇੰਟਰਵਿਊ ਦੇ ਵਿੱਚ, ਕਿੰਨੇ ਐਸੇ ਬੰਦੇ ਹੋਣਗੇ ਜਿਨ੍ਹਾਂ ਨੂੰ ਕੋਈ ਮਤਲਬ ਨਹੀਂ ਖਾਲਿਸਤਾਨ ਨਾਲ ਕਿਸੇ, ਪਰ ਉਹ ਇਸ ਗੱਲ ਨਾਲ ਐਗਰੀ ਕਰ ਗਏ ਕਿਉਂਕਿ ਸਿੱਧੂ ਮੂਸੇਵਾਲੇ ਨੇ ਕਿਹਾ। ਇਹੋ ਹੀ ਵਾਰਫੇਅਰ ਹੈ ਅਸਲ 'ਚ, ਮਾਡਰਨ ਵਾਰਫੇਅਰ। ਹੋਰ ਹੈ ਕੀ ਆ? ਤੁਸੀਂ ਲੌਜਿਕ ਦੀ ਸੈਂਸ ਦੇ ਵੈਲਿਊ ਉੱਥੇ ਬਣਦੀ ਹੈ ਜਿੱਥੇ ਸੱਚ ਤੇ ਝੂਠ ਦਾ ਕੋਈ ਨਤਾਰਾ। ਅਸੀਂ ਕਲਯੁਗ 'ਚ ਜੀ ਰਹੇ ਹਾਂ ਜਿੱਥੇ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਣਾਇਆ ਜਾ ਸਕਦਾ। ਇੱਥੇ ਵਾਰਫੇਅਰ ਵੀ ਬਦਲੀ ਜਾਂਦੀ ਹੈ। ਬੇਸ਼ੱਕ ਜਿਹੜਾ ਸੱਚ ਹੈ, ਗੁਰੂ ਸਾਹਿਬ ਦੇ ਬਚਨ ਹੈ, ਕੂੜ ਖੁੱਟੇ ਨਾਨਕਾ ਓੜਕ ਸੱਚ ਰਹੇ, ਇਹਨੇ ਹਮੇਸ਼ਾ ਹੀ, ਭਾਵੇਂ ਇਹਨੂੰ ਸਦੀਆਂ ਤੱਕ ਦਬਾ ਕੇ ਰੱਖਿਆ ਜਾਵੇ, ਇਹਨੇ ਇੱਕ ਦਿਨ ਪੁੰਗਰ ਪੈਣਾ ਹੈ ਕਿਉਂਕਿ ਇਹਦੇ ਪਿੱਛੇ ਅਕਾਲ ਪੁਰਖ ਦੀ ਰਜ਼ਾ ਹੈ। ਪਰ ਸਵਾਲ ਇਹ ਹੈ ਵੀ ਜਿਹੜੀ ਮਾਡਰਨ ਸਟੇਟਸ ਆ, ਜਿਹੜੀਆਂ ਅੱਜ ਕੱਲ੍ਹ ਦੀਆਂ ਸਟੇਟਸ ਹੈ, ਉਹਦੇ ਨਾਲ ਵਾਰਫੇਅਰ ਕਰਨ ਵੇਲੇ ਤੁਸੀਂ
ਜਿਹੜੀ ਤੁਹਾਡੀ ਡੈਫੀਨੇਸ਼ਨ ਹੈ ਸੱਚ ਦੀ, ਉਹਨੂੰ ਤੁਸੀਂ ਅੱਗੇ ਲੈ ਕੇ ਜਾ ਪਾ ਰਹੇ ਹੋ ਕਿ ਨਹੀਂ ਜਾ ਪਾ ਰਹੇ। ਬੇਸ਼ੱਕ ਤੁਹਾਡੇ ਕੋਲ ਅੰਦਰੋਂ ਸੱਚ ਪਿਆ, ਪਰ ਜੇ ਤੁਸੀਂ ਲੋਕਾਂ ਤੱਕ ਲੈ ਕੇ ਨਹੀਂ ਜਾ ਪਾ ਰਹੇ ਤੇ ਫਿਰ ਹੁਣ ਭਾਈ ਜਟਾਣੇ ਨੂੰ ਅੱਜ ਕਿੰਨੇ ਬੰਦੇ ਜਾਣਗੇ? ਕੀ ਇਹ ਬੰਦੇ ਭਾਈ ਜਟਾਣੇ ਦੇ ਪ੍ਰਤੀ ਉਦਾਂ ਜੇ ਕੋਈ ਪ੍ਰਚਾਰ ਕਰਦਾ, ਕੋਈ ਆਰਟੀਕਲ ਲਿਖਦੇ ਹੋ ਸਕਦਾ ਸੀ? ਨਹੀਂ ਹੋ ਸਕਦਾ ਸੀ। ਸੋ ਜਿਹੜੇ ਟੂਲ ਦੇ ਨਾਲ ਹਿੰਦੁਸਤਾਨ ਦੀ ਸਟੇਟ ਨੇ ਸਾਡੇ ਮਾਸਸ ਨੂੰ ਕਰਪਟ ਕਰਨਾ ਚਾਹਿਆ ਤੇ ਕੀਤਾ ਵੀ, ਉਹੀ ਟੂਲ ਜਿੰਨੀ ਛੇਤੀ ਉਹ ਕਰਪਟ ਹੋਏ ਆ, ਉਨੀ ਛੇਤੀ ਡੀਕਰਪਟ ਕਰ ਸਕਦੇ ਉਸੇ ਟੂਲ ਦੇ ਤਰੀਕੇ ਨਾਲ। ਜਿਹੜੇ ਸਿੰਗਰਾਂ ਦੇ ਪਿੱਛੇ ਲੱਗ ਕੇ ਨੌਜਵਾਨ ਗਲਤ ਰਾਹ ਤੇ ਤੁਰ ਪਏ ਸੀ, ਉਹੀ ਇਹਨਾਂ ਨੂੰ ਸਹੀ ਰਾਹ ਤੇ ਵੀ ਲਿਆ ਸਕਦੇ। ਮਤਲਬ ਇਹ ਜਿਵੇਂ ਨਾ ਇੱਕ ਉਹ ਪਿੱਛੇ ਜੇ ਇੱਕ ਮੇਰੀ ਨਾ, ਮੈਂ ਹੁਣ ਥੋੜਾ ਰਿਸਰਚ ਤੇ ਕੰਮ ਕਰਦਾ ਸੀ, ਉਹ ਕਹਿੰਦੇ ਵੀ ਮਾਡਰਨ ਸਟੇਟਾਂ ਬਹੁਤ ਤਗੜੀਆਂ ਹੋ ਗਈਆਂ ਤੇ ਗਰੀਲਾ ਵਾਰਫੇਅਰ ਦਾ ਕੀ ਪੋਟੈਂਸ਼ੀਅਲ ਹੈ। ਸਵਾਲ ਇਹ ਨਹੀਂ ਹੈਗਾ, ਉਸ ਕਹਿੰਦੇ ਸਵਾਲ ਇਹ ਹੈ ਵੀ ਗਰੀਲਾ ਵਾਰਫੇਅਰ ਕਦੇ ਵੀ ਆਪਣੇ ਰਿਸੋਰਸਸ ਤੇ ਕੋਈ ਕੌਮ ਨਹੀਂ ਲੜਦੀ। ਉਹਦੇ ਸਾਰੇ ਰਿਸੋਰਸਸ ਹੀ ਹਕੂਮਤ ਦੇ ਵਰਤਦੀ ਹੈ। ਉਹਦੀ ਬੇਸਲਾਈਨ ਹੀ ਹੈ ਗਰੀਲਾ ਵਾਰਫੇਅਰ ਦੀ, ਵੀ ਤੁਸੀਂ ਆਪਣਾ ਕੁਛ ਨਹੀਂ ਵਰਤਣਾ ਉਹਦੇ 'ਚ। ਤੁਹਾਡੇ ਕੋਲ ਲੜਨ ਦਾ ਮਰਨ ਦਾ ਜਜ਼ਬਾ ਹੀ ਆ, ਹੋਰ ਟੂਲ ਸਾਰਾ ਕੁਝ ਤੁਸੀਂ ਉਸੇ ਸਟੇਟ ਦਾ ਵਰਤਣਾ, ਕਿਉਂਕਿ ਤੁਸੀਂ ਡਿਫਾਈਨਡ ਨਹੀਂ ਹੁੰਦੇ। ਸੋ ਇਹਦਾ ਅਰਥ ਇਹ ਹੈ ਵੀ ਜਿਹੜੇ ਇੱਕ ਦੋ ਬਹਾਨੇ ਆ ਵੀ ਸਟੇਟਾਂ ਬੜੀ ਤਗੜੀ ਹੋ ਗਈ ਜੀ, ਨਿਊਕਲੀਅਰ ਪਾਵਰ ਬਣ ਗਈ ਜੀ, ਫਲਾਣ ਹੋ ਗਿਆ ਜੀ, ਹੁਣ ਆਹ ਨਹੀਂ ਕੀਤਾ ਜਾ ਸਕਦਾ, ਇਹ ਸਾਰੀ ਗੱਲਾਂ ਇੱਥੇ ਝੂਠੀਆਂ ਪੈ ਜਾਂਦੀਆਂ। ਇਹ ਗੱਲ ਤਾਂ ਆਪਾਂ ਐਗਰੀ ਕਰਦੇ ਹਾਂ ਨਾ ਵੀ ਇਹ ਟੂਲ ਸਟੇਟ ਨੇ ਡਿਵੈਲਪ ਕੀਤਾ ਸੀ। ਕਲਾਕਾਰਾਂ ਪੰਜਾਬ 'ਚ ਇੰਨੇ ਕਲਾਕਾਰ ਪੈਦਾ ਹੋਣੇ, ਬਾਲੀਵੁੱਡ ਤੱਕ ਪੰਜਾਬੀ ਗਾਣਿਆਂ ਨੂੰ ਸਪੇਸ ਇਸ ਕਰਕੇ ਨਹੀਂ ਮਿਲੀ ਵੀ ਉੱਥੋਂ ਦੇ ਲੋਕ, ਸਾਊਥ ਇੰਡੀਆ ਦੇ ਲੋਕ ਵੈਸੇ ਹੀ ਗਾਣੇ ਪਸੰਦ ਕਰਦੇ ਸੀ, ਇਸ ਕਰਕੇ ਸਪੇਸ ਦਿੱਤੀ ਗਈ। ਪੰਜਾਬ ਤੁਸੀਂ 2000 ਤੋਂ ਲੈ ਕੇ 2010 ਤੱਕ ਦੀਆਂ ਫਿਲਮਾਂ ਦੇਖ ਲਓ, ਉਹਦੇ 'ਚ ਪੰਜਾਬੀ ਗਾਣੇ ਪਾਉਣੇ ਸ਼ੁਰੂ ਕਰਤੇ। ਪੰਜਾਬ ਦੇ ਮਤਲਬ ਉਹਨਾਂ ਨੇ ਕਾਫੀ ਰਿਪ੍ਰੈਜ਼ੈਂਟੇਸ਼ਨ ਦਿੱਤੀ ਪੰਜਾਬ ਦੇ, ਜਿਹੜੀ ਪੰਜਾਬੀ ਨੂੰ, ਹਨਾ, ਭਾਵੇਂ ਉਹ ਨੈਗੇਟਿਵ ਵੇ 'ਚ ਵੀ ਦਿੱਤੀ ਹੈ, ਸਪੇਸ ਜ਼ਰੂਰ ਦਿੱਤੀ ਉਹਨਾਂ ਨੇ। ਉਸ ਸਪੇਸ ਦੇ ਨਾਲ ਪੰਜਾਬੀ ਸਿੰਗਿੰਗ ਇੰਡਸਟਰੀ ਜਿਹੜੀ ਬਹੁਤ ਵੱਡੇ ਲੈਵਲ ਤੇ ਪ੍ਰਮੋਟ ਹੋਈ। ਹੁਣ ਉਹਦੇ ਪ੍ਰਮੋਟ ਹੋਣ ਦੇ ਕਰਕੇ ਉਹਨਾਂ ਨੂੰ ਲੱਗਾ ਸੀ ਵੀ ਹੁਣ, ਕਿਉਂਕਿ ਦੇਖੋ 2 ਕਰੋੜ 3 ਕਰੋੜ ਬੰਦੇ ਨੂੰ ਕੰਟਰੋਲ ਕਰਨਾ ਔਖਾ ਵਾ ਬਹੁਤ, ਤੁਸੀਂ ਨਹੀਂ ਕਰ ਸਕਦੇ। ਹਰ ਇੰਡੀਵਿਜੂਅਲ ਬੰਦੇ ਦੇ ਉੱਤੇ ਜਾਂ 10 ਬੰਦੇ 20 ਬੰਦੇ ਤੇ ਇੱਕ ਬੰਦਾ ਨਹੀਂ ਰਹਿ ਸਕਦਾ। ਪਰ ਇੱਕ ਸਿੰਗਰ ਜਿਹਦੀ ਮਿਲੀਅਨਸ 'ਚ ਫੋਲੋਵਿੰਗ ਹੈ, ਜਿਹਨੂੰ 50 ਮਿਲੀਅਨ ਲੋਕ ਸੁਣਦੇ, ਉਹਨੂੰ ਕੰਟਰੋਲ ਕਰਨਾ ਸੌਖਾ। ਸੋ ਸਟੇਟ ਨੇ ਆਪਣੇ ਇੱਥੇ ਮਾਸਸ ਦੇ ਵਿੱਚ ਇਹ ਕੜੀਆਂ ਜੋੜ ਲਈਆਂ, ਇਹ ਟਰਾਂਸਮੀਟਰ 'ਚ ਰੱਖ ਲਿਆ ਵੀ ਤੁਸੀਂ ਸਿੰਗਰ ਨੂੰ ਕੰਟਰੋਲ ਕਰੋ, ਇਹ ਅੱਗੇ ਸਾਰਾ ਕੁਝ ਕੰਟਰੋਲ ਹੋਊਗਾ। ਇਕੱਲੇ ਸਿੰਗਰ ਨੇ, ਐਕਟਰ, ਇਨਫਲੂਐਂਸਰਸ ਜਿਹੜੇ ਸਾਰੇ ਆ, ਉਹਨਾਂ ਨੇ ਉਹਨਾਂ ਨੂੰ ਕੰਟਰੋਲ ਕਰਨਾ ਸ਼ੁਰੂ ਕਰਤਾ। ਪਰ ਉਹਦੀ ਇੱਕ ਸਭ ਤੋਂ ਵੱਡਾ ਫਲॉज ਉਸ ਟੈਕਨੀਕ ਦੇ ਵਿੱਚ ਇਹ ਹੈ ਵੀ ਜਿਹੜਾ ਫਲੋ ਇੱਧਰ ਨੂੰ ਭੇਜ ਰਹੇ ਆ ਕਰਪਟ ਕਰਨ ਵਾਸਤੇ, ਉਹ ਡੀਕਰਪਟ ਵੀ ਉਸ ਵੇਲੇ ਹੋ ਸਕਦਾ ਜੇ ਉਹ ਵਿਚਲਾ ਕੜੀ ਟੁੱਟ ਜੇ ਉਹਨਾਂ ਦੀ, ਜਾਂ ਉਲਟੀ ਚੱਲ ਪਏ। ਸੋ ਇਹ ਥੋੜਾ ਜਿਹਾ ਜਿਹੜੇ ਬਰੀਫ ਸੀ, ਮੈਂ ਜ਼ਿਆਦਾ ਸ਼ਾਇਦ ਬੋਲ ਗਿਆ ਹਾਂ, ਪਰ ਆਪਾਂ ਹੁਣ ਥੱਲਿਓਂ ਕੋਈ ਹੋਰ ਸਪੀਕਰ ਜਾਂ ਗੱਲਬਾਤ ਕਰਨੀ ਚਾਹੁੰਦੇ ਤੇ ਆ ਸਕਦੇ ਉੱਪਰ। ਹਾਂਜੀ ਵੀਰ ਜੀ, ਜੇ ਕਿਸੇ ਨੇ ਆਪਣੀ ਗੱਲਬਾਤ ਰੱਖਣੀ ਤੇ ਪਲੀਜ਼ ਰਿਕੁਐਸਟ ਭੇਜ ਦਿਓ। ਤੇ ਬਿਲਕੁਲ ਰਾਮ ਭਾਈ, ਜਿਵੇਂ ਕਿ ਇਸ ਗਾਣੇ ਨੇ ਭਾਈ ਸਾਹਿਬ ਚੰਨੇ ਬਾਰੇ ਤੇ ਆਪਣੀ ਇਨਫੋਰਮੇਸ਼ਨ ਸਪਰੈਡ ਕੀਤੀ ਹੈ, ਉਹ ਕਿਸੇ ਵੀ ਤਰੀਕੇ ਨਾਲ ਹੋਰ ਨਹੀਂ ਹੋ ਸਕਦੀ, ਕਿਉਂਕਿ ਉਹਨਾਂ ਦੇ ਬਹੁਤ ਹੋਰ ਵੀ ਜਿਹੜੇ ਵੱਡੇ ਕਾਰਨਾਮੇ ਉਹ ਬੇਸ਼ੱਕ ਬੁੱਕਾਂ 'ਚ ਲਿਖੇ ਗਏ, ਪਰ ਉਹ ਹਜੇ ਬਹੁਤੀ ਦੁਨੀਆ ਨੂੰ ਪਤਾ ਨਹੀਂ ਹੈ। ਪਰ SYL ਦਾ ਮੁੱਦਾ ਜਿੱਦਾਂ ਕਿ ਇਸ ਵੀਰ ਨੇ ਗਾਣੇ ਦੇ ਵਿੱਚ ਰੱਖਿਆ, ਉਹ ਬਹੁਤ ਤੇਜ਼ੀ ਨਾਲ ਸਪਰੈਡ ਹੋਇਆ। ਹਾਂਜੀ ਜਸਵੰਤ ਭਾਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਸੋਹਣੀ ਗੱਲਬਾਤ ਛੋਟੇ ਵੀਰ ਅਮਰਪਾਲ ਸਿੰਘ ਕਰ ਰਹੇ ਸੀ। ਮੈਂ ਥੋੜੀ ਜਿਹੀ ਗੱਲ ਇਹਦੇ 'ਚ ਸ਼ਾਮਲ ਕਰਾਂਗਾ। ਜਿਹੜੀ ਹਿੰਸਾ ਦੀ ਗੱਲ ਚੱਲ ਰਹੀ ਸੀ ਕਿ ਹਿੰਸਾ ਜਿਹੜੀ ਜਾਇਜ਼ ਤੇ ਨਜਾਇਜ਼ ਕਿਵੇਂ ਆ, ਉਹਨਾਂ ਨੇ ਬਹੁਤ ਸੋਹਣਾ ਇਹਦੇ ਤੇ ਖੂਬਸੂਰਤ ਵਿਚਾਰ ਦਿੱਤਾ ਹੈ। ਸਟੇਟ ਨੇ ਭਾਈ ਬਲਵਿੰਦਰ ਸਿੰਘ ਜਟਾਣਾ ਨੂੰ ਆਪਣੇ ਵੱਲੋਂ ਇੱਕ ਅੱਤਵਾਦੀ ਕਿਹਾ, ਕਾਤਲ ਕਿਹਾ, ਜਾਂ ਉਹਨੂੰ ਮੁਜਰਮ ਕਿਹਾ, ਪਰ ਜਿਨ੍ਹਾਂ ਲੋਕਾਂ ਲਈ ਉਹ ਇਹ ਬਣਿਆ ਤੇ ਜਿਹੜਾ ਉਹਨੇ ਉਹ ਕਾਰਨਾਮਾ ਕੀਤਾ, ਜਿਹੜੇ SYL ਦੇ ਚੀਫ ਇੰਜੀਨੀਅਰ ਸਨ, ਹੁਣ ਆਪਾਂ ਇਹਨੂੰ ਇਹ ਦੇਖੋ ਕਿ ਜਿਹੜੀ ਉਹ ਨਹਿਰ ਨੇ ਕੁਦਰਤ ਦਾ ਦਿੱਤਾ ਹੋਇਆ, ਜਿਹੜੀ ਧਰਤੀ ਨੂੰ ਵਰਦਾਨ ਸੀ ਅਕਾਲ ਪੁਰਖ ਵੱਲੋਂ ਪਾਣੀ ਦਾ ਸਰੋਤ, ਉਹ ਖੋਹ ਕੇ ਉਹਦੇ ਤੋਂ
ਜਿਵੇਂ ਅੱਜ ਆਪਾਂ ਦੇਖ ਰਹੇ ਹਾਂ ਕਿ 20-25 ਸਾਲ ਦਾ ਪਾਣੀ ਬਕਾਇਆ ਰਹਿ ਗਿਆ, ਤੇ ਜੇ ਤੁਸੀਂ ਕਲਪਨਾ ਕਰੋ ਕਿ ਸਾਡਾ ਇਹ ਪੰਜਾਬ ਰੇਗਿਸਤਾਨ ਬਣ ਜਾਣਾ ਹੈ, ਤੇ ਕਿੰਨਾ ਜਿਹੜੀ ਜੀਵ ਜੰਤੂ ਹੈ, ਮਨੁੱਖ ਸਮੇਤ ਪਸ਼ੂ ਪੰਛੀ ਪਰਿੰਦੇ ਆ ਜਿਹੜੇ, ਉਹਨਾਂ ਦਾ ਜੀਵਨ ਖਤਰੇ 'ਚ ਪੈ ਜਾਊਗਾ। ਉਹ ਕੁਛ ਉਹਨੂੰ ਇਹ ਸਾਰੀ ਜੀਵ ਜੰਤੂ ਦਾ, ਮਨੁੱਖਾਂ ਦਾ ਜੀਵਨ ਖਤਰੇ 'ਚ ਪਾਉਣ ਵਾਲਾ ਕਿੱਡਾ ਵੱਡਾ ਜਿਹੜਾ ਉਹ ਹੈਗਾ ਹਿੰਸਕ ਹੈ, ਕਿੱਡਾ ਵੱਡਾ ਉਹ ਮੁਜਰਮ ਹੈ, ਜਿਹੜੀ ਇਹ ਬਦਨੀਤ ਹੈ ਇਹਦੇ ਪਿੱਛੇ। ਜੇ ਇਹ ਜਿਹੜੀ ਸ੍ਰਿਸ਼ਟੀ ਸਾਜੀ ਹੈ, ਧਰਤੀ ਸਾਜੀ ਹੈ, ਜਿਹੜੇ ਇਹਦੇ ਸਰੋਤ ਪਹਾੜ ਦਰਿਆਵਾਂ ਦਾ ਵਹਿਣ ਸਾਜਿਆ, ਉਹ ਤੇ ਕਰਤੇ ਨੇ ਸਾਜਿਆ ਨਾ। ਤੇ ਜ਼ਾਹਰਾ ਤੌਰ ਤੇ ਰਾਇਪੇਰੀਅਨ ਲਾ ਇਸੇ ਲਈ ਬਣਿਆ ਕਿ ਜੇ ਉਹਨਾਂ ਦੇ ਵਹਾਅ ਨਾਲ ਉਹਦੇ ਨੇੜਲੇ ਵਸਿੰਦਿਆਂ ਨੂੰ ਨੁਕਸਾਨ ਵੀ ਹੁੰਦਾ ਤੇ ਉਹਨਾਂ ਦਾ ਕੁਦਰਤੀ ਹੱਕ ਵੀ ਉਹਨਾਂ ਤੇ ਹੈ। ਪਰ ਇੰਡੀਅਨ ਸਟੇਟ ਨੇ, ਕਿਉਂਕਿ ਸਿੱਖਾਂ ਨੂੰ ਉਹ ਗੁਰਮਤਿ ਸਿਧਾਂਤ ਨੂੰ ਇੱਥੋਂ ਖਤਮ ਕਰਨਾ ਸੀ, ਇਸ ਲਈ ਉਹਨੇ ਇਹ ਜ਼ਬਰਦਸਤੀ ਆਪਦੀ ਜਿਹੜੀ ਤਾਕਤ ਦਾ ਗਲਤ ਇਸਤੇਮਾਲ ਕਰਕੇ, ਹੁਣ ਉਹ ਭਾਈ ਬਲਵਿੰਦਰ ਸਿੰਘ ਜਟਾਣਾ, ਹਰਮੀਤ ਸਿੰਘ ਭਾਵਵਾਲ, ਉਹਨਾਂ ਨੇ ਤਾਂ ਬਹੁਤ ਵੱਡਾ ਪਰਉਪਕਾਰ ਕੀਤਾ। ਜਿਵੇਂ ਅੰਮ੍ਰਿਤਪਾਲ ਨੇ ਕਿਹਾ ਕਿ ਉਹਨੇ ਆਪਣਾ ਪਰਿਵਾਰ ਵੀ ਜਿਹੜਾ ਉਹ ਦਾਅ ਤੇ ਲਾਤਾ। ਉਹਦੇ 6 ਜੀ ਜਿਹੜੇ, ਉਹਦੇ ਦਾਦੀ 80 ਸਾਲਾਂ ਤੇ ਉਹਦੀ ਜਿਹੜੀ ਇੱਕ ਭੈਣ 10-12 ਸਾਲਾਂ ਤੇ ਭਤੀਜਾ ਤੱਕ ਨੂੰ ਜਿਹੜਾ ਉਹ ਜਿੰਨੇ ਵਹਿਸ਼ੀਆਨਾ ਤਰੀਕੇ ਨਾਲ ਮਾਰਿਆ ਗਿਆ, ਤੇ ਉਹ ਸਾਰਾ ਕੁਛ ਉਹਨੇ ਭੇਟ ਕੀਤਾ। ਉਹ ਸਾਰੀ ਮਨੁੱਖਤਾ ਲਈ ਉਹ ਬਨਸਪਤੀ ਜਿਹੜੀ ਤਬਾਹ ਹੋ ਜਾਣੀ। ਮੰਨ ਲਓ ਜੇ ਕਲਪਨਾ ਕਰੋ ਰੇਗਿਸਤਾਨ ਬਣਦਾ ਸਾਡਾ ਪੰਜਾਬ, ਤੇ ਇੱਥੇ ਬਨਸਪਤੀ ਵੀ ਤਬਾਹ ਹੋ ਜਾਣੀ, ਤੇ ਉਹਨੂੰ ਖਤਮ ਕਰਨ ਵਾਲਾ ਜਿਹੜੀ ਵੀ ਸੋਚ ਹੈ ਜਾਂ ਜਿਹੜੇ ਵੀ ਉਹ ਇਨਸਾਨ ਹਾਕਮ ਨੇ, ਉਹਦੇ ਬਾਰੇ ਸਾਡੇ ਜਿਹੜੇ ਗੁਰੂ ਪਾਤਸ਼ਾਹ ਕਹਿੰਦੇ ਨਾ, ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ। ਉਹ ਦੁਸ਼ਟਾਂ ਦੀ ਬਿਰਤੀ ਚ ਆਉਂਦੇ ਨੇ, ਇਸ ਲਈ ਉਹ ਕੋਈ ਵੀ ਜਿਹੜੀ ਆ ਉਹ ਜ਼ੁਰਮ ਨਹੀਂ ਹੈ, ਕੋਈ ਵੀ ਉਹ ਹਿੰਸਾ ਨਹੀਂ ਹੈ, ਬਲਕਿ ਉਹ ਪਰਉਪਕਾਰ ਹੈ ਉਹ ਦੁਸ਼ਟ ਬਿਰਤੀਆਂ ਨੂੰ। ਸੋ ਇਸ ਲਈ ਇੱਕ ਤਾਂ ਇਹ ਚੀਜ਼ ਸਾਨੂੰ ਸਮਝਣੀ ਚਾਹੀਦੀ, ਤੇ ਸਾਨੂੰ ਇਹ ਸਾਡੇ ਗੁਰੂ ਸਾਹਿਬ ਜੋ ਅਕਾਲ ਪੁਰਖ ਦਾ ਰੂਪ ਜੋ ਰੱਬ ਸੀ ਉਹਨਾਂ ਨੇ ਦਿੱਤੀ ਹੈ, ਤੇ ਉਹ ਮਨੁੱਖ ਨੂੰ ਸਾਜਣ ਵਾਲੇ ਹੈ। ਇਸ ਕਰਕੇ ਜਿਹੜਾ ਖਾਲਸੇ ਨੇ ਇਨਸਾਫ ਕਰਨਾ ਹੈ, ਇੱਕ ਚੀਜ਼ ਉਹਨਾਂ ਨੇ ਇਹ ਵੀ ਮੁੱਢ 'ਚ ਬਹੁਤ ਪਿਆਰੀ ਕਹੀ ਸੀ ਕਿ ਇਹ ਡਿਫੈਂਸ ਤੇ ਅਫੈਂਸ ਦੀ ਵੀ ਇੱਕ ਦਿਨ ਗੱਲ ਚੱਲਦੀ ਸੀ, ਮੈਂ ਵੀ ਆਪਣਾ ਉੱਥੇ ਵਿਚਾਰ ਦਿੱਤਾ ਸੀ। ਨਹੀਂ, ਇਹ ਜ਼ਿੰਮੇਵਾਰੀ ਹੈ। ਇਹ ਜੇ ਤੁਸੀਂ ਗੁਰਬਾਣੀ ਤੋਂ ਪ੍ਰੇਰਨਾ ਲਓਗੇ, ਦਸਮ ਗ੍ਰੰਥ ਤੋਂ ਪ੍ਰੇਰਨਾ ਲਓਗੇ, ਤਾਂ ਉਹੀ ਹੈ, ਧੰਨ ਜੀ ਉਹ ਤਿਹ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰਾ। ਉਹ ਜਿਹੜਾ ਜੁੱਧ ਹੈ ਨਾ, ਉਹ ਤੁਹਾਡੇ ਜੀਵਨ ਕਿਰਿਆ ਦਾ ਹਿੱਸਾ ਹੈ, ਤੁਹਾਡੇ ਨਿੱਤ ਕਿਰਿਆ ਦਾ ਹਿੱਸਾ ਹੈ। ਉਹ ਚੀਜ਼ ਪਰਉਪਕਾਰ ਵਾਸਤੇ ਹਰ ਵੇਲੇ ਤਿਆਰ ਰਹਿਣਾ। ਜਿੱਥੇ ਉਹ ਕੁਦਰਤ ਦੇ ਸਿਧਾਂਤ ਦੀ ਉਲੰਘਣਾ ਹੋ ਰਹੀ ਹੈ, ਜਿੱਥੇ ਦੁਸ਼ਟ ਬਿਰਤੀ ਦੂਜੇ ਕਿਸੇ ਵੀ ਉਹਨੂੰ ਪ੍ਰਭਾਵਿਤ ਕਰ ਰਹੀ ਹੈ। ਸੋ ਇਹ ਨੌਜਵਾਨ ਦੀ ਗੱਲ ਚੱਲ ਰਹੀ ਸੀ। ਉਹ ਜਿਹੜਾ ਗੀਤ ਹੈ ਉਹਦੇ ਵਿੱਚ ਕੀ ਹੈ ਕਿ ਪੰਜਾਬ ਵਸਦਾ ਗੁਰਾਂ ਤੇ ਨਾਂ ਤੇ ਜੋ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ, ਮੈਂ ਇਹਦੇ ਵਰਤਾਰੇ 'ਚ ਇੱਕ ਛੋਟਾ ਜਿਹਾ ਆਪਣਾ ਅਨੁਭਵ ਸਾਂਝਾ ਕਰਦਾ। ਮੈਂ ਜੋ ਅਕਸਰ ਹੀ ਇਹ ਨੌਜਵਾਨ ਦੇ ਇਹ ਸਦਮੇ ਭਰੀ ਮੌਤ ਤੋਂ ਬਾਅਦ ਸਾਂਝਾ ਕੀਤਾ ਕਿ ਮੇਰਾ ਬੱਚਾ ਵੀ ਤੇ ਸਾਡੇ ਪਰਿਵਾਰ ਦੇ ਹੋਰ ਛੋਟੇ ਬੱਚੇ ਵੀ ਉਹ ਇਹਦੇ ਤੋਂ ਬੜੇ ਪ੍ਰਭਾਵਿਤ ਸੀ। ਤੇ ਮੈਂ ਸੱਚੀ ਗੱਲ ਹੈ ਕਿ ਮੈਂ ਕੋਈ ਗਾਣਾ ਸੁਣਿਆ ਨਹੀਂ, ਜਿਵੇਂ ਇੱਕ ਪਰਸੈਪਸ਼ਨ ਬਣ ਜਾਂਦੀ ਹੈ, ਜਾਂ ਵੈਸੇ ਵੀ ਜਿਹੜੇ ਨਵੇਂ ਜਿਹੇ ਗਾਇਕ ਹੈ, ਬਹੁਤ ਸਾਲਾਂ ਤੋਂ ਮੈਂ ਕਦੇ ਕਿਸੇ ਦਾ ਗੀਤ ਨਹੀਂ ਸੁਣਿਆ, ਕਿਉਂਕਿ ਉਹ ਲੱਗ ਜਾਂਦਾ ਹੈ ਕਿ ਕੋਈ ਪਾਇਦਾਰ ਗੱਲ ਜ਼ਿੰਦਗੀ ਵਾਲੀ ਉਹਨਾਂ ਕੋਲੇ ਹੈ ਨਹੀਂ। ਤਾਂ ਉਹ ਮੈਂ ਸੁਭਾਵਿਕ ਰੂਪ 'ਚ, ਬਲਕਿ ਮੈਂ ਇੱਕ ਵਾਰ ਅਬਜੈਕਟ ਵੀ ਕੀਤਾ ਸਾਡੇ 14 ਸਾਲ ਦੇ ਬੱਚੇ ਛੋਟੇ ਦੇ, ਵੀ ਯਾਰ ਇਹ ਗਲਤ ਹੋ ਰਿਹਾ। ਪਰ ਜਿਵੇਂ ਹੀ ਉਹਦਾ ਸਦਮਾ ਵਾਪਰਿਆ ਇਹ ਨੌਜਵਾਨ ਬੱਚੇ ਦਾ, ਖਾਸ ਕਰਕੇ ਉਹਦਾ ਪਤਾ ਲੱਗ ਗਿਆ ਸੀ, ਉਹਦੀਆਂ ਇੰਟਰਵਿਊਜ਼ ਵਗੈਰਾ ਸੀ, ਤਾਂ ਇੱਕਦਮ ਹੀ ਇਹ ਚੀਜ਼ ਨੂੰ ਸਾਡੇ ਹਿਰਦੇ 'ਚ ਸੱਟ ਵੱਜੀ। ਤੇ ਸੁਰਤ ਨੇ ਕਿਹਾ ਕਿ ਸਟੇਟ ਨੇ ਕਤਲ ਕੀਤਾ। ਉਦੋਂ ਬੈਠਿਆਂ ਸਾਰ ਜਦੋਂ ਇਹ ਖਬਰ ਸੁਣੀ, ਇਹ ਇਤਫਾਕ ਨਾਲ ਮੈਂ ਅੰਮ੍ਰਿਤਪਾਲ ਕੋਲ ਹੀ ਬੈਠਾ ਸੀਗਾ, ਇਹ ਅਟੈਕ ਦੀ ਖਬਰ ਆਈ ਤੇ ਝੱਬਦੇ ਹੀ ਮੌਤ ਦੀ ਖਬਰ ਆ ਗਈ, ਤੇ ਇੱਕਦਮ ਸੁਰਤ ਨੇ ਬਿਨਾਂ ਕੋਈ ਸੋਚੇ ਵਿਚਾਰੇ ਕਿਹਾ ਕਿ ਇਹ ਕਤਲ ਸਟੇਟ ਨੇ ਕੀਤਾ। ਬਲਕਿ ਉਹਦੀ ਮੱਕੜ ਨਾਲ ਜਿਹੜੀ ਇੰਟਰਵਿਊ ਉਹ ਵੀ ਅਸੀਂ ਬਾਅਦ 'ਚ ਸੁਣਦੇ ਹਾਂ, ਉਹ ਸਾਹਮਣੇ ਬਾਅਦ 'ਚ ਆਉਂਦੀ ਹੈ, ਮੈਂ ਨਹੀਂ ਸੀ ਸੁਣੀ, ਪਰ ਉਹ ਲੱਗ ਗਿਆ ਸੀ ਉਹਦੀਆਂ ਕੁਛ ਚੀਜ਼ਾਂ ਤੋਂ ਨਾ, ਜਿਹੜੀਆਂ ਕੁਛ ਗੱਲਾਂ ਤੋਂ। ਉਹਦਾ ਹੁਣ ਵਰਤਾਰਾ ਕੀ ਹੋਇਆ? ਦੀਪ ਸਿੱਧੂ ਨੇ ਜਿਹੜੇ ਵਰਤਾਰਿਆਂ ਦੀ ਗੱਲ ਕੀਤੀ ਸੀ, ਕਿਉਂਕਿ ਕਾਫੀ ਸਾਰਾ ਸਰੋਤਾ ਜਦ ਜੁੜੇ ਆ, ਉਹ ਆਹੀ ਵਰਤਾਰੇ ਹੁੰਦੇ ਆ। ਦੇਖੋ, ਹਰੇ ਸੇਬ ਨੇ ਵੀ ਲਾਲ ਨਹੀਂ ਬਣਨਾ। ਜੇ ਅਸੀਂ ਕਵਾਂਗੇ, ਇਹ ਜਿੱਦ ਕਰਾਂਗੇ ਨਾ ਕਿ ਕਰਾਮਾਤ ਇਹ ਕਰਕੇ ਵਿਖਾਵੇ ਰੱਬ ਕਿ ਹਰਾ ਸੇਬ ਲਾਲ ਸੇਬ ਬਣ ਜੇ, ਨਹੀਂ, ਇਹ ਉਹਦੀ ਰਜਾ 'ਚ ਹੈ, ਇਹ ਉਹਦੇ ਹੁਕਮ 'ਚ ਹੈ, ਇਹ ਤਾਂ ਉਹਦੇ ਮਰਜ਼ਾਦਾ ਦੀ ਉਲੰਘਣਾ ਹੈ ਜੇ ਅਸੀਂ ਇਸ ਤਰ੍ਹਾਂ ਦੀ ਜਿੱਦ ਕਰਾਂਗੇ। ਵਰਤਾਰੇ ਹੁੰਦੇ ਆ ਕਿ ਇੱਕ ਐਸੀ ਵਿਉਂਤ ਦੇ ਵਿੱਚ ਐਸੀ ਕਰਾਮਾਤ ਵਾਪਰਦੀ ਹੈ ਜਿਹੜੀ ਸਾਡੇ ਚਿੱਤ ਚੇਤੇ ਉਮੀਦ 'ਚ ਹੀ ਨਹੀਂ ਹੁੰਦੀ। ਮੈਂ ਉਹ ਸਾਡੇ ਟੋਕਿਆ ਵੀ ਸਾਡੇ ਬੱਚਿਆਂ ਨੂੰ ਇੱਕ ਵਾਰੀ ਕਿ ਯਾਰ ਤੁਸੀਂ ਇਹਨੂੰ ਨਾ ਸੁਣਿਆ ਕਰੋ, ਪਰ ਜਦੋਂ ਹੀ ਮੇਰਾ ਉਹਨਾਂ ਨਾਲ ਡਾਇਲਾਗ ਹੋਇਆ ਤੇ ਮੈਂ ਸਿਰਫ ਸੰਕੇਤ ਦਿੱਤਾ ਮੇਰੇ ਛੋਟੇ ਭਰਾ ਦੇ ਬੱਚਿਆਂ ਨੂੰ, 14 ਸਾਲ ਦੇ ਲਗਭਗ ਉਮਰ ਨੇ,
ਬਈ ਉਹ ਜਿਹੜਾ ਨੌਜਵਾਨ ਹੈ ਸ਼ੁਭਦੀਪ ਸਿੱਧੂ, ਉਹ ਸਟੇਟ ਦੇ ਨਾਲ ਕੰਸਰਨਡ ਹੋ ਗਿਆ, ਸੌਰੀ ਸਾਡੀ ਨੇਸ਼ਨ ਨਾਲ, ਸਾਡੀ ਕੌਮ ਦੇ ਨਾਲ ਉਹਦੇ ਕੰਸਰਨ ਜੁੜਦੇ ਸੀ। ਤੇ ਉਹਨਾਂ ਦਾ ਚੈਟ ਦੇ ਉੱਤੇ 2-4 ਫਿਕਰਿਆਂ ਤੋਂ ਬਾਅਦ ਇਹ ਜਵਾਬ ਸੀ, ਸੋ ਦੈਟਸ ਵਾਈ ਦੇ ਕਿਲਡ ਹਿਮ। ਸੋ ਇਹ ਜਿਹੜੇ ਬੱਚੇ ਹੈ ਜਿਹੜੇ ਉਹਦੇ ਤੋਂ ਪ੍ਰਭਾਵਿਤ ਸੀ, ਜਿਨ੍ਹਾਂ ਨੂੰ ਅਸੀਂ ਸਾਡੇ ਲੱਖਾਂ ਪ੍ਰਚਾਰਕ ਉਹ ਗੱਲ ਸਾਡੀ ਕੌਮ ਨੂੰ ਨਹੀਂ ਸਮਝਾ ਸਕਦੇ ਸੀ, ਜਿਹੜੀ ਉਹਦੀ ਸਦਮੇ ਭਰੇ ਵਿਛੋੜੇ ਨੇ। ਤੇ ਉਸ ਤੋਂ ਬਾਅਦ ਉਹਦਾ ਜਿਹੜਾ ਕੌਮੀ ਪੱਖ ਹੈ ਜਿਹੜਾ ਸਾਹਮਣੇ ਆਇਆ, ਉਹਨੇ ਉਹ ਪ੍ਰਚਾਰ ਕੀਤਾ। ਇੱਕ ਤਾਂ ਇਹ ਵਰਤਾਰਾ ਹੈ। ਦੂਜੀ ਗੱਲ, ਉਹ ਇੱਧਰ ਆਇਆ ਕਿਵੇਂ? ਕਿਉਂਕਿ ਉਹਦੇ ਮੂਲ ਚ ਪਈਆਂ ਸੀ ਉਹ ਚੀਜ਼ਾਂ, ਜਿਹੜਾ ਬੀਜ ਰੂਪ ਹੁੰਦੀ ਹੈ ਨਾ ਜਿਹੜੀ ਚੀਜ਼, ਜਦੋਂ ਬੀਜ ਰੂਪ ਪਿਆ ਨਾ, ਬੀਜ ਤੁਸੀਂ ਵੇਖੋ ਪੰਜਾਬ ਦੇ ਵਿੱਚ ਇਹ ਚੀਜ਼ਾਂ ਵੇਖਿਓ। ਪਿਛਲੇ ਦਿਨ ਮੇਰੀ ਇੱਕ ਨੌਜਵਾਨ ਨਾਲ ਗੱਲ ਹੋ ਰਹੀ ਸੀ, ਕਿੰਨੇ ਸਾਲਾਂ ਦਾ ਝੋਨਾ ਲੱਗਦਾ ਹੈ ਤੇ ਐਤਕੀ ਉਹਨਾਂ ਨੇ ਨਰਮਾ ਬੀਜਿਆ ਤੇ ਐਟਸੈਟ ਨਾਲ ਦੀ ਨਾਲ ਉੱਗਿਆ। ਜਿਹੜਾ ਕੁਦਰਤ ਦੇ ਨਿਯਮ ਦੇ ਵਿੱਚ ਜਿਹੜੇ ਬਹੁਤ ਸਾਰੇ ਨਦੀਨ ਨੇ, ਬਹੁਤ ਸਾਰੀਆਂ ਫਸਲਾਂ ਦੇ ਬੀਜ ਹੈ, ਉਹ ਧਰਤੀ ਦੇ ਵਿੱਚ ਸਲਾਮਤ ਰਹਿੰਦੇ ਆ। ਬਲਕਿ ਜੇ ਅਸੀਂ ਜਿਹੜੇ ਅਨਾਜ ਅਸੀਂ ਪੈਦਾ ਕਰਦੇ ਹਾਂ, ਉਹਦਾ ਜੇ ਬੀਜ ਅਸੀਂ ਕੁਰਤਾ ਬੀਜ ਕੇ ਉਹ ਖਰਾਬ ਹੋ ਜਾਂਦਾ, ਗਲ ਜਾਂਦਾ ਹੈ। ਸੋ ਇਹ ਜਿਹੜਾ ਨੌਜਵਾਨ ਦਾ ਇਸ ਆਪਦੀ ਧਰਤੀ ਨਾਲ, ਆਪਦੇ ਲੋਕਾਂ ਦੇ ਨਾਲ, ਆਪਦੇ ਹਿੱਤਾਂ ਦੇ ਨਾਲ ਤੇ ਮੂਲ ਰੂਪ ਚ ਉਸ ਸਿਧਾਂਤ ਨਾਲ ਜੁੜਨਾ, ਜਿਹੜੀ ਗੱਲ ਉਹਨੇ ਬਹੁਤ ਸਪਸ਼ਟਤਾ ਨਾਲ ਕੀਤੀ ਹੈ, ਜੋ ਮਹਾਪੁਰਸ਼ ਕਰਦੇ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ, ਉਹਦੀ ਚੇਤਨਾ ਦੇ ਅੰਦਰ ਉਹਦੇ ਇੱਕ ਅਵਚੇਤਨ ਚ ਉਹ ਚੀਜ਼ ਸਮਾਈ ਹੋਈ ਸੀ। ਤੇ ਖਾਸ ਕਰਕੇ ਉਹਦੇ ਖਾਨਦਾਨ ਚ ਵੀ ਇਹ ਚੀਜ਼ ਸੀ। ਇਹ ਵੀ ਤੁਹਾਨੂੰ ਚੀਜ਼ਾਂ ਵੱਲ ਧਿਆਨ ਦੇਣਾ ਪਏਗਾ ਕਿ ਉਹਦੇ, ਮੈਂ ਇੱਕ ਦਿਨ ਇੱਕ ਐਪੀਸੋਡ ਸੁਣ ਰਿਹਾ ਸੀ, ਉਹਦੇ ਦਾਦਾ ਜੀ ਵੀ ਹੈ ਜਿਹੜੇ, ਉਹ ਵੀ ਰਵਾਇਲਰੀ ਬੰਦੇ ਸੀਗੇ, ਬੜੇ ਜੁਰਤ ਵਾਲੇ ਬੰਦੇ ਸੀ। ਸੋ ਇਸ ਲਈ ਇਹੀ ਉਹ ਕਰਾਮਾਤਾਂ ਨੇ, ਇਹੀ ਉਹ ਪ੍ਰੋਫੈਸਰ ਪੂਰਨ ਸਿੰਘ ਦੇ ਬਚਨ ਹੈ ਕਿ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ। ਤੇ ਇਹ ਜਿਹੜੇ ਸਾਹਮਣੇ ਵਾਲਾ ਪੇਪਰ ਹੈ, ਇਹ ਜੋ ਮਰਜ਼ੀ ਇਹ ਸੱਤਾ ਦੇ ਜਿਹੜੀਆਂ ਨਾ ਤਾਕਤਾਂ ਨਾਲ ਜੋ ਮਰਜ਼ੀ ਕਰੀ ਤੁਰਿਆ ਜਾਵੇ, ਸਾਨੂੰ ਦ੍ਰਿੜ ਨਿਸ਼ਚੈ ਬਣਾ ਕੇ ਚੱਲਣਾ ਚਾਹੀਦਾ ਕਿ ਸਾਡਾ ਗੁਰੂ ਸਾਡੇ ਵੱਲ ਹੈ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ। ਤੇ ਉਹਦੇ ਤੇ ਸਾਨੂੰ ਇਹ ਭਰੋਸਾ ਰੱਖ ਕੇ ਚੱਲਣਾ ਚਾਹੀਦਾ ਕਿ ਜਦੋਂ ਉਹਦੀ ਮੌਜ ਹੋਊਗੀ, ਜਦੋਂ ਉਹਦੀ ਰਜਾ ਹੋਊਗੀ, ਉਦੋਂ ਫਿਰ 40-45 ਸ਼ੇਰ ਦਾ ਜਿਹੜਾ ਬਚਿੱਤਰ ਸਿੰਘ ਹੈ ਨਾ, ਉਹ ਹੰਕਾਰੀ ਹੋਈ ਹਕੂਮਤ ਦੇ ਹਾਥੀ ਦਾ ਮੱਥਾ ਫੁੰਡ ਦਊਗਾ। ਸੋ ਮੈਂ ਇੰਨੀ ਕੀ ਗੱਲ ਕਹਾਂ, ਕਿਉਂਕਿ ਬਹੁਤ ਸਾਰੇ ਹੋਰ ਵੀ ਸਪੀਕਰ ਹੋਣਗੇ। ਸੋ ਬਹੁਤ ਚੰਗਾ ਲੱਗਿਆ, ਔਰ ਇਹ ਸਾਨੂੰ ਇਹ ਭਰੋਸੇ ਨੂੰ, ਆਪਦੀ ਦ੍ਰਿੜਤਾ ਨੂੰ ਗੁਰੂ ਪਾਤਸ਼ਾਹ ਨਾਲ ਤੁਸੀਂ ਆਪਣੀਆਂ ਸੁਰਤਾਂ ਨੂੰ ਜੋੜ ਕੇ ਇੰਨਾ ਪ੍ਰਪੱਕ ਨਿਸ਼ਚਾ ਬਣਾ ਲਓ ਕਿ ਇਹ ਦੂਜੀ ਗੱਲ ਜਿਹੜਾ ਇੱਕ ਇਹ ਵਰਤਾਂਤ ਸਿਰਜ ਦਿੱਤਾ ਗਿਆ, ਨੁਕਸਾਨ ਮੌਤਾਂ ਨਹੀਂ, ਮੌਤ ਦਾ ਜਿਹੜਾ ਉਹਦਾ ਸਮਝੋ ਕਿ ਜੀਵਨ ਦੇ ਸਾਡੇ ਅਰਥ ਕੀ ਹੈ, ਸਾਡੇ ਜੀਵਨ ਦਾ ਸਿਧਾਂਤ ਕੀ ਹੈ, ਸਾਡੀ ਸੁਰਤ ਬਿਰਤੀ ਕਿਸ ਪੱਧਰ ਤੇ ਉੱਠ ਕੇ ਜਿਉਂ ਰਹੇ ਹਾਂ ਅਸੀਂ ਇਹ ਜੀਵਨ ਨੂੰ। ਕੀ ਅਸੀਂ ਪਦਾਰਥ ਦੀ ਲਾਲਸਾ ਦੇ ਵਿੱਚ ਤੇ ਹਰ ਵੇਲੇ ਮੌਤ ਤੇ ਸਹਿਮ ਤੇ ਨੁਕਸਾਨ ਤੇ ਖਤਰਿਆਂ ਦੇ ਸਾਏ ਹੇਠ ਸਹਿਮ ਕੇ ਜਿਉਣੇ ਆ, ਜਾਂ ਅਸੀਂ ਇੰਨਾ ਬੇਬਾਕ, ਇੰਨਾ ਦਬੰਗ, ਇੰਨਾ ਬੇਖੌਫ ਹੋ ਕੇ ਜਿਉਣੇ ਆ ਕਿ ਇਹ ਜਿਹੜੀ ਜੀਵਨ ਹਰ ਬਿਨ ਕੋਈ ਮਾਰ ਜਵਾਲ ਨਾ ਸਕੈ ਰੇ ਮਨ ਨੇਚੰਦ ਨਿਸਲ ਹੋਈ ਰਹੀ ਹੈ। ਪਰ ਜਿਵੇਂ ਉਹ ਕਿਸੇ ਨੇ ਕਿਹਾ ਕਿ ਇਹ ਜਾਂ ਤੋਂ ਆਨੀ ਜਾਨੀ ਹੈ, ਇਸ ਜਾਂ ਕੀ ਤੋਂ ਕੋਈ ਬਾਤ ਨਹੀਂ, ਜਿਸ ਧੱਜ ਸੇ ਕੋਈ ਮਕਤਲ में गया वो शान सलामत रहती है। ਕਿ ਅੱਜ ਉਹ ਸ਼ੁਭਦੀਪ ਸਿੰਘ ਦੀ ਮੌਤ ਦਾ ਜ਼ਰੀਆ ਸਾਧਨ ਜੋ ਮਰਜ਼ੀ ਬਣਿਆ ਹੋਵੇ, ਪਰ ਉਹ ਮੁੰਡਾ ਸਾਡੇ ਚੇਤਿਆਂ ਦੇ ਵਿੱਚ, ਸਾਡੀਆਂ ਪੀੜ੍ਹੀਆਂ ਤੇ ਨਸਲਾਂ ਦੀ ਸੁਰਤ ਵਿੱਚ ਉਹ ਵਸ ਗਿਆ। ਉਹਨੂੰ ਖੇਤ ਕੰਮ ਕਰਦਿਆਂ ਬਿਜਲੀ ਵੀ ਲੱਗ ਸਕਦੀ ਸੀ, ਉਹਦੇ ਕੋਈ ਜ਼ਹਿਰੀਲਾ ਸੱਪ ਲੜ ਕੇ ਵੀ ਮੌਤ ਹੋ ਸਕਦੀ ਸੀ, ਕਾਰਨ ਕੋਈ ਵੀ ਬਣ ਸਕਦਾ ਸੀ। ਸੋ ਇਸ ਲਈ ਉਹ ਮੌਤ ਜਿਹੜੀ ਹੈ, ਉਹ ਕਰਮਾਂ ਵਾਲੀ ਮੌਤ ਜਿਹੜੀ ਸਾਡੇ ਲੋਕਾਂ ਲਈ ਇਸ ਜੀਵਨ ਦਾ ਜਿਹੜਾ ਖਾਤਮਾ ਹੋਣਾ ਜਾਂ ਪੂਰਾ ਹੋਣਾ, ਜੇ ਉਹ ਪਰਉਪਕਾਰ ਲਈ ਸਾਨੂੰ ਆਉਂਦੀ ਹੈ ਤੇ ਸਾਨੂੰ ਸੁਭਾਗ ਸਮਝਣਾ ਚਾਹੀਦਾ, ਜਿਵੇਂ ਖਾਲੜਾ ਜੀ ਨੇ ਕਿਹਾ। ਬਹੁਤ ਧੰਨਵਾਦ ਜੀ। ਆਪਾਂ ਦੂਜਿਆਂ ਨੂੰ ਸੁਣੀਏ। ਹਾਂਜੀ, ਬਹੁਤ ਬਹੁਤ ਧੰਨਵਾਦ ਜਸਵੰਤ ਭਾਈ ਜੀ। ਅਮਰਪਾਲ ਸਿੰਘ ਜੀ, ਇੱਕ ਪਿੱਛੇ ਵੀਰ ਦਾ ਮੈਸੇਜ ਆਇਆ ਕੁਐਸਚਨ ਹੈ ਤੁਹਾਡੇ ਲਈ। ਉਹ ਕਹਿ ਰਹੇ ਨੇ ਵੀ ਜਿਹੜਾ ਹਰਿਆਣਾ, ਜਿਹੜੇ ਲੋਕ ਕਹਿ ਰਹੇ ਨੇ ਵੀ ਹਰਿਆਣਾ ਇੱਕ ਛੋਟਾ ਭਰਾ ਹੈ ਸਾਡਾ ਤੇ ਉਸਨੂੰ ਪਾਣੀ ਦਾ ਹੱਕ ਦਿੱਤਾ ਜਾਣਾ ਚਾਹੀਦਾ ਹੈ, ਉਸ ਉੱਤੇ ਕੋਈ ਬਿਆਨ ਆਪ ਜੀ ਦਿਓ ਪਲੀਜ਼। ਹਾਂਜੀ, ਦੇਖੋ, ਛੋਟਾ ਭਰਾ ਹਰਿਆਣਾ, ਇਹ ਕਿਹਨੇ ਡਿਫਾਈਨ ਕਰ ਦਿੱਤਾ ਵੀ ਹਰਿਆਣਾ ਛੋਟਾ ਭਰਾ ਹੈ? ਮੈਂ ਪਹਿਲੀ ਗੱਲ ਤੇ ਇਹ ਗੱਲ ਕਹਿਣਾ ਵੀ ਹਰਿਆਣੇ ਦੇ ਲੋਕ ਤੇ ਆਪ ਚਾਹੁੰਦੇ ਨੇ ਜਾਟ ਭਾਈਚਾਰਾ ਹਰਿਆਣੇ 'ਚ ਬਹੁਤ ਵੱਡੇ ਪੱਧਰ ਤੇ ਸਿੱਖੀ ਵੱਲ ਆ ਰਿਹਾ। ਉਹਨਾਂ ਦੇ ਨਾਲ ਸਟੇਟ ਨੇ ਜੋ ਕੁਛ ਕੀਤਾ, ਹਰਿਆਣੇ ਦੇ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ ਵੀ ਜਿਹੜਾ ਪੰਜਾਬ ਯੂਨਾਈਟਿਡ ਪੰਜਾਬ ਸੀ, ਉਹ ਇਹਨਾਂ ਰਹਿ ਕੇ ਉਹਨਾਂ ਦਾ ਫਾਇਦਾ ਹੈ ਕਿ ਜਾਂ ਇੱਕ ਕਰਪਟ ਤੇ ਇੱਕ ਮਤਲਬ
ਜੈਨੋਸਾਈਡਲ ਜਿਹੜੀ ਸਟੇਟ ਹੈ ਇੰਡੀਆ ਦੀ, ਉਹਦੇ ਨਾਲ ਰਹਿ ਕੇ ਫਾਇਦਾ ਹੈ। ਸੋ ਹਰਿਆਣੇ ਦੇ ਲੋਕਾਂ ਨੂੰ ਇਹ ਆ ਵੀ ਪਾਣੀ ਤੁਸੀਂ ਆਉਣਾ ਆਓ, ਪਰ ਉਹ ਜੇ ਤੁਸੀਂ ਪੰਜਾਬ 'ਚ ਆ ਜਾਓਗੇ ਤਾਂ ਪਾਣੀ ਦਾ ਹਿੱਸਾ ਮਿਲ ਸਕਦਾ। ਉਹਦਾ ਕਾਰਨ ਇਹ ਹੈ ਵੀ ਜਦੋਂ ਪੰਜਾਬ ਇੱਕ ਇਕੱਲੀ ਸੋਵਰਨ ਸਟੇਟ ਹੋਊਗੀ, ਨੇਸ਼ਨ ਹੋਊਗਾ, ਉਹਦੇ 'ਚ ਫਿਰ ਜੇ ਸਾਨੂੰ ਲੋੜ ਪਊਗੀ ਕਿਸੇ ਇੱਕ ਪਾਸੇ ਫਸਲ ਬੀਜਣ ਦੀ, ਹਰਿਆਣੇ ਵੱਲ ਖੇਤੀ ਅਸੀਂ ਘੱਟ ਕਰ ਸਕਦੇ ਹਾਂ ਕਿਉਂਕਿ ਉੱਧਰ ਰਿਪੇਰੀਅਨ ਮੁਤਾਬਕ ਜਿਹੜੀਆਂ ਨਹਿਰਾਂ ਦਾ ਕੁਦਰਤੀ ਵਹਾਅ ਨਹੀਂ ਹੈਗਾ, ਜਿੱਧਰ ਹੈਗਾ ਉੱਧਰ ਅਸੀਂ ਖੇਤੀ ਵੱਧ ਕਰ ਸਕਦੇ ਹਾਂ। ਸੋ ਅਸੀਂ ਉਹ ਹਰ ਤਰੀਕੇ ਦਾ ਜਿਹੜਾ ਵਾ ਉਹਨੂੰ ਕਰ ਸਕਦੇ ਹਾਂ ਮਸਲਾ ਹੱਲ। ਪਰ ਜਿਹੜੀ ਇਹ ਗੱਲ ਕਹਿਣੀ ਵੀ ਹਰਿਆਣਾ ਛੋਟਾ ਭਰਾ ਹੈ, ਤੇ ਉਹਨੂੰ ਕਹੋ ਵੀ ਜੇ ਛੋਟਾ ਭਰਾ ਹਰਿਆਣਾ ਤੇ ਫਿਰ ਵੱਡੇ ਭਰਾ ਦੀ ਮੰਨ ਲਿਆ ਵੀ ਸਾਡੇ ਕੋਲ ਪਾਣੀ ਹੈ ਨਹੀਂ। ਵੱਡੇ ਭਰਾ ਦੀ ਮੰਨਣੀ ਚਾਹੀਦੀ ਹੈ ਕਿ ਨਹੀਂ ਮੰਨਣੀ ਚਾਹੀਦੀ, ਇਹ ਤੁਸੀਂ ਦੱਸੋ। ਵੀ ਇੱਕ ਛੋਟੇ ਭਰਾ ਹੋਣ ਦੇ ਨਾਤੇ ਇਹ ਫਰਜ਼ ਹੈ ਵੀ ਜੇ ਵੱਡਾ ਭਰਾ ਕਹਿ ਰਿਹਾ ਕੋਈ ਗੱਲ ਤੇ ਉਹ ਤਾਂ ਹੀ ਕਹਿ ਰਿਹਾ, ਨਹੀਂ ਤੇ ਵੱਡੇ ਭਰਾ ਤੇ ਛੋਟੇ ਭਰਾਵਾਂ ਤੇ ਜਾਨ ਦੇਣ ਨੂੰ ਜਾਂਦੇ ਆ। ਪਰ ਜੇ ਹੁਣ ਕਹਿ ਰਹੇ ਆ ਵੀ ਸਾਡੇ ਕੋਲ ਪਾਣੀ ਹੈ ਨਹੀਂ, ਹੁਣ ਰਾਜਸਥਾਨ ਤੇ ਭਰਾ ਨਹੀਂ ਨਾ ਹੈਗਾ, ਉਹਨੂੰ ਵੀ ਪਾਣੀ ਜਾ ਰਿਹਾ। ਦਿੱਲੀ ਸਾਡੀ ਛੋਟੀ ਭੈਣ ਨਹੀਂ ਹੈਗੀ, ਉਹਨੂੰ ਕਾਹਤੋਂ ਪਾਣੀ ਜਾ ਰਿਹਾ। ਸੋ ਗੱਲ ਇਹ ਹੈ ਵੀ ਹਿਮਾਚਲ ਨੂੰ ਮੰਨਣਾ ਚਾਹੀਦਾ ਵੀ ਸਾਡਾ ਪੰਜਾਬ ਵੱਡਾ ਭਰਾ ਹੈ ਤੇ ਹਿਮਾਚਲ ਦੇ ਵਿੱਚ ਤੇ ਖੇਤੀਬਾੜੀ ਘੱਟ ਹੁੰਦੀ ਹੈ, ਤੇ ਹਿਮਾਚਲ ਆਪਣਾ ਬਿਲਕੁਲ ਪਾਣੀ ਨਾ ਰੱਖੇ ਤੇ ਸਾਨੂੰ ਸਾਰਾ ਹੀ ਦੇ ਦੇਵੇ। ਮਤਲਬ ਇਹ ਪੰਜਾਬ ਜਦੋਂ ਲੈਣਾ ਹੋਵੇ ਪੰਜਾਬ ਕੋਲੋਂ ਕੁਛ, ਤੇ ਫਿਰ ਪੰਜਾਬ ਵੱਡਾ ਭਰਾ ਹੈ। ਤੇ ਜਦੋਂ ਟੈਂਕ ਚੜ੍ਹ ਕੇ ਆਏ ਸੀ ਵੱਡੇ ਭਰਾ ਦੇ ਉੱਤੇ, ਹਰਿਆਣੇ ਥਾਣੀ ਲੰਘ ਕੇ ਆਏ ਸੀ ਨਾ, ਉਦੋਂ ਵੱਡੇ ਭਰਾ ਦੇ ਰਾਹ 'ਚ ਜਿਹੜੇ ਆ ਰਹੇ ਟੈਂਕਾਂ ਨੂੰ ਰੋਕਣਾ ਕਿਹਨੇ ਸੀ? ਕੋਈ ਵੱਡੇ ਭਰਾ ਵੱਲ ਹਮਲਾ ਕਰਨ ਜਾ ਰਿਹਾ ਹੋਵੇ ਤੇ ਰਾਹ 'ਚ ਉਹ ਤੁਹਾਨੂੰ ਦੱਸ ਕੇ ਲੰਘੇ, ਤੁਸੀਂ ਉਹਦਾ ਸਵਾਗਤ ਕਰੋ, ਜਾਣ ਲੱਗਿਆ ਵੀ ਆਉਣ ਲੱਗਿਆ ਵੀ। ਇਹ ਕਿਹੋ ਜਿਹੀ ਭਰਾਦਾਰੀ ਨਿਭਾ ਰਹੇ ਆਪਾਂ। ਸੋ ਵੱਡੇ ਛੋਟੇ ਭਰਾ ਹੋਣ ਦਾ ਤੇ ਮਸਲਾ ਹੀ ਨਹੀਂਗਾ। ਮਸਲਾ ਤੇ ਇੰਨਾ ਕੁ ਹੈ ਵੀ ਅਸੀਂ ਕਿਸੇ ਦੇ ਵਿਰੋਧੀ ਨਹੀਂ। ਖਾਸ ਕਰ ਇਹ ਜਾਟਾਂ ਨੂੰ ਤੇ ਸਮਝ ਆ ਗਈ ਹੈ ਹਰਿਆਣੇ ਦਿਆਂ ਨੂੰ ਵੀ ਜਿਹੜਾ ਬ੍ਰਾਹਮਣ ਹੈ, ਜਿਹੜਾ ਇਹ ਬਾਣੀਆ ਹੈ, ਇਹ ਸਾਡਾ ਦੁਸ਼ਮਣ ਹੈ ਅਸਲ, ਜਿੰਨੇ ਇਹ ਸਾਰਾ ਰੌਲਾ ਪੈਦਾ ਕੀਤਾ। ਹੁਣ ਜਿਹੜੇ ਬਾਕੀ ਉਹਨਾਂ ਦੀ ਸਾਨੂੰ ਕੋਈ ਬਹੁਤੀ ਪਰਵਾਹ ਨਹੀਂ। ਇਹਨਾਂ ਨੂੰ ਵੀ ਵੀਰ ਸਮਝ ਆ ਗਈ ਹੈ, ਜਿਹੜੀ ਯੂਪੀ ਦੀ ਨਾਰਥ ਵੈਸਟ ਯੂਪੀ ਦੇ ਵਿੱਚ ਹੈ, ਉਹ ਵੀ ਇਹਨਾਂ ਨੂੰ ਸਮਝ ਆ ਗਈ ਕਿਸਾਨੀ ਅੰਦੋਲਨ ਦੇ ਨਾਲ ਬਹੁਤ ਫਰਕ ਪਿਆ ਹੈ। ਪਰ ਜੇ ਕੋਈ ਕੱਲ ਨੂੰ ਇਹ ਗੱਲ ਕਹਿੰਦਾ ਹੈ ਵੀ ਇਹ ਵੱਡਾ ਭਰਾ ਵਾ, ਉਹਨੂੰ ਕਹੋ ਵੀ ਤੁਹਾਡੇ ਵੱਡੇ ਭਰਾ ਦੀਆਂ ਧੀਆਂ ਭੈਣਾਂ ਦੀ ਬੇਪਤੀ ਹੋਵੇ ਤੇ ਤੁਸੀਂ ਕਿੰਨੇ ਕੁ ਬਦਲੇ ਲਏ ਆ। ਹਿੰਦੁਸਤਾਨ ਸਾਡੇ ਤੇ ਹਮਲਾ ਕਰਨਾ ਹੋਵੇ, ਹਿੰਦੁਸਤਾਨ ਸਾਡੇ ਤੇ ਟੈਂਕ ਚਾੜੇ, ਫਰਜ਼ ਤੇ ਤੁਹਾਡਾ ਬਣਦਾ ਸੀ। ਤੁਹਾਡੇ ਉਹਨੂੰ ਕਿਹਾ ਵੀ ਜਦੋਂ ਦਿੱਲੀ ਜਾਣ ਲੱਗਿਆ ਸਿੱਖਾਂ ਨੂੰ ਹਰਿਆਣੇ 'ਚ ਕੁੱਟ ਪੈਂਦੀ ਸੀ, ਹਰਿਆਣੇ 'ਚ ਡੱਕਿਆ ਜਾਂਦਾ ਸੀ ਰੋਜ਼ ਦਿਹਾੜੀ। ਦਿੱਲੀ ਜਿਹੜੀਆਂ ਕਾਮਨਵੈਲਥ ਖੇਡਾਂ ਹੋਈਆਂ ਸੀ, ਉਹਦੇ 'ਚ ਜਦੋਂ ਸਿੱਖ ਪ੍ਰਦਰਸ਼ਨ ਕਰਨ ਜਾ ਰਹੇ ਸੀ, ਹਰਿਆਣੇ ਦੀ ਗੌਰਮੈਂਟ ਨੇ ਅੱਡੀ ਚੱਡੀ ਦਾ ਜ਼ੋਰ ਲਾਇਆ ਸੀ। ਉਦੋਂ ਵੱਡੇ ਭਰਾ ਨੂੰ ਛੋਟੇ ਭਰਾ ਆਪਣੇ ਘਰ 'ਚੋਂ ਲੰਘ ਕੇ ਜਾਣ ਨਾ ਦੇਵੇ। ਸੋ ਇਹ ਰਿਸ਼ਤੇਦਾਰੀਆਂ ਨੂੰ ਕਿ ਸਾਨੂੰ ਨਹੀਂ ਚੰਗੀਆਂ ਲੱਗਦੀਆਂ ਇੱਦਾਂ ਦੀਆਂ। ਇਹ ਇਕੁਅਲ ਹੋਣਾ ਚਾਹੀਦਾ ਕੰਮ। ਜੇ ਤੇ ਚੰਗੇ ਰਹੋਗੇ ਸਾਡੇ ਨਾਲ ਚੰਗੇ ਰਹਾਂਗੇ, ਨਹੀਂ ਤਾਂ ਕੋਈ ਅਸੀਂ ਮਤਲਬ ਲਿਖਾ ਕੇ ਥੋੜ੍ਹੀ ਆਏ ਵੀ ਵੱਡਾ ਭਰਾ। ਇਹ ਫਿਲਮਾਂ ਵਾਲਾ ਕੰਮ ਨਹੀਂ, ਉਹਨੂੰ ਕਿ ਬਾਲੀਵੁੱਡ ਨਹੀਂ ਚੱਲ ਰਿਹਾ ਇੱਥੇ ਵੀ ਛੋਟੇ ਭਰਾ ਵੱਡੇ ਭਰਾ ਦੇ ਗੱਲ 'ਚ ਅੰਗੂਠਾ ਦੇਈ ਜਾਣ ਤੇ ਵੱਡਾ ਭਰਾ ਕਵੇ ਕੋਈ ਗੱਲ ਨਹੀਂ, ਲੈ ਜਾਓ ਜੋ ਤੁਹਾਡਾ ਜੀ ਕਰਦਾ। ਇਹਦੇ 'ਚ ਅਮਰਪਾਲ ਹੋਰ ਵੀ ਇੱਕ ਚੀਜ਼ ਹੈ ਨਾ ਕਿ ਵੱਡਾ ਭਰਾ ਤੇ ਛੋਟਾ ਭਰਾ ਉਦੋਂ ਹੁੰਦੇ ਆ ਜਦੋਂ ਉਹ ਇੱਕ ਵਲਗਨ 'ਚ ਹੈ। ਉਹਨਾਂ ਦੇ ਸਾਰੇ ਸਾਧਨ, ਉਹਨਾਂ ਦੇ ਦੁੱਖ ਸੁੱਖ, ਉਹਨਾਂ ਦਾ ਮਾਨ ਸਨਮਾਨ ਸਾਂਝਾ ਇੱਕ ਦੂਜੇ ਦੀ ਥਾਂ ਉਹ ਪੂਰਦੇ ਨੇ। ਜਿਵੇਂ ਅਮਰਪਾਲ ਨੇ ਡਿਟੇਲ ਦੇ ਹੀ ਦਿੱਤੀ ਹੈ। ਇਹ ਤਾਂ ਨਹੀਂ ਨਾ ਕਿ ਉਹ ਜਿਹੜਾ ਆਪਦਾ ਵੱਖਰਾ ਵੀ ਜਿਹੜੀ ਕਮਾਈ ਹੈ ਸਾਂਝੇ ਘਰ 'ਚ ਉਹ ਅੱਡ ਰੱਖ ਲਵੇ ਤੇ ਸਿਰਫ ਵੱਡੇ ਭਰਾ ਦਾ ਖੀਸਾ ਕੱਟਣ ਵਾਸਤੇ ਤਾਂ ਛੋਟਾ ਭਰਾ ਨਹੀਂ ਨਾ ਹੁੰਦਾ। ਉਹਦੇ ਦੁੱਖ ਸੁੱਖ ਦਾ ਭਾਈਵਾਲ ਵੀ ਬਣੇ, ਉਹਦੀ ਜਿਹੜੀ ਮਾਨ ਸਨਮਾਨ ਤੇ ਚੋਟ ਆਉਂਦੀ ਹੈ ਉਹਦਾ ਵੀ ਬਣੇ। ਤੇ ਕੋਈ ਗੱਲ ਨਹੀਂ, ਬਾਉਂਡਰੀ ਇੱਕ ਕਰ ਲੈਣ ਤੇ ਫਿਰ ਭਰਾਵਾਂ ਵਾਲੀ ਗੱਲ ਬਣ ਜਾਊਗੀ। ਜਦੋਂ ਇੱਕ ਦੂਜੇ ਦੇ ਸਾਹ ਹੀ ਸਾਹ ਲੈਣਗੇ ਤਾਂ ਉਹ ਤਾਂ ਸਾਰੀ ਮਾਨਵਤਾ ਹੀ ਸਾਡਾ ਭਰਾ ਹੈ। ਪੂਰੇ ਇਹ ਸ੍ਰਿਸ਼ਟੀ ਤੇ ਵਸਦਾ ਹਰ ਮਨੁੱਖ ਸਾਡਾ ਭਰਾ ਹੈ। ਪਰ ਜਦੋਂ ਉਹ ਸਾਰੇ ਜੀਵਨ ਦੀ ਜਿਹੜੀ ਆ ਸਾਂਝ ਹੋਏਗੀ, ਦੁੱਖ ਸੁੱਖ ਸਾਂਝੇ ਹੋਣਗੇ, ਬਿਲਕੁਲ ਉਦੋਂ ਭਰਾ ਵਾਲਾ ਰੋਲ ਕਰਾਂਗੇ ਅਸੀਂ। ਹਾਂਜੀ, ਆਪਣਾ ਨਾ ਹਰਪ੍ਰੀਤ ਸਿੰਘ ਆ ਗਏ ਵੀਰੇ, ਤੇ ਉਹ ਇਹਨਾਂ ਨੇ ਮਤਲਬ ਸਵਾਲ ਥੋੜਾ ਉਸ ਤਰ੍ਹਾਂ ਸੀਗਾ। ਤੇ ਹਰਪ੍ਰੀਤ ਵੀਰੇ ਕਰ ਲਓ ਸਵਾਲ, ਇਹਨਾਂ ਦਾ ਹੀ ਆਇਆ ਸੀ ਬੈਕ ਚੈਨਲ ਤੇ। ਹਾਂਜੀ ਵੀਰੇ, ਫਿਰ ਪਰਮ। ਹਾਂਜੀ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਹੀਂ, ਮੈਂ ਵੀਰੇ ਏਦਾਂ ਹੀ ਕਹਿਣਾ ਚਾਹੁੰਦਾ ਸੀਗਾ ਵੀ ਆਪਣੇ ਕਈ ਲੋਕ ਨਾ ਹੁਣ ਰੌਲਾ ਪਾ ਰਹੇ ਆ ਵੀ ਹਰਿਆਣਾ ਵੀ ਛੋਟਾ ਭਰਾ ਵਾ। ਜਿੱਦਾਂ ਅੰਮ੍ਰਿਤਪਾਲ ਜੀ ਨੇ ਸਮਝਾਇਆ ਨਾ ਵੀ ਹਨਾ ਵੀ ਇਹ ਕੋਈ ਛੋਟਾ ਭਰਾ ਵੱਡੇ ਭਰਾ ਵਾਲਾ ਤਾਂ ਸੀਨ ਹੀ ਹੈ ਨੀਗਾ। ਵੀ ਅੰਦੋਲਨ ਦੇ ਉੱਤੇ ਉਹਨਾਂ ਨਿੱਜ ਲਈ ਸਾਡੇ ਨਾਲ ਖੜੇ ਸੀ, ਉੱਥੇ ਹਿੱਕ ਡਾ ਕੇ ਖੜੇ ਆ, ਅਸੀਂ ਧੰਨਵਾਦੀ ਆ। ਪਰ ਸਾਡੇ ਲਈ ਕੋਈ ਬੌੜਿਆ ਨਹੀਂ ਹੈਗਾ ਵੀ ਤੁਹਾਡੇ ਸਿਰ ਇੰਨੇ ਲੱਖ ਦਾ ਕਰਜ਼ਾ ਪਾਤਾ ਸਰਕਾਰ ਨੇ ਤੁਹਾਡੇ ਮੁੰਡੇ ਮਾਰ ਕੇ, ਜਾਂ ਕਹਿ ਲਓ ਵੀ ਲੀਗਲੀ ਵੀ ਉਹਨਾਂ ਦਾ ਪਾਣੀ ਨਹੀਂ ਬਣਦਾ, ਜਾਂ ਲੀਗਲੀ ਕੋਈ ਰਾਜਸਥਾਨ ਦਾ ਪਾਣੀ ਨਹੀਂ ਬਣਦਾ, ਜਾਂ ਜਿੰਨੇ ਐਨਕਾਊਂਟਰ ਹੋ ਗਏ ਕੋਈ ਬੌੜਿਆ ਨਹੀਂ ਆ ਕੇ ਸਾਡੇ ਦਰੀ ਵੀ ਹਾਂ ਵੀ ਤੁਸੀਂ ਏਦਾਂ ਨਹੀਂ ਕਰ ਸਕਦੇ। ਜਾਂ ਮੁਰਥਲ ਦੇ ਵਿੱਚ ਜੋ ਕੁਝ ਹੋਇਆ, ਜਾਂ ਦਿੱਲੀ ਦੇ ਵਿੱਚ ਬੇਪੱਤੀਆਂ ਕਰਨ ਲਈ ਬੰਦੇ ਕਿੱਥੋਂ ਆਏ। ਸੋ ਇਹ ਵੀ ਉਸੇ ਸੋ ਕਾਲਡ ਆਪਦੇ ਆਪ ਨੂੰ ਕਲੇਮ ਕਰਨ ਵਾਲੀ ਜਗ੍ਹਾ ਤੋਂ ਹੀ ਆਏ ਸੀ। ਸੋ ਮੇਰਾ ਵੀ ਜੀ ਐਕਚੁਅਲ ਦੇ ਵਿੱਚ ਮੈਂ ਕੁਐਸਚਨ ਇਹੀ ਸੀਗਾ ਵੀ ਇਹ ਛੋਟੇ ਵੱਡੇ ਭਰਾ ਵਾਲਾ ਨਾ ਵੀ
ਲੋਕਾਂ ਦੇ ਮਨਾਂ ਦੇ ਵਿੱਚੋਂ ਇਹ ਗੱਲ ਕੱਢ ਦਿੱਤੀ ਜਾਵੇ ਵੀ ਇਹ ਛੋਟੇ ਵੱਡੇ ਭਰਾ ਵਾਲਾ ਸੀਨ ਕੋਈ ਹੈ ਨਹੀਂਗਾ, ਜਦੋਂ ਘਰ ਨੂੰ ਅੱਗ ਪੈਂਦੀ ਆ ਤੇ ਆਪਦੇ ਹੀ ਆ ਸਾਰੇ ਇੱਥੇ। ਨਾਲੇ ਇਹਨੂੰ ਥੋੜਾ ਜਿਹਾ ਅੰਡਰਸਟੈਂਡ ਕਰਨ ਵਾਸਤੇ ਨਾ ਇਹ ਵੀ ਅੰਡਰਸਟੈਂਡ ਕਰਨਾ ਚਾਹੀਦਾ ਵੀ ਜਿਹੜੇ ਹਰਿਆਣੇ ਦੇ ਲੋਕ ਆ ਉਹ ਆਪ ਵਿਕਟਮ ਹੈ। ਉਹਨਾਂ ਕੋਲ ਕੋਈ ਆਪਣੀ ਬੋਲੀ ਨਹੀਂ ਰਹੀ, ਉਹਨਾਂ ਕੋਲ ਕੋਈ ਆਪਣਾ ਸੱਭਿਆਚਾਰ ਨਹੀਂ ਰਿਹਾ। ਹਿੰਦੁਸਤਾਨ ਦੀ ਸਟੇਟ ਨੇ ਹਿੰਦੀ ਹਿੰਦੁਸਤਾਨ ਜਿਹੜਾ ਉਹਨਾਂ ਤੇ ਲਾਗੂ ਕੀਤਾ ਹੈ। ਸੋ ਉਹ ਤੇ ਆਪ ਇਸ ਚੀਜ਼ ਦੇ ਵਿਕਟਮ ਆ। ਹਰਿਆਣੇ ਦੇ ਲੋਕਾਂ ਨੂੰ ਚਾਹੀਦਾ ਵੀ ਹਿੰਦੁਸਤਾਨ ਦੇ ਖਿਲਾਫ ਜਿਹੜੀ ਸਿੱਖ ਲੜਾਈ ਲੜ ਰਹੇ ਆ ਇਹਦੇ ਸਿੱਖਾਂ ਦਾ ਸਾਥ ਦੇਣ। ਆਜ਼ਾਦੀ ਸਿੱਖਾਂ ਨੂੰ ਤੇ ਮਿਲਣੀ ਅੱਜ ਨਹੀਂ ਤੇ ਕੱਲ, ਤੇ ਉਹ ਵੀ ਆਜ਼ਾਦ ਹੋ ਜਾਣਗੇ। ਤੇ ਜੇ ਹੁਣ ਉਹ ਹਿੰਦੁਸਤਾਨ ਦੀ ਗੁਲਾਮੀ ਕਰੀ ਜਾਣਗੇ ਤੇ ਇਹ ਕਹੀ ਜਾਣਗੇ, ਅਸੀਂ ਇਹ ਕਹਿੰਦੇ ਆ ਵੀ ਤੁਸੀਂ ਇੰਡੀਅਨ ਸਟੇਟ ਦੇ ਏਜੰਟ ਬਣ ਕੇ ਨਾ ਸਾਡੇ ਕੋਲ ਆਓ, ਇੰਡੀਅਨ ਸਟੇਟ ਦੇ ਖਿਲਾਫ ਬਾਗੀ ਬਣ ਕੇ ਆਓ, ਤੇ ਫਿਰ ਤੁਹਾਨੂੰ ਦੱਸਾਂਗੇ ਵੀ ਪੰਜਾਬ ਵੱਡੇ ਭਰਾ ਦੀ ਜ਼ਿੰਮੇਵਾਰੀ ਕਿਵੇਂ ਨਿਭਾਉਂਦਾ। ਸੋ ਇਹ ਗੱਲ ਸੋਚਣ ਵਾਲੀ ਹੈ ਥੋੜੀ ਜਿਹੀ। ਬਾਕੀ ਬਹੁਤੇ ਬੰਦੇ ਨੂੰ ਜਿਹਨਾਂ ਨੂੰ ਪਤਾ ਨੀਗਾ ਹਰਿਆਣੇ ਦੀ ਫਾਰਮੇਸ਼ਨ ਤੋਂ ਬਾਅਦ 'ਚ ਉੱਥੇ ਕਿਹੜੀਆਂ ਐਜੂਕੇਸ਼ਨ ਪੋਲਿਸੀਜ਼ ਆਈਆਂ, ਉਹਨਾਂ ਲੋਕਾਂ ਨੂੰ ਕਿਵੇਂ ਉਹਨਾਂ ਦੀ ਬੋਲੀ ਨਾਲ ਤੋੜਿਆ ਗਿਆ, ਉਹਨਾਂ ਲੋਕਾਂ ਨੂੰ ਕਿਵੇਂ ਹਿੰਦੂ ਧਰਮ ਦੇ ਵਿੱਚ ਜਿਹੜਾ ਵਾ ਉਹ ਧੱਕਿਆ ਗਿਆ। ਸੋ ਇਹ ਸਾਰਾ ਕੁਝ ਹੀ ਆਪਾਂ ਨੂੰ ਉੱਥੇ ਵੇਖਣ ਨੂੰ ਮਿਲ ਸਕਦਾ। ਬਾਕੀ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਕੋਈ ਕਿਸੇ ਮੌਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਜੀ ਸਾਂਝ 2 ਮਿੰਟ ਦਿਓ ਆਪਣੇ ਨਾ ਸਪੀਕਰ ਪਹਿਲਾਂ ਵੀ ਜੁੜੇ ਹੋਏ ਆਪਣੇ ਨਾਲ। ਹਾਂਜੀ ਪਰਮ ਕੌਰ ਭੈਣ ਜੀ ਆਪ ਜੀ ਰੱਖਿਓ ਆਪਣਾ ਸਵਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ SYL Song ਦੀ ਗੱਲ ਹੋ ਰਹੀ ਹੈ, ਉਹਦੇ ਅਰਾਊਂਡ ਹੀ ਮੇਰੇ ਕਮੈਂਟ ਸੀ ਜਾਂ ਸੁਜੈਸ਼ਨ ਕਰ ਲਓ, ਬਟ ਇਨ ਅ ਕ੍ਰਿਟਿਕ ਵੇ। ਜਦੋਂ ਇਸ ਤਰ੍ਹਾਂ ਦਾ ਕੋਈ Song ਆਉਂਦਾ ਆਪਣੇ ਪੰਥ ਵਾਸਤੇ, ਕੋਈ ਵੀ ਗੱਲ ਕਰਦਾ ਹੈ ਜਾਂ ਇਨ ਜਨਰਲ ਕਰਦਾ ਹੈ ਜਾਂ ਕੋਈ ਸਿੰਗਰ ਗਾਣੇ ਦੇ ਵਿੱਚ ਕਰਦਾ, ਤੇ ਆਪਾਂ ਹਮੇਸ਼ਾ ਖੁਸ਼ ਹੁੰਦੇ ਆ ਤੇ ਖੁਸ਼ ਹੋਣਾ ਵੀ ਚਾਹੀਦਾ, ਕਿਉਂਕਿ ਇੱਕ ਚੜ੍ਹਦੀ ਕਲਾ ਵਾਲੀ ਕੌਮ ਹੈ ਤੇ ਜਿਹੜੀ ਮਤਲਬ ਕਿ ਵੀ ਸੱਚ ਨੂੰ ਸੱਚ ਕਹਿਣ ਦਾ ਹੱਕ ਵੀ ਰੱਖਦੀ ਹੈ ਤੇ ਬੋਲਦੀ ਵੀ ਹੈ। ਸੋ ਦੈਟ ਇਜ਼ ਫਾਈਨ, ਸੈਲੀਬ੍ਰੇਟ ਕਰਨਾ ਚਾਹੀਦਾ ਏਦਾਂ ਦਾ ਕੁਝ ਵੀ ਹੋਵੇ। ਪਰ ਮੈਂ ਇਹ ਕਹਿਣਾ ਚਾਹੁੰਦੀ ਸੀਗੀ ਕਿ ਵੀ ਆਪਾਂ ਨੂੰ ਆਪਣਾ ਆਲਾ ਦੁਆਲਾ ਵੀ ਦੇਖਣਾ ਚਾਹੀਦਾ। ਜਿੱਦਾਂ ਮੇਰੇ ਦਿਮਾਗ ਦੇ ਵਿੱਚ ਆਇਆ ਸੀ ਕਿ ਵੀ ਕਾਂਗਰਸ ਦੀ ਪਾਰਟੀ ਦੇ ਸੀਗੇ, ਉਹਨਾਂ ਨੇ ਜੁਆਇਨ ਕੀਤਾ ਸੀ ਉਹਨਾਂ ਨੂੰ ਮੂਸੇਵਾਲਾ ਜੀ ਨੇ, ਤੇ ਵੀ ਆਪਾਂ ਨੂੰ ਓਪਰੈਸ਼ਨ ਦੇ ਵਿੱਚ ਜ਼ਰੂਰ ਇਸ ਤਰ੍ਹਾਂ ਦੀ ਵੀ ਆਵਾਜ਼ ਉਠਾਉਣੀ ਚਾਹੀਦੀ ਹੈ ਕਿ ਵੀ ਦੇਖੋ ਤੁਹਾਡੀ ਪਾਰਟੀ ਦਾ ਬੰਦਾ ਸੀ, ਹੁਣ ਕਰੋ ਗਾਣਾ ਮੈਂਡੇਟ। ਹੁਣ ਆਪਾਂ ਨੂੰ ਮੇਰੇ ਕਹਿਣ ਮੁਤਾਬਕ ਨਾ ਇਹਨੂੰ ਨੈਕਸਟ ਲੈਵਲ ਤੇ ਲੈ ਕੇ ਜਾਣਾ ਚਾਹੀਦਾ ਕਿ ਵੀ ਜਦੋਂ ਕੋਈ ਇਹੋ ਜਿਹੀ ਆਵਾਜ਼ ਉੱਠਦੀ ਆ, ਹੁਣ ਇਹ ਤਾਂ ਪਤਾ ਹੀ ਆ ਵੀ ਉਹਨਾਂ ਦਾ ਹਨਾ ਕਤਲ ਹੋ ਗਿਆ, ਵੀ ਹੁਣ ਓਦਾਂ ਦੀਆਂ ਆਵਾਜ਼ਾਂ ਹੋਰ ਕਦ ਆਉਣੀਆਂ ਹਨਾ। ਜਦੋਂ ਕੋਈ ਐਡੀ ਪਾਵਰਫੁਲ ਆਵਾਜ਼ ਪੰਥ ਵਾਸਤੇ ਉੱਠਦੀ ਆ ਤੇ ਉਹਨੂੰ ਆਪਾਂ ਨੂੰ ਨਾ ਨੈਕਸਟ ਲੈਵਲ ਤੱਕ ਲੈ ਕੇ ਜਾਈਏ ਕਿ ਵੀ ਮਤਲਬ ਕਿ ਵੀ ਤੁਸੀਂ ਵੈਸੇ ਤਾਂ ਬਹੁਤ ਕਰਦੇ ਸੀਗੇ ਤੇ ਹੁਣ ਇਹਨੂੰ ਗਾਣੇ ਨੂੰ ਵੀ ਮੈਂਡੇਟ ਕਰੋ। ਇਟਸ ਅਬਾਊਟ ਪੰਥ, ਵਾਟ ਹੈਪਨਡ ਇਨ ਆਰ ਹਿਸਟਰੀ। ਜਿਹੜੀਆਂ ਕੁਝ ਗੱਲਾਂ ਮੈਨੂੰ ਲੱਗਦਾ ਇਹ ਜਨਰੇਸ਼ਨ ਤਾਂ ਭੁੱਲ ਵੀ ਗਈ ਸੀਗੀ, ਜਟਾਣਾ ਸਾਹਿਬ ਬਾਰੇ ਜਾਂ ਹੋਰਾਂ ਬਾਰੇ, ਮਤਲਬ ਕਿ ਜਿਹੜੀ ਸਾਡੀ ਜਨਰੇਸ਼ਨ ਹੈ ਤੇ ਉਹ ਗੱਲਾਂ ਦੁਬਾਰਾ ਉਹਨੇ ਮੁੜ ਮਤਲਬ ਕਿ ਵੀ ਲਾਈਵ ਕੀਤੀਆਂ ਨੇ, ਵਿਚ ਇਜ਼ ਅ ਹਿਊਜ ਥਿੰਗ। ਤੇ ਦੂਸਰੀ ਗੱਲ ਮੈਂ ਕਹਿਣੀ ਸੀਗੀ ਕਿ ਵੀ ਦੇਖੋ ਆਪਾਂ ਨੂੰ ਜਿੱਦਾਂ ਹੁਣ ਯੂਥ ਅੱਗੇ ਆ ਰਿਹਾ, ਉਹਦੇ ਵਾਸਤੇ ਆਪਾਂ ਨੂੰ ਨਾ ਜਿਹੜੀਆਂ ਵੀ ਆਰਗੇਨਾਈਜੇਸ਼ਨਸ ਅੱਗੇ ਹੋ ਕੇ ਕੰਮ ਕਰਦੀਆਂ, the one who has a say about it, ਉਹਨਾਂ ਨੂੰ ਚਾਹੀਦਾ ਕਿ ਵੀ ਬਹੁਤ ਦਿਲ ਵੱਡਾ ਰੱਖੋ, ਕਿਉਂਕਿ ਤੁਸੀਂ ਦੇਖੋ ਵੀ 28 ਸਾਲ ਦੇ ਮੁੰਡੇ ਦੇ ਅੰਦਰ ਕਿੰਨੀ ਸਿੱਖੀ ਸੀ, ਜਿਹਦੇ 4 ਲਫ਼ਜ਼ਾਂ ਦੇ ਵਰਡ ਨੇ ਜਿਹੜੇ ਪੰਜਾਬ, ਹਰਿਆਣਾ, ਚੰਡੀਗੜ੍ਹ ਲਿਖਣਾ ਸੌਖਾ ਨਹੀਂ ਹੁੰਦਾ। ਜਿਸ ਹਿਸਾਬ ਨਾਲ ਉਹਨੇ ਲਿਖ ਕੇ ਮਤਲਬ ਕਿ ਐਡੀ ਮਤਲਬ ਮੈਂ ਗਾਣੇ ਨੂੰ ਦੁਬਾਰਾ ਇੰਨਾ ਰੋਈ ਅੱਜ ਫਿਰ, ਮਤਲਬ ਕਿ ਵੀ ਲਿਖਣਾ ਬਹੁਤ ਔਖਾ ਹੁੰਦਾ ਤੇ ਉਹ ਲਿਖ ਕੇ ਇਫ ਸਮਵਨ ਇਜ਼ ਸੋ ਪਪੂਲਰ ਐਨੀ ਆਵਾਜ਼ ਤੱਕ ਪਹੁੰਚਾਉਣਾ ਮਤਲਬ ਕਿ ਛੋਟੀ ਮੋਟੀ ਗੱਲ ਨਹੀਂ ਹੈਗੀ। ਫਿਰ ਸਾਰੇ ਜਿਹੜੇ ਹੈਗੇ ਆ ਨਾ ਉਹ ਨਾਲ ਜੁੜਦੇ ਆ। ਸੋ ਮੇਰਾ ਕਹਿਣ ਦਾ ਮਤਲਬ ਸੀਗਾ ਕਿ ਵੀ ਸਿੱਖੀ ਹੈ ਨਾ ਜਿਹੜੀ, ਉਹ ਜਿਹੜੇ ਆਪਾਂ ਸਿੱਖ ਘਰਾਂ ਦੇ ਵਿੱਚ ਪੈਦਾ ਹੋਇਆ ਉਹਨਾਂ ਦੇ ਅੰਦਰ ਹੀ ਹੈ ਤੇ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ, ਉਹਨਾਂ ਨੂੰ ਪ੍ਰਮੋਟ ਕਰਨਾ ਚਾਹੀਦਾ। ਦੇ ਕੈਨ ਬੀ ਐਟ ਐਨੀ ਲੈਵਲ। ਸੋ ਮੈਨੂੰ ਇਹ ਦੋ ਜਿੱਦਾਂ ਮੈਨੂੰ ਲੱਗਿਆ ਵੀ ਬੜੀ ਸੇਧ ਮਿਲੀ ਅੱਜ ਕਿ ਵੀ 2 ਗੱਲਾਂ ਜਿਹੜੀਆਂ ਆਪਾਂ ਨੂੰ ਇਹਨਾਂ ਕ੍ਰਿਟਿਕ ਵੀ ਹੈਵ ਟੂ ਪੁੱਟ ਇਟ ਟੂ ਅ ਨੈਕਸਟ ਲੈਵਲ। ਥੈਂਕ ਯੂ। ਆਈ ਹੋਪ ਇਫ ਯੂ ਲਾਈਕ ਇਟ। ਥੈਂਕ ਯੂ। ਹਾਂਜੀ ਬਹੁਤ ਬਹੁਤ ਧੰਨਵਾਦ ਭੈਣ ਜੀ।
ਆਪਣੇ ਨਾਲ ਸੁਖਰਾਜ ਵੀਰ ਜੀ ਜੁੜੇ ਆ। ਸੁਖਰਾਜ ਵੀਰ ਜੀ, ਆਪ ਜੀ ਰੱਖੋ ਆਪਣਾ ਕੁਐਸਚਨ। ਹਾਂਜੀ, ਸਭ ਤੋਂ ਪਹਿਲਾਂ ਹੀ ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਮੈਂ ਤਾਂ SYL ਜਿਹੜਾ ਗਾਣਾ ਭਾਈ ਜਟਾਣੇ ਦੇ ਬਾਰੇ ਥੋੜੀ ਮੋਟੀ ਗੱਲਾਂ ਨਾ ਵੀ ਹੁਣ ਬਹੁਤ ਵਧੀਆ ਕੰਮ ਹੋਇਆ, ਜੋ ਮਤਲਬ ਜਨਰੇਸ਼ਨ ਨੂੰ ਇਹਦੇ ਬਾਰੇ ਪਤਾ ਲੱਗਿਆ ਤੇ ਗਾਂ ਵੀ ਜਿਹੜੇ ਹੋਰ ਮਤਲਬ ਇਹਨਾਂ ਭਾਈ ਜਟਾਣੇ ਦੇ ਨਾਲ ਲਿੰਕ ਜੁੜਦੇ ਨੇ ਉਹ ਵੀ। ਮੈਂ ਗੱਲ ਕਰਨੀ ਸੀ ਆ ਹਰਿਆਣੇ ਦੀ, ਜਿਹੜਾ ਬਾਈ ਜੀ ਗੱਲ ਕਰਦੇ ਸੀ ਵੀ ਹਰਿਆਣਾ ਸਾਡਾ ਛੋਟਾ ਭਰਾ, ਉਹਦੇ 'ਚ ਥੋੜੀ ਜਿਹੀ ਐਡ ਗੱਲਾਂ ਕਰਨੀਆਂ ਸੀ ਵੀ ਚਲੋ ਠੀਕ ਆ ਛੋਟਾ ਭਰਾ ਵੀ, ਫਿਰ ਜੇ ਵੱਡੇ ਭਰਾ ਨੂੰ ਹੋਰ ਸਟੇਟਾਂ ਦਾ ਕੁਝ ਦਿੰਦੀਆਂ ਨਹੀਂ, ਰਾਜਸਥਾਨ ਹੋ ਗਿਆ ਉਹਨਾਂ ਨੇ ਕਦੇ ਮਾਰਬਲ ਫ੍ਰੀ ਨਹੀਂ ਦਿੱਤਾ। ਚੱਲ ਜੇ ਛੋਟੇ ਭਰਾ ਨੂੰ ਪਾਣੀ ਚਾਹੀਦਾ ਵੀ ਫਿਰ ਛੋਟੇ ਭਰਾ ਨੂੰ ਪਾਣੀ ਦਾ ਮੁੱਲ ਦੇ ਦੇਣ, ਉਦੋਂ ਦਾ ਉਹ ਹੱਕ, ਇਹ ਤਾਂ ਹੱਕ ਮਾਰਨਾ ਹੋ ਗਿਆ ਨਾ। ਫਿਰ ਤੁਸੀਂ ਹੱਕ ਪੂਰਾ ਦੋ। ਜੇ ਆਪਾਂ ਬਿਹਾਰ 'ਚ ਜਾਂਦੇ ਹਾਂ ਉਹਨਾਂ ਨੇ ਨਹੀਂ ਕਦੇ ਕੋਲਾ ਫ੍ਰੀ ਦਿੱਤਾ, ਜਾਂ ਆਪਾਂ ਕਿਤੇ ਹੋਰ ਸਟੇਟ 'ਚ ਜਾਂਦੇ ਹਾਂ ਉਹਨਾਂ ਨੇ ਨਹੀਂ ਕਦੇ ਕੋਈ ਚੀਜ਼ਾਂ ਫ੍ਰੀ ਦਿੰਦਾ। ਫਿਰ ਪੰਜਾਬ ਦੀ ਵਾਰੀ ਕਿਉਂ ਆਉਂਦੀ ਆ ਸਾਰੀਆਂ ਚੀਜ਼ਾਂ ਫ੍ਰੀ ਲੈਣ 'ਚ? ਫਿਰ ਜਦੋਂ ਪੰਜਾਬ ਤੋਂ ਲੈਣਾ ਉਦੋਂ ਫ੍ਰੀ, ਜਦੋਂ ਪੰਜਾਬ ਨੂੰ ਦੇਣਾ ਉਦੋਂ ਪੈਸੇ ਲੈ ਲਓ। ਇਹ ਤਾਂ ਕੋਈ ਗੱਲ ਨਾ ਹੋਈ ਨਾ। ਤੇ ਬਾਕੀ ਗੱਲ ਇਹ ਆ ਵੀਰੇ ਵੀ ਆਪਾਂ ਬਾਈ ਜੀ ਅੰਮ੍ਰਿਤ ਬਾਈ ਵੀਰੇ ਆਪਣਾ ਬਹੁਤ ਵਧੀਆ ਕੰਮ ਕਰ ਰਹੇ ਨੇ। ਮਹਾਰਾਜ ਸੁੱਖ ਰੱਖਣ, ਜਦੋਂ ਕਿਤੇ ਇੰਡੀਆ ਪੰਜਾਬ ਦੇ ਵਿੱਚ ਪੈਰ ਪਾਉਣ ਤਾਂ ਇੱਕ ਵੱਡੇ ਪੱਕੇ ਪੈਰੀ ਪੈਰ ਪਾਉਣ, ਹਨਾ। ਤੇ ਬਾਕੀ ਵੀਰ ਨੂੰ ਇੰਨਾ ਹੀ ਕਹਿਣਾ ਸੀ ਵੀ ਬਾਈ ਜੀ ਅਸੀਂ ਬਹੁਤ ਤੁਹਾਡੇ ਨਾਲ ਨਾ ਅਪਰੋਚ ਕਰਦੇ ਰਹੇ ਹਾਂ ਵੀ ਬਾਈ ਜੀ ਸਾਨੂੰ ਇੱਥੇ, ਮੈਂ ਕੈਨੇਡਾ ਰਹਿਣਾ ਬਰੈਂਪਟਨ, ਮੈਂ ਪਹਿਲਾਂ ਵੀ ਗੱਲ ਹੋਈ ਸੀ ਨਾ ਵੀ ਆਪਾਂ ਨੂੰ ਇੱਥੇ ਜੁਆਇਨ ਕਰਾਓ ਵੀਰੇ, ਆਪਣੇ ਨਾਲ ਮੁੰਡੇ ਹੋਰ ਵੀ ਬਥੇਰੇ ਹੈਗੇ ਨੇ ਹਨਾ। ਮੈਂ ਭੇਜੇ ਵੀ ਸੀ, ਮੈਸੇਜ ਵੀ ਭੇਜੇ, WhatsApp 'ਚ ਵੀ ਭੇਜਿਆ ਸੀ ਬਈ, ਸਾਰੇ ਲਿੰਕ ਭੇਜਿਆ ਵੀ ਆਪਾਂ ਨੂੰ ਕੋਈ ਫੀਡਬੈਕ ਆਇਆ ਨਹੀਂ ਵੀਰੇ ਯਾਰ। ਤਾਂ ਬਸ ਇੰਨੀ ਕੀ ਗੱਲ ਦੱਸਣੀ ਸੀ ਵੀਰੇ। ਹਾਂਜੀ, ਦੇਖੋ ਜਿਹੜਾ ਫੀਡਬੈਕ ਵਾਲਾ ਮਸਲਾ ਨਾ, ਉਹਦੇ 'ਚ ਥੋੜਾ ਜਿਹਾ ਕੰਮ ਕਾਫੀ ਡਿਲੇ ਹੋਇਆ। ਉਹਦੀ ਇੱਕ ਦੋ ਵਜ੍ਹਾ ਇਹ ਆ ਵੀ ਇੱਕ ਤੇ ਘਟਨਾਵਾਂ ਕੁਛ ਇੱਧਰ ਦੀਆਂ ਵਾਪਰਦੀਆਂ ਗਈਆਂ ਵੀ ਸਾਨੂੰ ਉੱਧਰ ਥੋੜਾ ਰੁਝੇਵਾਂ ਜ਼ਿਆਦਾ ਦਿਖਾਉਣਾ ਪਿਆ। ਦੂਜੀ ਗੱਲ ਹੈ ਵੀ ਡਾਟਾ ਦਾ ਕੰਮ ਸੈਂਸਿਟਿਵ ਜਿਹਾ ਬਹੁਤ ਹੁੰਦਾ, ਸੋ ਇਸ ਕਰਕੇ ਜਿਹੜਾ ਵੀ ਡਾਟਾ ਆਇਆ ਸੀ ਉਹ ਬਹੁਤ ਹੀ ਜ਼ਿਆਦਾ ਬੰਦੇ ਦੇ ਹੱਥ 'ਚ ਨਹੀਂ ਦਿੱਤਾ। ਸੋ ਜਿੱਥੇ ਸਾਨੂੰ ਲੱਗਾ ਵੀ ਇਹ ਬੰਦਿਆਂ 'ਚ ਪੋਟੈਂਸ਼ੀਅਲ ਹੈਗਾ, ਜਿੱਦਾਂ ਦੇ ਬੰਦਿਆਂ ਦੀ ਲੋੜ ਪਈ ਮੌਕੇ ਦੇ ਉੱਤੇ, ਜਿੱਥੇ ਬੰਦਾ ਢਾਂਚੇ ਨੇ ਕੰਮ ਕਰਨ ਲਈ, ਉਹਨਾਂ ਨੂੰ ਅਪਰੋਚ ਕੀਤਾ ਗਿਆ ਹੈ ਨਾ। ਕੋਈ ਨਹੀਂ, ਮਤਲਬ ਮੈਂ ਉੱਦਾਂ ਵੈਸੇ ਕੋਸ਼ਿਸ਼ ਕਰੂੰਗਾ ਵੀ ਜਿੱਥੇ ਤੁਹਾਡਾ ਏਰੀਆ ਬਰੈਂਪਟਨ ਤੁਸੀਂ ਕਿਹਾ ਨਾ, ਤੁਸੀਂ ਉੱਥੋਂ ਦੇ ਬੰਦਿਆਂ ਦਾ ਨੰਬਰ ਤੁਸੀਂ ਮੈਨੂੰ DM ਕਰਿਓ, ਮੈਂ ਭੇਜ ਦੂੰਗਾ ਲੋਕਲ। ਫਿਰ ਉਹਨਾਂ ਨਾਲ ਜੁੜ ਕੇ ਤੁਸੀਂ ਕਰ ਸਕਦੇ, ਕਿਉਂਕਿ ਮੇਰੇ ਵਾਸਤੇ ਪੋਸੀਬਲ ਨਹੀਂ ਵੀ ਮੈਂ ਸਾਰੇ ਪਾਸੇ ਜਿਹੜਾ ਵਾ ਉਹ ਦੇ ਸਕਾਂ ਧਿਆਨ। ਉਹ ਥੋੜ੍ਹੀ ਲਿਮੀਟੇਸ਼ਨ ਹੋ ਜਾਂਦੀ ਹਰ ਇੱਕ ਬੰਦੇ ਦੀ। ਹਾਲਾਂਕਿ ਮੈਂ ਹੁਣ 24 ਘੰਟੇ ਉੱਦਾਂ ਦੇ ਜਥੇਬੰਦਕ ਕੰਮ 'ਚ ਹੀ ਹਾਂ, ਪਰ ਫਿਰ ਵੀ ਸਾਰੇ ਬੰਦਿਆਂ ਨਾਲ ਪੋਸੀਬਲ ਤੇ ਹੋ ਹੀ ਨਹੀਂ ਸਕਦਾ ਸਾਰੇ ਥਾਵਾਂ ਦੇ ਉੱਤੇ ਕੰਮ ਕਰਨਾ। ਸੋ ਫਿਰ ਵੀ ਕੋਈ ਨਹੀਂ, ਆਪਾਂ ਮਿਲ ਜੁਲ ਕੇ ਇਹ ਕੰਮ ਜ਼ਰੂਰ ਕਰਾਂਗੇ। ਹਾਂਜੀ, ਹੋਰ ਆਪਣੇ ਕੋਲ ਸਪੀਕਰ ਆਏ ਨੇ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਫਿਰ ਬਾਕੀ। ਹਾਂ, ਜਸਕਿਲ ਜੀ, ਆਪ ਜੀ ਰੱਖੋ ਆਪਦਾ ਪ੍ਰਸ਼ਨ। ਹਾਂਜੀ ਜਸਕਿਲ ਜੀ, ਮੇਰੇ ਖਿਆਲ ਨਾਲ ਉਹ ਨਹੀਂ ਹੈਗੇ। ਯੂਥ ਕਿਸਾਨ ਜੀ, ਆਪ ਜੀ ਉਹਨਾਂ 'ਚ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵੀਰ ਜੀ, ਮੈਂ ਹਰਿਆਣੇ ਤੋਂ ਬਿਲੋਂਗ ਕਰਦਾ। ਮੈਂ ਹੁਣੇ ਸਭ ਦੀ ਗੱਲਾਂ ਸੁਣ ਰਿਹਾ ਸੀ, ਸਾਰੇ ਬੋਲ ਰਹੇ ਵੀ ਮਤਲਬ ਹਰਿਆਣਾ ਛੋਟਾ ਭਰਾ ਆ, ਸਾਥ ਨਹੀਂ ਦਿੰਦਾ। ਮੈਂ ਦੱਸਣਾ ਚਾਹੁੰਦਾ ਵੀ ਹਰਿਆਣੇ 'ਚ ਬਹੁਤ ਯੂਥ ਜੁੜਿਆ ਹੋਇਆ ਦੀਪ ਸਿੱਧੂ ਬਾਈ ਦੀ ਜਥੇਬੰਦੀ ਨਾਲ। ਉਹਨਾਂ ਨੂੰ ਕੋਈ ਮਤਲਬ ਕੋਈ ਆਗੂ ਨਹੀਂ ਮਿਲਦਾ ਸੀ। ਹੁਣ ਸਾਡੇ ਕੋਲ ਅੰਮ੍ਰਿਤ ਵੀਰ ਜੀ ਹੈਗੇ ਆ। ਮਤਲਬ ਬਹੁਤ ਯੂਥ ਹੈ ਜਿਹੜਾ ਖਾਲਿਸਤਾਨ ਦੀ ਗੱਲ ਵੀ ਕਰਦਾ, SYL ਦੀ ਗੱਲ ਵੀ ਕਰਦਾ। ਅੱਜ ਮੈਂ ਆਪਣੇ ਪੇਜ ਤੇ SYL ਤੇ ਗੱਲ ਵੀ ਕੀਤੀ। ਹੋਰ ਕਾਫੀ ਮਤਲਬ ਜਿਹੜੀ ਆਪਣੇ ਸਿੰਘ ਸ਼ਹੀਦ ਨੇ, ਆਪਣੇ ਖਾੜਕੂ ਸਿੰਘ ਨੇ, ਉਹਨਾਂ ਦੀ ਗੱਲਾਂ ਵੀ ਕਰਦਾ। ਮਤਲਬ ਇਹ ਗੱਲ ਮੈਨੂੰ ਅੱਛੀ ਲੱਗੀ, ਜਿਹੜੇ ਕਹਿੰਦੇ ਵੀ ਹਰਿਆਣੇ ਜਿਹੜੇ ਆ, ਹਰਿਆਣੇ ਦੀ ਗੱਲ ਨਹੀਂ ਕਰਦੇ, ਸਾਥ ਨਹੀਂ ਦਿੰਦੇ। ਹਰਿਆਣੇ ਵਾਲੇ ਬਥੇਰੇ ਮੁੰਡੇ ਆ ਵੀ ਜੀ, ਬਥੇਰੇ ਨੌਜਵਾਨ ਨੇ ਜਿਹੜੇ ਸਾਥ ਦੇਣ ਨੂੰ ਤਿਆਰ ਨੇ। ਉਹਨਾਂ ਬਾਰੇ ਕੀ ਵਿਚਾਰ ਨੇ ਵੀਰ ਜੀ ਦੇ, ਮੈਂ ਉਹ ਪੁੱਛਣਾ ਚਾਹੁੰਦਾ। ਨਹੀਂ ਦੇਖੋ, ਮੈਂ ਇਹ ਗੱਲ ਪਹਿਲਾਂ ਵੀ ਕਲੀਅਰ ਕੀਤੀ ਆ ਵੀ ਹਰਿਆਣੇ ਦਾ ਬਹੁਤ ਵੱਡਾ ਹਿੱਸਾ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸਿੱਖੀ 'ਚ ਵੀ ਆਊਗਾ ਤੇ ਖਾਲਿਸਤਾਨ ਦੇ ਸੰਘਰਸ਼ 'ਚ ਵੀ ਜਿਹੜਾ ਵਾ ਬਹੁਤ ਵੱਡਾ ਯੋਗਦਾਨ ਅਦਾ ਕਰੂਗਾ। ਇਸ ਗੱਲ ਲਈ ਮੈਂ ਆਸਮੰਦ ਆ। ਮੈਂ ਇਹ ਗੱਲ ਬੜੀ ਬਲੰਟਲੀ ਪਹਿਲਾਂ ਵੀ ਕਹੀ ਸੀ ਵੀ ਪੰਜਾਬ 'ਚ ਇਹ ਨਾ ਇੱਕ ਕੰਪਲੈਕਸ, ਇਨਫੀਰਿਟੀ ਕੰਪਲੈਕਸ ਵਾਲੀ ਗੱਲ ਹੋ ਜਾਂਦੀ ਕਈ ਬੰਦਿਆਂ ਨੂੰ। ਪੰਜਾਬ ਦੇ ਵਿੱਚ ਜਿਹੜਾ ਬਹੁਤ ਜਿਹੜੇ ਸੋ ਕਾਲਡ SC ਜਾਂ ਦੂਜੀਆਂ ਤਰ੍ਹਾਂ ਨੇ, ਉਹ ਕ੍ਰਿਸਚੈਨਿਟੀ 'ਚ ਜਾ ਰਹੇ, ਸਿੱਖੀ ਛੱਡ ਕੇ ਕਈ ਬੰਦੇ। ਹਰਿਆਣੇ ਦੇ ਜਾਟ ਜਿਹੜੇ ਉਹ ਸਿੱਖੀ 'ਚ ਆ ਰਹੇ ਆ, ਕਿਉਂਕਿ
ਉਹਨਾਂ ਵਾਸਤੇ ਜਿਹੜਾ ਲਕੀਰ ਖਿੱਚਣਾ ਸੌਖਾ ਹੈ ਚੀਜ਼ਾਂ ਦੇ ਪ੍ਰਤੀ, ਉਹਨਾਂ ਕੋਲ ਇੱਕ ਅਣਖ ਗੈਰਤ ਇੱਕ ਹੈਗੀ ਹੈ। ਸੋ ਮੈਂ ਜਿੰਨੇ ਕੁ ਬੰਦਿਆਂ ਨਾਲ ਗੱਲ ਕੀਤੀ ਹੈ, ਜਿੰਨੇ ਕੁ ਹਰਿਆਣੇ ਦੇ ਨੌਜਵਾਨ ਜਿਹੜੇ ਕੰਮ ਕਰ ਰਹੇ ਆ, ਮਨੋਜ ਸਿੰਘ ਧਵਾਨ ਹੋਣੀ, ਦੂਜੇ ਤੀਜੇ ਬੰਦੇ ਸਾਰੇ ਜਿਹੜੇ ਆਪਣੇ ਉੱਥੋਂ ਦੇ ਲੋਕਲ ਕਮਿਊਨਿਟੀਜ਼ 'ਚ ਕੰਮ ਕਰ ਰਹੇ ਆ, ਸਿੱਖੀ ਦਾ ਪ੍ਰਚਾਰ ਕਰ ਰਹੇ ਆ। ਇਹ ਬਹੁਤ ਵੱਡੀ ਪੋਸੀਬਿਲਿਟੀ ਆ ਵੀ ਜਿਹੜਾ ਖਾਲਿਸਤਾਨ ਦਾ ਸੰਘਰਸ਼ ਆ ਉਹਦੇ 'ਚ ਹਰਿਆਣੇ ਦੀ ਜਿਹੜੀ ਪਾਪੂਲੇਸ਼ਨ ਆ, ਹਰਿਆਣਾ ਦੇ ਇੱਕ ਜਿੱਦਾਂ ਹੁਣ ਆਪਣਾ ਸ਼ਬਦ ਆ ਗਿਆ ਨਾ, ਇਹਨੂੰ ਐਜ਼ ਅ ਸਟੇਟ ਨਾ ਵੇਖੋ ਤੇ ਪੰਜਾਬ ਦਾ ਹੀ ਪਾਰਟ ਆ, ਉਹਦੀ ਜਿਹੜੀ ਪਾਪੂਲੇਸ਼ਨ ਆ ਉਹ ਵੱਡਾ ਰੋਲ ਅਦਾ ਕਰੂਗੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ। ਸੋ ਮੇਰਾ ਤੇ ਬੜਾ ਪੋਜ਼ਿਟਿਵ ਪੱਖ ਆ ਵੀ ਜਿਹੜੀ ਸਾਨੂੰ ਹਰਿਆਣੇ ਦੀ ਜਿਹੜਾ ਖਾਸ ਕਰਕੇ ਜਾਟ ਭਾਈਚਾਰਾ ਹਰਿਆਣੇ ਦਾ, ਉਹਨਾਂ ਦੇ ਨਾਲ ਮਿਲ ਜੁਲ ਕੇ ਵਿਚਾਰ ਕਰਕੇ ਉਹਨਾਂ ਨੂੰ ਮਤਲਬ ਉਹਨਾਂ ਨੂੰ ਗਾਈਡੈਂਸ ਦੀ ਲੋੜ ਹੈ। ਉਹਨਾਂ ਕੋਲ ਉਹ ਸਿੱਖੀ ਦੇ ਵਿੱਚ ਆਉਣਾ ਚਾਹੁੰਦੇ ਨੇ, ਸਿੱਖੀ ਦੇ ਨਾਲ ਉਹਨਾਂ ਦਾ ਪ੍ਰੇਮ ਵੀ ਹੈ, ਤੇ ਇੱਕ ਜਿਹੜਾ ਸਿੱਖੀ ਜਿਸ ਕਿਸਮ ਨਾਲ ਉਹਨੂੰ ਅਕੋਮੋਡੇਟ ਕਰ ਸਕਦੀ ਹੋਰ ਕੋਈ ਨਹੀਂ ਕਰ ਸਕਦਾ। ਸੋ ਇਸ ਕਰਕੇ ਇਹਦੇ ਬਾਰੇ ਕੋਈ ਨਹੀਂ, ਬਾਅਦ 'ਚ ਵਿਚਾਰ ਕਰਾਂਗੇ। ਇਹ ਆਈ ਐਮ ਵੈਰੀ ਪੋਜ਼ਿਟਿਵ ਅਬਾਊਟ ਕਿ ਹਰਿਆਣੇ ਦੇ ਜਿਹੜੇ ਨੌਜਵਾਨ ਆ, ਖਾਸ ਕਰਕੇ ਦੀਪ ਸਿੱਧੂ ਤੇ ਬਾਅਦ 'ਚ ਫਿਰ ਸਿੱਧੂ ਮੂਸੇਵਾਲਾ ਤੋਂ ਬਾਅਦ ਫਿਰ ਸੰਤਾਂ ਦੀ ਤਸਵੀਰ ਦੇ ਮਸਲੇ 'ਚ ਬਹੁਤ ਵੱਡਾ ਇੱਕ ਪ੍ਰੋਟੈਸਟ ਸੀ। ਤੇ ਹੁਣ ਜਾਟ ਜਿਹੜਾ ਕਿਸਾਨ ਅੰਦੋਲਨ ਦੇ ਵਿੱਚ ਜਾਟਾਂ ਨੇ ਸੰਤਾਂ ਦੀਆਂ ਬਹੁਤ ਤਸਵੀਰਾਂ ਆਪਣੇ ਘਰਾਂ 'ਚ ਵੀ ਲਾਈਆਂ, ਜਿਹੜੇ ਭਾਵੇਂ ਬੇਸ਼ੱਕ ਉਹਨਾਂ ਦੇ ਪਿਓ ਦਾਦੇ ਹਿੰਦੂ ਸਨ, ਪਰ ਫਿਰ ਵੀ ਉਹਨਾਂ ਨੇ ਇਸ ਪਾਸੇ ਆਉਣ ਦਾ ਜਿਹੜਾ ਤਈਆ ਕੀਤਾ। ਸੋ ਉਹਦੇ ਲਈ ਆਪਾਂ ਕੋਈ ਨਹੀਂ ਆਸਮੰਦ, ਉਹਦੇ ਬਾਰੇ ਗੱਲਬਾਤ ਕਰਾਂਗੇ। ਹੁਣ ਐਪਲ ਕੌਰ ਆਪਣੇ ਨਾਲ ਉਹਨਾਂ ਦੀ ਗੱਲਬਾਤ ਸੁਣ ਲਈ, ਫਿਰ ਅੱਗੇ ਚੱਲਦੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ, ਮੈਂ ਨਾ ਸਿੱਧੂ ਮੂਸੇਵਾਲੇ ਦੇ ਗਾਣੇ ਜ਼ਿਆਦਾ ਨਹੀਂ ਸੁਣੇ, ਲੇਕਿਨ ਜਦੋਂ ਉਹਨਾਂ ਦੀ ਪਾਸਿੰਗ ਹੋਈ ਮੈਂ ਨਾ 295 ਕਾਫੀ ਸੁਣਿਆ। ਤਾਂ ਅੱਜ ਮੈਂ ਪਹਿਲੀ ਵਾਰੀ ਜਸਟ ਲਾਈਕ ਐਵਰੀਬਾਡੀ ਐਲਸ ਜਿਹੜਾ ਨਵਾਂ ਗਾਣਾ ਨਿਕਲਿਆ ਮੈਂ ਸੁਣਿਆ। ਮੈਂ ਤੁਹਾਨੂੰ ਦੱਸਣਾ ਚਾਹੁੰਦੀ ਸੀਗੀ, ਕੱਲ ਤੋਂ ਪਹਿਲਾਂ ਮੈਨੂੰ ਭਾਈ ਜਠਾਣੇ ਬਾਰੇ ਨਹੀਂ ਪਤਾ ਸੀ। And what I think is so powerful about just music, ਖਾਸ ਕਰਕੇ having access to music on YouTube or just sharing it, that ਸਾਡੀ ਨਾ consciousness ਬਹੁਤ ਰੇਸ ਹੁੰਦੀ ਹੈ। And ਮੈਨੂੰ ਲੱਗਦਾ ਹੈ ਜਿੰਨਾ ਮੂਵਮੈਂਟ ਆਜ਼ਾਦੀ ਵਾਸਤੇ ਮਿਊਜ਼ਿਕ ਤੋਂ ਨਿਕਲ ਜਾ ਸਕਦਾ ਹੈ, I think it's really good। ਕਈਆਂ ਨੂੰ ਸਿੱਖੀ ਬਾਰੇ ਪਤਾ ਨਹੀਂ ਹੈ, ਕਈਆਂ ਨੂੰ ਪੰਜਾਬ ਦੀ ਸਟਰਗਲ ਬਾਰੇ ਪਤਾ ਨਹੀਂ ਹੈ, ਪਰ ਹਰ ਗਾਣੇ ਵਿੱਚ ਥੋੜਾ ਜਿਹਾ ਜੇ ਅਸੀਂ ਆਰਾਮ ਨਾਲ ਸੁਣੋ ਸੱਚ ਨਿਕਲਦਾ ਆ। ਐਂਡ ਦੈਨ ਸਲੋਲੀ ਤੁਹਾਨੂੰ ਨਾ ਪੂਰਾ ਪਤਾ ਲੱਗਦਾ ਲਾਈਕ ਪ੍ਰੋਬਲਮਸ ਪੰਜਾਬ ਵਿੱਚ ਕੀ ਆ। ਸੋ ਮੈਂ ਸਿਰਫ ਇਹ ਗੱਲ ਕਹਿਣਾ ਚਾਹੁੰਦੀ ਸੀ, ਜਿੰਨਾ ਮੈਨੂੰ ਨਹੀਂ ਪਤਾ ਸੀਗਾ 2 ਦਿਨ ਪਹਿਲਾਂ, ਉਹਨਾਂ ਮੈਨੂੰ ਜ਼ਿਆਦਾ ਨੌਲੇਜ ਆ ਗਈ ਹੁਣ ਸਿਰਫ ਇੱਕ ਗਾਣੇ ਸੁਣ ਕੇ। ਸੋ I think there's so much power in music and art, and ਜੋ ਉਹਨਾਂ ਨੇ ਗੱਲ ਕੀਤੀ ਆ ਬਹੁਤ ਅੱਛੀ ਕੀਤੀ ਹੈ। ਐਂਡ I don't even think ਭਾਈ ਜਠਾਣੇ ਨੂੰ ਸ਼ਾਇਦ ਪਤਾ ਹੋਗਾ ਮੇਰੀ ਲੈਗੇਸੀ ਅੱਜ ਤੱਕ ਲਾਈਕ ਲੋਕ ਗੱਲਾਂ ਕਰ ਰਹੇ ਹੋਣ। ਸੋ ਥੈਂਕ ਯੂ ਫॉर ਹੋਸਟਿੰਗ ਦਿਸ ਸਪੇਸ। ਤੇ ਇਹ ਜਿਹੜਾ ਡਿਸਕੋਰਸ ਹੈ ਨਾ, ਇਹਦੇ ਬਾਰੇ ਗੱਲ ਲਾਈਕ ਹੋਣੀ ਚਾਹੀਦੀ ਹੈ, ਤੇ ਇਹ ਗੱਲ ਖਤਮ ਕਦੀ ਹੋਣੀ ਨਹੀਂ ਚਾਹੀਦੀ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ। ਆਪਣੇ ਨਾਲ ਜਮੇਲ ਹਸਨ ਜੀ ਜੁੜੇ। ਜਮੇਲ ਹਸਨ ਜੀ, ਆਪ ਜੀ ਰੱਖੋ ਆਪ ਦਾ ਪ੍ਰਸ਼ਨ। ਸਾਰਿਆਂ ਭੈਣਾਂ ਭਰਾਵਾਂ ਦਾ ਕੀ ਹਾਲ ਚਾਲ ਹੈ ਜੀ? ਅਸਲਾਮ ਵਾਲੇਕੁਮ। ਮੈਂ ਪਾਕਿਸਤਾਨ ਤੋਂ ਹਾਂ ਤੇ ਮੈਂ ਵੀ ਕਾਫੀ ਖਬਰਾਂ ਪੰਜਾਬ ਦੀ ਖਾਸ ਕਰਕੇ ਚੜ੍ਹਦੇ ਪੰਜਾਬ ਦੀਆਂ ਸੁਣਨਾ, ਤੇ ਸਿੱਧੂ ਭਾਈ ਦਾ ਸੁਣ ਕੇ ਬੜਾ ਅਫਸੋਸ ਹੋਇਆ। ਲੇਕਿਨ ਇਹਦੇ ਵਿੱਚ ਇਹ ਵੀ ਹੈ ਕਿ ਜਿਕਨ ਦੀਪ ਸਿੱਧੂ ਦਾ ਕਤਲ ਹੋਇਆ, ਨਗਲ ਅੰਬੀਆਂ ਦਾ ਕਤਲ ਹੋਇਆ, ਫਿਰ ਮੂਸੇ ਵਾਲੇ ਦਾ ਕਤਲ ਹੋਇਆ, ਤੇ ਇਸ ਚੀਜ਼ ਤੇ ਜਿਹੜੀਆਂ ਆਪਣੀਆਂ ਆਰਗੇਨਾਈਜੇਸ਼ਨ ਪੰਜਾਬ ਦੀਆਂ, ਉਹਨਾਂ ਨੂੰ ਵੀ ਗੌਰ ਕਰਨਾ ਚਾਹੀਦਾ ਆਪਣੇ ਬੰਦਿਆਂ ਦੀ ਹਿਫਾਜ਼ਤ ਵਾਸਤੇ। ਵੇਖੋ ਨਾ ਕਿ ਏਜੰਸੀਆਂ ਹੀ ਸਭ ਕੁਝ ਕਰ ਰਹੀਆਂ ਨੇ, ਤੇ ਆਪਣੇ ਹੱਕਾਂ ਵਾਸਤੇ ਜਿਹੜਾ ਵੀ ਬੋਲਦਾ ਅੱਜ ਤੱਕ ਪੰਜਾਬ ਦੀ ਤਾਰੀਖ ਹੈ ਕਿ ਉਹਨੂੰ ਮਾਰ ਦਿੱਤਾ ਗਿਆ। ਤੇ ਇਸ ਤੋਂ ਜ਼ਿਆਦਾ ਕੰਮ ਹੋਣਾ ਚਾਹੀਦਾ। ਸਭ ਤੋਂ ਪਹਿਲੇ ਤੇ ਹਿਫਾਜ਼ਤ ਹੈ ਨਾ, ਜਿਹੜਾ ਉੱਠਦਾ ਉਹਨੂੰ ਮਾਰ ਦਿੱਤਾ ਜਾਂਦਾ। ਤੇ ਇਹ ਜਿਹੜਾ ਹੁਣ ਗਾਣਾ ਆਇਆ ਇਹ ਹੱਕ ਤੇ ਬੋਲਣੇ ਦਾ, ਤੇ ਇੱਕ ਕੰਮ ਹੋਣਾ ਚਾਹੀਦਾ। ਜ਼ਿਆਦਾ ਤੋਂ ਜ਼ਿਆਦਾ ਆਪਣੇ ਬੰਦਿਆਂ ਦੀ ਹਿਫਾਜ਼ਤ ਬਹੁਤ ਜ਼ਰੂਰੀ ਹੈ। ਮੈਂ ਇਹ ਗੱਲ ਕਰਨਾ ਚਾਹੁੰਦਾ ਸੀ। ਹਾਂਜੀ, ਬਹੁਤ ਬਹੁਤ ਮਿਹਰਬਾਨੀ ਜੀ। ਦੇਖੋ, ਇੱਕ ਦੋ ਚੀਜ਼ਾਂ ਹੈ। ਇੱਕ ਤੇ ਹਿਫਾਜ਼ਤ ਜਿਹੜੀ ਹੈ ਉਹ
ਹਰ ਥਾਂ ਤੇ ਪੋਸੀਬਲ ਨਹੀਂ, ਕਿਉਂਕਿ ਸਟੇਟ ਕੋਲ ਜਿਹੜੀ ਜਿੰਨੇ ਰਿਸੋਰਸਸ ਨੇ, ਹਾਂ ਤੁਹਾਡੇ ਕੋਲ ਦੋ ਰਾਹ ਹੁੰਦੇ ਨੇ ਇਸ ਮੌਕੇ ਦੇ ਉੱਤੇ, ਵੀ ਤੁਸੀਂ ਜਾਂ ਤੇ ਚੁੱਪ ਕਰ ਜਾਓ ਤੇ ਜਾਂ ਫਿਰ ਤੁਸੀਂ ਜਿੰਨਾ ਤੁਹਾਡੇ ਕੋਲ ਟਾਈਮ ਹੈਗਾ ਉਹਦੇ 'ਚ ਬਾਕੀ ਨਾਲ ਆਪਣੀ ਗੱਲ ਕਰੋ। ਤੇ ਮੇਰੇ ਖਿਆਲ ਨਾਲ ਦੂਜਾ ਤਰੀਕਾ ਜਿਹੜਾ ਵਾ ਉਹ ਵਧੀਆ, ਕਿਉਂਕਿ ਖਤਰਾ ਤੇ ਤੁਹਾਨੂੰ ਕਿਤੇ ਵੀ ਹੋ ਸਕਦਾ। ਉਹ ਤੇ ਪਾਣੀ ਦੇ ਬਚਨ ਹੈ ਵੀ ਜਿਨਕੀ ਚੀਰੀ ਦਰਗੇ ਪਾਰਟੀ ਤਿੰਨਾ ਮਰਨਾ ਭਾਈ, ਜਿਨ੍ਹਾਂ ਦਾ ਤੋਂ ਹੁਕਮ ਆ ਗਿਆ ਤੇ ਉਹਨਾਂ ਨੇ ਤੇ ਫਿਰ ਉਹਨਾਂ ਨੂੰ ਕੋਈ ਨਹੀਂ ਬਚਾ ਸਕਦਾ। ਜਿਨ੍ਹਾਂ ਦੀ ਵਧੀ ਹੈ ਜਿਸ ਦਾ ਸਾਹਿਬ ਲਾਡਾ ਹੋਵੇ ਤੇ ਸਾਨੂੰ ਮਾਰ ਨਾ ਸਕੇ ਕੋਈ। ਸੋ ਗੁਰੂ ਸਾਹਿਬ ਦੇ ਹੁਕਮਾਂ 'ਚ ਹੀ ਸਾਰਾ ਕੁਝ ਹੋਣਾ, ਪਰਮਾਤਮਾ ਦੇ ਹੁਕਮਾਂ 'ਚ ਹੀ ਚੱਲਣਾ ਸਾਰਾ ਕੁਝ। ਸੋ ਕੋਸ਼ਿਸ਼ ਤੇ ਹੋਣੀ ਚਾਹੀਦੀ ਹੈ, ਜਿਹੜਾ ਵੀ ਬੰਦਾ ਲੀਡ ਕਰ ਰਿਹਾ ਉਹਨੂੰ ਜੋ ਸੇਫਟੀ ਪ੍ਰੋਵਾਈਡ ਕਰਨ ਦੀ ਇੱਕ ਜਿਹੜੀ ਰਿਕੁਆਇਰਮੈਂਟ ਹੈ ਜਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਨੂੰ। ਬਟ ਫਿਰ ਵੀ ਬਹੁਤ ਕੁਛ ਨਹੀਂ ਵੀ ਕੀਤਾ ਜਾ ਸਕਦਾ। ਦੂਜੀ ਗੱਲ ਮੈਂ ਇੱਥੇ ਡਿਸਕਸ ਕਰਨੀ ਹੈ ਵੀ ਸਾਨੂੰ ਇੱਕ ਨਾ, ਮੈਂ ਇਹਦੇ ਬਾਰੇ ਸੋਚਦਾ ਸੀ ਵੀ ਜਿਹੜੀ ਸਕਸੈਸ ਹੈ ਇਸ ਇੰਡਸਟਰੀ ਦੇ ਵਿੱਚ, ਮਿਊਜ਼ਿਕ ਇੰਡਸਟਰੀ ਦੇ ਵਿੱਚ, ਉਹਦੇ ਬਾਰੇ ਸਾਨੂੰ ਇੱਕ ਪੈਰਾਮੀਟਰ ਜਿਹੜਾ ਵਾ ਨਵਾਂ ਵੇਖਣ ਦੀ ਲੋੜ ਹੈ। ਉਹ ਇਹ ਆ ਵੀ ਜਦੋਂ ਆਪਾਂ ਕਿਸੇ ਕਲਾਕਾਰ ਨੂੰ ਜਾਂ ਕਿਸੇ ਸਿੰਗਰ ਨੂੰ, ਕਿਸੇ ਐਕਟਰ ਨੂੰ ਪੰਥਕ ਪਾਸੇ ਜਾਣ ਵੱਲ ਕਹਿੰਦੇ ਆ ਜਾਂ ਫੋਰਸ ਕਰਦੇ ਆ, ਜਾਂ ਕਿਸੇ ਵੀ ਤਰੀਕੇ ਨਾਲ ਸਾਡਾ ਰਾਈਟ ਵੀ ਹੈਗਾ ਉਹਨਾਂ ਨੂੰ ਗੱਲ ਕਰਨ ਦਾ, ਤੇ ਉਹਦੇ ਨਾਲ ਨਾ ਉਹਨਾਂ ਦਾ ਜਿਹੜਾ ਕਰੀਅਰ ਹੈ ਉਹ ਦਾਅ ਤੇ ਲੱਗ ਜਾਂਦਾ ਹੈ। ਸੋ ਇੰਸਟੈਡ ਆਫ ਵੀ ਆਪਾਂ ਉਹਨਾਂ ਨੂੰ ਇੱਕ ਐਕਸਪੋਜ਼ ਕਰ ਦਈਏ, ਮਤਲਬ ਸਾਰਿਆਂ ਦੇ ਸਾਹਮਣੇ ਵੀ ਇਹ ਬੰਦੇ ਪ੍ਰੋ ਪੰਥਕ ਆ, ਸਾਨੂੰ ਉਹਨਾਂ ਨੂੰ ਥੋੜ੍ਹੀ ਜਿਹੀ ਵਾਈਡਰ ਬਾਉਂਡਰੀਜ਼ ਦੇਣੀ ਚਾਹੀਦੀਆਂ ਵੀ ਉਹ ਆਪਣਾ ਕੰਮ ਵੀ ਕਰਦੇ ਰਹਿਣ, ਕਮਰਸ਼ੀਅਲ ਚੀਜ਼ਾਂ ਵੀ ਕਰਦੇ ਰਹਿਣ। ਕਿਉਂਕਿ ਦੇਖੋ ਪਾਪੂਲੇਸ਼ਨ ਓਵਰਨਾਈਟ ਬਦਲ ਨਹੀਂ ਸਕਦੀ। ਸੋ ਜੇ ਉਹ ਪਾਪੂਲੇਸ਼ਨ ਜਿਹੜੀ ਮੈਂਟੈਲਿਟੀ 'ਚ ਤੁਰੀ ਫਿਰਦੀ ਹੈ ਉਹਦੇ ਆਪੋਜ਼ਿਟ ਕੰਟੈਂਟ ਦੇਣਾ ਸ਼ੁਰੂ ਕਰ ਦੇਣਗੇ ਤਾਂ ਇਰੈਲੇਵੈਂਟ ਹੋ ਜਾਣਗੇ ਮੌਕੇ ਦੇ ਉੱਤੇ ਹੀ, ਉਹਨਾਂ ਨੂੰ ਕੋਈ ਸੁਣੂਗਾ ਨਹੀਂ 10-15 ਦਿਨ ਤੋਂ ਬਾਅਦ। ਸੋ ਅਸੀਂ ਇਹ ਸੋਚੀਏ ਵੀ ਜਿਹੜੇ ਤਰੀਕੇ ਨਾਲ ਸਾਨੂੰ ਕਰਪਟ ਕੀਤਾ ਗਿਆ ਤੇ ਉੱਥੋਂ ਅਸੀਂ ਜਦੋਂ ਰਿਵਰਸ ਕਰਨਾ ਚੀਜ਼ਾਂ ਨੂੰ, ਉਸੇ ਪੇਸ ਨਾਲ ਆਈਏ। ਉਹਨਾਂ ਨੇ ਇਹ ਨਹੀਂ ਹੋਇਆ ਸੀ ਵੀ ਗੁਰਦਾਸ ਮਾਨ ਨੇ ਸਾਰੇ ਗਾਣੇ ਆਣ ਕੇ ਜਿਹੜੇ ਸੀ ਉਹ ਸ਼ਰਾਬ ਵਾਲੇ ਗਾਤੇ, ਏਦਾਂ ਨਹੀਂ ਹੁੰਦਾ ਕਦੇ ਵੀ। ਉਹਨਾਂ ਨੇ ਬਹੁਤ ਸਲੋਲੀ ਇੱਕ ਤੇ ਕੰਮ ਕੀਤਾ। ਸਾਨੂੰ ਵੀ ਜਿਹੜੇ ਮੁੰਡੇ ਨੌਜਵਾਨ ਸਿੰਗਰ ਹੈ ਜਿਹੜੇ ਕਮਰਸ਼ੀਅਲੀ ਬਹੁਤ ਸਕਸੈਸਫੁਲ ਹੈ, ਇੰਸਟੈਡ ਵੀ ਆਪਾਂ ਉਹਨਾਂ ਨੂੰ ਜਿਹੜਾ ਵਾ ਇਹ ਕਹੀਏ ਵੀ ਤੁਸੀਂ ਏਦਾਂ ਹੀ ਕਰੋ, ਆਪਾਂ ਉਹਨਾਂ ਨੂੰ ਇੱਕ ਆਊਟਰ ਬਾਉਂਡਰੀਜ਼ ਡਿਫਾਈਨ ਕਰ ਦਈਏ ਵੀ ਤੁਸੀਂ ਆਹ ਕੰਮ ਨਹੀਂ ਕਰ ਸਕਦੇ। ਮਤਲਬ ਬਾਕੀ ਇਹਦੇ ਅੰਦਰ ਤੁਸੀਂ ਚਲੋ ਕਰੀ ਜਾਓ, ਇਹ ਬੇਸਿਕ ਮਿਨੀਮਮ ਰਿਕੁਆਇਰਮੈਂਟਸ ਉਹਨਾਂ ਨੂੰ ਡਿਫਾਈਨ ਕਰੀਏ ਸਾਰਿਆਂ ਨੂੰ ਵੀ ਆਹ ਕੰਮ ਤੁਸੀਂ ਨਾ ਕਰੋ ਤੇ ਚੰਗੀ ਗੱਲ ਹੈ। ਉਹਦੇ ਨਾਲ ਫਾਇਦਾ ਆਪਾਂ ਨੂੰ ਕੀ ਹੋਊਗਾ ਵੀ ਉਹ ਉਹਨਾਂ ਦਾ ਜਿਹੜਾ ਕਮਰਸ਼ੀਅਲ ਹੈ, ਕਿਉਂਕਿ ਉਹ ਦੇਖੋ ਜਦੋਂ ਕਮਰਸ਼ੀਅਲ ਐਸਪੈਕਟ ਮਰੂਗਾ ਉਹ ਤੇ ਖੁਦ ਨਹੀਂ ਸਰਵਾਈਵ ਕਰ ਸਕਣਗੇ। ਪੰਥ ਦੀ ਗੱਲ ਉਹਨਾਂ ਕਿੱਥੋਂ ਕਰਨੀ, ਫਿਰ ਜੇ ਕਰੂਗੇ ਤੇ ਸੁਣੂਗਾ ਨਹੀਂ ਕੋਈ ਵੀ, ਹੈ ਨਾ। ਉਹ ਵੀ ਉਹਨਾਂ ਦਾ ਬਚਿਆ ਰਵੇ ਕਮਰਸ਼ੀਅਲ ਜਿਹੜਾ ਐਸਪੈਕਟ ਹੈ ਚੀਜ਼ਾਂ ਦੇ ਪ੍ਰਤੀ। ਤੇ ਦੂਜੀ ਗੱਲ ਆ ਵੀ ਉਹਦੇ ਨਾਲ ਦੀ ਨਾਲ ਉਹਨਾਂ ਦਾ ਇਨਫਲੂਐਂਸ ਵੀ ਤਾਂ ਹੀ ਰਹਿ ਸਕਦਾ ਜਿਹੜੀ ਆਪਾਂ ਉਸ ਪਾਪੂਲੇਸ਼ਨ ਨਾਲ ਡੀਲ ਕਰਦੇ ਹਾਂ ਜਿਹੜੀ ਇੰਡੀਅਨ ਸਟੇਟ ਨੇ ਬਹੁਤ ਲੰਮਾ ਸਮਾਂ 'ਚ ਕਰਪਟ ਕੀਤੀ ਹੋਈ ਹੈ, ਆਲਰੇਡੀ ਕਰਪਟਡ ਹੈ। ਸੋ ਜਿਹੜੀ ਆਲਰੇਡੀ ਕਰਪਟਡ ਪਾਪੂਲੇਸ਼ਨ ਹੈ ਉਹਨੂੰ ਤੁਸੀਂ ਜਦੋਂ ਪ੍ਰਤੱਖ ਸੱਚ ਲਿਆ ਕੇ ਉਹਨਾਂ ਦੇ ਸਾਹਮਣੇ ਰੱਖੋਗੇ ਤੇ ਉਹ ਸ਼ਾਇਦ ਡਿਨਾਈ ਕਰ ਦੇਣ ਟੋਟਲੀ। ਮਤਲਬ ਉਹਦੇ ਪ੍ਰਤੀ ਉਹਨੂੰ ਕਹਿਣ ਵੀ ਨਹੀਂ ਇਹ ਅਸੀਂ ਉਹ ਬੰਦੇ ਨੂੰ ਨੈਗਲੈਕਟ ਕਰ ਦੇਣ ਵੀ ਇਹ ਬੰਦਾ ਨਹੀਂ ਠੀਕ ਹੈਗਾ। ਸੋ ਉਹਨਾਂ ਨੂੰ ਥੋੜਾ ਹੌਲੀ ਚੇਂਜ ਕਰਨ ਦਾ ਜਿਹੜਾ ਪ੍ਰੋਸੈਸ ਹੈ ਉਹ ਉਹਦੇ ਵੱਲ ਵਧਣਾ ਚਾਹੀਦਾ। ਜਿਹੜੇ ਕੋਈ ਕਲਾਕਾਰ ਜਿਹੜੇ ਕੌਮ ਦੀ ਗੱਲ ਕਰਦੇ ਆ ਕਦੇ ਐਪਰੀਸ਼ੀਏਟ ਵੀ ਕਰਨਾ ਚਾਹੀਦਾ ਉਹਨਾਂ ਨੂੰ। ਦੂਜੀ ਗੱਲ ਹੈ ਵੀ ਉਹਨਾਂ ਨੂੰ ਇਹ ਨਹੀਂ ਹੈਗਾ ਵੀ ਅੱਜ ਉਹਨਾਂ ਨੇ ਕਿਤੇ 84 ਦੇ ਗੀਤ ਗਾਤਾ ਤੇ ਕੱਲ ਨੂੰ ਕਿਤੇ ਉਹ ਕੋਈ ਵੈਸੇ ਕਮਰਸ਼ੀਅਲੀ ਕੋਈ ਫਨੀ ਕੋਈ ਕਾਮੇਡੀ ਗੱਲ ਕਰ ਰਹੇ ਆ ਤੇ ਉਹਨਾਂ ਨੂੰ ਉਸ ਗੱਲ ਤੇ ਗ੍ਰਿਲ ਨਹੀਂ ਕਰਨਾ ਚਾਹੀਦਾ। ਮਤਲਬ ਮੈਨੂੰ ਵੀ ਪਹਿਲਾਂ ਹੋ ਸਕਦਾ ਲੱਗਦਾ ਰਿਹਾ ਹੋਵੇ ਵੀ ਏਦਾਂ, ਪਰ ਮੈਂ ਇਹ ਸੋਚਦਾ ਵੀ ਜੇ ਉਹਨਾਂ ਨੂੰ ਤੁਸੀਂ ਇਹ ਸਪੇਸ ਨਹੀਂ ਦਿੱਤੀ ਜਿਹਦੇ 'ਚੋਂ ਆਪਣਾ ਕਮਰਸ਼ੀਅਲ ਜਾਂ ਈਵਨ ਜਿਹੜੀ ਮਤਲਬ ਇੱਕ ਆਮ ਮਾਸਿਸ ਨੂੰ ਅਪੀਲ ਕਰਦੀ ਚੀਜ਼ ਆ ਉਹ ਰੱਖ ਸਕਣ ਤੇ ਤੁਹਾਡਾ ਇਹ ਕੰਟੈਂਟ ਵੀ ਇਰਰੈਲੇਵੈਂਟ ਬਣ ਜਾਊਗਾ। ਮਤਲਬ ਤੁਸੀਂ ਇੱਕ ਸਿੰਗਰ ਹੋ ਸਕਦਾ ਸਿੱਧੂ ਮੂਸੇ ਵਾਲਾ ਜਿਹੜਾ ਵਾ ਇਹਦੇ ਕੋਲ ਪਹਿਲਾਂ ਹੀ ਪੋਟੈਂਸ਼ੀਅਲ ਸੀਗਾ ਪੰਥਕ ਗਾਣੇ ਗਾਉਣ ਦਾ। ਜਦੋਂ ਇਹਨੇ ਗਾਣਾ ਗਾਇਆ ਸੀ ਆਪਣੀ ਲਾਈਫ ਦੇ ਵਿੱਚ ਭਾਈ ਹਵਾਰੇ ਨੂੰ ਸੰਬੰਧਿਤ, ਹਨਾ, ਕਿਸੇ ਦਾ ਹੀ ਬੋਲਿਆ ਸੀ, ਉਦੋਂ ਵੀ ਇਹ ਗਾਣਾ ਕੱਢ ਸਕਦਾ ਹੈ। ਪਰ ਜੇ ਉਦੋਂ ਕੱਢ ਦਿੰਦਾ ਹੋ ਸਕਦਾ ਅੱਜ ਜਿਹੜੀ ਇਹਦੀ ਹਸਤੀ ਉਹ ਏਡੀ ਵੱਡੀ ਨਾ ਹੁੰਦੀ। ਸੋ ਉਹ ਜਿਹੜਾ ਕਮਰਸ਼ੀਅਲ ਸਕਸੈਸ ਦੇ ਪੀਕ ਤੇ ਜਾਣਾ ਤੇ ਉਸ ਤੋਂ ਬਾਅਦ 'ਚ ਪੰਥਕ ਮਸਲਿਆਂ ਦੇ ਉੱਤੇ ਗੱਲਬਾਤ ਕਰਨੀ, ਇੱਕ ਤੇ ਸਪੇਸ ਦੇਈਏ, ਇੱਕ ਟਾਈਮ ਦੇਈਏ ਇਹਨਾਂ ਬੰਦਿਆਂ ਨੂੰ। ਦੂਜੀ ਗੱਲ ਹੈ ਇਹਨਾਂ ਨੂੰ ਆਪਾਂ ਇੱਕ ਆਊਟਰ ਬਾਉਂਡਰੀ ਤੇ ਡਿਫਾਈਨ ਕਰਦੀ ਵੀ ਆਹ ਪੰਜਾਬ ਵਰਸਸ ਦਿੱਲੀ ਵਾਲਾ ਜਿਹੜਾ ਮਸਲਾ ਹੈ ਤੇ ਤੁਸੀਂ ਕਲੀਅਰ ਹੋ ਜਾਓ, ਬਾਕੀ ਤੁਸੀਂ ਇੱਧਰ ਉੱਧਰ ਕੁਛ ਵੀ ਕਰਦੇ ਰਹੋ। ਆਪਾਂ ਕਿਉਂਕਿ ਜਿਹੜੀ ਵਾਰ ਫਿਰ ਆਪਣੀ ਲੜਾਈ ਹੈ ਬਹੁਤ ਵੱਡੀ ਲੜਾਈ ਹੈ, ਇਹ ਕੋਈ ਇੱਕ ਅੱਧੇ ਦਿਨ ਦਾ ਮਸਲਾ ਨਹੀਂ ਹੈਗਾ ਵੀ ਅੱਜ ਹੀ ਸਾਰੇ ਬੰਦੇ ਨੂੰ ਧੂ ਕੇ ਇਸ ਪਾਸੇ ਲੈ ਕੇ ਆਉਣਾ। ਸੋ ਇਸ ਗੱਲ ਮੈਂ ਗੱਲਬਾਤ ਕਰਨੀ, ਇਸ ਬਾਰੇ ਥੋੜੀ ਅੱਗੇ ਬਾਅਦ ਗੱਲ ਕਰਾਂ, ਬਾਕੀ ਸਪੀਕਰ ਜਿਹੜੇ ਉਹਨਾਂ ਨਾਲ ਗੱਲਬਾਤ ਕਰ ਲਈਏ। ਹਾਂਜੀ,
ਆਪਣੇ ਨਾਲ ਰਮੀ ਢੀਂਡਸਾ ਜੀ ਜੁੜੇ। ਰਮੀ ਢੀਂਡਸਾ ਜੀ, ਆਪ ਜੀ ਰੱਖੋ ਆਪਦਾ ਪ੍ਰਸ਼ਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਬਾਈ ਜੀ, ਮੇਰੀ ਇੱਕ ਰਿਕੁਐਸਟ ਸੀ, ਮਤਲਬ ਕਿ ਹੁਣ ਸਾਡੇ ਏਰੀਏ 'ਚ ਨਾ ਜਿਵੇਂ ਸਿਮਰਜੀਤ ਮਾਨ ਜੀ ਸਪੋਰਟ ਕੀਤੀ ਹੈ ਨਾ ਸਾਡੇ ਮੁੰਡਿਆਂ ਵੱਲੋਂ, ਤਾਂ ਹੁਣ ਜਿਵੇਂ ਕਿ ਸਾਡੇ ਏਰੀਏ 'ਚ ਲਹਿਰਾ ਗਾਗਾ ਕੋਲ ਨਾ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਇੱਕ ਪਿੰਡ ਹੈਗਾ ਗੰਡੂਆ, ਉੱਥੇ ਮਤਲਬ ਕਿ ਇੰਨੀ ਜ਼ਿਆਦਾ ਸਪੋਰਟ ਹੋਈ ਹੈ ਕਿ ਆਪਣੇ ਹੋਰ ਏਰੀਏ ਦੇ ਵਿੱਚ ਉਸ ਪਿੰਡ ਜਿੰਨੀ ਸਪੋਰਟ ਕਿਸੇ ਮਤਲਬ ਕਿ ਨੌਜਵਾਨ ਨੇ ਕੀਤੀ ਨਹੀਂ ਹੋਣੀ। ਅਤੇ ਲਾਈਕ ਜਿਵੇਂ ਕੱਲ੍ਹ ਕੀ ਇੰਸੀਡੈਂਟ ਹੋਇਆ ਸਾਡੇ ਨਾਲ, ਲਾਈਕ ਆਮ ਆਦਮੀ ਪਾਰਟੀ ਦੇ ਜਿਹੜੇ ਬੰਦੇ ਸੀ ਉਹਨਾਂ ਲਾਈਕ ਧਮਕੀ ਵਗੈਰਾ ਦਿੱਤੀ ਗਈ ਉਹਨਾਂ ਨੂੰ ਵੀ ਸਾਡੀ ਸਰਕਾਰ ਆ ਵੀ ਤੁਸੀਂ ਐਂ ਕਰਦੇ ਹੋ ਨਾ, ਕਿਉਂਕਿ ਉਹਨੂੰ ਹਾਰ ਦਾ ਡਰ ਸੀਗਾ। ਅਤੇ ਉਦੋਂ ਤਾਂ ਚਲੋ ਮੁੰਡਿਆਂ ਨੇ ਗੱਲ ਬੋਚ ਲਈ, ਬਟ ਹੁਣ ਉਹ ਮੁੰਡੇ ਇਹ ਕਹਿੰਦੇ ਸੀ ਸਾਰੇ ਇਕੱਠੇ ਹੋ ਕੇ ਵੀ ਜਾਂ ਤਾਂ ਸਾਨੂੰ ਕਿਸੇ ਟੀਮ 'ਚ ਜੁਆਇਨ ਕੀਤਾ ਜਾਵੇ, ਲਾਈਕ ਜਿਵੇਂ ਭਾਰਤ ਪੰਜਾਬ ਦੀ ਜਥੇਬੰਦੀ ਬਣੀ ਹੋਈ ਹੈਗੀ, ਜਾਂ ਕੁਛ ਹੋਰ ਮਤਲਬ ਕਿ ਸਿਸਟਮ ਕੀਤਾ ਜਾਵੇ ਲਾਈਕ ਕੱਲ੍ਹ ਤੋਂ ਵੀ, ਕਿਉਂਕਿ ਅਸੀਂ ਹੁਣ ਜੁੜੇ ਹੋਏ ਹਾਂ ਵੀ ਕੱਲ੍ਹ ਨੂੰ ਇਹ ਨਾ ਹੋਵੇ ਨਾ ਵੀ ਸਾਡੇ 'ਤੇ ਦਬਾਅ ਪਾ ਕੇ ਸਾਨੂੰ ਕੁਛ ਕੀਤਾ ਜਾਵੇ ਨਾ, ਵੀ ਸਾਡੇ ਕੋਈ ਮਗਰ ਖੜਨ ਵਾਲਾ ਨਾ ਹੋਵੇ। ਹੁਣ ਜਿਵੇਂ ਸਾਡੇ ਏਰੀਏ 'ਚ ਜੋ ਵਾਰਸ ਆਪਣਾ ਜਥੇਬੰਦੀ ਬਣੀ ਹੋਈ ਆ ਨਾ, ਇਹਦਾ ਜੋ ਵੀ ਮੇਨ ਆਗੂ ਆ, ਅਸੀਂ ਉਹਦੇ ਲਈ ਵੀ ਜਾ ਕੇ ਆਏ ਸੀਗੇ, ਬਟ ਕੋਈ ਹਜੇ ਉਹਨਾਂ ਵੱਲੋਂ ਵੀ ਜਵਾਬ ਨਹੀਂ ਆਇਆ ਹੈਗਾ। ਅਤੇ ਇਸ ਸੰਬੰਧੀ ਬਸ ਮੈਂ ਕੁਛ ਕਹਿਣਾ ਸੀਗਾ ਜੀ ਐਵੇਂ। ਹਾਂਜੀ, ਕੋਈ ਗੱਲ ਨਹੀਂ, ਤੁਸੀਂ ਏਦਾਂ ਕਰਿਓ, ਆਪਣਾ ਮੈਨੂੰ ਜਾਂ ਗਿੱਲ ਵੀਰ ਨੂੰ ਜਾਂ ਕਾਲੂ ਨੂੰ ਆਪਣਾ ਨੰਬਰ ਭੇਜ ਦਿਓ ਤੇ ਉਹ ਤੁਹਾਡਾ ਸੰਪਰਕ ਕਰਾ ਦਿੰਦੇ ਆ ਉੱਥੇ ਜਿਹੜੇ ਬੰਦੇ ਲੋਕਲ ਹੈਗੇ। ਤੇ ਫਿਰ ਉਹ ਕੋਈ ਗੱਲ ਨਹੀਂ, ਜਿਹੜਾ ਕੋਈ ਬੰਦਾ ਆਮ ਆਦਮੀ ਪਾਰਟੀ ਵਾਲਾ ਕੋਈ ਕਰੂਗਾ ਦੰਗ ਪਛਾਣ, ਵੇਖ ਲਾਂਗੇ ਕੀ ਕਹਿੰਦੇ, ਉਹਦੀ ਚਿੰਤਾ ਨਾ ਕਰੋ ਬਹੁਤੀ, ਉਹ ਹੋ ਜਾਊਗਾ ਮਸਲਾ ਹੱਲ। ਤੇ ਠੀਕ ਹੈ ਜੀ ਬਾਈ ਜੀ, ਧੰਨਵਾਦ। ਹਾਂਜੀ, ਵਰਿੰਦਰ ਸੇਖੋ ਜੀ ਆਪਣੇ ਨਾਲ ਜਿਹੜੇ। ਵਰਿੰਦਰ ਸੇਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ, ਜਿਹੜੇ ਲਹਿਰੇ ਗਾਗੇ ਵਾਲੇ ਵੀਰ ਨੇ ਕਹੀ ਆ ਗੱਲ, ਬਾਈ ਜੀ ਕੋਈ ਗੱਲ ਨਹੀਂ, ਤੁਸੀਂ ਮੇਰਾ ਨੰਬਰ ਵੀ ਰੱਖ ਲਿਓ। ਬਾਈ ਅੰਮ੍ਰਿਤਪਾਲ ਵੀਰ ਉਹਨਾਂ ਨੇ ਵੀ ਤੁਹਾਨੂੰ ਦੱਸ ਦਿੱਤਾ ਹੈ, ਉੱਧਰ ਵੀ ਵਾਰਸ ਪੰਜਾਬ ਦੇ ਹੈਗੇ ਜਿਹੜਾ ਤੁਹਾਡੇ ਸੰਪਰਕ 'ਚ, ਉਹਨਾਂ ਨਾਲ ਗੱਲ ਕਰ ਦਿਓ। ਤੁਹਾਨੂੰ ਕੋਈ ਵੀ ਆਂਚ ਆਉਂਦੀ ਆ, ਕੋਈ ਵੀ ਗੱਲ ਕਰਦਾ, ਰਾਤ ਨੂੰ ਐਨੀ ਟਾਈਮ ਕਾਲ ਕਰ ਸਕਦੇ ਹੋ ਮੇਰੇ ਨੰਬਰ 'ਤੇ, 12 ਵਜੇ, 2 ਵਜੇ, 3 ਵਜੇ। ਤੁਹਾਡੇ ਨਾਲ ਖੜੇ ਆ, ਪੂਰੀ ਸਪੋਰਟ ਆ, ਕਿਸੇ ਤੋਂ ਡਰਨ ਦੀ ਲੋੜ ਨਹੀਂ, ਝੁਕਣ ਦੀ ਲੋੜ ਨਹੀਂ, ਤੁਹਾਡੇ ਲਈ 24 ਘੰਟੇ। ਹਾਂਜੀ ਵੀਰ ਜੀ, ਆਪਦਾ ਮਾਈਕ ਬੰਦ ਕਰ ਦਿਓ। ਹਾਂਜੀ ਹਾਂਜੀ ਵੀਰ ਜੀ। ਹਾਂਜੀ ਵੀਰ ਜੀ, ਇੱਕ ਵਾਰੀ ਗੱਲ ਰਿਪੀਟ ਕਰ ਦਿਓ ਕਿਉਂਕਿ ਆਵਾਜ਼ ਕੱਟ ਗਈ ਸੀ ਆਪਦੀ। ਹਾਂਜੀ, ਮੈਂ ਕਿਹਾ ਜਿਹੜੇ ਵੀਰ ਜੀ ਉਹਨੇ ਲਹਿਰਾ ਗਾਗਾ ਤੋਂ ਕਹਿ ਰਹੇ ਸੀਗੇ ਜਿਹਨੇ ਸਪੋਰਟ ਕੀਤੀ ਆ, ਉਹਦਾ ਤਾਂ ਅੰਮ੍ਰਿਤਪਾਲ ਬਾਈ ਜੀ ਉਹਨਾਂ ਨੇ ਦੱਸ ਹੀ ਦਿੱਤਾ। ਫਿਰ ਵੀ ਜੇ ਕੋਈ ਪ੍ਰੋਬਲਮ ਆਉਂਦੀ ਆ ਤਾਂ 24 ਘੰਟੇ ਤੁਹਾਡੀ ਸੇਵਾ 'ਚ ਹਾਜ਼ਰ ਆ। ਰਾਤ ਨੂੰ 12, 1, 2 ਵਜੇ ਐਨੀ ਟਾਈਮ ਤੁਸੀਂ ਕਾਲ ਕਰ ਸਕਦੇ ਹੋ। ਜਦੋਂ ਤੁਹਾਨੂੰ ਕੋਈ ਆਮ ਆਦਮੀ ਪਾਰਟੀ ਵਾਲਾ, ਕੋਈ ਬੀਜੇਪੀ ਦਾ, ਕੋਈ ਅਕਾਲੀ ਦਲ ਦਾ, ਕੋਈ ਵੀ ਤੁਹਾਨੂੰ ਤੰਗ ਕਰਦਾ, ਤੁਹਾਡੇ ਨਾਲ ਖੜਿਆ। ਤੁਸੀਂ ਕੌਮ ਦੀ ਜਿਹੜੀ ਸੇਵਾ ਦੇ ਵਿੱਚ ਡਟੇ ਹੋਏ ਹੋ, ਅਸੀਂ ਤੁਹਾਡੇ ਨਾਲ ਖੜਿਆ। ਐਨੀ ਟਾਈਮ ਤੁਸੀਂ ਕਾਲ ਕਰ ਸਕਦੇ ਹੋ। ਬਾਅਦ ਦੇ ਵਿੱਚ ਤੁਸੀਂ ਮੇਰਾ ਨੰਬਰ ਵੀ ਮੈਂ ਤੁਹਾਨੂੰ ਦੇ ਦੂੰਗਾ, ਪਰਸਨਲੀ ਮੈਂ ਮੈਸੇਜ ਕਰ ਦਿੰਦਾ। ਅਤੇ ਜੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ। ਹੋਰ ਵੀ ਪਿੰਡਾਂ ਦੇ ਵਿੱਚ ਜਿਹੜੇ ਤੁਹਾਡੇ ਆਲੇ ਦੁਆਲੇ ਵਾਲੇ ਪਿੰਡ ਨੇ, ਉਹਨਾਂ ਵੀ ਨੌਜਵਾਨਾਂ ਨੂੰ ਕਹੋ, ਜੇ ਵਾਰਸ ਪੰਜਾਬ ਦੇ ਜਿਹੜੇ ਹੈਗੇ ਆਪਣੀ ਟੀਮ ਹੈਗੀ ਆ, ਉਹਨਾਂ ਦੇ ਸੰਪਰਕ 'ਚੋਂ, ਉਹਨਾਂ ਦੇ ਸੰਪਰਕ 'ਚ ਵੀ ਰਹੋ। ਜਿਹੜਾ ਤੁਹਾਡੇ ਨੇੜੇ ਹੈਗਾ, ਤੁਹਾਡੇ ਸੇਵਾ ਦੇ ਵਿੱਚ ਉਹ ਬੰਦਾ ਪਹੁੰਚੂ ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਜੀ। ਧੰਨਵਾਦ ਜੀ। ਹਾਂਜੀ, ਬਹੁਤ ਬਹੁਤ ਧੰਨਵਾਦ ਵੀਰ ਜੀ। ਆਪਣੇ ਨਾਲ ਬੱਬੂ ਬਰਾੜ ਜੀ ਜੁੜੇ। ਬੱਬੂ ਬਰਾੜ ਜੀ, ਆਪ ਜੀ ਰੱਖੋ ਆਪਦਾ ਪ੍ਰਸ਼ਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਪਹਿਲਾਂ ਤਾਂ ਮੇਰਾ ਇਹ ਸਵਾਲ ਸੀ, ਜਦੋਂ 84 ਦੇ ਟਾਈਮ ਤੋਂ ਬਾਅਦ ਆਪਣੇ ਜੋ ਪੰਥ 'ਚ ਖੜੋਤ ਆਈ ਸੀ, ਤੇ ਹੁਣ ਜਿਵੇਂ ਦੀਪ ਸਿੱਧੂ ਬਾਈ ਦੀ ਡੈਥ ਤੋਂ ਬਾਅਦ ਜਿਵੇਂ ਨੌਜਵਾਨੀ ਜਾਗੀ ਆ, ਪੰਥ ਪ੍ਰਤੀ ਪਿਆਰ ਉਹਨਾਂ ਨੂੰ ਹੋਇਆ, ਤਾਂ ਉਹਨਾਂ ਸਾਰਿਆਂ 'ਚ ਇੱਕ ਬੇਚੈਨੀ ਹੋਈ ਪਈ ਆ ਬਈ ਸਾਨੂੰ ਇੱਕ ਸਪੇਸ ਮਿਲੇ, ਅਸੀਂ ਪੰਥ ਲਈ ਕੁਛ ਨਾ ਕੁਛ ਕਰ ਸਕੀਏ। ਪਰ ਉਹਨਾਂ ਨੂੰ ਕਿਤੇ ਨਾ ਕਿਤੇ ਉਹ ਪਲੇਟਫਾਰਮ ਨਹੀਂ ਮਿਲ ਪਾ ਰਿਹਾ। ਤਾਂ ਮੇਰੀ ਬੇਨਤੀ ਸੀ ਸਾਰੇ ਵੀਰਾਂ ਨੂੰ ਬਈ ਆਪਾਂ ਇਹ ਕੰਮ ਪਿੰਡ ਲੈਵਲ 'ਤੇ ਵੀ ਸ਼ੁਰੂ ਕਰ ਸਕੀਏ, ਤਾਂ ਕਿ ਜੋ ਉੱਪਰ ਦੇ ਨੌਜਵਾਨ ਆ ਉਹਨਾਂ ਨੂੰ ਪਹਿਚਾਣ ਸਕੀਏ, ਤਾਂ ਜੋ ਉਹ ਪੰਥ ਲਈ ਕੁਛ ਨਾ ਕੁਛ ਕਰ ਸਕਣ। ਵੀਰ ਜੀ, ਇੰਨੀਆਂ ਕੁ ਬੇਨਤੀਆਂ ਸੀ ਵੀਰ। ਹਾਂਜੀ,
ਕੋਈ ਨਹੀਂ, ਜ਼ਰੂਰ ਇਸ ਮਸਲੇ ਦੇ ਉੱਤੇ ਵੀ ਅੱਜ ਦੀ ਸਪੇਸ ਤੇ ਚਲੋ ਟੌਪਿਕ ਹੋਰ ਹੈ, ਪਰ ਫਿਰ ਵੀ ਜਿਹੜੇ ਨੌਜਵਾਨ ਕੁਛ ਕਰ ਸਕਦੇ ਆ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ। ਉਹਨਾਂ ਨੂੰ ਜਿਹੜੀ ਕੋਈ ਪਲੇਟਫਾਰਮ ਦੀ ਲੋੜ ਹੋਊਗੀ ਕੋਸ਼ਿਸ਼ ਕਰਾਂਗੇ ਆਪਾਂ ਪ੍ਰੋਵਾਈਡ ਕਰਨ ਦੀ। ਬਾਕੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜੇ ਬੰਦੇ ਰਾਜਨੀਤੀ 'ਚ ਜਾਣਾ ਚਾਹੁੰਦੇ ਆ, ਥੋੜ੍ਹਾ ਬਹੁਤ ਪੋਟੈਂਸ਼ੀਅਲ ਰੱਖਦੇ ਆ, ਉਹਨਾਂ ਨੂੰ ਜੁੜਨਾ ਚਾਹੀਦਾ ਵੱਧ ਤੋਂ ਵੱਧ, ਕਿਉਂਕਿ ਪੰਜਾਬ ਦੀ ਜਿਹੜੀ ਪੰਥਕ ਪਾਰਟੀ ਹੈ ਜਿਹੜੀ ਇਲੈਕਟਰਲ ਪੋਲੀਟਿਕਸ ਦੇ ਵਿੱਚ ਕਰ ਰਹੀ ਹੈ ਕੰਮ, ਉਹ ਪੰਥਕ ਪਾਰਟੀ ਨੌਜਵਾਨਾਂ ਨੂੰ ਸਪੇਸ ਦੇ ਸਕਦੀ ਹੈ, ਨੌਜਵਾਨਾਂ ਦੇ ਸੈਂਟੀਮੈਂਟ ਨੂੰ ਵੀ ਸਪੇਸ ਦੇ ਸਕਦੀ ਹੈ। ਨਹੀਂ ਤਾਂ ਬਹੁਤੀਆਂ ਤੇ ਪੰਜਾਬੀ ਜਿਹੜੀਆਂ ਪਾਰਟੀਆਂ ਨੇ ਸੋ ਕਾਲਡ, ਉਹ ਤਾਂ ਤੁਹਾਨੂੰ ਉੱਥੇ ਸਾਹ ਲੈਣ ਨਹੀਂ ਦਿੰਦੀਆਂ ਉੱਚੀ, ਇਹਨਾਂ ਨੂੰ ਸਟੇਟ ਦਿੱਲੀ ਤੋਂ ਇੰਨਾ ਡਰ ਲੱਗਦਾ। ਸੋ ਇਹੋ ਹੀ ਆ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਜੀਵਨ ਤੇ ਜਿਹੜੀ ਇਹ ਪਾਰਟੀ ਹੈ, ਜਿਹੜਾ ਇਹਦਾ ਉਭਾਰ ਆਇਆ ਹੈ, ਗੁਰੂ ਮਹਾਰਾਜ ਕਿਰਪਾ ਕਰਨ ਜਿਹੜੀ ਇਹ ਸੀਟ ਇਹਨਾਂ ਨੂੰ ਮਿਲੇ ਤੇ ਉਸ ਤੋਂ ਬਾਅਦ 'ਚ ਜਿਹੜੀ ਪੰਥਕ ਧਿਰ ਆ ਜਿਹੜੀ ਖੜੀ ਕਰਨ ਲਈ ਪਿੰਡੋਂ ਪਿੰਡ ਸਟਰਕਚਰ ਖੜਾ ਕੀਤਾ ਜਾਵੇ। ਜਿਹੜੇ ਬੰਦੇ ਨੇ ਪੋਲੀਟਿਕਸ ਕਰਨੀ ਹੈ ਉਹ ਕੋਈ ਗੁਨਾਹ ਵਾਲੀ ਗੱਲ ਨਹੀਂ, ਵਧੀਆ ਗੱਲ ਹੈ, ਕਿਉਂਕਿ ਸਾਡੇ ਜਿੰਨੇ ਆਗੂ ਸਾਡੀ ਨੌਜਵਾਨ ਹੋਣਗੇ, ਮਿੱਟੀ ਨਾਲ ਜੁੜੇ ਹੋਣਗੇ, ਪੰਥਕ ਹੋਣਗੇ, ਉਹ ਜਦੋਂ ਅੱਗੇ ਆਉਣਗੇ ਤੇ ਪੰਜਾਬ ਦਾ ਓਨਾ ਹੀ ਭਲਾ ਹੋ ਸਕਦਾ। ਤੇ ਲੜਾਈ ਸਾਡੀ ਸੋਵਰਨਟੀ ਦੀ ਆ, ਇਹ ਆਈਡੀਆ ਲੈ ਕੇ ਚੱਲਣ ਵਾਲੀ ਪਾਰਟੀ ਇੱਕੋ ਇੱਕ ਪਾਰਟੀ, ਸੋ ਉਹਦੇ ਨਾਲ ਵੀ ਜੁੜੋ। ਬਾਕੀ ਕੋਈ ਨਹੀਂ, ਇਹਦੇ ਬਾਰੇ ਵੀ ਵਿਚਾਰ ਚਰਚਾ ਕਰਾਂਗੇ। ਹੋਰ ਜੇ ਕੁਛ ਫਿਕਰ ਹੈਗੇ ਤੇ ਗੱਲਬਾਤ ਆਪਾਂ ਕਰ ਲਈਏ, ਨਹੀਂ ਤੇ ਫਿਰ ਆਪਾਂ ਸਪੇਸ ਨੂੰ ਵਧਾ ਦਈਏ। ਹਾਂਜੀ ਵੀਰ ਜੀ, ਮੇਰੇ ਖਿਆਲ ਨਾਲ ਇੱਕ ਲਾਸਟ ਸਪੀਕਰ ਆਪਣੇ ਕੋਲ ਹੈਗੇ ਨੇ ਤੇ ਉਸ ਤੋਂ ਬਾਅਦ ਆਪਾਂ ਸਪੇਸ ਵਧਾ ਦੇਣੇ। ਹਾਂਜੀ ਬ੍ਰਹਮਾਸਤਰ ਜੀ, ਆਪ ਜੀ ਰੱਖੋ ਆਪ ਜੀ ਦਾ ਪ੍ਰਸ਼ਨ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਮੈਂ ਗੱਲ ਇਹੀ ਕਰਨੀ ਸੀ ਵੀ ਵੇਖੋ, ਸਿੱਧੂ ਅੱਜ ਆਪਣੇ ਵਿੱਚ ਨਹੀਂ ਹੈਗਾ, ਹੈ ਨਾ, ਆਪਾਂ ਇਸ ਚੀਜ਼ ਨੂੰ ਕਹਿ ਰਹੇ ਹਾਂ, ਪਰ ਜੋ ਚੀਜ਼ਾਂ ਗਾ ਕੇ ਗਿਆ ਵਾ, ਹੈ ਨਾ, ਭਾਈ ਜਟਾਣੇ ਦਾ ਗਾਣੇ ਵਿੱਚ ਨਾ ਆਉਣਾ। ਹੁਣ ਤੁਸੀਂ ਵੇਖੋ, ਜਿਹੜੀ ਨੌਜਵਾਨੀ ਨੂੰ SYL ਦਾ ਨਹੀਂ ਸੀ ਪਤਾ, ਬਹੁਤ ਸਾਰੇ ਨੌਜਵਾਨ ਸੀਗੇ ਜਿਨ੍ਹਾਂ ਨੂੰ ਮਤਲਬ SYL ਦਾ ਪਤਾ ਹੀ ਨਹੀਂ ਸੀਗਾ ਵੀ ਇਹ ਮੁੱਦਾ ਹੈ ਕੀ ਆ, ਇਹਦੇ ਵਿੱਚ ਕੀ ਕੀ ਹੋਇਆ ਵਾ, ਹਨਾ। ਤੇ ਉਹ ਹੁਣ ਅੱਜ ਦੇ ਟਾਈਮ 'ਚ 5ਵਾਂ ਸਭ ਤੋਂ ਵੱਡਾ ਨਾਮ ਗੂਗਲ ਦੇ ਉੱਪਰ ਭਾਈ ਜਟਾਣੇ ਦਾ ਸਰਚ ਹੋਇਆ। ਉਦਣ ਨਾਮ ਤੋਂ ਜਿੱਦਣ ਰਿਵੀਲ ਹੋਇਆ, ਉਧਰ ਤੋਂ ਲੈ ਕੇ ਹੁਣ ਤੱਕ ਇੰਡੀਆ ਦੇ ਵਿੱਚ ਭਾਈ ਜਟਾਣਾ ਜੀ ਦਾ ਨਾਮ 5ਵੇਂ ਨੰਬਰ ਤੇ ਆਇਆ ਮੈਕਸ ਸਰਚਾਂ ਦੇ ਵਿੱਚ। ਤੇ ਤੁਸੀਂ ਦੇਖੋ ਵੀ ਇੱਕ ਕਿੰਨਾ ਜ਼ਿਆਦਾ ਪ੍ਰਭਾਵ ਪੈਂਦਾ ਇਸ ਚੀਜ਼ ਦਾ, ਜਦੋਂ ਇੱਕ ਇਹੋ ਜਿਹੀ ਹਸਤੀ, ਹੁਣ ਸਿੱਧੂ ਜਿਹੜੇ ਮੁਕਾਮ ਤੇ ਸੀਗਾ, ਉਹਦਾ ਚਲੇ ਜਾਣਾ ਬਹੁਤ ਵੱਡਾ ਘਾਟਾ ਆ। ਜੇ ਅਸੀਂ ਇਸ ਚੀਜ਼ ਨੂੰ ਇੱਕ ਲਾਈਟਲੀ ਮੰਨ ਲਈਏ ਤਾਂ ਇਹ ਬਹੁਤ, ਹੈ ਨਾ, ਵੀ ਇੱਕ ਛੋਟੀ ਗੱਲ ਆ, ਪਰ ਜਿਹੜਾ ਉਹਦਾ ਇਸ ਮੁਕਾਮ ਤੇ ਜਾਣਾ ਨਾ, ਇਹ ਬਹੁਤ ਘਾਟਾ ਸਾਡੇ ਲਈ। ਜੇ ਉਹ ਜਿਉਂਦਾ ਹੁੰਦਾ ਅੱਜ ਤੇ ਉਹ ਇਹ ਗਾਣਾ ਕੱਢਦਾ ਤੇ ਅੱਗੋਂ ਜਿਹੜੇ ਗਾਣੇ ਆਉਣੇ ਸੀਗੇ, ਕਿਉਂਕਿ ਇਹ ਗਾਣੇ ਦੇ ਵਿੱਚ ਉਹਦੇ ਇਹ ਸ਼ਬਦ ਵੀ ਹੁਣ ਗਾਣੇ ਵੀ, ਹੁਣ ਕਲਮ ਨਹੀਂ ਰੁਕਣੀ, ਹੁਣ ਗਾਣੇ ਹੋਰ ਵੀ ਆਉਣਗੇ, ਤਾਂ ਉਹ ਇਹ ਚੀਜ਼ ਸੀ ਵੀ ਇਹੋ ਜਿਹੇ ਜਿਹੜੇ ਗਾਣੇ ਨੇ, ਹੈ ਨਾ, ਜਿਹਨਾਂ ਦੇ ਬੋਲ AK-47 ਵਰਗੇ ਨੇ, ਮੈਂ ਕਹਿਣਾ ਵੀ ਜਿਨ੍ਹਾਂ ਦੇ ਬੋਲ ਅਸਤਰ ਵਰਗੇ ਬੋਲ ਹੁੰਦੇ ਨੇ ਨਾ, ਵੀ ਜਿਹੜਾ ਦੂਰੋਂ ਮਾਰ ਕਰਨ ਵਾਲਾ ਵੈਪਨ ਆ ਜਿਹੜਾ, ਉਹ ਆ, ਉਹ ਇਹੋ ਜਿਹੇ ਗਾਣੇ ਹੁੰਦੇ ਨੇ। ਤੇ ਇਹ ਮੈਗਜ਼ੀਨ ਭਰੀ ਹੋਈ ਸੀ, ਹੁਣ ਤਾੜ ਵੱਜਣੇ ਸੀਗੇ ਇਹ। ਤੇ ਉਹਦਾ ਜਦੋਂ ਹੁਣ ਐਂ ਚਲੇ ਜਾਣਾ ਇਸ ਮੁਕਾਮ ਤੇ ਆ ਕੇ, ਜਿੱਥੇ ਉਹਨੂੰ ਕਰੋੜਾਂ ਲੋਕ ਸੁਣਦੇ ਨੇ, ਸਾਡੀ ਗੱਲ ਕਿੱਥੇ ਤੱਕ ਪਹੁੰਚੀ ਆ। ਭਾਈ ਜਟਾਣਾ ਜੀ ਨੂੰ ਇੱਕ ਤਰ੍ਹਾਂ ਨਾਲ ਜਿਵੇਂ ਨਾ ਬਹੁਤ, ਜਿਵੇਂ ਹੁਣ ਮੇਰਾ ਇੱਕ ਇੰਸਟਾਗ੍ਰਾਮ ਪੇਜ ਹੈ ਨਾ, ਬ੍ਰਹਮਾਸਤਰ ਦੇ ਨਾਂ ਤੇ, ਅਸੀਂ ਪੋਸਟਾਂ ਪਾਉਂਦੇ ਰਹਿੰਦੇ ਹਾਂ। ਹੁਣ ਮੈਂ ਇੱਕ ਦਿਨ ਭਾਈ ਸੁਰਿੰਦਰ ਸਿੰਘ ਸੋਢੀ ਜੀ ਬਾਰੇ ਗੱਲ ਕਰ ਰਿਹਾ ਸੀ ਲਾਈਵ ਦੇ ਵਿੱਚ, ਤਾਂ ਬਹੁਤ ਸਾਰੇ ਵੀਰ ਆ ਜਿਨ੍ਹਾਂ ਨੂੰ ਭਾਈ ਸੁਰਿੰਦਰ ਸਿੰਘ ਸੋਢੀ ਬਾਰੇ ਪਤਾ ਹੀ ਨਹੀਂ ਸੀਗਾ। ਮੈਨੂੰ ਇਨਬੌਕਸ ਆ ਕੇ ਪੁੱਛਿਆ ਉਹਨਾਂ ਨੇ, ਹੈ ਨਾ, ਫਿਰ ਮੈਂ ਉਹਨਾਂ ਬਾਰੇ ਪੋਸਟ ਪਾਈ ਆ, ਤਾਂ ਪਤਾ ਲੱਗਿਆ ਵੀ ਸਾਡੇ ਜਿਹੜੀ ਨੌਜਵਾਨੀ ਆ ਨਾ, ਉਹਦਾ ਇੰਟਰਸਟ ਬਿਲਡ ਹੋ ਰਿਹਾ ਸੀ ਇਹਨਾਂ ਚੀਜ਼ਾਂ 'ਚ। ਭਾਈ ਦੀਪ ਸਿੰਘ ਸਿੱਧੂ, ਹੈ ਨਾ, ਜਦੋਂ ਕਿਸਾਨ ਅੰਦੋਲਨ ਵਿੱਚ ਜਾਂਦੇ ਆ, ਉੱਥੇ ਖੁੱਲ ਕੇ ਸਾਡੀ ਸੋਵਰੈਨਿਟੀ ਦੀ ਗੱਲ ਹੁੰਦੀ ਆ, ਸਾਡੇ ਸਿੱਖ ਹੋਮਲੈਂਡ ਦੀ ਗੱਲ ਹੁੰਦੀ ਆ, ਸਾਡੇ ਨਾਲ ਕੀ ਕੀ ਧੱਕੇ ਹੋਏ ਆ ਇਹਨਾਂ ਦੀ ਗੱਲ ਹੁੰਦੀ ਆ। ਉਹ ਇੱਕ ਸਪੇਸ ਇਹੋ ਜਿਹੀ ਬਿਲਡ ਹੋ ਜਾਂਦੀ ਆ ਵੀ ਮੁੰਡੇ ਟਰੈਕਟਰਾਂ ਦੇ ਉੱਪਰ ਬੈਨਰ ਪੋਸਟਰ ਲਾ ਕੇ ਸੰਤਾਂ ਦਾ, ਹੈ ਨਾ, ਝੰਡਿਆਂ ਦੇ ਉੱਪਰ ਸੰਤਾਂ ਦੇ ਪੋਸਟਰ ਬੈਨਰਾਂ ਦੇ ਫੋਟੋਆਂ ਲਾ ਕੇ ਜਾਣਾ, ਉਹ ਉਸ ਚੀਜ਼ ਨੂੰ ਇੱਕ ਫੈਸਟੀਵਲ ਦੀ ਤਰ੍ਹਾਂ ਇੰਜੋਏ ਕਰਨਾ ਸ਼ੁਰੂ ਕਰ ਦਿੰਦੇ ਆ, ਜਿਸ ਤੋਂ ਕਿ ਭਾਰਤ ਸਰਕਾਰ ਡਰ ਜਾਂਦੀ ਆ। ਤੁਸੀਂ ਇੱਕ ਜਿਹੜੀ ਤਸਵੀਰ ਹੁੰਦੀ ਆ ਨਾ ਇੱਕ ਬਾਗੀ ਚਿਹਰੇ ਦੀ, ਜਿਵੇਂ ਹੁਣ ਇਸ ਟਾਈਮ ਸਿੱਧੂ ਨੇ ਗਾਣੇ ਦੇ ਵਿੱਚ ਵੀ
ਆਪਣੇ ਖਾੜਕੂ ਸਿੰਘਾਂ ਦੀਆਂ ਜੇਲ੍ਹਾਂ 'ਚ ਬੰਦ ਜਿਹੜੇ ਬੰਦੀ ਸਿੰਘ ਨੇ, ਸ਼ਹੀਦ ਸਿੰਘ ਨੇ, ਹੈਨਾ, ਸੰਤ ਜੀ ਦੇ ਨਾਲ ਦੇ ਸਿੰਘਾਂ ਦੇ ਹੁਣ ਫੋਟੋਆਂ ਵੀਡੀਓ ਯੂਜ਼ ਕੀਤੀਆਂ ਨੇ ਉਹਨੇ ਉਸ ਗਾਣੇ ਦੇ ਵਿੱਚ। ਭਾਈ ਦੀਪ ਸਿੰਘ ਸਿੱਧੂ ਜੀ ਦੇ ਹੈਨਾ ਬੋਲ ਯੂਜ਼ ਕੀਤੇ ਨੇ ਉਹਨੇ ਗਾਣੇ ਦੇ ਵਿੱਚ। ਉਹ ਸਿਰਫ ਅਸੀਂ ਇੰਨਾ ਨਹੀਂ ਮੰਨ ਸਕਦੇ ਵੀ ਉਹਨੇ ਮਤਲਬ ਕਿ ਇਹ ਗਾਣੇ ਦੇ ਵਿੱਚ ਯੂਜ਼ ਕੀਤਾ ਹੈ ਕਿ ਤਾਂ ਉਹ ਇੱਕ ਬਾਗੀ ਸੁਰ ਸੀਗੇ। ਇਹਦੇ ਵਿੱਚ ਭਾਰਤ ਸਰਕਾਰ ਨੂੰ ਨਜ਼ਰ ਆਉਂਦਾ ਪਿਆ ਸੀਗਾ ਵੀ ਜੇ ਇਹ ਬੰਦਾ ਇਸੇ ਤਰ੍ਹਾਂ ਗਾਉਂਦਾ ਰਿਹਾ, ਆਹੀ ਚੀਜ਼ਾਂ ਗਾਉਂਦਾ ਰਿਹਾ। ਜਦੋਂ ਪੰਜਾਬ ਗਾਣਾ ਕੱਢਿਆ ਸੀ ਨਾ ਵੀਰ, ਅਸੀਂ ਪੀਯੂ ਬੈਠੇ ਸੀਗੇ ਆਪਣੇ ਚੰਡੀਗੜ੍ਹ ਤੇ ਪੰਜਾਬ ਗਾਣਾ। ਥੋੜਾ ਜਿਹਾ ਆਪ ਜੀ ਛੇਤੀ ਪ੍ਰਸ਼ਨ ਰੱਖ ਲਓਗੇ ਕਿਉਂਕਿ ਸਮਾਂ ਕਾਫੀ ਹੋ ਗਿਆ ਆਪਣੇ ਨਾਲ, ਬਾਕੀ ਵੀ ਸਪੀਕਰ ਜੁੜੇ। ਹਾਂਜੀ ਵੀਰ, ਉਹ ਗੱਲ ਮੈਂ ਤੁਹਾਡੇ ਨਾਲ ਇਹੀ ਕਰਨੀ ਸੀਗੀ ਵੀ ਕਈ ਵਾਰ ਨਾ ਅਸੀਂ ਉਸ ਲੈਵਲ ਨੂੰ ਬਹੁਤ ਘੱਟ ਜੱਜ ਕਰ ਜਾਂਦੇ ਹਾਂ। ਜਿਵੇਂ ਅੰਮ੍ਰਿਤਪਾਲ ਵੀਰ ਕਹਿੰਦੇ ਪਏ ਸੀ ਨਾ ਵੀ ਉਹਨਾਂ ਨੂੰ ਥੋੜਾ ਜਿਹਾ ਦਾਇਰਾ ਵੱਡਾ ਦੇਣਾ ਚਾਹੀਦਾ। ਮੈਂ ਉਹੀ ਗੱਲ ਕਰਨੀ ਚਾਹੂੰਗਾ ਵੀ ਜਿਹੜੀ ਕ੍ਰਿਟਿਸਿਜ਼ਮ ਆ ਨਾ ਸਾਡੀ, ਅਸੀਂ ਇਹ ਸੋਚ ਲੈਂਦੇ ਆ ਵੀ ਕੋਈ ਵੀ ਸਿੰਗਰ ਆ ਹਨਾ, ਜਿਵੇਂ ਹੁਣ ਚੰਨੀ ਨੱਤਾ ਹੋਣੀ ਨੇ, ਉਹ ਸਭ ਤੋਂ ਪਹਿਲਾਂ ਸ਼ੁਰੂ ਕੀਤਾ ਸੀ ਉਹਨਾਂ ਨੇ। ਜੇ ਅੱਜ ਚੰਨੀ ਨੱਤਾ ਹੋਣੀ ਕਮਰਸ਼ੀਅਲ ਗਾਣੇ ਕੱਢ ਰਹੇ ਆ ਦਲਜੀਤ ਦੋਸਾਂਝ ਦੇ ਨਾਲ, ਮੈਂ ਦੇਖਦਾ ਉਹਨਾਂ ਥੱਲੇ ਲੋਕ ਕ੍ਰਿਟਿਸਿਜ਼ਮ ਕਰਦੇ ਰਹਿੰਦੇ ਨੇ ਉਹਨਾਂ ਦਾ। ਪਰ ਉਹ ਟਾਈਮ ਤੇ ਜੇ ਬਾਗੀ ਸੁਰਾਂ 'ਚ ਵੀ ਆਉਂਦੇ ਨੇ, ਸਾਨੂੰ ਉਸ ਚੀਜ਼ ਨੂੰ ਬੜਾਵਾ ਦੇਣਾ ਚਾਹੀਦਾ। ਕਮਰਸ਼ੀਅਲਾਈਜੇਸ਼ਨ ਵੀ ਜ਼ਰੂਰੀ ਆ, ਠੀਕ ਆ, ਉਹਨਾਂ ਦਾ ਦਾਇਰਾ ਵੱਧ ਰਿਹਾ। ਜਦੋਂ ਉਹ ਫਿਰ ਕੌਮੀ ਗੱਲ ਕਰਨਗੇ ਉਹ ਹੋਰ ਜ਼ਿਆਦਾ ਲੋਕ ਸੁਣਨਗੇ। ਜਿਵੇਂ ਅੰਮ੍ਰਿਤਪਾਲ ਵੀਰ ਨੇ ਗੱਲ ਕੀਤੀ ਹੈ ਨਾ, ਥੋੜਾ ਦਾਇਰਾ ਵਾਸਟ ਕਰਨ ਦੀ ਲੋੜ ਆ ਸਾਨੂੰ। ਇਹਨਾਂ ਕ੍ਰਿਟਿਸਿਜ਼ਮਸ ਤੋਂ ਉੱਠ ਕੇ ਉਹਨਾਂ ਦਾ ਸਾਥ ਦੇਣ ਦੀ ਲੋੜ ਆ, ਹੈਨਾ, ਉਹਨਾਂ ਦੇ ਨਾਲ ਉਹਨਾਂ ਦੀ ਪਿੱਠ ਤੇ ਖੜਨ ਦੀ ਲੋੜ ਆ। ਸਾਨੂੰ ਉਸ ਚੀਜ਼ ਦੀ ਅੱਜ ਬਹੁਤ ਜ਼ਰੂਰਤ ਆ। ਵੀ ਜਦੋਂ ਪਰਚੇ ਵੀ ਨਜਾਇਜ਼ ਪੈ ਜਾਂਦੇ ਨੇ ਕਿਸੇ ਇਹੋ ਜਿਹੇ ਸਿੰਗਰ ਤੇ, ਤਾਂ ਸਾਨੂੰ ਉੱਥੇ ਆਉਣਾ ਚਾਹੀਦਾ ਰਾਦਰ ਦੈਨ ਅਸੀਂ ਉਹਨੂੰ ਕ੍ਰਿਟੀਸਾਈਜ਼ ਕਰੀਏ ਜਾਂ ਉਹਦੇ ਬਾਰੇ ਬੋਲੀਏ। ਬਾਕੀ ਵੀਰ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਹੈਨਾ, ਤੇ ਮੈਂ ਉਸ ਚੀਜ਼ ਲਈ ਖਿਮਾ ਦਾ ਜਾਚਕ ਹਾਂ ਹੈਨਾ। ਸੰਗਤ ਦੇ ਪੈਰਾਂ 'ਚ ਬੇਨਤੀ ਕਰਦਾ ਚਰਨਾਂ ਵਿੱਚ ਵੀ ਖਿਮਾ ਕਰਿਓ ਹੈਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪਾਂ 2-3 ਪ੍ਰਸ਼ਨ ਅੰਮ੍ਰਿਤਪਾਲ ਜੀ ਇੱਕ ਵਾਰੀ ਲੈ ਲਈਏ, ਫਿਰ ਆਪਾਂ ਕਨਕਲੂਡ ਕਰ ਦਈਏ ਸਪੇਸ ਨੂੰ। ਆਪਣੇ ਨਾਲ ਅਮਰਿੰਦਰ ਵੀਰ ਜੀ ਜੁੜੇ ਹੋਏ। ਅਮਰਿੰਦਰ ਵੀਰ ਜੀ ਆਪ ਜੀ ਰੱਖੋ ਆਪ ਦਾ ਪ੍ਰਸ਼ਨ ਜੀ ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਾਲੋ ਵੀਰ ਤੇ ਅੰਮ੍ਰਿਤਪਾਲ, ਤੁਹਾਡਾ ਬਹੁਤ ਵਧੀਆ ਉਪਰਾਲਾ ਹੋਇਆ। ਤੁਸੀਂ ਸੰਗਤ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਅੱਜ ਕੱਲ੍ਹ ਦੇ ਪੌਪ ਕਲਚਰ ਦੇ ਅਧੀਨ। ਤੇ ਮੈਂ 2 ਪੁਆਇੰਟ ਰੱਖਣਾ ਚਾਹੁੰਦਾ ਤੁਹਾਡੇ ਸਾਰਿਆਂ ਦੇ ਮੂਹਰੇ। ਨੰਬਰ 1, ਨੈਰੇਟਿਵ ਸਿਰਜ ਕੇ ਦੱਸੂਗਾ ਥੋੜਾ ਜਿਹਾ ਕਾਲੀ 'ਚ। ਅਸੀਂ ਮੋਹਾਲੀ ਰਹੇ ਹਾਂ। ਮੋਹਾਲੀ ਦੇ ਨਾਲ ਸਾਡਾ ਚੁੰਨੀ ਕਲਾਂ, ਸਾਡੀ ਭੂਆ ਵਿਆਹੀ ਹੋਈ ਆ, ਤੇ ਉੱਧਰ ਸਰਹੰਦਵਾਲ ਸਾਡੇ ਪਿੰਡ ਨੇ। ਸੰਨ 1990 ਤੋਂ ਲੈ ਕੇ 2005-6 ਤੱਕ ਜਦ ਅਸੀਂ ਅਮਰੀਕਾ ਜਾ ਕੇ ਰਹਿਣ ਲੱਗੇ ਹਾਂ, ਇੱਕ ਦਹਿਸ਼ਤ ਫੈਲੀ ਹੋਈ ਸੀ ਪੰਜਾਬ ਦੇ ਵਿੱਚ। ਚਲੋ 2005 'ਚ ਘੱਟ ਸੀਗੀ, 90 'ਚ ਵੱਧ ਸੀਗੀ। ਤੇ ਚੁੰਨੀ ਕਲਾਂ ਦਾ ਜਦੋਂ ਵੀ ਪੁਲ ਟੱਪਦੇ ਸੀ, ਸਾਡੀ ਬੀਬੀ ਹਮੇਸ਼ਾ ਉੱਥੇ ਜਾਂ ਜਕਾਰਾ ਬੋਲ ਕੇ ਜਾਂਦੀ ਸੀ ਜਾਂ ਉੱਥੇ ਵਾਹਿਗੁਰੂ ਦਾ ਪਾਠ ਸਿਮਰਨ ਕਰਕੇ ਜਾਂਦੇ ਹੁੰਦੇ ਸੀਗੇ। ਤੇ ਅੱਜ ਮੈਂ ਸਾਡੀ ਮਾਤਾ ਜੀ ਨੂੰ ਦੇਖਿਆ ਵੀ ਟੀਵੀ ਤੇ, ਮੈਨੂੰ ਮਾਤਾ ਆਪ ਕਹਿੰਦੀ ਵੀ ਮੈਨੂੰ SYL ਦਾ ਗਾਣਾ ਲਾ ਕੇ ਦੇ, ਵੀ 6:30 ਵਜੇ ਆਉਣਾ ਤੇ ਮੈਂ ਸੁਣਨਾ ਉਹ ਗਾਣਾ। ਉਦੋਂ ਪੰਜਾਬ ਛੱਡ ਕੇ ਆਏ ਅਸੀਂ ਕਿਉਂਕਿ ਉਦੋਂ ਡਰ ਸੀਗਾ। ਅੱਜ ਅਮਰੀਕਾ ਆ ਕੇ ਬਸੇ ਆ ਤੇ ਅੱਜ ਜੀ ਕਰਦਾ ਵੀ ਪੰਜਾਬ ਜਾ ਕੇ ਵਾਪਸ ਬਸੀਏ। ਉਹ ਇਹ ਸਾਰਾ ਪੋਸੀਬਲ ਹੋਇਆ ਸਿੱਧੂ ਮੂਸੇਵਾਲੇ ਵਰਗੇ ਬੰਦਿਆਂ ਦੇ ਗਾਣਿਆਂ ਕਰਕੇ। ਆਪਾਂ ਨੂੰ ਗੁਰੂ ਸਾਹਿਬ ਨੇ ਕੀਰਤਨ ਬਖਸ਼ਿਆ ਤੇ ਗਾਣਾ ਇੱਕ ਕੀਰਤਨ ਦਾ ਆਫਸ਼ੂਟ ਆ। ਤੁਸੀਂ ਦੇਖੋ ਕਿਸੇ ਵੀ ਤਰ੍ਹਾਂ ਦੀ ਧੁਨ ਜਦ ਵੱਜਦੀ ਆ, ਆਪਣੇ ਕਈ ਵਾਰ ਰੋਂਗਟੇ ਖੜੇ ਹੋ ਜਾਂਦੇ ਆ। ਸ਼ਾਇਦ ਪੰਜਾਬੀਆਂ ਦੇ, ਸ਼ਾਇਦ ਹੋਰਾਂ ਦੇ ਵੀ ਹੁੰਦੇ ਹੋਣ, ਪਰ ਮੇਰੇ ਕਈ ਵਾਰ ਮੈਂ ਨਵਾਂ ਗਾਣਾ ਸੁਣਾ ਰੋਂਗਟੇ ਖੜੇ ਹੋ ਜਾਂਦੇ ਆ ਵੀ ਹਾਂ ਇਹ ਗੱਲ ਵਰਤ ਰਹੀ ਆ। ਤੇ ਆਪਾਂ ਨੂੰ ਇਹ ਤੇ ਵਿਚਾਰ ਕਰਨਾ ਬਹੁਤ ਹੀ ਜ਼ਰੂਰੀ ਆ। ਪਰ ਜਿਹੜਾ ਇੱਕ ਪਰਦਾ ਸੀ ਨਾ 1990 ਦਾ ਡਰ ਦਾ, ਉਹ ਚੱਕਤਾ। ਮੈਂ ਆਪਣੀ ਮੰਮੀ ਨਾਲ ਖੁੱਲ੍ਹ ਕੇ ਗੱਲਾਂ ਕਰ ਰਿਹਾ ਹੋ ਗਏ 2 ਮਹੀਨੇ ਵੀ ਪੰਜਾਬ 'ਚ ਕੀ ਵਰਤਾਰਾ ਹੋ ਰਿਹਾ, ਆਪਾਂ ਨੂੰ ਕੀ ਕਰਨਾ ਚਾਹੀਦਾ। ਸਿਮਰਨਜੀਤ ਸਿੰਘ ਮਾਨ ਦਾ ਜਿੰਨੀ ਸਪੋਰਟ ਆ ਉਹ ਵੱਧ ਤੋਂ ਵੱਧ ਹੋਣੀ ਚਾਹੀਦੀ ਆ। ਅਤੇ ਨੰਬਰ 2 ਪੁਆਇੰਟ, ਅਮਰੀਕਾ ਵਰਗਿਆਂ ਗੁਰੂ ਘਰਾਂ 'ਚ ਜਿਹੜੀਆਂ ਫੋਟੋਆਂ ਲੱਗਦੀਆਂ ਨਾ ਬੰਦੀ ਸ਼ਹੀਦ ਸਿੰਘਾਂ ਦੀਆਂ ਅਤੇ ਆਪਣੇ ਸ਼ਹੀਦਾਂ ਦੀਆਂ, ਉਹ ਸਟੇਟ ਦੇ ਵਿੱਚ ਰਹਿ ਕੇ ਸਿੱਧੂ ਮੂਸੇਵਾਲੇ ਨੇ ਆਪਣੇ ਗਾਣਿਆਂ 'ਚ ਪਾਤੀ ਅੱਜ। ਅਤੇ ਮੂਵਿੰਗ ਫੋਰਵਰਡ ਆਈ ਹੋਪ ਜਿਹੜੇ ਆਪਣੇ ਹੋਰ ਸਿੰਗਰ ਨੇ ਜਿਹੜੇ ਧਰਮ ਦੇ ਨਾਲ ਆਪਣੇ ਨਾਲ ਹਮਾਇਤ ਰੱਖਦੇ ਨੇ, ਉਹ ਵੀ ਇੱਦਾਂ ਕਰਨ। ਤੇ ਜਿਹੜਾ ਨੌਜਵਾਨੀ ਦਾ ਉਹ ਆਪਣਾ ਰੁਖ ਆ ਉਹ ਧਰਮ ਵੱਲ ਨੂੰ ਲੈ ਕੇ ਆਉਣ। ਬਸ ਇੰਨੀਆਂ ਗੱਲਾਂ ਪ੍ਰਵਾਨ ਕਰਨਾ ਜੀ। ਗਲਤੀਆਂ ਫਲਤੀਆਂ ਮਾਫ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪਣੇ ਨਾਲ ਖਲੇਰੀ ਜੀ ਜੁੜੇ। ਖਲੇਰੀ ਜੀ ਆਪ ਜੀ ਰੱਖੋ ਆਪ ਜੀ ਦਾ ਪ੍ਰਸ਼ਨ, ਫਿਰ ਆਪਾਂ ਸਵਾਲ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪਣੇ ਸਿੱਧੂ ਬਾਈ ਨੇ ਜੋ ਪਹਿਲੀ ਲਾਈਨ ਬੋਲੀ ਨਾ, ਸਾਨੂੰ ਸਾਡਾ ਪਿਛੋਕੜ ਤੇ ਲਾਣਾ ਦੇ ਦਿਓ, ਚੰਡੀਗੜ੍ਹ ਹਿਮਾਚਲ ਤੇ ਹਰਿਆਣਾ ਦੇ ਦਿਓ,
ये नहीं मिलेगा तो लास्ट वाली लाइन सतपाल मलिक वाली है, वो काम करेगी। धन्यवाद जी। हाँ जी, धन्यवाद जी। हाँ जी हरविंਦਰ ਗਿੱਲ जी, आप जी ਦਾ ਕੋਈ ਪ੍ਰਸ਼ਨ ਹੈਗਾ ਤੇ ਰੱਖ ਲਿਓ, ਫਿਰ ਆਪਾਂ ਅਮਰਪਾਲ ਵੱਲ ਚਲੀ। ਇਹ ਪ੍ਰਸ਼ਨ ਬਸ ਇਹੀ ਆ, ਮੈਂ ਕਿਹਾ ਜਿੱਦਾਂ ਵੀਰੇ ਅੱਗੇ ਤੁਸੀਂ ਉਹਦਾ ਜਵਾਬ ਦਿੱਤਾ ਸੀਗਾ ਆਪਣੇ ਦਾ ਰਾਜੇ ਵੜਿੰਗ ਦਾ ਵੀ, ਉਹ ਵੀ ਚਲੋ ਵਧੀਆ ਜਵਾਬ ਦੀ ਦਿੱਤਾ ਸੀਗਾ, ਖਾਲਿਸਤਾਨ ਦਾ ਵੀ ਜ਼ਮੀਨ ਦਾ ਰੇਟ ਵਾਲਾ। ਹੁਣ ਵੀ ਜਿਹੜੇ ਕਲਾਕਾਰ ਕਈ ਹੈਗੇ ਆ, ਜਿਸ ਤਰ੍ਹਾਂ ਮੰਨ ਲਓ ਵੀ ਪੋਲੀਟੀਕਲੀ ਮੈਂ ਗੱਲ ਕਰਦਾ, ਜਿੱਦਾਂ ਹੰਸਰਾਜ ਹੋਣਾ ਨੇ ਬਿਆਨ ਦਿੱਤਾ ਵਾ, ਜਾਂ ਆਮ ਪਾਰਟੀ ਦੇ ਕਿਸੇ ਪੇਜ ਵਾਲਿਆਂ ਨੇ ਦਿੱਤਾ ਟਵਿੱਟਰ ਤੇ ਤੁਰੇ ਫਿਰਦੇ ਪਨ ਦਿੱਲੀ ਵਾਲੇ ਕਿਹੜੇ ਆ ਵੀ ਇਹ ਗਾਣੇ ਨੂੰ ਰੋਕੋ, ਰਿਲੀਜ਼ ਨਹੀਂ ਕਰਨਾ ਚਾਹੀਦਾ, ਇਹਦੇ ਤੋਂ ਬੜਾ ਕੁਛ ਹੋਣਾ ਨਾ। ਚਲੋ ਤਾਂ ਆਪਾਂ ਨੂੰ ਵੈਸੇ ਪਤਾ ਹੀ ਆ ਵੀ ਕਾਹਤੋਂ ਦਿੰਦੇ ਆ, ਥੋੜਾ ਜਿਹਾ ਉਹਦੇ ਬਾਰੇ ਦੱਸ ਦਿਓ ਵੀ ਜਿਹੜੇ ਹੋਰ ਕਲਾਕਾਰਾਂ ਨੇ ਵੀ 2-4 ਨੇ ਵਿਰੋਧ ਕੀਤਾ ਸੀ ਵੀ ਰਿਲੀਜ਼ ਕਰਨ ਤੇ ਰੋਕਿਆ ਸੀਗਾ ਇਹਨਾਂ ਨੇ, ਹਨਾ। ਤੇ ਜਿੱਦਾਂ ਅੱਡੋ ਅੱਡ ਵੀ ਹੁਣ ਇਹ ਤਾਂ ਆਪਾਂ ਨੂੰ ਪਤਾ ਹੀ ਆ ਵੀ ਹੰਸਰਾਜ ਵਰਗੇ ਨੇ ਸਾਰੀ ਉਮਰ ਪੰਜਾਬ ਦਾ ਖਾ ਕੇ, ਪੰਜਾਬੀ ਬੋਲੀ ਦਾ ਕਰਕੇ, ਸਭ ਕੁਝ ਕਰਕੇ ਉਹਦੀ ਅੰਗੇਜ਼ਤੀ ਮਤਲਬ ਕਿਉਂਕਿ ਦਿੱਲੀ ਵਾਲੀ ਭੁਗਤਣਾ ਉਹਨਾਂ ਨੇ ਐਂਡ ਤੇ ਜਾ ਕੇ, ਉਹ ਤੇ ਪਤਾ। ਤੇ ਉਹੀ ਮਤਲਬ ਥੋੜਾ ਮੈਂ ਕਹਿਣਾ ਚਾਹੁੰਦਾ ਸੀ ਤੁਹਾਡੇ ਬਾਰੇ, ਇਹਦੇ ਬਾਰੇ ਕੋਈ ਗੱਲ ਕਰ ਦਿਓ ਜਿਹੜੇ ਪੋਲੀਟੀਕਲੀ ਤੌਰ ਤੇ ਜਿਹੜਾ ਪੋਲੀਟੀਕਲ ਤੌਰ ਤੇ ਵਿਰੋਧ ਹੋਇਆ ਵੀ। ਈਵਨ ਮਤਲਬ ਕਈ ਵਾਰੀ ਆਪਾਂ ਕਹਿ ਦਿੰਦੇ ਵੀ ਇਹ ਗੱਲਾਂ ਦਾ ਕੋਈ ਬੜਾ ਫਰਕ ਨਹੀਂ ਪੈਂਦਾ ਜਾਂ ਜਿਵੇਂ ਵੀ ਆ, ਪਰ ਉਹ ਮਤਲਬ ਕਿਸੇ ਤਰ੍ਹਾਂ ਦਾ ਰਿਸਕ ਲੈਣਾ ਹੀ ਨਹੀਂ ਚਾਹੁੰਦੇ ਵੀ ਕੋਈ ਇਹੋ ਜਿਹੀ ਚੀਜ਼ ਹੋਵੇ ਜਿਹਦੇ ਨਾਲ ਨੌਜਵਾਨ ਨੂੰ ਜਾਂ ਕਿਸੇ ਨੂੰ ਵੀ ਇਹ ਚੀਜ਼ ਦਾ ਪਤਾ ਲੱਗੇ, ਜਾਂ ਜਿਸ ਤਰ੍ਹਾਂ ਭਾਈ ਜਟਾਣੇ ਦੀ ਜਾਂ ਭਾਈ ਤਰਨਜੀਤ ਚੰਨੇ ਦੀ ਪਤਾ ਆਪਾਂ ਕਰਨ ਡੇ ਆ ਵੀ ਇੱਥੋਂ ਤੱਕ ਗੱਲ ਪਹੁੰਚੀ ਗਾਣੇ ਥਰੂ, ਬੜਿਆਂ ਨੇ ਸਰਚ ਕੀਤਾ, ਹਨਾ। ਤੇ ਇਹਦੇ ਬਾਰੇ ਮੈਂ ਗੱਲ ਕਰਨੀ ਸੀ ਥੋੜਾ। ਦੇਖੋ ਇਹਦੇ ਚ ਨਾ ਇੱਕ ਗੱਲ ਜ਼ਰੂਰੀ ਹੈ ਵੀ ਇਹ ਪੈਨਿਕ ਹੁੰਦਾ। ਸਟੇਟ ਕਦੇ ਵੀ ਅਫੀਸ਼ੀਅਲੀ ਇਹ ਤਾਂ ਕਹਿ ਨਹੀਂ ਸਕਦੀ ਵੀ ਗਾਣਾ ਰੋਕ ਦੋ, ਅਸੀਂ ਬੜੇ ਖਤਰੇ 'ਚ ਆ ਜਾਵਾਂਗੇ। ਸਟੇਟ ਕੋਲੋਂ ਟੂਲ ਹੁੰਦੇ ਆ, ਜਦੋਂ ਸਟੇਟ ਖਤਰੇ 'ਚ ਆਉਂਦੀ ਹੈ ਨਾ, ਕਦੇ ਵੀ ਉਹਦੀ ਐਗਜ਼ਿਸਟੈਂਸ ਖਤਰੇ 'ਚ ਆਉਂਦੀ ਹੈ। ਸਟੇਟ ਅਫੀਸ਼ੀਅਲੀ ਕੋਈ ਕਾਨੂੰਨ ਨਹੀਂ ਕੱਢਦੀ ਵੀ ਅਸੀਂ ਖਤਰੇ 'ਚ ਆ ਗਏ ਹਾਂ ਜਾਂ ਕੋਈ ਨੋਟੀਫਿਕੇਸ਼ਨ ਨਹੀਂ ਦਿੰਦੀ। ਉਹਨਾਂ ਦੇ ਗਾਂ ਇੱਕ ਪੈਦਾ ਕੀਤੇ ਹੋਏ ਏਜੰਟ ਤੇ ਕਲਚਰ ਜਿਹੜੇ ਉਹ ਬੋਲਦੇ ਆ। ਜਿਵੇਂ ਭਾਈਚਾਰਾ ਟੁੱਟੂਗਾ ਜੀ, ਸਟੇਟ ਜਦੋਂ ਖਤਰੇ 'ਚ ਆਊਗੀ ਤੇ ਉਹ ਸਟੇਟ ਦੇ ਕੁਝ ਬੰਦੇ ਕਹਿਣਗੇ ਵੀ ਇਹਦੇ ਨਾਲ ਭਾਈਚਾਰਾ ਟੁੱਟ ਜਾਊਗਾ, ਭਾਈਚਾਰਕ ਸਾਂਝ ਟੁੱਟ ਜਾਊਗੀ। ਹੁਣ ਭਾਈਚਾਰਕ ਸਾਂਝ ਬਣੀ ਕਿਸ ਬਣਾ ਤੇ ਆ, ਹੰਸਰਾਜ ਨੂੰ ਜਾਂ ਹੋਰ ਜਿਹੜੇ ਆਮ ਆਦਮੀ ਪਾਰਟੀ ਹਰਿਆਣੇ ਵਾਲੇ ਪੇਜ ਤੋਂ ਪਾ ਰਹੇ ਆ ਵੀ ਇਹਨਾਂ ਹਰਿਆਣੇ ਤੇ ਪੰਜਾਬ ਦੇ ਸੰਬੰਧ ਖਰਾਬ ਹੋ ਜਾਣਗੇ। ਹਰਿਆਣੇ ਤੇ ਪੰਜਾਬ ਦੇ ਸੰਬੰਧ ਇੱਕ ਨਹਿਰ ਜਿਹੜੀ ਬਣ ਰਹੀ ਹੈ ਤੇ ਬਣ ਕੇ ਸੁੱਕੀ ਪਈ ਹੈ, ਤੇ ਜਿੱਦ ਤੱਕ ਕੋਰਟ ਕੇਸ ਚੱਲ ਰਿਹਾ ਹੈ ਉਹਦੀ ਡਿਸਕਸ਼ਨ ਦੇ ਨਾਲ ਪੰਜਾਬ ਦੇ ਦਾਅਵੇ ਨਾਲ ਸੰਬੰਧ ਕਿਵੇਂ ਖਰਾਬ ਹੋ ਜਾਣਗੇ। ਜੇ ਆਪਾਂ ਸੰਬੰਧ ਜੇ ਏਡੇ ਚੰਗੇ ਹੋਣ ਤੇ ਫਿਰ ਸੁਪਰੀਮ ਕੋਰਟ 'ਚ ਕੇਸ ਕੋਈ ਚੱਲਦਾ ਹੋਵੇ। ਸੋ ਇਸ ਕਰਕੇ ਇਹ ਤੇ ਸਟੇਟ ਦਾ ਪੈਨਿਕ ਹੈ। ਉਹ ਪੈਨਿਕ ਇਸ ਕਰਕੇ ਵੀ ਹੈ ਵੀ ਜੇ ਗਾਣਾ ਆਉਂਦਾ ਹੈ ਤੇ ਜਿਹੜੇ ਦੂਜੇ ਸਿੰਗਰ ਆ ਉਹਨਾਂ ਦੇ ਉੱਤੇ ਇੱਕ ਮੋਰਲ ਰਿਸਪੋਂਸੀਬਿਲਿਟੀ ਬਣ ਜਾਂਦੀ ਹੈ ਵੀ ਉਹ ਵੀ ਪੰਜਾਬ ਦੇ ਹੱਕਾਂ ਲਈ ਗਾਣਾ ਗਾਉਣ, ਕਿਉਂਕਿ ਇਹ ਨਵਾਂ ਮਿਆਰ ਸੈੱਟ ਹੋਇਆ। ਇਸ ਗਾਣੇ ਨੇ ਪੰਜਾਬ ਦੀ ਗਾਇਕੀ ਦੇ ਵਿੱਚ ਪੰਜਾਬ ਦੀ ਜਿਹੜੀ ਸੋਵਰਨਟੀ ਦੀ ਗੱਲ ਹੈ, ਹੱਕਾਂ ਦੀ ਗੱਲ ਹੈ, ਉਹਨੂੰ ਕਰਨ ਦੇ ਲਈ ਇੱਕ ਨਵਾਂ ਮਿਆਰ ਸੈੱਟ ਕੀਤਾ, ਇੱਕ ਨਵਾਂ ਪੈਰਾਮੀਟਰ ਤੈਅ ਕੀਤਾ। ਹੁਣ ਬੇਸ਼ੱਕ ਕੋਈ ਉਹਨੂੰ ਪੈਰਾਮੀਟਰ ਨੂੰ ਸਰਪਾਸ ਕਰ ਸਕੇ ਜਾਂ ਨਾ ਕਰ ਸਕੇ, ਉਹ ਤੇ ਆਪਾਂ ਨਹੀਂ ਕਹਿੰਦੇ, ਬਟ ਘੱਟੋ ਘੱਟ ਅਟੈਂਪਟ ਕਰਦੇ ਰਹਿਣਾ ਪਊਗਾ ਸਿੰਗਰਾਂ ਨੂੰ ਰੈਲੇਵੈਂਟ ਰਹਿਣ ਵਾਸਤੇ ਵੀ। ਇਹ ਵੀ ਇੱਕ ਬੜਾ ਵੱਡਾ ਫਨੋਮੇਨਾ ਵੇਖਣ ਨੂੰ ਮਿਲੂਗਾ ਵੀ ਆਉਣ ਵਾਲੇ ਸਾਲਾਂ ਦੇ ਵਿੱਚ ਜਿੱਥੇ ਜਿੱਥੇ ਪੰਜਾਬ ਦੇ ਵਿੱਚ ਅਨਰੈਸਟ ਵੀ ਵਧੂਗੀ, ਨੌਜਵਾਨਾਂ ਦੇ ਵਿੱਚ ਬੇਚੈਨੀ ਵੀ ਵਧੂਗੀ, ਪੰਜਾਬ ਦਾ ਪੋਲੀਟੀਕਲ ਸਟਰਕਚਰ ਵੀ ਚੇਂਜ ਹੋਊਗਾ ਸਾਰਾ। ਜਿਹੜੀ ਪੰਜਾਬ ਦਾ ਇੱਕ ਜਿਹੜੀ ਸਿੰਗਿੰਗ ਹੈ, ਪੰਜਾਬ ਦੀ ਜਿਹੜੀ ਫਿਲਮ ਆ, ਜਿਹੜੀਆਂ ਫਿਲਮਾਂ ਬਣਦੀਆਂ ਨੇ, ਕੋਈ ਵੀ ਕਿਸੇ ਵੀ ਲੋਕਾਂ ਨੂੰ ਇਨਫਲੂਐਂਸ ਕਰਨ ਵਾਲਾ ਕੋਈ ਵੀ ਸਾਧਨ ਹੈ, ਟੂਲ ਹੈ, ਉਹ ਵੀ ਇਸ ਪਾਸੇ ਨੂੰ ਖਿੱਚਿਆ ਆਊਗਾ ਥੋੜਾ ਥੋੜਾ। ਉਹਦੇ 'ਚ ਕੁਛ ਲੋਕ ਐਕਸਟ੍ਰੀਮ ਤੱਕ ਜਾਣਗੇ, ਕੁਛ ਲੋਕ ਬਹੁਤ ਥੋੜੇ ਪੱਧਰ ਤੱਕ। ਪਰ ਇੱਕ ਗੱਲ ਬੰਦ ਹੋ ਜਾਊਗੀ, ਪ੍ਰੋ ਸਟੇਟ ਗਾਣੇ ਤੇ ਬਿਲਕੁਲ ਬੰਦ ਹੋ ਜਾਣਗੇ ਜਿਹੜੇ ਹੋ ਚੁੱਕੇ ਆਲਰੇਡੀ। ਜਿਵੇਂ ਕੋਈ ਬੰਦਾ ਇਹ ਨਹੀਂ ਕਹਿੰਦਾ ਵੀ ਮੈਂ ਇੰਡੀਅਨ ਆ, ਕੋਈ ਪੰਜਾਬੀ ਗਾਣੇ 'ਚ ਗੱਲ ਇਹ ਕਹਿ ਦੇਵੇ, ਹੋ ਸਕਦਾ ਉਹਨੂੰ ਗਾਣਾ ਪੈ ਜਾਣਾ 2-4 ਵੀ ਤੂੰ ਇਹ ਗੱਲ ਕਿਉਂ ਕੀਤੀ ਆ। ਸੋ ਸਟੇਟ ਨੇ ਜਿਹੜਾ ਟੂਲ ਡਿਵੈਲਪ ਕੀਤਾ ਉਹਦੇ ਹੱਕ 'ਚ ਤਾਂ ਭੁਗਤਣਾ ਬੰਦ ਹੋ ਗਿਆ। ਹੁਣ ਉਹਦੀ ਸਾਨੂੰ ਇੰਤਜ਼ਾਰ ਕਰਨ ਦੀ ਲੋੜ ਹੈ ਵੀ ਕਦੋਂ ਉਹ ਜਿਹੜਾ ਟੂਲ ਹੈ ਉਹ ਪ੍ਰੋਪਰਲੀ ਸਾਡੇ ਹੱਕ 'ਚ ਯੂਟੀਲਾਈਜ਼ ਅਸੀਂ ਇਹਨੂੰ ਕਰ ਸਕੀਏ। ਸੋ ਜਦੋਂ ਹੰਸਰਾਜ ਵਰਗੇ ਬੰਦੇ ਬਿਆਨ ਦੇਣਾ ਸ਼ੁਰੂ ਕਰਨ, ਖਾਸ ਕਰ ਜਦੋਂ ਕੋਈ ਵੀ ਬੰਦਾ ਹਿੰਦੁਸਤਾਨ 'ਚ ਉੱਠ ਕੇ ਇਹ ਗੱਲ ਕਹੂਗਾ ਨਾ ਵੀ ਇਹ ਚੀਜ਼ ਨਾਲ ਭਾਈਚਾਰਾ ਟੁੱਟਦਾ, ਭਾਈਚਾਰਕ ਸਾਂਝ ਟੁੱਟਦੀ ਹੈ, ਉਦੋਂ ਸਮਝੋ ਵੀ ਤੁਸੀਂ ਸਹੀ ਰਾਹ ਤੇ ਜੋ। ਤੇ ਸਟੇਟ ਪੈਨਿਕ ਕਰ ਰਹੀ ਹੈ। ਸਟੇਟ ਜਦੋਂ ਪੈਨਿਕ ਕਰੂਗੀ ਤੇ ਲਾਜ਼ਮ ਜੀ ਗੱਲ ਹੈ ਵੀ ਇਹੋ ਜਿਹੇ ਬੰਦੇ ਬੋਲਣਗੇ ਜਿਵੇਂ ਉਹ ਅੱਗੇ ਵੀ ਬੋਲਦੇ ਰਹੇ ਹਰ ਮਸਲਿਆਂ ਦੇ ਉੱਤੇ, ਜਿੱਥੇ ਉਹਨਾਂ ਨੂੰ ਐਂ ਲੱਗਦਾ ਵੀ ਸਟੇਟ ਦੀ ਜਿਹੜੀ ਅਥੋਰਿਟੇਰੀਅਨ ਜਿਹੜੀ ਉਹਦੀ ਪਕੜ ਹੈ ਪੰਜਾਬ ਦੇ ਉੱਤੇ ਉਹ ਢਿੱਲੀ ਨਾ ਹੋਵੇ। ਇਹ ਫੀਅਰ ਸਾਈਕੋਸਿਸ ਪੈਦਾ ਕਰਨ ਵਾਲੀ ਵੀ ਗੱਲ ਹੈ ਵੀ ਇੱਕ ਗਾਣੇ ਦਾ ਕਰਕੇ 2 ਸਟੇਟਾਂ ਦੇ ਸੰਬੰਧ ਖਰਾਬ ਹੋ ਜਾਣਗੇ ਜੀ। ਏਡੀ ਵੱਡੀ ਗੱਲ ਕਹਿ ਦੇਣਾ, ਉਹਦੇ ਨਾਲ ਲੋਕਾਂ 'ਚ ਇੱਕ ਫੀਅਰ ਪੈਦਾ ਹੋ ਸਕਦਾ ਵੀ ਯਾਰ ਇੱਕ ਗਾਣਾ ਏਡਾ ਕੁਛ ਕਰ ਸਕਦਾ। ਸੋ ਮਤਲਬ ਜੇ ਕਿਸੇ ਦੇ ਬੋਲੇ 10 ਬੋਲ 4 ਬੋਲ
ਉਹ ਵੀ ਸੱਚ ਦੇ ਬੇਸਡ ਹਿਸਟੋਰੀਕਲ ਫੈਕਟ ਇਵੈਂਟਸ ਤੇ ਬੇਸਡ ਜਿਹੜੇ ਆ ਬੋਲ ਦੋਵਾਂ ਸਟੇਟਾਂ ਦੇ ਸੰਬੰਧ ਖਰਾਬ ਕਰ ਸਕਦੇ ਨੇ, ਜਾਂ ਪੰਜਾਬ ਦੇ ਇੰਡੀਆ ਦੇ ਨਾਲ ਸੰਬੰਧ ਖਰਾਬ ਕਰ, ਇਹਦਾ ਮਤਲਬ ਉਹ ਸੰਬੰਧ ਆਲਰੇਡੀ ਖਰਾਬ ਆ, ਉਹਦੇ ਚ ਕੁਛ ਹੈ ਨਹੀਂ, ਉਹ ਤੇ ਸਿਰਫ ਪਰਦਾ ਪਾਇਆ ਗਿਆ ਵਾ, ਉਹਨੂੰ ਪਾਲਿਸ਼ ਕੀਤਾ ਗਿਆ ਵੀ ਸੰਬੰਧ ਬੜੇ ਵਧੀਆ ਜੀ, ਪੀਸਫੁਲ ਹੈ, ਸ਼ਾਂਤੀ ਹੈ। ਸ਼ਾਂਤੀ ਜਿੱਦਾਂ ਆਪਾਂ ਅੱਗੇ ਕਈ ਵਾਰ ਗੱਲ ਕੀਤੀ ਹੈ ਵੀ ਸ਼ਾਂਤੀ ਮੜੀਆਂ ਵਾਲੀ ਸ਼ਾਂਤੀ ਹੈ। ਮੁਰਦਾ ਘਰ ਚਲ ਜਾਓ, ਉੱਥੇ ਕਿਹੜਾ ਰੌਲਾ ਪੈਂਦਾ, ਉਹਦਾ ਅਰਥ ਹੈ ਵੀ ਉੱਥੇ ਸਾਰੇ ਲੋਕ ਮਰ ਚੁੱਕੇ ਆ, ਰੌਲਾ ਪਾਉਣ ਦੀ ਕਪੈਸਿਟੀ ਨਹੀਂ ਰੱਖਦੇ। ਉਹ ਇੰਡੀਅਨ ਸਟੇਟ ਚਾਹੁੰਦੀ ਹੈ ਵੀ ਜਿਹੜੀ ਸ਼ਾਂਤੀ ਭਾਈਚਾਰਾ ਉਹ ਮੁਰਦਿਆਂ ਦਾ ਭਾਈਚਾਰਾ ਹੋਵੇ, ਮਤਲਬ ਸਿੱਖ ਮਰਿਆ ਪਿਆ ਹੋਵੇ, ਹਿੰਦੂ ਨੇ ਉਹਦੀ ਬਾਂਹ ਫੜੀ ਹੋਵੇ ਹੈ, ਤੇ ਉਹ ਕਹਿਣ ਵੀ ਦੇਖੋ ਕਿੰਨਾ ਭਾਈਚਾਰਾ ਦੋਵਾਂ ਦੇ ਵਿੱਚ, ਮਤਲਬ ਸਿੱਖ ਓਪੀਨੀਅਨ ਦੇ ਹੀ ਨਹੀਂ ਸਕਦਾ ਕਿਉਂਕਿ ਮਰ ਚੁੱਕਾ। ਸੋ ਇਹ ਭਾਈਚਾਰਾ ਚਾਹੁੰਦੇ ਆ, ਤੇ ਸ਼ਾਂਤੀ ਉਹ ਚਾਹੁੰਦੇ ਆ ਵੀ ਪੰਜਾਬ ਐ ਕਬਰਸਤਾਨ ਬਣਾ ਦਿੱਤਾ ਜਾਵੇ ਜਿਵੇਂ ਬਣਾਇਆ ਉਹਨਾਂ ਨੇ। 3 ਲੱਖ 2.5 ਲੱਖ ਨੌਜਵਾਨ ਸਾਡਾ ਮਾਰ ਕੇ, ਧੀਆਂ ਭੈਣਾਂ ਦੀ ਬੇਪਤੀ ਕਰਕੇ, ਉਹ ਕਹਿੰਦੇ ਵੀ ਸ਼ਾਂਤ ਹੋ ਗਿਆ ਸਾਰਾ ਕੁਛ। ਜਦੋਂ ਨੌਜਵਾਨ ਹੀ ਕੋਈ ਨਹੀਂ ਛੱਡਿਆ ਪੰਜਾਬ 'ਚ, ਰੈਜ਼ਿਸਟੈਂਸ ਖਤਮ ਹੋ ਗਈ, ਤੇ ਉਹ ਕਹਿੰਦੇ ਦੇਖੋ ਜੀ ਪੰਜਾਬ 'ਚ ਸ਼ਾਂਤੀ ਮੋੜ ਆ ਗਈ ਹੈ ਵਾਪਸ। ਸੋ ਇਹਦਾ ਅਰਥ ਇਹ ਹੈ ਵੀ ਹਿੰਦੁਸਤਾਨ ਚੀਜ਼ਾਂ ਨੂੰ ਆਪਣੇ ਤਰੀਕੇ ਨਾਲ ਡਿਫਾਈਨ ਕਰਦਾ, ਇਹ ਉਹਦਾ ਪੈਨਿਕ ਹੈ ਵੀ ਸ਼ਾਂਤੀ ਭੰਗ ਹੋ ਜੂਗੀ। ਸਾਨੂੰ ਤਾਂ ਸਵਾਲ ਇਹ ਹੋਣਾ ਚਾਹੀਦਾ ਵੀ ਕਿਹੜੀ ਸ਼ਾਂਤੀ, ਕਿਹੜੀ ਐਸੀ ਸ਼ਾਂਤੀ ਹੈ ਜਿਹੜੀ ਇੱਕ ਗੀਤ ਦੇ ਨਾਲ ਭੰਗ ਹੋ ਸਕਦੀ ਹੈ, ਤੇ ਜੇ ਹੋ ਸਕਦੀ ਤਾਂ ਹੋ ਲੈਣ ਦਿਓ ਉਹਨੂੰ। ਜੇ ਇੱਕ ਗੀਤ ਦੇ ਨਾਲ ਇੰਡੀਆ ਵਰਗੀ ਕੰਟਰੀ ਜਿਹੜੀ ਆ ਉਹਨੂੰ ਡਰ ਪੈਦਾ ਹੋ ਗਿਆ ਵੀ ਸਾਡੇ ਲਈ ਖਤਰਾ ਬਣ ਸਕਦਾ, ਤੇ ਫਿਰ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਵੀ ਉਹ ਹਿਸਟੋਰੀਕਲੀ ਕਿੰਨੇ ਗਲਤ ਹੋਣਗੇ ਵੀ ਕਿਸੇ ਇੱਕ ਨੌਜਵਾਨ ਦੇ ਜਿਹੜਾ ਪ੍ਰੋਪਰ ਧਾਰਮਿਕ ਵੀ ਨਹੀਂ, ਜਿਹੜਾ ਜਿਹਨੇ ਗੀਤ ਗਾਏ ਨੇ ਕਮਰਸ਼ੀਅਲ ਲੈਵਲ ਦੇ ਉੱਤੇ, ਜੇ ਉਹਦੇ ਇੱਕ ਗੀਤ ਦੇ ਨਾਲ ਇੰਡੀਅਨ ਸਟੇਟ ਨੂੰ ਜੇ ਲੱਗਦਾ ਵੀ ਸਾਡੀ ਜਿਹੜੀ ਐਗਜ਼ਿਸਟੈਂਸ ਤੇ ਕੋਈ ਖਤਰਾ ਆਣ ਕੇ ਬੈਠਾ, ਤੇ ਉਹ ਸਮਝੇ ਵੀ ਉਹ ਇੰਡੀਅਨ ਸਟੇਟ ਕਿੰਨਾ ਧੱਕਾ ਕਰ ਰਹੀ ਹੋਊਗੀ ਲੋਕਾਂ ਨੂੰ ਵੀ ਇੱਕ ਗੀਤ ਨਹੀਂ। ਤੇ ਜੇ ਪੰਜਾਬ ਦੇ ਸਿੱਖ ਇੰਡੀਆ ਪ੍ਰਤੀ ਲਾਇਲ ਹੋਣ ਤੇ ਸਿੱਧੂ ਮੂਸੇਵਾਲੇ ਨੂੰ ਤਾਂ ਆਪ ਕਹਿਣ ਵੀ ਤੂੰ ਪਈ ਇਹ ਕੰਮ ਨਾ ਕਰੋ। ਇਹਦਾ ਮਤਲਬ ਇਹ ਆ ਵੀ ਪੰਜਾਬ ਇੱਕ ਡਿਫਰੈਂਟ ਤਰੀਕੇ ਨਾਲ ਚੱਲ ਰਿਹਾ ਤੇ ਇੰਡੀਆ ਇੱਕ ਡਿਫਰੈਂਟ ਤਰੀਕੇ ਨਾਲ ਚੱਲ ਰਿਹਾ। ਸੋ ਉਹਨਾਂ ਦੇ ਵਿੱਚ ਕੜੀ ਕਿਹੜੀ ਜੋੜ ਕੇ ਰੱਖਦੀ ਹੈ, ਦੋਵਾਂ ਨੂੰ ਕੜੀ ਜੋੜ ਕੇ ਰੱਖਦੀ ਆ ਵੀ ਇੰਡੀਆ ਫੋਰਸਫੁਲੀ ਆਕੂਪਾਈ ਕਰਕੇ ਬੈਠਾ ਪੰਜਾਬ ਨੂੰ। ਜ਼ਬਰਦਸਤੀ ਦਾ ਰਿਸ਼ਤਾ ਹੈ, ਜ਼ਬਰਦਸਤੀ ਦੇ ਰਿਸ਼ਤੇ ਨੂੰ ਤੇ ਭੜਕਾਉਣ ਦੀ ਵੀ ਲੋੜ ਨਹੀਂ ਪੈਂਦੀ, ਉਹ ਤਾਂ ਸੱਚ ਨਾਲ ਹੀ ਭੜਕ ਜਾਂਦੇ ਆ ਨਾ। ਭੜਕਾਹਟ ਇੱਕ ਜੇ ਦਾਅਵਾ ਕਰਦਾ ਕੋਈ ਬੰਦਾ ਵੀ ਭੜਕਾਹਟ ਪੈਦਾ ਕੀਤੀ ਜਾ ਰਹੀ ਹੈ ਜੀ, ਭੜਕਾਹਟ ਮੈਂ ਹੁਣ ਤੁਸੀਂ ਮਤਲਬ ਮੈਂ ਸੱਚ ਬੋਲਾਂ ਤੇ ਉੱਥੇ ਭੜਕਾਹਟ ਪੈਦਾ ਹੋ ਜੇ ਤੇ ਮੈਨੂੰ ਦੋਸ਼ ਦਿੱਤਾ ਜਾ ਸਕਦਾ, ਨਹੀਂ ਦਿੱਤਾ ਜਾ ਸਕਦਾ। ਸੋ ਇਹ ਹੰਸਰਾਜ ਵਰਗੇ ਬੰਦਿਆਂ ਨੂੰ ਜਾਂ ਹੋਰ ਨਾ ਬੰਦੇ ਜਿਹੜੇ ਸਵਾਲ ਕਰਦੇ ਨੇ, ਉਹਨਾਂ ਨੂੰ ਸਵਾਲ ਆਪਣੇ ਆਪ ਨੂੰ ਕਰਨਾ ਚਾਹੀਦਾ ਵੀ ਇੰਡੀਅਨ ਸਟੇਟ ਨੇ ਪੰਜਾਬ ਦੇ ਨਾਲ ਐਸਾ ਰਿਲੇਸ਼ਨਸ਼ਿਪ ਬਿਲਡ ਹੀ ਕਿਉਂ ਕੀਤਾ ਵੀ ਇੱਕ ਕਲਾਕਾਰ ਦੇ ਇੱਕ ਗੀਤ ਗਾਉਣ ਦੇ ਨਾਲ ਏਡਾ ਵੱਡਾ ਪੈਨਿਕ ਖੜਾ ਹੋ ਸਕਦਾ, ਏਡਾ ਭਾਈਚਾਰਾ ਟੁੱਟ ਸਕਦਾ। ਭਾਈਚਾਰਾ ਵਾਲਿਆਂ ਨੂੰ ਵੀ ਇਹ ਸਵਾਲ ਚੁੱਕਣਾ ਚਾਹੀਦਾ ਵੀ ਤੁਹਾਡਾ ਸਿੱਖਾਂ ਨਾਲ ਭਾਈਚਾਰਾ ਏਡਾ ਮਾੜਾ ਹੈ, ਤੁਸੀਂ ਸਿੱਖਾਂ ਨਾਲ ਇੰਨੇ ਧੱਕੇ ਕੀਤੇ ਆ ਵੀ ਸਿੱਖ ਸੱਚ ਬੋਲਦੇ ਆ ਤੁਹਾਨੂੰ ਭਾਈਚਾਰਾ ਟੁੱਟਣ ਦਾ ਖਤਰਾ ਪੈ ਜਾਂਦਾ। ਸੋ ਇਹ ਸਾਨੂੰ ਕਿਸੇ ਕਿਸਮ ਦੀ ਗਿਲਟ ਲੈਣ ਦੀ ਲੋੜ ਨਹੀਂ। ਜਿਹੜਾ ਬੰਦਾ ਇਹ ਗੱਲ ਕਰ ਰਿਹਾ ਉਹਨੂੰ ਕਿਹਾ ਵੀ ਸਮਝ ਲਓ ਵੀ ਤੁਸੀਂ ਇੰਡੀਅਨ ਸਟੇਟ ਵੀ ਆਖਰੀ ਸਾਵਾਂ ਤੇ ਆ ਗਈ ਆ ਵੀ ਹਜੇ ਤੇ ਇੱਕ ਗੀਤ ਹੈ ਨੌਜਵਾਨ ਨੇ ਗਾਇਆ, ਹਾਲੇ ਕੀ ਪਤਾ ਕਿੰਨੇ ਨੌਜਵਾਨਾਂ ਨੇ ਗੀਤ ਗਾਉਣੇ ਨੇ, ਕੀ ਕੁਛ ਹੋਣਾ ਹੈ ਹਨਾ। ਭਾਈ ਜਦੋਂ ਤੁਸੀਂ 2-3 ਕਤਲ ਕੀਤੇ ਨੇ ਨੌਜਵਾਨਾਂ ਦੇ ਪੰਜਾਬ 'ਚ ਮੇਨ, ਤੇ ਕੋਈ ਨਹੀਂ ਤੁਸੀਂ ਅੱਗੇ ਹੋਰ ਵੀ ਕਰਨੇ ਨੇ, ਤੇ ਤੁਹਾਨੂੰ ਇਹ ਵੀ ਪਤਾ ਵੀ ਉਸ ਤੋਂ ਬਾਅਦ ਰਿਐਕਸ਼ਨ ਕੀ ਆਇਆ ਲੋਕਾਂ ਦਾ। ਸੋ ਇੰਡੀਅਨ ਸਟੇਟ ਦੇ ਸੱਪ ਦੇ ਮੂੰਹ 'ਚ ਕੋੜ ਕਿਰਲੀ ਆਉਣ ਵਾਲੀ ਸਿਚੁਏਸ਼ਨ ਹੈ। ਜੇ ਉਹ ਨੌਜਵਾਨਾਂ ਨੂੰ ਮਾਰਦੇ ਆ ਹੈਂ, ਕਤਲ ਕਰਦੇ ਆ, ਤੇ ਉਹਦਾ ਬਹੁਤ ਵੱਡਾ ਰਿਐਕਸ਼ਨ ਪੈਦਾ ਹੁੰਦਾ ਪੰਜਾਬ 'ਚ ਜਿਹੜਾ ਇੰਡੀਆ ਦੇ ਖਿਲਾਫ ਹੈ। ਸੈਂਟੀਮੈਂਟ ਜਿਹੜਾ ਖਾਲਿਸਤਾਨ ਦੇ ਨਾਅਰੇ ਲੱਗਦੇ ਨੇ ਕਿਸੇ ਦੇ ਭੋਗ ਦੇ ਉੱਤੇ, ਜਾਂ ਇਹ ਗਾਣਾ ਆਉਣਾ ਤੇ ਇੰਡੀਅਨ ਸਟੇਟ ਨੂੰ ਏਜੰਸੀਆਂ ਨੂੰ ਦੋਸ਼ੀ ਕਹਿਣਾ ਬਿਨਾਂ ਕਿਸੇ ਐਵੀਡੈਂਸ ਤੇ, ਐਵੀਡੈਂਸ ਤੋਂ ਭਾਵੇਂ ਹੁਣ ਜਿਹੜੀ ਇਨਵੈਸਟੀਗੇਸ਼ਨ ਏਜੰਸੀ ਤੇ ਇੰਡੀਆ ਦੇ ਹੱਥ 'ਚ ਹੈ, ਉਹਨਾਂ ਦੇ ਐਵੀਡੈਂਸ ਪੇਸ਼ ਨਹੀਂ ਕਰਨਾ ਕੋਈ ਵੀ ਐਵੀਡੈਂਸ। ਉਹਨਾਂ ਨੇ ਕਿਹਾ ਗੈਂਗਵਾਰ, ਲੋਕਾਂ ਨੇ ਮੰਨਿਆ ਨਹੀਂ ਗੈਂਗਵਾਰ, ਲੋਕਾਂ ਨੇ ਕਿਹਾ ਏਜੰਸੀਆਂ ਨੇ ਕਰਾਇਆ ਕੰਮ। ਸੋ ਇਹਦਾ ਮਤਲਬ ਇਹ ਹੈ ਵੀ ਜਿਹੜਾ ਸੈਂਟੀਮੈਂਟ ਕਤਲ ਕਰਨ ਦੇ ਬਾਵਜੂਦ ਇੰਡੀਆ ਦੇ ਖਿਲਾਫ ਜਾ ਰਿਹਾ, ਜੇ ਉਹ ਨਹੀਂ ਮਾਰਦੇ ਨੌਜਵਾਨਾਂ ਨੂੰ ਤੇ ਨੌਜਵਾਨ ਬੋਲ ਕੇ ਉਹਨਾਂ ਨੂੰ ਡੈਮੇਜ ਕਰ ਰਹੇ ਆ। ਸੋ ਇਹ ਉਹ ਸਿਚੁਏਸ਼ਨ ਆ ਗਈ ਹੈ ਜਿੱਥੇ ਇੰਡੀਆ ਸਕੇਪ ਨਹੀਂ ਕਰ ਸਕਦਾ ਰਿਐਲਿਟੀ ਨੂੰ, ਜਿੱਥੇ ਇਹ ਸਟੇਟ ਰਿਐਲਿਟੀ ਨੂੰ ਸਕੇਪ ਨਹੀਂ ਕਰ ਸਕਦੀ। ਇਸ ਸਟੇਟ ਨੂੰ ਇਸ ਰਿਐਲਿਟੀ ਨੂੰ ਫੇਸ ਕਰਨਾ ਪੈਣਾ। ਜੋ ਕੁਛ ਇਹਨਾਂ ਨੇ ਕੀਤਾ ਉਹ ਪਾਈਲ ਅਪ ਹੋ ਗਿਆ, ਜਿੰਨੇ ਜ਼ੁਲਮ ਇਹਨਾਂ ਨੇ ਕੀਤੇ ਆ ਉਹ ਉਹਨਾਂ ਤੋਂ ਹੁਣ ਭੱਜਿਆ ਨਹੀਂ ਜਾ ਸਕਦਾ। ਜਿਹੜੇ ਨੌਜਵਾਨ ਇਹ ਗੱਲ ਵੀ ਕਰਨਗੇ, ਮਰਨ ਨੂੰ ਵੀ ਤਿਆਰ ਨੇ, ਸਾਰਾ ਕੁਝ ਹੋਊਗਾ। ਤੇ ਅਖੀਰ ਨੂੰ ਕੀ ਹੈ, ਅਖੀਰ ਨੂੰ ਜਿਵੇਂ ਨੇਸ਼ਨ ਬਣਦੇ ਟੁੱਟਦੇ ਆ, ਇਹਨੇ ਜ਼ਬਰਦਸਤੀ ਦੇ ਰਿਸ਼ਤੇ ਕਦੀ ਨਿਭਦੇ ਨਹੀਂ, ਟੁੱਟਣਗੇ, ਇਹ ਵੀ ਟੁੱਟੂ। ਤੇ ਇਹ ਪੰਜਾਬ 'ਚ ਰੈਸਟ ਵੀ ਉਦਣ ਸ਼ਾਂਤੀ, ਅਸਲ ਮਾਇਨੇ ਸ਼ਾਂਤੀ ਪੰਜਾਬ 'ਚ ਉਦਣ ਆਉਣੀ ਹੈ। ਸਿੱਖ ਜੀਂਦਾ ਹੋ ਕੇ ਸ਼ਾਂਤ ਹੋਊਗਾ, ਉਦਣ ਸ਼ਾਂਤ ਹੋਊਗਾ ਜਿੱਦਣ ਇਸ ਗੱਲ ਦਾ ਬਦਲਾ ਲਿਆ ਗਿਆ ਜੋ ਕੁਛ ਸਿੱਖਾਂ ਨਾਲ ਹੋਇਆ।
ਜਿੱਦਣ ਸਿੱਖਾਂ ਨੇ ਆਜ਼ਾਦੀ ਪ੍ਰਾਪਤ ਕੀਤੀ। ਉਦਾਂ ਚਿਰ ਤੇ ਤੁਸੀਂ ਧੱਕੇ ਨਾਲ ਸਿੱਖਾਂ ਦੇ ਮੂੰਹ 'ਚ ਕੱਪੜਾ ਤੁਰ ਕੇ ਕਹੀ ਜਾਓ ਵੀ ਦੇਖੋ ਜੀ ਸਿੱਖ ਬੋਲਦਾ ਨਹੀਂ, ਬੜਾ ਸ਼ਾਂਤ। ਇਹ ਤੁਸੀਂ ਡਰੱਗ ਦਾ ਜੈਨੋਸਾਈਡ ਚਲਾਓ ਇੱਥੇ, ਤੁਸੀਂ ਇੱਥੇ ਗੋਲੀਆਂ ਨਾਲ ਬੰਦੇ ਮਾਰੋ ਤੇ ਮਰਿਆਂ ਦੀ ਲਾਸ਼ਾਂ ਰੱਖਣੀਆਂ ਕਰਕੇ ਕਹੋ ਵੀ ਦੇਖੋ ਜੀ ਸਿੱਖ ਕਿੰਨੇ ਸ਼ਾਂਤ ਲੰਮੇ ਪਏ ਸੁੱਤੇ ਹੋਏ। ਉਹ ਸਾਰਾ ਕੁਝ ਅਸੀਂ ਸਮਝਦੇ ਹਾਂ ਵੀ ਜਿਹੜੇ ਤੁਹਾਡੀ ਸ਼ਾਂਤੀ ਦੇ ਪੈਰਾਮੀਟਰ ਹੈ, ਜਿਹੜੀ ਭੰਗ ਹੋਣ ਦੇ ਪੈਰਾਮੀਟਰ ਹੈ, ਸ਼ਾਂਤੀ ਟੁੱਟਣ ਦੇ ਪੈਰਾਮੀਟਰ ਹੈ, ਭਾਈਚਾਰਾ ਟੁੱਟਣ ਦੇ ਪੈਰਾਮੀਟਰ ਹੈ, ਉਹ ਸਾਡੇ ਲਈ ਨਹੀਂ ਹੈਗੇ। ਸਾਡਾ ਕੋਈ ਭਾਈਚਾਰਾ ਨਹੀਂ ਕਿਸੇ ਨਾਲ, ਸਾਡੀ ਕਿਸੇ ਨਾਲ ਕੋਈ ਸ਼ਾਂਤੀ ਨਹੀਂ। ਭਾਈਚਾਰਾ ਸਿਰਫ ਉਹਨਾਂ ਨਾਲ ਹੈ ਜਿਹੜੇ ਸਾਨੂੰ ਇਹ ਗੱਲ ਨਹੀਂ ਕਹਿੰਦੇ ਵੀ ਤੁਹਾਨੂੰ ਗੁੱਸਾ ਨਹੀਂ। ਸਾਡਾ ਭਾਈਚਾਰਾ ਕੇਵਲ ਉਹਨਾਂ ਦੇ ਨਾਲ ਹੈ ਜਿਹੜੇ ਸਾਨੂੰ ਕਹਿੰਦੇ ਵੀ ਸਿੱਖਾਂ ਨੂੰ ਗੁੱਸੇ ਹੋਣਾ ਚਾਹੀਦਾ, ਸਿੱਖਾਂ ਨੂੰ ਅਸ਼ਾਂਤ ਹੋਣਾ ਚਾਹੀਦਾ। ਤੁਹਾਡਾ ਦੋਸਤ, ਤੁਹਾਡਾ ਸੱਜਣ, ਤੁਹਾਡਾ ਮਿੱਤਰ, ਤੁਹਾਡਾ ਭਾਈ ਉਹੀ ਹੋ ਸਕਦਾ ਨਾ ਜਿਹੜਾ ਤੁਹਾਡੇ ਤੇ ਹੋ ਰਿਹਾ ਜ਼ੁਲਮ ਦੇ ਖਿਲਾਫ ਲੜਨ ਦੀ ਤੁਹਾਨੂੰ ਪ੍ਰੇਰਿਤ ਕਰੇ, ਨਾ ਕਿ ਤੁਹਾਨੂੰ ਕਾਇਰ ਬਣਨ ਲਈ ਕਵੇ। ਸੋ ਜੇ ਕੋਈ ਸਾਡਾ ਭਾਈਚਾਰਕ ਸਾਂਝ ਵਾਲਾ ਹੈਗਾ ਸਾਡੇ ਨਾਲ, ਕੌਮ ਸਾਡੇ ਨਾਲ ਭਾਈਚਾਰਕ ਸਾਂਝ ਰੱਖਣਾ ਚਾਹੁੰਦੀ ਹੈ ਤੇ ਉਹ ਸਿੱਖਾਂ ਨੂੰ ਕਹਿਣਾ ਵੀ ਤਗੜੇ ਹੋ ਕੇ ਇੰਡੀਆ ਦੇ ਖਿਲਾਫ ਲੜੋ, ਅਸੀਂ ਤੁਹਾਡੇ ਨਾਲ ਆ। ਜੇ ਕੋਈ ਇਹ ਕਹਿੰਦਾ ਵੀ ਨਹੀਂ ਜੀ ਤੁਸੀਂ ਗਰਮ ਖਿਆਲੀ ਜੋ, ਕੱਟੜ ਜੋ, ਅੱਤਵਾਦੀ ਜੋ, ਤੇ ਤੁਸੀਂ ਇੰਡੀਆ ਦੇ ਖਿਲਾਫ ਕੁਝ ਬੋਲੋ ਨਾ, ਕਰੋ ਨਾ, ਉਹ ਭਾਈਚਾਰਕ ਨਹੀਂ, ਉਹ ਇੰਡੀਅਨ ਸਟੇਟ ਦਾ ਟੂਲ ਹੈ ਤੇ ਸਾਡਾ ਦੁਸ਼ਮਣ ਹੈ। ਸੋ ਇਹ ਬੜੀ ਕਲੀਅਰ ਡੈਫੀਨੇਸ਼ਨ ਹੈ। ਇਹੋ ਜਿਹੇ ਬਹੁਤ ਆਉਣਗੇ ਹੰਸਰਾਜ ਵਰਗੇ ਦੂਜੇ ਤੀਜੇ ਬੰਦੇ, ਉਹ ਕਹਿਣਗੇ ਆਣ ਕੇ ਵੀ ਬੜਾ ਕੁਛ ਭੰਗ ਹੋ ਚੱਲਿਆ ਜੀ। ਇੱਕ ਗੀਤ ਬੋਲੋਗੇ ਜਿਵੇਂ ਉਹ ਉਦੋਂ ਉਸ ਮੌਕੇ ਤੇ ਕਹਿੰਦੇ ਵੀ ਸੰਤਾਂ ਨੂੰ ਕਹਿੰਦੇ ਹੁੰਦੇ ਤੁਹਾਡੀ ਸਪੀਚ ਨਾਲ ਜੀ ਭਾਈਚਾਰਾ ਟੁੱਟ ਗਿਆ, ਭਾਈਚਾਰਕ ਸਾਂਝ ਟੁੱਟਦੀ ਹੈ। ਉਹ ਇਹੋ ਜਿਹੀ ਭਾਈਚਾਰਕ ਸਾਂਝ ਜਿਹੜੀ ਕਿਸੇ ਦੇ ਚਾਰ ਸ਼ਬਦਾਂ ਨਾਲ ਟੁੱਟਦੀ ਹੋਵੇ, ਟੁੱਟ ਜਾਣਾ ਚਾਹੀਦਾ। ਉਹ ਤੇ ਐਗਜ਼ਿਸਟ ਨਹੀਂ ਕਰਨੀ ਚਾਹੀਦੀ। ਫਸਟ ਤੁਸੀਂ ਜ਼ਬਰਦਸਤੀ ਸਾਡੇ ਨਾਲ ਸਾਂਝ ਪਾਈ ਹੈ, ਅਸੀਂ ਨਹੀਂ ਚਾਹੁੰਦੇ, ਅਸੀਂ ਚਾਹੁੰਦੇ ਆਜ਼ਾਦ ਹੋਣਾ, ਤੁਸੀਂ ਸਾਨੂੰ ਆਜ਼ਾਦ ਹੋਣ ਨਹੀਂ ਦਿੰਦੇ, ਕਿਉਂਕਿ ਇਹ ਕੰਟਰੋਲ ਤੁਹਾਡੇ ਹੱਥ 'ਚ। ਕਿੰਨਾ ਕੁ ਚਿਰ ਰਹੂਗਾ? ਤੁਸੀਂ ਕਿਸੇ ਬੰਦੇ ਦੀ ਬਾਹ ਫੜਨ ਦੀ ਕੋਸ਼ਿਸ਼ ਕਰੋ, ਫੋਰ ਐਗਜ਼ਾਮਪਲ ਇਹਨੂੰ ਤੁਸੀਂ ਜੇ ਇਹ ਸੰਘਰਸ਼ ਨੂੰ ਵੇਖਣਾ ਹੈ, ਹੁਣ ਤੁਸੀਂ ਕਿੰਨੀ ਵੀ ਤਾਕਤ ਨਾਲ ਬਾਹ ਫੜੀ ਹੋਵੇ, ਤੁਹਾਨੂੰ ਇੱਕ ਦਿਨ ਛੱਡਣੀ ਪੈਣੀ ਹੈ, ਤੁਹਾਡੀ ਗ੍ਰਿਪ ਲੂਜ਼ ਹੋ ਜਾਣੀ ਹੈ। ਪੰਜਾਬ ਦੇ ਤੇ ਇੰਡੀਆ ਦੇ ਸੰਬੰਧ ਏਦਾਂ ਦੇ ਆ, ਇੰਡੀਆ ਕਿੰਨਾ ਕੁ ਚਿਰ ਹੋਲਡ ਕਰੂਗਾ? ਜਿਹੜਾ ਸੈਂਟੀਮੈਂਟ ਪੰਜਾਬ 'ਚ ਹੈਗਾ ਹੈ ਤੇ ਜਿਹੜਾ ਸੈਂਟੀਮੈਂਟ ਗਰੋ ਕਰ ਰਿਹਾ ਪੰਜਾਬ ਦੇ ਵਿੱਚ, ਉਹਨੂੰ ਡੀਲ ਕਰਨ ਦਾ ਇਹ ਤਰੀਕਾ ਵੀ ਤੁਸੀਂ ਇਹੋ ਜਿਹੇ ਬਹਾਨੇ ਬਣਾਓ ਭਾਈਚਾਰਾ ਟੁੱਟ ਗਿਆ, ਭਾਈਚਾਰਕ ਸਾਂਝ ਟੁੱਟ ਗਈ ਸਾਡੀ। ਉਹਨੂੰ ਡੀਲ ਕਰਨ ਦਾ ਇੱਕ ਤਰੀਕਾ ਹੈਗਾ, ਆਪਣੀ ਗਲਤੀ ਮੰਨੋ, ਸਟੈਪ ਆਊਟ ਕਰ ਜਾਓ, ਪੰਜਾਬ ਸੋਵਰਨ ਆਜ਼ਾਦੀ ਦਿਓ ਤੇ ਆਜ਼ਾਦ ਪੰਜਾਬ ਵਿੱਚ ਹੋ ਸਕਦਾ ਤੁਹਾਡੇ ਨਾਲ ਚੰਗੇ ਸੰਬੰਧ ਰੱਖੇ। ਪੰਜਾਬ ਆਜ਼ਾਦ ਹੋ ਕੇ ਹੋ ਸਕਦਾ ਵੀ ਤੁਹਾਡੇ ਨਾਲ ਬਹੁਤ ਵਧੀਆ ਸੰਬੰਧ ਹੋ ਜਾਣ ਇੰਡੀਆ ਦੇ ਨਾਲ ਸਾਡੇ, ਪਰ ਏਦਾਂ ਨਹੀਂ, ਏਦਾਂ ਧੱਕੇ ਨਾਲ। ਸਿੱਧੂ ਮੂਸੇਵਾਲੇ ਦੇ ਗਾਣੇ 'ਚ ਕਿਹਾ ਹੀ ਹੈ ਨਾ ਇਹ ਗੱਲ ਵੀ ਮਤਲਬ ਨਾਰ ਲਾ ਲੋਗੇ ਤੇ ਠੀਕ ਹੈ, ਪਰ ਜਿਹੜਾ ਧੱਕਾ ਉੱਤੇ ਕੁੰਡਾ ਚਾਹੁੰਦੇ ਸਾਡੇ ਤੇ, ਉਹ ਨਹੀਂ ਹੋ ਸਕਦਾ। ਸੋ ਅਸੀਂ ਅੱਗੇ ਤੋਂ ਗੱਲ ਹੁੰਦੀ ਸੀ ਬਰਾਬਰ ਦੇ ਸ਼ਹਿਰੀ ਬਣ ਕੇ ਰਹਿਣਾ ਚਾਹੁੰਦੇ, ਹੁਣ ਰਹਿਣਾ ਨਹੀਂ ਚਾਹੁੰਦੇ ਸ਼ਹਿਰੀ ਸ਼ੁਰੀ ਬਣ ਕੇ। ਕੋਈ ਗੱਲ ਉਹ ਤੋਂ ਪਾਰ ਹੋ ਗਈ ਹੈ। ਹੁਣ ਤੇ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਇੱਥੋਂ ਚੁੱਪ ਚਪੀਤੇ ਆਪ ਨਿਕਲ ਜਾਓ, ਠੀਕ ਹੈ? ਨਹੀਂ ਤੇ ਜਿੱਧਰ ਨੂੰ ਰਾਹ ਜਾ ਰਿਹਾ ਇਹ ਨਿਕਲਣਾ ਤੁਹਾਨੂੰ ਪੈਣਾ ਹੀ ਹੈ, ਕਿ ਕਿੰਨਾ ਕੁ ਚਿਰ ਕੱਢ ਲੋਗੇ। ਤੇ ਜਿਹਨੂੰ ਲੱਗਦਾ ਹੈ ਵੀ ਸ਼ਾਂਤੀ ਭਾਈਚਾਰਾ ਭੰਗ ਹੁੰਦਾ, ਉਹਨੂੰ ਕਹਿੰਦੇ ਜਮਨਾ ਤੋਂ ਪਾਰ ਕਿੰਨੀ ਜ਼ਮੀਨ ਹੈ, ਤੁਸੀਂ ਵੀ ਜਾ ਵਗੋ ਉੱਧਰ। ਜਮਨਾ ਤੋਂ ਪਾਰ ਬਹੁਤ ਹੰਸਰਾਜ ਉਹਨਾਂ ਨੂੰ ਵੀ ਮਿਲ ਜਾਣਗੇ ਬੰਦੇ, ਉਹਨਾਂ ਦੇ ਕਲਾਕਾਰ, ਗਾਣੇ ਸੁਣ, ਉਹ ਕਲਾਕਾਰ ਹੈ, ਉਹ ਉੱਧਰ ਕਿਤੇ MP ਬਣ ਜੇ। ਉੱਧਰ ਭਾਈਚਾਰਕ ਸਾਂਝ ਨਹੀਂ ਉਹਨਾਂ ਨੂੰ ਤੰਗ ਕਰੂਗੀ, ਇੱਧਰ ਤੇ ਨਹੀਂ ਹੈਗੀ ਕੋਈ ਸਾਂਝ, ਸੇਵਿਆਂ 'ਚ ਕੋਈ ਸਾਂਝ ਨਹੀਂ ਹੁੰਦੀ ਕਿਸੇ ਦੀ। ਸੋ ਇੰਨੀਆਂ ਕੀ ਬੇਨਤੀਆਂ, ਮਾਫੀ ਚਾਹੁੰਦੇ ਜੇ ਕਿਸੇ ਦੀ ਕੋਈ ਗੱਲਬਾਤ ਨਹੀਂ ਅੱਜ ਸੁਣੀ ਗਈ, ਕਿਉਂਕਿ ਟਾਈਮ 2 ਘੰਟੇ ਹੋ ਗਏ ਲਗਭਗ ਪੂਰੇ। ਤੇ ਕੋਸ਼ਿਸ਼ ਕਰਾਂਗੇ ਇਹ ਹਫਤੇ ਦੇ ਵਿੱਚ ਡਿਸਕਸ਼ਨ ਇੱਕ ਵਾਰੀ ਦੁਬਾਰਾ ਕਰਾਂਗੇ, ਤੇ ਉਹਦੇ 'ਚ ਇਹੋ ਹੀ ਗੱਲ ਆਪਾਂ ਮੇਨਲੀ ਰੱਖਾਂਗੇ ਵੀ ਜਿਹੜਾ ਕਲਚਰਲ ਜੈਨੋਸਾਈਡ ਸੀ ਪੰਜਾਬ ਦਾ, ਉਹ ਹੌਂਟ ਕਿਵੇਂ ਕਰ ਰਿਹਾ ਇੰਡੀਅਨ ਸਟੇਟ ਨੂੰ ਵਾਪਸ ਦੁਬਾਰਾ। ਜਿਹੜਾ ਉਹਨਾਂ ਨੇ ਸਿੱਖਾਂ ਦੇ ਖਿਲਾਫ ਵਰਤਣਾ ਸੀ, ਉਹ ਕਿਵੇਂ ਇੰਡੀਅਨ ਸਟੇਟ ਦੇ ਖਿਲਾਫ ਹੀ ਤੁਰ ਪਿਆ ਸਾਰਾ ਕੁਛ। ਸੋ ਬੋਲਦੇ ਹਾਂ, ਜੇ ਕੋਈ ਗੱਲਬਾਤ ਕੋਈ ਭੁੱਲ ਚੁੱਕੋਗੀ ਉਹਦੇ ਲਈ ਖਿਮਾ ਚਾਹੁੰਦੇ ਹਾਂ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।